ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਹਰ ਵੀਰਵਾਰ ਦਾ ਪ੍ਰੋਗਰਾਮ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਤੋਂ ਵੀਰਿੰਦਰ ਸਿੰਘ ਬਹਿਲ ਜੀ ਕਾਲੀ ਗੱਡੀ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਬਹਿਲ ਸਾਹਿਬ ਵੈਲਕਮ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਰੇਡੀਓ ਦੇ ਸਰੋਤੇ ਜਿਹੜੇ ਨੇ ਉਹ ਸੁਣਨ ਵਾਲੇ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਹੀ ਸੀ ਕਿ ਮੈਨੂੰ ਕਿ ਕੈਮਰੇ 'ਚ ਗਲਤ ਦਿਖੀ? ਮੈਨੂੰ ਰੰਗ ਸਹੀ ਦਿਖਿਆ? ਕੈਮਰੇ ਸਹੀ ਦਿਖਿਆ। ਹਾਂ, ਮੈਂ ਤੁਹਾਨੂੰ ਪੁੱਛਣ ਲੱਗਾ ਸੀ, ਮੈਂ ਗੱਡੀ ਦੇ ਤਾਂ ਅੰਦਰ ਆਇਆ ਨਹੀਂ, ਤੁਹਾਨੂੰ ਕਲਰ ਕਿਵੇਂ ਪਤਾ ਲੱਗਿਆ? ਠੀਕ ਹੈ ਜੀ, ਠੀਕ ਹੈ। ਉੱਪਰ ਵਾਲਾ ਸਭ ਜਾਣता है। ਉੱਪਰ ਵਾਲਾ ਜਾਣਦਾ, ਤੁਸੀਂ ਬੈਠੇ ਜੋ ਉੱਪਰ ਇੱਥੇ। ਹਾਂਜੀ, ਠੀਕ ਹੈ ਜੀ। ਔਰ ਬਹਿਲ ਸਾਹਿਬ ਬਹੁਤ ਟਾਈਮ ਲੱਗ ਗਿਆ ਆਪਾਂ ਨੂੰ ਮਿਲਦਿਆਂ ਕਰਦਿਆਂ, ਮੈਂ ਦੇਖਿਆਗਾ ਕਿੰਨੇ ਹਫ਼ਤੇ ਤਾਂ ਆਪਣੇ ਹੀ ਲੰਘ ਗਏ। ਹਾਂ, ਪਰ ਇਹ ਨਾ ਫਿਰ ਆਪਣੇ ਕੋਲ ਦੂਜੀਆਂ ਓਪਰਚੁਨਿਟੀ, ਹੁਣ ਜਿਹੜੇ VIP ਬੰਦੇ ਜਿਹਨਾਂ ਨੇ ਕਦੀ ਕਦੀ ਆਉਣਾ ਸਾਲ 2 ਸਾਲ 'ਚ, ਉਹ ਜ਼ਰੂਰੀ ਹੈ ਵੀ ਉਹ ਵੀ ਆਪਣੇ ਨਾਲ ਰੂਬਰੂ ਹੋਣ ਤੇ ਲੋਕੀ ਸੁਣਨ। ਤੇ ਆਪਾਂ ਤਾਂ ਹੁਣ ਹੈਗੇ ਹੀ ਹਾਜ਼ਰ ਹੋ ਗਏ। ਪਤਾ ਨਹੀਂ ਤਾਂ ਉੱਤੋਂ ਕਹਿੰਦੇ ਆ ਜੀ, ਜਿੰਨੇ ਵੀ ਵਿਨੀਪੈਗ ਗੈਸਟ ਆ ਕੇ ਗਏ ਆ, ਚਾਹੇ ਉਹ ਬੇਨੂ ਢਿੱਲੋਂ ਜੀ ਸੀ, ਜਸਵਿੰਦਰ ਭੱਲਾ ਜੀ, ਉਦੋਂ ਵੀ ਤੁਹਾਡਾ ਪ੍ਰੋਗਰਾਮ ਸੀ, ਚਲੋ ਤੁਸੀਂ ਸਾਨੂੰ ਟਾਈਮ ਦਿੱਤਾ। ਔਰ ਚਾਹੇ ਕੋਈ ਹੋਰ ਜਿੰਨੇ ਵੀ ਇੱਥੇ ਸੱਜਣ ਮਿੱਤਰ, ਸੱਜਣ ਅਦੀਬ ਹੋਰੀ ਉਦੋਂ ਆਏ ਸੀਗੇ, ਕੌਰ ਵਾਲਾ ਮਾਨ ਆਏ ਸੀਗੇ, ਜਿੰਨੇ ਵੀ ਆਏ ਆ, ਪਤਾ ਨਹੀਂ ਤੇ ਉਹ ਮੂੰਹ ਤੇ ਐ ਕਹਿੰਦੇ ਆ ਵੀ ਸਾਨੂੰ ਵਿਨੀਪੈਗ ਬੜਾ ਪਸੰਦ ਆਉਂਦਾਗਾ। ਪਰਮਵੀਰ ਬਾਠਰੇ ਆਏ ਸੀ, ਕਹਿੰਦੇ ਵਿਨੀਪੈਗ ਸਾਨੂੰ ਆ ਕੇ ਬੜਾ ਚੰਗਾ ਲੱਗਿਆ। ਤੇ ਚਲੋ ਕਹਿਣਾ ਵੀ ਆ ਮੂੰਹ ਤੇ, ਦਿਲੋਂ ਨਹੀਂ ਮੈਨੂੰ ਪਤਾ, ਤੇ ਪਰ ਆਪਾਂ ਆਪਦੇ ਵੱਲੋਂ ਕੋਸ਼ਿਸ਼ ਕਰਦੇ ਆ ਜੋ ਵੀ ਸਾਡੇ ਮਹਿਮਾਨ ਆਉਣ ਉਹਨਾਂ ਨੂੰ ਪੂਰਾ ਇੱਜ਼ਤ ਮਾਣ ਦਿੱਤਾ ਜਾਵੇ। ਮੈਨੂੰ ਲੱਗਦਾ ਇਸੇ ਕਰਕੇ ਉਹਨਾਂ ਨੂੰ ਚੰਗਾ ਲੱਗਦਾ ਕਿ ਆਪਾਂ ਉਹਨਾਂ ਨੂੰ ਇੱਥੇ ਥੋੜੀ ਵਾਰਮਥ ਮਿਲਦੀ ਹੈ, ਥੋੜੀ ਜਿਹਨੂੰ ਕਹਿ ਲਓ ਨਿੱਘ ਮਿਲਦਾ। ਤੇ ਇੰਡੀਆ 'ਚ ਜਿਵੇਂ ਆਪਣੇ ਜਾਂ ਪੰਜਾਬ 'ਚ ਜਿੱਦਾਂ ਦਾ ਮਾਹੌਲ ਹੈਗਾ ਵੀ ਇੱਕ ਦੂਜੇ ਨੂੰ ਆਪਾਂ ਨਿੱਘ ਦਿੰਦੇ ਆ ਜਾਂ ਟਾਈਮ ਚੋਂ ਟਾਈਮ ਕੱਢ ਕੇ ਫਿਰ ਅਗਲੇ ਨੂੰ ਸਮਾਂ ਦਿੰਦੇ ਆ, ਉਹ ਚੀਜ਼ਾਂ ਇੱਥੇ ਹੈਗੀਆਂ ਨੇ। ਤੇ ਮੈਨੂੰ ਲੱਗਦਾ ਬਾਕੀ ਸ਼ਹਿਰਾਂ 'ਚ, ਵੱਡੇ ਸ਼ਹਿਰਾਂ 'ਚ ਇੰਨਾ ਲੋਕਾਂ ਦੇ ਸਰਕਮਸਟੈਂਸਿਸ ਨਹੀਂ ਹੈਗੇ ਕਿ ਉਹ ਛੁੱਟੀਆਂ ਵੀ ਕਰ ਸਕਣ ਜਾਂ ਕੰਮ ਛੱਡ ਕੇ ਟਾਈਮ ਦੇ ਸਕਣ। ਤੇ ਇਹ ਫਿਰ ਉਹਨਾਂ ਨੂੰ ਚੰਗਾ ਲੱਗਦਾ। ਬਿਲਕੁਲ ਮੇਰੇ ਖਿਆਲ ਤਾਂ ਦਿਲੋਂ ਹੀ ਕਹਿੰਦੇ ਨੇ। ਦਿਲੋਂ ਕਹਿੰਦੇ, ਚਲੋ ਚੰਗੀ ਗੱਲ, ਮੈਂ ਵੀ ਚਾਹਣਾ ਦਿਲੋਂ ਕਹਿਣ। ਔਰ ਫੇਰ ਹੀ ਫਾਇਦਾਗਾ। ਜੋ ਆਪਣੀ ਕੋਸ਼ਿਸ਼, ਤੁਹਾਡਾ ਧੰਨਵਾਦ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਜਿਹੜਾ ਹੈਗਾ ਆਪਣੇ ਪ੍ਰੋਗਰਾਮ ਉਸ ਦਿਨ ਕੈਂਸਲ ਕੀਤੇ ਤੇ ਸਾਡੇ ਮਹਿਮਾਨਾਂ ਨਾਲ ਸਾਨੂੰ ਜਿਹੜੀ ਗੱਲਬਾਤ ਕਰਨ ਦਾ ਮੌਕਾ ਦਿੱਤਾ। ਤੁਹਾਡੇ ਵੱਲੋਂ ਵੀਰਵਾਰ ਦਾ ਦਿਨ ਜਿਹੜਾ ਹੈਗਾ ਸਪਾਂਸਰ ਕੀਤਾ ਜਾਂਦਾ ਹੈਗਾ, ਸੋ ਤੁਹਾਡੇ ਲਈ ਧੰਨਵਾਦ ਸਾਡੇ ਸਾਰੇ ਸਰੋਤਿਆਂ ਵੱਲੋਂ। ਨਹੀਂ, ਇਹ ਤਾਂ ਸਰੋਤਿਆਂ ਦਾ ਧੰਨਵਾਦ ਹੈ, ਕੋਈ ਐਸੀ ਗੱਲ ਨਹੀਂ। ਦੇਖੋ ਆਪਣੇ ਕੋਲ ਤਾਂ ਸਾਰਾ ਸਾਲ ਹੈ ਗੱਲ ਕਰਨ ਲਈ, ਤੇ ਜੇ ਵਿੱਚੋਂ ਕਿਤੇ ਵੇਲੇ ਕੋਲੇ 1-2-4 ਵਾਰੀ ਜਾਂ ਉਸ ਤੋਂ ਵੱਧ ਵੀ ਜੇ ਕੋਈ ਆਪਣੇ ਮੇਨ ਬੰਦੇ ਆਉਂਦੇ ਨੇ, ਉਹ ਵੀ ਖਾਸ ਕਰਕੇ ਪੰਜਾਬ ਤੋਂ ਮਹਿਮਾਨ, ਜਿਹੜੇ ਕਲਾਕਾਰ ਨੇ ਜਾਂ ਜਿਹੜੇ VIP ਨੇ ਬੰਦੇ, ਉਹ ਆਪਣੇ ਹੈ ਤਾਂ ਸਾਰਾ ਜਿਹੜਾ ਪ੍ਰੋਗਰਾਮ ਹੈ ਦੇਖਿਆ ਜਾਵੇ ਤਾਂ ਸਰੋਤਿਆਂ ਦੀ ਕਚਹਿਰੀ ਹੈ, ਤੇ ਉਹਨਾਂ ਨੂੰ ਰੂਬਰੂ ਕਰਾਉਣਾ ਉਹ ਵੀ ਬਹੁਤ ਜ਼ਰੂਰੀ ਹੈ। ਸੋ ਇਹਦੇ 'ਚ ਕੋਈ ਮੈਂ ਨਹੀਂ ਸਮਝਦਾ ਕਿ ਧੰਨਵਾਦ ਵਾਲੀ ਗੱਲ ਹੈ, ਇਹ ਸਾਡਾ ਫਰਜ਼ ਹੀ ਬਣ ਜਾਂਦਾ ਇੱਕ ਤਰ੍ਹਾਂ ਵੀ ਸ਼ਹਿਰ 'ਚ ਆਏ ਨੇ ਤੇ ਆਪਾਂ ਉਹਨਾਂ ਦਾ ਬਣਦਾ ਸਤਿਕਾਰ ਦਈਏ ਜੀ। ਔਰ ਬਹਿਲ ਸਾਹਿਬ, ਸੋ ਕਾਫੀ ਕਹਿਣ ਦਾ ਭਾਵ ਹਫ਼ਤੇ ਲੰਘੇ ਆ ਵਿੱਚ ਦੀ, ਤੇ ਅੱਜ ਫਿਰ ਕੋਈ ਐਸੀ ਗੱਲ ਹੋਵੇ ਜਿਸ ਗੱਲਾਂ ਦੇ ਕਰਕੇ ਤੁਹਾਨੂੰ ਜਾਣਿਆ ਜਾਂਦਾਗਾ, ਮਤਲਬ ਕੋਈ ਗੱਲ ਇਹੋ ਜਿਹੀ ਕਰਗੇ ਹੈਰਾਨ ਹੀ ਕਰ ਦਿਓ ਸਾਨੂੰ। ਅੱਛਾ, ਹਾਂ, ਹੈਰਾਨ ਹੀ ਕਰ ਦਿਓ ਬਸ। ਕੋਈ ਇਹੋ ਜਿਹੀ ਟੈਕਨੋਲੋਜੀ ਦੀ ਗੱਲ ਸੁਣਾ ਦਿਓ ਜਿਵੇਂ ਤੁਸੀਂ ਸੁਣਾਉਣੇ ਹੁੰਦੇ ਹੋ, ਤੇ ਜਾਂ ਕੋਈ ਹੋਰ ਕੋਈ ਪਤਾ ਨਹੀਂ ਮੈਨੂੰ ਹੁਣ ਤੁਸੀਂ ਕੀ ਸੁਣਾਓਗੇ। ਟੈਕਨੋਲੋਜੀ ਲੇਟੈਸਟ ਦੇ ਵਿੱਚ ਆਪਾਂ ਸਪੇਸ ਦੀ ਕਰ ਸਕਦੇ ਹਾਂ ਗੱਲ। ਸਪੇਸ ਦੀ ਮਤਲਬ ਸਪੇਸ ਦੇ ਵਿੱਚ ਜੋ ਹੋ ਰਿਹਾ, ਜਾਂ ਐਸਟਰੋਨੋਮੀ ਦੀ ਕਰ ਸਕਦੇ ਹਾਂ। ਅੱਛਾ, ਜਾਂ ਜੇ ਤੁਸੀਂ ਇਹ ਕਹਿੰਦੇ ਹੋ ਵੀ ਇੱਕ ਨਵਾਂ ਜਿਹੜਾ ਉਹਨਾਂ ਨੇ ਟੈਲੀਸਕੋਪ ਲਾਂਚ ਕੀਤਾ, ਉਹਦੀਆਂ ਇਮੇਜਸ ਆ ਰਹੀਆਂ ਅੱਜ ਕੱਲ੍ਹ, ਉਹਦੀ ਗੱਲ ਕਰ ਸਕਦੇ ਹਾਂ। ਬੈਕ ਇਨ ਟਾਈਮ ਦੇਖਦਾ ਉਹ ਕੀ ਆ, ਉਹ ਬਹਿਲ ਸਾਹਿਬ ਕੀ ਆ ਉਹ ਟੈਲੀਸਕੋਪ? ਕੀ ਮੈਂ ਵੀ ਦੇਖੀਆਂ ਤਸਵੀਰਾਂ ਉਹਦੀਆਂ ਜਿਹੜੀਆਂ ਆ ਰਹੀਆਂ, ਤਾਰੇ ਜਿਹੇ ਚਮਕਦੇ ਨੇ। ਹਾਂਜੀ, ਉਹ ਆਪਣਾ JWST ਜੇਮਸ ਵੈਬ ਟੈਲੀਸਕੋਪ ਕਹਿੰਦੇ ਉਹਨੂੰ। ਅੱਛਾ, ਤੇ ਜੇਮਸ ਵੈਬ ਇਹਨਾਂ ਦਾ ਬੰਦੇ ਦਾ ਨਾਮ ਸੀਗਾ, ਜਿਹੜਾ ਨਾਸਾ 'ਚ ਉਹ ਸੀਗਾ ਮੇਨ ਕਰਤਾ ਧਰਤਾ, ਕਾਫੀ ਸਾਲ ਰਿਹਾ ਸਾਇੰਟਿਸਟ, ਐਸਟਰੋਨੋਮਰ। ਉਹਦੇ ਨਾਂ ਤੇ ਉਹਨਾਂ ਨੇ ਟੈਲੀਸਕੋਪ ਬਣਾਇਆ, ਉਹਦੇ ਨਾਂ ਤੇ ਉਹਨੂੰ ਛੱਡਿਆ ਮਤਲਬ ਸਪੇਸ ਦੇ ਵਿੱਚ। ਉਹ ਫਿਰ ਅੱਗੇ ਦੀ ਅੱਗੇ ਚੀਜ਼ਾਂ ਦੇਖ ਰਿਹਾ ਤੇ ਇੱਥੇ ਰਿਪੋਰਟ ਕਰ ਰਿਹਾ। ਨਹੀਂ, ਕਿਵੇਂ ਉਹ ਟਾਈਮ ਮਤਲਬ ਮਗਰਲਾ ਟਾਈਮ ਦੇਖ ਸਕਦਾ? ਹਾਂ, ਇਹ ਆਪਾਂ ਥੋੜਾ ਜਿਹਾ ਮਤਲਬ ਇਸ ਤੋਂ ਜੇ ਪਿੱਛੇ ਜਾਈਏ ਥੋੜਾ ਜਿਹਾ, ਇਹਨੂੰ ਆਪਾਂ ਸਾਨੂੰ ਸੌਖਾ ਜਿਹਾ ਕਰਕੇ ਦੱਸਿਓ, ਅਸੀਂ ਉਵੇਂ ਸਮਝਣਾ ਚਾਹੁੰਦੇ ਹਾਂ। ਇਹਦੇ 'ਚ ਦੇਖੋ, ਜਿਹੜੀ ਹੁਣ ਥਿਊਰੀ ਹੈ, ਜਿੰਨੇ ਵੀ ਸਾਇੰਸ, ਅੱਗੇ ਵੀ ਇਹ ਤੁਸੀਂ ਮੇਰੇ ਤੋਂ ਕਈ ਵਾਰੀ ਸੁਣਿਆ ਹੋਣਾ ਕਿ ਵੀ ਜਿੰਨੀ ਵੀ ਸਾਇੰਸ ਹੈ, ਜਿੰਨੇ ਵੀ ਸਾਇੰਟਿਸਟ ਨੇ, ਇਹਨਾਂ ਦਾ ਬੇਸ ਜਿਹੜਾ ਹੈਗਾ ਉਹ ਕੈਲਕੂਲੇਸ਼ਨਸ ਹੈ। ਪਹਿਲਾਂ ਇਹ ਮੈਥਮੈਟਿਕਲੀ ਜਾਂ ਫਿਜ਼ਿਕਸ ਦੇ ਵਿੱਚ ਨਿਊਮੈਰੀਕਲੀ ਪ੍ਰੂਵ ਕਰਦੇ ਨੇ ਕਾਗਜ਼ ਦੇ ਉੱਤੇ ਵੀ ਇਹ ਚੀਜ਼ ਪੋਸੀਬਲ ਹੈ। ਠੀਕ ਹੈ, ਫਿਰ ਉਸ ਤੋਂ ਬਾਅਦ ਇਹ ਚੀਜ਼ ਨੂੰ ਮਤਲਬ ਬਣਾਉਂਦੇ ਨੇ, ਇਨਵੈਂਟ ਕਹਿ ਲਓ, ਜਾਂ ਕੁਝ ਚੀਜ਼ਾਂ ਡਿਸਕਵਰ ਹੁੰਦੀਆਂ। ਤੇ ਜਿਹੜੀ ਕੋਈ ਨਵੀਂ ਚੀਜ਼ ਇਨਵੈਂਟ ਕਰਦੇ ਨੇ, ਫਿਰ ਉਹਦੇ ਬੇਸ ਦੇ ਉੱਤੇ ਅੱਗੇ ਖੋਜ ਸ਼ੁਰੂ ਹੁੰਦੀ ਹੈ। ਠੀਕ ਹੈ, ਸਾਰੀ ਜਿਹੜੀ ਚੀਜ਼ ਹੈ ਇਨਸਾਨ ਦੀ ਕਿਉਰਿਓਸਿਟੀ ਤੋਂ ਹੈ, ਵੀ ਜਿਹੜਾ ਇੱਕ ਇਨਸਾਨ ਦਾ ਕਿਊਰੀਅਸ ਨੇਚਰ ਹੈ, ਉਹ ਕ੍ਰੀਏਟੀਵਿਟੀ ਨੂੰ ਜਨਮ ਦਿੰਦੀ ਹੈ। ਇਹ ਤੁਸੀਂ ਮੰਨਦੇ ਹਾਂ ਵੀ ਕੀ ਹੋਊਗਾ,
ਵੀ ਜੇ ਇੱਥੇ ਰਹਿੰਦੇ ਆ ਵੀ ਉਹ ਉੱਪਰ ਕੀ ਹੋਊਗਾ, ਇਹ ਚੰਨ ਕਿਉਂ ਚਮਕਦਾ ਹੈ, ਰਾਤ ਕਾਲੀ ਕਿਉਂ ਹੈ, ਦਿਨ ਕਿਉਂ ਚਿੱਟਾ, ਏਦਾਂ ਕਿਉਰਿਓਸਿਟੀ ਹੈ। ਸੋ ਕ੍ਰੀਏਟੀਵਿਟੀ ਨੂੰ ਜਨਮ ਦਿੰਦੀ ਹੈ ਵੀ ਆਹ ਜਾਨਵਰ ਏਦਾਂ ਕਿਉਂ ਕਰਦਾ ਹੈ, ਆਹ ਪੇੜ ਏਦਾਂ ਕਿਉਂ ਉੱਗਦਾ। ਸੋ ਕਈ ਚੀਜ਼ਾਂ ਨੇ ਜਿਹੜੀਆਂ ਨੇਚਰ 'ਚ ਮਿਲਦੀਆਂ। ਸੋ ਕਿਉਰਿਓਸਿਟੀ ਕਰਕੇ ਇਨਸਾਨ ਨੇ ਕੀ ਕੀਤਾ ਸੀਗਾ ਵੀ ਜਿੰਨਾ ਕੁ ਤਾਂ ਇਹ ਨੰਗੀ ਅੱਖ ਨਾਲ ਜਾਂ ਕੈਲਕੂਲੇਸ਼ਨਸ ਦੇ ਬੇਸ ਤੇ ਕਰ ਸਕਦਾ ਸੀ ਉਹ ਇਹ ਕਰਦਾ ਰਿਹਾ ਗੈਲੀਲੀਓ ਦੇ ਜ਼ਮਾਨੇ ਤੱਕ। ਠੀਕ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਫਸਟ ਟੈਲੀਸਕੋਪ ਬਣਾਇਆ ਇੱਥੋਂ, ਦੂਰਬੀਨ ਟਾਈਪ, ਜਿਵੇਂ ਵੀ ਜਿਹਦੇ ਨਾਲ ਥੋੜਾ ਹੋਰ ਦੂਰ ਤੱਕ ਦੇਖਿਆ ਜਾ ਸਕੇ ਅਸਮਾਨ 'ਚ। ਅੱਛਾ। ਇੱਥੋਂ ਜਿਹਨੂੰ ਆਪਾਂ ਟੈਲੀਸਕੋਪ ਕਹਿੰਦੇ ਹਾਂ। ਠੀਕ ਹੈ। ਫਿਰ ਕੁਝ ਦਹਾਕੇ ਲੰਘੇ, ਵੱਡੇ ਟੈਲੀਸਕੋਪ ਬਣੇ, ਪਹਾੜ ਦੇ ਉੱਤੇ ਜਿਹੜਾ ਸਭ ਤੋਂ ਉੱਚਾ ਪੁਆਇੰਟ ਹੈ ਉੱਥੇ ਲਾਤਾ ਵੀ ਅਸੀਂ ਹੋਰ ਨੇੜਿਓਂ ਦੇਖ ਸਕੀਏ, ਵੀ ਥੋੜਾ ਜਿਹਾ ਕਲੀਅਰ ਸਕਾਈ ਨੂੰ। ਟੈਲੀਸਕੋਪ ਦਾ ਸਾਈਜ਼ ਵੱਡਾ ਕਰਤਾ ਵੀ ਪਹਿਲਾਂ ਜਿਵੇਂ ਹੱਥ 'ਚ ਫੜਨ ਵਾਲੇ ਆਉਂਦੇ ਨੇ, ਜਿਵੇਂ ਇੱਥੇ ਆਪਾਂ ਨੂੰ ਦੁਕਾਨਾਂ ਤੇ ਮਿਲਦੇ ਨੇ, ਫਿਰ ਏਡਾ ਵੱਡਾ ਕਰਤਾ ਵੀ ਪੂਰੇ ਕਮਰੇ ਜਿੱਡਾ ਬਣਾਤਾ ਵੀ ਜਿੰਨਾ ਵੱਡਾ ਲੈਂਸ ਹੋਊਗਾ ਉਨੀ ਦੂਰੀ ਤੱਕ ਉਹ ਦੇਖ ਸਕਦੇ ਨੇ। ਅੱਛਾ। ਜਿਹੜੇ ਟੈਲੀਸਕੋਪ ਦਾ ਕੰਮ ਹੈ। ਠੀਕ ਹੈ। ਫਿਰ ਇਹਨਾਂ ਨੇ ਕੀ ਕੀਤਾ ਵੀ ਜੇ ਆਪਾਂ 100 ਸਾਲ ਪਿੱਛੇ ਚਲੇ ਜਾਈਏ ਵੀ ਉਦੋਂ ਫਿਰ ਬਣਾਏ ਟੈਲੀਸਕੋਪ ਵੀ 60-70 ਸਾਲ ਦੇ ਵਿੱਚ 100 ਸਾਲ ਪਹਿਲਾਂ ਬਣਾਉਣੇ ਸ਼ੁਰੂ ਕੀਤੇ। ਫਿਰ ਇਹੋ ਜਿਹੇ ਕੀਤੇ ਵੀ ਅਸਮਾਨ 'ਚ ਛੱਡ ਤੇ ਜਦੋਂ ਸਪੇਸ ਦਾ ਸ਼ੁਰੂ ਕਰਤਾ ਵੀ ਟੈਲੀਸਕੋਪ ਹੋਰ ਉੱਪਰ ਲੈ ਗਏ ਵੀ ਧਰਤੀ ਦਾ ਜਿੰਨੀ ਕੁ ਉੱਚੀ ਥਾਂ ਤੇ ਜਾ ਸਕਦੇ ਸੀ ਉਹ ਤੱਕ ਫੜ ਕੇ ਖੜ ਗਏ ਜਾਂ ਕਿਸੇ ਜਗ੍ਹਾ ਤੇ ਰੱਖਤਾ। ਫਿਰ ਅਗਲਾ ਹੋ ਗਿਆ ਵੀ ਉਹਨੂੰ ਛੱਡਤਾ ਸਪੇਸ 'ਚ। ਅੱਛਾ। ਫਿਰ ਉਹ ਗਾਂ ਜੇ ਇੱਥੋਂ 100, 200, 300 ਕਿਲੋਮੀਟਰ ਦੂਰ ਛੱਡਤਾ ਤੇ ਉਹ ਫਿਰ ਅੱਗੇ ਬੜਾ ਨੇੜੇ ਜਾ ਵੜਿਆ ਤੇ ਹੋਰ ਦੇਖਣ ਲੱਗ ਗਿਆ। ਫਿਰ ਇਹਨਾਂ ਦੀਆਂ ਕੈਲਕੂਲੇਸ਼ਨ ਜਿਹੜੀਆਂ ਕਰਦੇ ਸੀਗੇ ਉਹਨਾਂ 'ਚ ਚੇਂਜਸ ਆਉਣ ਲੱਗ ਗਈਆਂ। ਜਦੋਂ ਇੱਥੋਂ ਦੇਖਦੇ ਸੀਗੇ ਉਹ ਹੋਰ ਚੀਜ਼ ਸੀ, ਜਦੋਂ ਗਾਂ 300 ਕਿਲੋਮੀਟਰ ਅੱਗੇ ਭੇਜਿਆ ਉਹ ਕੁਝ ਹੋਰ ਨਿਕਲ ਆਇਆ। ਫਿਰ ਅੱਗੇ ਦੀ ਅੱਗੇ ਬਈ ਹੁਣ ਇਨਸਾਨ ਦਾ ਖੋਜੀ ਸੁਭਾਅ ਹੈ ਵੀ ਇਹਨੇ ਸੋਚਿਆ ਵੀ ਇੱਥੇ ਤੱਕ ਹੈਗਾ ਵੀ ਆਹ ਇੱਕ ਸੋਲਰ ਸਿਸਟਮ ਹੈ। ਫਿਰ ਇਹਨੂੰ ਪਤਾ ਲੱਗਿਆ ਨਹੀਂ ਇਹ ਤਾਂ ਇੱਕ ਸੋਲਰ ਸਿਸਟਮ ਨਹੀਂ, ਇਹ ਤਾਂ ਕਈ ਨੇ, ਉਹ ਤਾਂ ਮਿਲਕੀ ਵੇ ਹੈ ਤੇ ਪੂਰਾ ਯੂਨੀਵਰਸ ਇਹੋ ਜਿਹੇ ਤਾਂ ਕਈ ਨੇ, ਕਈ ਸੂਰਜ ਨੇ, ਕਈ ਚੰਦਰਮਾ ਨੇ। ਉਹ ਐਂ ਪਤਾ ਲੱਗਿਆ ਨਾ ਇਹਨਾਂ ਨੂੰ ਜਦੋਂ ਇਹਨਾਂ ਨੇ ਟੈਲੀਸਕੋਪ ਉੱਤੇ ਭੇਜਿਆ ਵੀ ਦੁਨੀਆ ਤੋਂ ਅੱਗੇ ਵੀ ਦੁਨੀਆ, ਵੀ ਅੱਗੇ ਦੀ ਅੱਗੇ ਯੂਨੀਵਰਸ ਹੈਗੇ ਨੇ। ਫਿਰ ਇਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਹੋਈ 1999-90 ਦੇ ਕੋਲ ਜਾ ਕੇ, ਜਦੋਂ ਇਹਨਾਂ ਨੇ ਇੱਥੋਂ L1 ਲਫਰਾਂਜ 1 ਕਹਿੰਦੇ ਉਹਨੂੰ, 550 ਕਿਲੋਮੀਟਰ ਦੂਰ ਇੱਕ ਹਬਲ ਟੈਲੀਸਕੋਪ ਸੀਗਾ, ਬਹੁਤ ਵੱਡਾ ਬਣਾ ਕੇ ਭੇਜਿਆ, ਕਾਫੀ ਭਾਰਾ, ਇੱਥੋਂ ਮਤਲਬ ਧਰਤੀ ਤੋਂ। ਠੀਕ ਹੈ। ਕਿਲੋਮੀਟਰ ਦੂਰ? ਹਾਂਜੀ। ਇੰਨੇ 550 ਮੇਰੇ ਖਿਆਲ 550 ਕਿਲੋਮੀਟਰ ਹੀ ਹੈ ਜਾਂ ਮੀਲ ਹੋਣਾ, ਨਹੀਂ ਕਿਲੋਮੀਟਰ 550-600 ਕਿਲੋਮੀਟਰ ਹੈ। ਠੀਕ ਹੈ। ਉਹ ਐਸੇ ਪੁਆਇੰਟ ਤੇ ਰੱਖਿਆ ਜਿੱਥੋਂ ਉਹਨਾਂ ਨੂੰ ਵੱਧ ਮਤਲਬ ਉਹਦਾ ਐਂਗਲ, ਉਹਦਾ ਪੁਆਇੰਟ ਇਸ ਤਰ੍ਹਾਂ ਦਾ ਸੀਗਾ ਵੀ ਉਹ ਵੱਧ ਦੇਖ ਸਕੇ। ਉੱਥੋਂ ਦੇਖਣਾ ਉਹਨੇ ਤਾਂ ਨੂੰ ਹੀ ਸੀ ਕਿ ਠਾਹ ਨੂੰ ਵੀ? ਤਾਂ ਨੂੰ। ਅੱਛਾ। ਮਤਲਬ ਅਰਥ ਵੱਲ ਨਹੀਂ। ਠੀਕ ਹੈ। ਹੋਰ ਗਾਂ ਅੱਗੇ। ਓਕੇ। ਹੁਣ ਇਹਦੇ ਪਿੱਛੇ ਕਾਰਨ ਕੀ ਹੈ ਜਿਹੜੀ ਤੁਸੀਂ ਮੈਨੂੰ ਪੁੱਛ ਰਹੇ ਸੀ ਟਾਈਮ ਵਾਲੀ ਗੱਲ, ਵੀ ਪਿੱਛੇ ਜਿਹੜੇ ਸਾਇੰਟਿਸਟ ਨੇ ਇਹ ਬਿਲੀਵ ਕਰਦੇ ਨੇ ਜਾਂ ਇਹਨਾਂ ਨੂੰ ਪ੍ਰੂਵ ਹੋ ਚੁੱਕਿਆ ਹੁਣ ਤੱਕ ਵੀ ਜਿਹੜੀ ਧਰਤੀ ਹੈ ਉਹ ਧਰਤੀ ਕਹਿ, ਜਿਹੜਾ ਯੂਨੀਵਰਸ ਹੈ ਇਹ ਐਕਸਪੈਂਡ ਹੋ ਰਿਹਾ। ਠੀਕ ਹੈ। ਇਹ ਤਾਂ ਵੱਧ ਰਿਹਾ, ਜਿਵੇਂ ਸਮਝ ਲਓ ਗੁਬਾਰੇ 'ਚ ਪਹਿਲਾਂ ਹਵਾ ਨਹੀਂ ਹੁੰਦੀ, ਆਪਾਂ ਹਵਾ ਭਰਦੇ ਹਾਂ ਉਹ ਐਕਸਪੈਂਡ ਹੋ ਜਾਂਦਾ, ਹੋਰ ਹਵਾ ਭਰਦੇ ਹਾਂ ਹੋਰ ਵੱਡਾ ਹੋ ਜਾਂਦਾ। ਸੋ ਧਰਤੀ ਏਦਾਂ ਹੋ ਰਹੀ ਹੈ ਵੀ ਪਹਿਲਾਂ ਮੰਨ ਲਓ ਛੋਟਾ ਗੁਬਾਰਾ ਸੀ, ਫਿਰ ਵੱਡਾ ਵੱਡਾ ਵੱਡਾ। ਸੋ ਐਕਸਪੈਂਡ ਦਾ ਮਤਲਬ ਇਹ ਹੋ ਗਿਆ ਵੀ ਜੇ ਐਕਸਪੈਂਡ ਹੋ ਰਹੀ ਹੈ ਔਰ ਜੇ ਪ੍ਰੂਵ ਹੋ ਚੁੱਕਾ ਹੈ ਤਾਂ ਇਹਦਾ ਮਤਲਬ ਜਿਹੜੇ ਪੁਆਇੰਟ ਤੋਂ ਸ਼ੁਰੂ ਹੋਈ ਸੀ ਉਹ ਤੋਂ ਆਪਾਂ ਦੂਰ ਹੁੰਦੇ ਜਾ ਰਹੇ ਹਾਂ। ਠੀਕ ਹੈ ਨਾ। ਜੇ ਹੁਣ ਮੰਨ ਲਓ ਆਪਾਂ ਗੁਬਾਰੇ ਨੂੰ ਹਵਾ ਭਰਨੀ ਸ਼ੁਰੂ ਕੀਤੀ ਤੇ ਜੇ ਮੰਨ ਲਓ 2 ਇੰਚ ਦਾ ਗੁਬਾਰਾ ਹੈ, ਜਦੋਂ ਹਵਾ ਭਰੀ ਉਹ 5 ਇੰਚ ਚਲਾ ਗਿਆ ਜਾਂ 8 ਇੰਚ ਚਲਾ ਗਿਆ, ਇਹਦਾ ਮਤਲਬ ਉਹਦਾ ਡਿਸਟੈਂਸ 6 ਇੰਚ ਦੂਰ ਚਲਾ ਗਿਆ। ਅੱਛਾ। ਤੇ ਉਹਨੂੰ ਕੁਝ ਸਮਾਂ ਵੀ ਲੱਗਿਆ। ਤੇ ਸਾਇੰਟਿਸਟ ਇਹ ਮੰਨਦੇ ਆ ਵੀ ਜਿਹੜੀ ਇਹ ਧਰਤੀ ਵੱਡੀ ਹੋਈ ਜਾਂਦੀ ਹੈ? ਧਰਤੀ ਨਹੀਂ, ਯੂਨੀਵਰਸ। ਅੱਛਾ, ਯੂਨੀਵਰਸ ਸਾਰੇ ਦਾ ਸਾਰਾ ਜਿਹੜਾ ਬ੍ਰਹਿਮੰਡ ਹੈ ਇਹ ਐਂ ਨੂੰ ਵੱਧਦਾ ਜਾ ਰਿਹਾ ਉੱਪਰ ਨੂੰ, ਮਤਲਬ ਇਹ ਪਾਸਿਆਂ ਨੂੰ। ਅੱਛਾ। ਇੱਕ ਜਗ੍ਹਾ ਤੋਂ, ਅੱਛਾ, ਇੱਕ ਧੁਰੇ ਤੋਂ। ਇਹ 13.5 ਬਿਲੀਅਨ ਸਾਲ ਪਹਿਲਾਂ ਕਹਿੰਦੇ ਸ਼ੁਰੂ ਹੋਇਆ। ਅੱਛਾ। ਤੇ ਇਹ ਵੱਧਦਾ ਜਾ ਰਿਹਾ। ਅੱਛਾ। ਇਨਸਾਨ ਦੀ ਕੋਸ਼ਿਸ਼ ਹੈ ਵੀ ਜਿਹੜੀ ਇਹਨਾਂ ਦੀ ਕੈਲਕੂਲੇਸ਼ਨ ਕਹਿੰਦੀ ਹੈ, ਜੋ ਅੱਜ ਤੱਕ ਇਹ ਖੋਜ ਕਰ ਚੁੱਕੇ ਨੇ, ਵੀ ਅਸੀਂ ਉਹ ਜਿਹੜਾ 13.5 ਬਿਲੀਅਨ ਸਾਲ ਪਹਿਲਾਂ ਦੀ ਚੀਜ਼ ਸੀ ਉਹ ਦੇਖਣੀ ਹੈ ਵੀ ਪਹਿਲਾਂ ਜਦੋਂ ਜਮਾਂ ਨੇੜੇ ਸੀ। ਹਾਂ, ਵੀ ਉਦੋਂ ਕੀ ਸੀਗਾ। ਅੱਛਾ। ਹੁਣ ਐਸਟਰੋਫਿਜ਼ਿਕਸ ਦੇ ਵਿੱਚ ਸਾਇੰਟਿਸਟ ਇਹ ਵੀ ਮੰਨਦੇ ਨੇ ਵੀ ਜਿਹੜੇ ਆਪਾਂ ਜਦੋਂ ਇਹ ਵਧਣੀ ਸ਼ੁਰੂ ਹੋਈ, ਮਤਲਬ ਬਿਗ ਬੈਂਗ ਥਿਊਰੀ ਸੀ ਪਹਿਲਾਂ। ਠੀਕ ਹੈ। ਉਹ ਅਜੇ ਉਹਨੂੰ ਡਿਸਪਰੂਵ ਤਾਂ ਨਹੀਂ ਹੋਇਆ, ਜੋ ਪ੍ਰੂਵਨ ਹੈ ਵੀ ਬਿਗ ਬੈਂਗ ਹੈਗੀ ਹੈ, ਪਰ ਕੋਈ ਪਤਾ ਨਹੀਂ ਆ ਟੈਲੀਸਕੋਪ ਨਾਲ ਉਹਦੇ 'ਚ ਵੀ ਚੇਂਜ ਕਰ ਦੇਣ। ਠੀਕ ਹੈ। ਕਈ ਥਿਊਰੀਜ਼ ਚੇਂਜ ਹੋਣੀਆਂ ਔਰ ਇਹ ਟੈਲੀਸਕੋਪ ਦੇ ਵਿੱਚ ਕਈ ਨਵੀਆਂ ਇਨਵੈਂਸ਼ਨਸ ਹੋਈਆਂ, ਉਹ ਅੱਗੇ ਜਾ ਕੇ ਗੱਲ ਕਰਾਂਗੇ। ਠੀਕ ਹੈ। ਜਿਹੜੀ ਇਹਨਾਂ ਨੇ ਬਿਗ ਬੈਂਗ ਥਿਊਰੀ ਇਹ ਕਹਿੰਦੀ ਹੈ ਵੀ ਇੱਕ ਪਟਾਕਾ ਪਿਆ, ਛੋਟਾ ਜਿਹਾ ਸੀਗਾ, ਤੇ ਉਹ ਬਲਾਸਟ ਇੰਨਾ ਵੱਡਾ ਸੀ ਵੀ ਫਿਰ ਮਤਲਬ ਉਹਦੇ ਕਰਕੇ ਐਕਸਪੈਂਡ ਹੁੰਦੀ ਜਾ ਰਹੀ ਹੈ। ਮਤਲਬ ਜਦੋਂ ਜਿਵੇਂ ਤੁਸੀਂ ਸੋਚੋ ਵੀ ਹਜੇ ਤੱਕ ਵੀ ਉਹਦਾ ਅਸਰ ਮੁੱਕਿਆ ਨਹੀਂ ਵੀ ਉਹ ਚੱਲੀ ਜਾ ਰਿਹਾ, ਪਾਣੀ ਦੀ ਛੱਲ ਅੱਗੇ ਜਾਈ ਜਾਂਦੀ ਉਹ ਚੱਲੀ ਜਾਂਦਾ ਕੰਮ। ਅੱਛਾ। ਹਾਂ, ਵੀ ਉਹ ਇੰਨੇ ਹੁਣ ਮਤਲਬ ਇੱਕ ਕੰਟੀਨਿਊਸ
ਉਹ ਸ਼ੁਰੂ ਕਰਤਾ ਰਿਐਕਸ਼ਨ। ਅੱਛਾ ਜੀ। ਹਾਂ, ਜਿਵੇਂ ਨਿਊਕਲੀਅਰ ਰਿਐਕਸ਼ਨ ਹੁੰਦਾ ਕਿ ਰੁਕਦਾ ਨਹੀਂ, ਅੱਗੇ ਦੀ ਅੱਗੇ ਚੱਲੀ ਜਾਂਦਾ, ਵੀ ਉਵੇਂ ਚੱਲ ਰਿਹਾ। ਵੀ ਰੇਡੀਓ ਐਕਟਿਵ ਇੰਨੀ ਜ਼ਿਆਦਾ ਸੀ ਵੀ ਉਸ ਵੇਲੇ ਸਾਰੀ ਖਤਮ ਹੋ ਗਿਆ ਸਭ ਕੁਝ, ਤੇ ਫਿਰ ਹੌਲੀ ਆਣਾ ਆ। ਤੇ ਉਹ ਜਿਹੜਾ ਇੰਨੇ ਤਾਰੇ ਟੁੱਟੇ ਜਾਂ ਇੰਨੀਆਂ ਧਰਤੀਆਂ ਟੁੱਟੀਆਂ ਜਾਂ ਮਟੀਰੀਅਲ ਟੁੱਟਿਆ, ਕਿਸੇ 'ਚ ਕੋਈ ਲੋਹਾ ਸੀ, ਕਿਸੇ 'ਚ ਕੋਈ ਮਟੀਰੀਅਲ ਸੀ, ਕਿਸੇ 'ਚ ਮੈਗਨੀਸ਼ੀਅਮ ਸੀਗਾ, ਵੀ ਉਹ ਸਾਰੇ ਇਨਸਾਨ ਦੇ ਅੰਦਰ ਆ ਗਏ। ਹਾਂਜੀ। ਜਿਹੜੇ ਆਪਾਂ ਕਈ ਵਾਰੀ ਕਹਿੰਦੇ ਆ ਕੈਲਸ਼ੀਅਮ ਘਟ ਗਿਆ, ਆਇਰਨ ਘਟ ਗਿਆ, ਵੀ ਉਹ ਸਾਰੇ ਜਿਹੜੇ ਪਲੈਨਟ ਸੀਗੇ, ਅੱਛਾ, ਵੀ ਉਹਨਾਂ ਦਾ ਜਿਹੜਾ ਮਟੀਰੀਅਲ ਹੈ ਉਹ ਹੈ ਆਪਣੀ ਬਾਡੀ 'ਚ। ਅੱਛਾ। ਹਾਂ, ਜਿਹੜੀ ਸਾਡੀ ਹੋਂਦ ਹੈ ਜਾਂ ਜਿਹੜੇ ਅਸੀਂ ਬਣੇ ਆ, ਵੀ ਇਹ ਉਸ ਮਟੀਰੀਅਲਸ ਚੋਂ ਬਣੇ ਹੋਏ ਆ। ਅੱਛਾ। ਵੀ ਸਾਡੀ ਹੋਂਦ ਇਸ ਤਰ੍ਹਾਂ ਹੋ ਗਈ ਵੀ ਐਸਟ੍ਰੋਫਿਜ਼ਿਕਸ ਦੇ ਵਿੱਚ ਜਦੋਂ ਦੁਬਾਰਾ ਜਨਮ ਲਏ ਸਾਰੇ ਲਏ ਤਾਂ ਉਹ ਮਟੀਰੀਅਲ ਵਿੱਚ ਆ ਗਏ ਸਾਰੇ ਮਨੁੱਖ ਦੇ ਵਿੱਚ। ਅੱਛਾ ਜੀ। ਮਨੁੱਖ 'ਚ ਜਾਂ ਜਾਨਵਰਾਂ 'ਚ ਵੀ ਕਿਸੇ 'ਚ ਆਇਰਨ ਹੈ, ਕਿਸੇ 'ਚ ਜ਼ਿਆਦਾ ਆ ਗਿਆ, ਕਿਸੇ 'ਚ ਘੱਟ ਹੈ। ਸੋ ਸਾਰਾ ਬ੍ਰਹਿਮੰਡ 'ਚੋਂ ਮਟੀਰੀਅਲ ਆਇਆ। ਮਟੀਰੀਅਲ ਆਪਣੇ ਆਪ ਕਿਤੋਂ ਨਹੀਂ ਆਇਆ, ਕੋਈ ਕਿਸੇ ਸਟਾਰ 'ਚੋਂ ਆਇਆ, ਕੋਈ ਕਿਸੇ 'ਚੋਂ ਆਇਆ, ਉਹ ਸਾਰਾ ਮਨੁੱਖ ਦੇ ਅੰਦਰ ਆ ਗਿਆ। ਓਕੇ। ਸਾਰੇ ਮਟੀਰੀਅਲ। ਠੀਕ ਹੈ। ਵੀ ਇਹ ਉਹ ਮੰਨਦੇ ਨੇ। ਠੀਕ ਹੈ। ਹੁਣ ਜਿਹੜਾ ਮਨੁੱਖ ਹੈ, ਜਿਹੜਾ ਆਮ ਆਦਮੀ ਹੈ, ਉਹ ਇਹ ਸੋਚਦਾ ਵੀ ਇਹ ਸਾਰਾ ਕੁਝ ਜਦੋਂ ਅਸੀਂ ਦੇਖੀ ਜਾ ਰਹੇ ਹਾਂ ਤੇ ਵੀਰ ਇਹ ਹੋਇਆ ਕਿੱਥੋਂ ਸ਼ੁਰੂ, ਕਿੱਥੇ ਹੈਗਾ, ਕੋਈ ਪਤਾ ਨਹੀਂ। ਵੀ ਜਦੋਂ ਇਹ ਉੱਥੇ ਪਹੁੰਚਣਗੇ ਤੇ ਉਹ ਕਹਿਣ ਵੀ, ਫਿਰ ਉਦੋਂ ਕਹਿਣ ਵੀ ਇਹ ਨਹੀਂ ਇਹ ਤਾਂ ਅਜੇ 50 ਬਿਲੀਅਨ ਹੋਰ ਅੱਗੇ ਆ, ਵੀ ਅਸੀਂ ਜੋ ਕਹਿ ਰਹੇ ਸੀ ਉਹ ਹੈ ਨੀ ਗਾ, ਇਹ ਹੋਰ ਗਾਂ ਦੀ ਗਾਂ ਹੈ, ਫਿਰ ਸਾਨੂੰ ਕੁਝ ਹੋਰ ਦੇਖਣਾ ਪਊ। ਓਕੇ। ਸੋ ਜਦੋਂ 1999-90 ਦੇ ਵਿੱਚ ਇਹ ਹਬਲ ਟੈਲੀਸਕੋਪ ਬਣਾਇਆ, ਜਿਹੜਾ 500-550 ਕਿਲੋਮੀਟਰ ਦੂਰ ਭੇਜਿਆ ਸੀ, ਜਿਹਨੇ ਸਾਰੀਆਂ ਖੋਜਾਂ ਕੀਤੀਆਂ ਸਪੇਸ ਚੋਂ, ਉਦੋਂ ਹੀ ਉਸ ਤੋਂ 1 ਸਾਲ ਪਹਿਲਾਂ ਹੀ ਅਗਲੇ ਟੈਲੀਸਕੋਪ ਦਾ ਵੀ ਜਿਹੜਾ ਡਿਜ਼ਾਈਨ ਸੀ ਸ਼ੁਰੂ ਹੋ ਗਿਆ ਸੀ। ਅੱਛਾ। ਜਿਹੜਾ ਕਿ ਇਹਨਾਂ ਨੇ 2021 ਦੇ ਵਿੱਚ ਦਸੰਬਰ 'ਚ ਛੱਡਿਆ। ਠੀਕ ਹੈ ਜੀ। ਮਤਲਬ ਆ ਹੋਣ ਵਾਲਾ। ਹਾਂ। ਇਹ ਕਿੰਨਾ ਉੱਚਾ ਗਿਆ? ਇਹ ਗਿਆ 1.5 ਮਿਲੀਅਨ ਕਿਲੋਮੀਟਰ ਇੱਥੋਂ। ਅੱਛਾ ਜੀ। ਹਾਂ। 500 ਕਿਲੋਮੀਟਰ ਸੀ ਪਹਿਲਾਂ 570 ਕ ਸੀਗਾ। ਹਾਂਜੀ। ਇਹ 1.5 ਮਿਲੀਅਨ ਕਿਲੋਮੀਟਰਸ। 1.5 ਮਿਲੀਅਨ ਕਿਲੋਮੀਟਰ। ਕੁਝ ਨਹੀਂ ਮੁੱਕਿਆ ਹਜੇ ਤੱਕ ਵੀ, ਚੱਲੀ ਜਾਂਦਾ ਤਾਂ ਨੂੰ ਨਹੀਂ। ਉੱਥੇ ਪਹੁੰਚ ਗਿਆ ਨਾ, ਇਹ ਉੱਥੇ ਪਹੁੰਚ ਗਿਆ, ਇਹ ਉੱਥੇ ਪਹੁੰਚ ਗਿਆ ਜਿੱਥੇ ਪਹੁੰਚਾਉਣਾ ਸੀ, ਉੱਥੇ ਖੜਾ। ਪਰ ਉਦੋਂ ਤਾਂ ਵੀ ਹੈਗਾ ਰੱਬ, ਜਿਹਨੂੰ ਆਪਾਂ ਰੱਬ ਕਹਿੰਦੇ। ਇੱਕ ਤਾਂ ਐਡੀ ਸਾਇੰਸ ਦੀਆਂ ਗੱਲਾਂ ਕਰਕੇ ਤਾਂ ਰੱਬ ਵੀ ਕਹਿਣਾ ਔਖਾ ਲੱਗਿਆ ਮੈਨੂੰ। ਨਹੀਂ, ਉਦੋਂ ਤਾਂ ਮਤਲਬ ਅਸਮਾਨ ਹੈਗਾ। ਹਾਂ, ਉਦੋਂ ਤਾਂ ਦੇਖਦਾ ਪਿਆ। ਅੱਛਾ ਜੀ। ਟ੍ਰਿਲੀਅਨਸ ਆਫ ਮਾਈਲ, ਮਤਲਬ ਇਹ ਤਾਂ ਕੁਛ ਵੀ ਨਹੀਂਗਾ ਜਿੰਨੀ ਦੂਰ ਹੋ ਗਿਆ, ਕੁਛ ਵੀ ਨਹੀਂ। ਮਤਲਬ ਕਹਿ ਲਓ ਵੀ ਸਮੁੰਦਰ 'ਚ ਤੁਪਕੇ ਵਾਲੀ ਗੱਲ ਹੈ ਜਿੰਨੀ ਕੁ ਦੂਰ ਹੋ ਗਿਆ। ਅੱਛਾ ਜੀ। ਸੋ ਉੱਥੇ ਜਾ ਕੇ ਹੁਣ ਉਹ ਕੀ ਕਹਿੰਦਾ ਹੈਗਾ? ਉਹ ਹੁਣ ਇਹ ਜਿਹੜਾ ਹੈਗਾ ਇਨਫਰਾਰੈਡ ਹੈ। ਹਾਂਜੀ। ਪਹਿਲਾਂ ਤੁਸੀਂ ਇਹ ਦੇਖੋ ਵੀ ਇਹਨੂੰ $10 ਬਿਲੀਅਨ ਲੱਗੇ ਬਣਾਉਣ ਨੂੰ, ਤੇ 25 ਸਾਲ ਲੱਗੇ ਦੀ ਕੰਸਟਰਕਸ਼ਨ ਨੂੰ। $10 ਬਿਲੀਅਨ ਇਹਨੂੰ ਬਣਾਉਣ ਨੂੰ ਲੱਗੇ, ਹਾਂ, ਤੇ 25 ਸਾਲ ਇਹਨੂੰ ਬਣਾਉਣ ਨੂੰ ਲੱਗੇ ਟਾਈਮ ਕੰਸਟਰਕਸ਼ਨ ਦੀ। ਹਾਂ। ਤੇ ਦੇਖ ਲਓ, ਕਿਉਂਕਿ ਫਿਰ ਪੂਰਾ ਸਿਕਿਉਰ ਬਣਾਇਆ ਨਾ ਵੀ ਕਿਤੇ ਤਾਂ ਜਾਂਦਾ ਟੁੱਟੀ ਨਾ ਜਾਵੇ। ਹਾਂ, ਹਨਾ। ਇਹਨੂੰ ਵੀ ਉੱਥੇ ਲੈਂਡ ਲੂਣ ਤਾਂ ਨਹੀਂ ਕੀਤਾ ਕਿਤੇ, ਬਸ ਛੱਡਤਾ ਹਵਾ 'ਚ। ਉਹ ਫਿਰ ਸਭ ਕੁਝ ਕਿਵੇਂ ਕਰਦੇ ਆ? ਤਾਰਾ ਵੀ ਨਾ ਟੁੱਟ ਕੇ ਉਹਦੇ 'ਚ ਵੱਜੇ, ਕੋਈ ਹੋਰ ਨਾ ਪੱਥਰ ਪੁੱਥਰ ਰੋੜੀ ਵੱਜ ਜੇ। ਉਹ ਇੱਕ ਤਾਂ ਮਟੀਰੀਅਲ, ਉਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਇਹਨਾਂ ਨੇ ਵੀ ਇਹ 25 ਸਾਲਾਂ 'ਚ ਜਦੋਂ ਇਸ ਚੀਜ਼ ਨੂੰ ਬਣਾਇਆ। ਹਾਂਜੀ। ਮਤਲਬ ਇੰਨੀ ਫੈਸੀਨੇਟਿੰਗ ਹੈ ਨਾ ਇਹ ਚੀਜ਼, ਮਤਲਬ ਗੱਲ ਕਰਨੀ ਜਿਵੇਂ ਆਪਣੇ ਲਈ ਕਿੰਨੀ ਸੌਖੀ ਹੈ, ਪਰ ਤੁਸੀਂ ਅੰਦਾਜ਼ਾ ਲਾਓ ਵੀ ਸੈਂਕੜੇ ਹਜ਼ਾਰਾਂ 'ਚ ਹੀ ਮੈਂ ਕਹੂੰਗਾ ਸਾਇੰਟਿਸਟ ਇਹੋ ਨੇ ਜਿਨ੍ਹਾਂ ਨੇ ਇਸ ਇੱਕ ਖੋਜ ਦੇ ਵਿੱਚ ਆਪਣੀ ਤਕਰੀਬਨ ਲਾਈਫ ਕੱਢਤੀ। ਸਹੀ ਗੱਲ। ਮੰਨ ਲਓ ਕੋਈ ਨਾਸਾ 'ਚ ਜਾਂ ਕਿਸੇ ਇਹੋ ਜਿਹੇ ਇੰਸਟੀਟਿਊਸ਼ਨ 'ਚੋਂ ਗਿਆ ਹੋਣਾ, ਆਪਣੇ ਕੈਨੇਡੀਅਨ ਨੇ ਵੀ ਹਿੱਸਾ ਪਾਇਆ, ਔਰ ਕੈਨੇਡੀਅਨ ਨੂੰ ਪਹਿਲੇ ਕਾਫੀ ਸਾਲਾਂ ਲਈ ਸਿਰਫ 450 ਘੰਟੇ ਦੀ ਯੂਜ਼ ਮਿਲੀ ਹੈ। ਵੀ ਕੈਨੇਡਾ ਨੇ ਇਹਦੇ 'ਚ 2 ਪਾਰਟਸ ਪਾਏ ਨੇ, ਉਹ ਵੀ ਆਪਾਂ ਅੱਗੇ ਗੱਲ ਕਰਾਂਗੇ। ਉਹਨੂੰ ਕਿਹਾ ਗਿਆ ਵੀ ਤੈਨੂੰ 2 ਪਾਰਟ ਦੇਣ ਦੀ ਬਦਲੇ, ਮਤਲਬ ਆਪਣੇ ਕੈਨੇਡਾ ਨੂੰ, ਵੀ ਤੁਸੀਂ ਇੰਨੇ ਘੰਟੇ ਉਹਦੀ ਆਬਜ਼ਰਵੇਟਰੀ ਵਰਤ ਲਿਓ। ਹਾਂਜੀ। ਵੀ ਉਹਦੇ ਅਗੇਂਸਟ ਮੰਗਵੀਂ ਟਰਾਲੀ ਦੇਣਗੇ ਆਪਾਂ ਨੂੰ, ਮੰਗਵੀਂ ਟਰਾਲੀ ਮਿੱਟੀ ਪਾਓ। ਹਾਂ, ਠੀਕ ਹੈ। ਸੋ ਯਾ ਕਾਈਂਡ ਆਫ। ਹਾਂਜੀ। ਤੇ ਵੀ ਇੰਨੀ ਫੈਸੀਨੇਟਿੰਗ ਚੀਜ਼ ਹੈ। ਹਾਂਜੀ। ਵੀ ਉਹ ਬੰਦਿਆਂ 'ਚ ਪੈਸ਼ਨ ਕਿੰਨਾ ਹੋਊਗਾ ਬਰਾੜ ਸਾਹਿਬ, ਤੁਸੀਂ ਸੋਚੋ ਵੀ ਇੱਕ ਬੰਦਾ ਪੜ੍ਹਾਈ ਕੀਤੀ, PhD ਕਰਦਿਆਂ 30 ਸਾਲ ਦੀ ਉਮਰ ਹੋ ਜਾਂਦੀ ਹੈ। ਸਹੀ ਗੱਲ। ਠੀਕ ਹੈ। 30 ਉਹਨੇ ਕਿਸੇ ਨਾਸਾ ਜਾਂ ਇਹੋ ਜਿਹੇ ਇੰਸਟੀਟਿਊਸ਼ਨ ਜਾਂ ਕੈਨੇਡੀਅਨ ਸਪੇਸ ਏਜੰਸੀ 'ਚ ਜੌਬ ਸ਼ੁਰੂ ਕੀਤੀ ਹੋਣੀ ਹੈ। ਫਿਰ ਉਹ ਕਿਤੇ ਸਿਲੈਕਟ ਹੋਇਆ ਹੋਣਾ ਵੀ ਇਹ ਟੀਮ ਦੇ ਵਿੱਚ ਜਾਊਗਾ। ਫਿਰ ਉਸ ਤੋਂ ਬਾਅਦ ਉਹਨੇ 25 ਤੋਂ 30 ਸਾਲ ਲਾਏ, ਡਿਜ਼ਾਈਨ, ਕੰਸਟਰਕਸ਼ਨ, ਸਾਰਾ ਕੁਝ, ਤੇ ਹੁਣ ਉਹ 30 ਸਾਲ ਵਾਲਾ ਬੰਦਾ 60 ਸਾਲ ਦਾ ਹੋ ਗਿਆ। ਮਤਲਬ ਉਹਦੀ ਸਾਰੀ ਉਮਰ ਇੱਕ ਪ੍ਰੋਜੈਕਟ ਤੇ ਨਿਕਲ ਗਈ। ਸਹੀ ਗੱਲ ਹੈ। ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿੰਨੀ ਕੁ ਡੈਡੀਕੇਸ਼ਨ, ਕਿੰਨਾ ਪੈਸ਼ਨ ਹੋਊਗਾ ਉਸ ਬੰਦੇ 'ਚ, ਵੀ ਉਹਨੂੰ ਕੋਈ ਦੁਨੀਆ 'ਚ ਹੋਰ ਚੀਜ਼ ਨਹੀਂ ਸੁੱਝਦੀ ਹੋਣੀ ਸਿਵਾਏ ਇਸ ਟੈਲੀਸਕੋਪ ਨੂੰ ਕਾਮਯਾਬ ਕਰਨ ਦੀ। ਹਾਂਜੀ। ਸਵਾਲ ਸਿਰਫ ਇੰਨਾ ਹੀ ਵੀ ਕਿਵੇਂ, ਵੀ ਪਹਿਲਾਂ ਕਿਵੇਂ ਸੀ। ਹਾਂ, ਹਨਾ, ਪਹਿਲਾਂ ਕਿਵੇਂ ਹੈ, ਕੀ ਉੱਥੇ ਕਿਉਰਿਓਸਿਟੀ। ਹਾਂ, ਇਹਦੇ 'ਚ ਕਈ ਚੀਜ਼ਾਂ, ਕਈ ਰੀਜ਼ਨ ਨੇ, ਕਿਉਂਕਿ ਇੱਕ ਅੰਦਾਜ਼ਾ ਇਹ ਵੀ ਲਾਇਆ ਜਾ ਰਿਹਾ ਵੀ ਜਿਹੜਾ ਸੂਰਜ ਹੈ ਇਹ ਇੱਕ ਟਾਈਮ ਤੇ ਜਾ ਕੇ ਇੰਨਾ ਗਰਮ ਹੋ ਜਾਏਗਾ
ਕਿ ਸਾਰੀ ਧਰਤੀ ਖਤਮ ਹੋ ਜਾਏਗੀ। ਅੱਛਾ, ਮਤਲਬ ਜਦੋਂ ਕੁਝ ਸੂਰਜ ਵੀ ਗਰਮ ਹੋਈ ਜਾਂਦਾ, ਇਹ ਗਰਮ ਹੋਈ ਜਾਂਦਾ, ਧਰਤੀ ਚੋਂ ਸਾਰਾ ਪਾਣੀ ਸੁੱਕ ਜਾਊਗਾ। ਅੱਛਾ, ਤੇ ਧਰਤੀ ਸਾਰੀ ਖਤਮ ਹੋ ਜਾਊਗੀ ਕੁਝ ਹਜ਼ਾਰ ਸਾਲ ਬਾਅਦ। ਅੱਛਾ, ਵੀ ਉਦੋਂ ਫਿਰ ਜੇ ਇਨਸਾਨ ਨੂੰ ਕੋਈ ਹੋਰ ਜਗ੍ਹਾ ਚਾਹੀਦੀ ਹੋਈ ਰਹਿਣ ਨੂੰ, ਵੀ ਹੋਰ ਕਿੱਥੇ ਕਿੱਥੇ ਹੋ ਸਕਦੀ ਆ। ਮਤਲਬ ਇਹੀ ਕਾਰਨ ਹੈ ਮਾਰਸ ਤੇ ਬੰਦੇ ਭੇਜਦੇ ਨੇ, ਮੂਨ ਤੇ ਸਟੱਡੀ ਕਰਦੇ ਨੇ, ਹੋਰ ਪਲੈਨਟਸ ਦੀ ਸਟੱਡੀ ਕਰਦੇ ਨੇ। ਵੀ ਅਸੀਂ ਪਹਿਲਾਂ ਮਤਲਬ ਦੋ ਭਾਗ ਹੋ ਗਏ ਨਾ, ਇੱਕ ਤਾਂ ਇਹ ਹੋ ਗਿਆ ਵੀ ਇਹਨਾਂ ਨੂੰ ਕਿਉਰਿਓਸਿਟੀ ਹੈ ਵੀ ਹੋਇਆ ਕਿਵੇਂ, ਦੂਜਾ ਇਹ ਵੀ ਜੇ ਕੁਝ ਹੋਰ ਏਦਾਂ ਹੁੰਦਾ ਤੇ ਉਹਦਾ ਹੱਲ ਕੀ ਹੋ ਸਕਦਾ, ਪੋਸੀਬਲ ਕੀ ਹੈ। ਮਤਲਬ ਇਹਦੇ ਚੋਂ ਕਈ ਫੈਕਟਰ ਨਿਕਲ ਕੇ ਆਉਂਦੇ ਨੇ। ਮਤਲਬ ਇੰਨਾ ਇੰਪ੍ਰੈਸਿਵ ਹੁੰਦਾ ਨਾ ਜਦੋਂ ਤੁਸੀਂ ਇਦਾਂ ਦੀਆਂ ਸਟੱਡੀਜ਼ ਨੂੰ ਦੇਖਦੇ ਹੋ। ਬਈ ਕਿੰਨਾ ਪਹਿਲਾਂ ਤਾਂ ਦੇਖੋ ਸਰਕਾਰ ਨੇ ਪੈਸਾ ਦਿੱਤਾ, ਬਈ $10 ਬਿਲੀਅਨ ਉਹਨਾਂ ਨੇ ਦੇਤਾ, ਔਰ ਇਹ ਨਹੀਂ ਪਤਾ ਵੀ 25-30 ਸਾਲ ਇਹਨੂੰ ਖਰਚਣ ਤੋਂ ਬਾਅਦ ਕੋਈ ਰਿਜ਼ਲਟ ਨਿਕਲੇ। ਵੀ $10 ਬਿਲੀਅਨ ਹੋ ਸਕਦਾ ਸਕ੍ਰੈਪ ਹੋ ਜੇ। ਇਹਦਾ ਦੇਖੋ ਜਿਹੜਾ ਰਾਕਟ 'ਚ ਇਹ ਸਾਰਾ ਟੈਲੀਸਕੋਪ, ਏਡਾ ਵੱਡਾ ਟੈਲੀਸਕੋਪ ਹੈ, ਟੈਨਿਸ ਗਰਾਊਂਡ ਜਿੰਨੀ ਸ਼ੀਲਡ ਹੈ, ਫੋਲਡ ਕਰਕੇ ਛੋਟੀ ਜਿਹੀ ਪਾਈਪ 'ਚ ਪਾ ਕੇ ਤੇ ਉੱਥੇ ਭੇਜਿਆ। ਉੱਥੇ ਫਿਰ 1.5 ਮਿਲੀਅਨ ਕਿਲੋਮੀਟਰ ਤੋਂ ਬਾਅਦ, ਕਿੰਨੇ ਮਹੀਨਿਆਂ ਬਾਅਦ ਇਹ ਉੱਥੇ ਖੁੱਲਣਾ ਸ਼ੁਰੂ ਹੋਇਆ ਆਪਣੇ ਆਪ। ਤੇ ਉਹ ਇੰਨੀ ਦੂਰ ਹੈ ਕਿ ਇੱਥੋਂ ਦੀ ਤੁਸੀਂ ਉਹਨੂੰ ਰਿਮੋਟਲੀ ਕੰਟਰੋਲ ਨਹੀਂ ਕਰ ਸਕਦੇ। ਉਹਨੇ ਆਪੇ ਹੀ ਖੁੱਲਣਾ, ਉਹਦੇ ਅੰਦਰ ਇਹੋ ਜਿਹੇ ਆਪੇ ਸੈਂਸਰ ਲੱਗੇ ਨੇ, ਉਹਨੇ ਆਪੇ ਅੰਦਾਜ਼ਾ ਲਾਣਾ, ਆਪੇ ਹੀ ਕੰਮ ਕਰਨਾ, ਆਟੋਨੋਮਸ ਹੈ। ਇੱਥੋਂ ਨਹੀਂ ਤੁਸੀਂ ਕਰ ਸਕਦੇ, ਪੋਸੀਬਲ ਨਹੀਂ ਹੈ, ਇੰਨੀ ਦੂਰ ਹੈ ਉਹ। ਜੋ ਵੀ ਉਹਨੇ ਉੱਥੋਂ ਫੋਟੋਆਂ ਭੇਜੀਆਂ ਉਹਨੇ ਆਪੇ ਭੇਜਣੀਆਂ, ਤੁਸੀਂ ਇੱਥੋਂ ਨਹੀਂ ਕੰਟਰੋਲ ਕਰ ਸਕਦੇ। ਇਹਦਾ ਮਤਲਬ ਜੇ ਉਹਨੇ ਭੇਜੀਆਂ ਫੋਟੋਆਂ ਤਾਂ ਖੁੱਲ ਤਾਂ ਗਿਆ ਉਹ। ਉਹ ਐ ਤਾਂ ਇਹਨਾਂ ਕੋਲ ਸਾਰਾ ਕੁਝ, ਇਹਨਾਂ ਕੋਲ ਸਾਧਨ ਹੈਗੇ ਨੇ ਉਹਨੂੰ ਦੇਖਣ ਲਈ ਵੀ ਉਹ ਕੀ ਕਰ ਰਿਹਾ ਕਿੱਦਾਂ ਨਹੀਂ, ਵੀ ਉਹ ਚੀਜ਼ਾਂ ਤਾਂ ਇਹਨਾਂ ਕੋਲ ਹੈਗੀਆਂ। ਵੀ ਉਹ ਸਾਰਾ ਹੋ ਗਿਆ, ਫੋਟੋਆਂ ਭੇਜ ਰਹੇ ਆ। ਉਹਦੇ 'ਚ ਇੱਕ ਮੀਟੀਓਰ ਵੀ ਵੱਜ ਚੁੱਕਾ ਹੈ, ਪਰ ਉਹ ਜਿਹੜੀ ਸਕਰੀਨ ਸੀ ਉਹ ਇੰਨਾ ਡੈਮੇਜ ਨਹੀਂ ਹੋਇਆ ਕਿ ਉਹਦੇ ਲੈਂਸ ਨੂੰ ਨੁਕਸਾਨ ਹੋਵੇ। ਬਚਾਅ ਹੋ ਗਿਆ, ਮਤਲਬ ਵੱਜਿਆ ਕੱਚ ਵੱਜਿਆ ਉਹ ਲੈਂਸ 'ਚ। ਅੱਛਾ, ਉਹ ਗੋਲਡ ਨਾਲ ਪਲੇਟ ਕੀਤਾ ਹੋਇਆ ਅੱਗੋਂ। ਅੱਛਾ, ਸੋਨੇ ਦੀ ਪਰਤ ਚਾੜੀ ਹੋਈ ਆ ਉਹਦੀ ਲਾਈਫ ਵਧਾਉਣ ਲਈ, ਫਲੈਕਸੀਬਿਲਿਟੀ ਵਧਾਉਣ ਲਈ। ਮਤਲਬ ਹਬਲ ਟੈਲੀਸਕੋਪ ਤੁਸੀਂ ਅੰਦਾਜ਼ਾ ਲਾਓ, ਹਬਲ ਟੈਲੀਸਕੋਪ 2.5 ਮੀਟਰ ਦਾ, ਇਹਦੀ ਜਿਹੜਾ ਲੈਂਸ ਹੈ ਜਾਂ ਸਕਰੀਨ ਕਹਿ ਲਓ ਜਾਂ ਸ਼ੀਸ਼ਾ ਕਹਿ ਲਓ, ਉਹ 6.5 ਮੀਟਰ ਦਾ, ਤਕਰੀਬਨ 3 ਗੁਣਾ ਵੱਡਾ ਉਸ ਤੋਂ। ਪਰ ਇਹਦਾ ਜਿਹੜਾ weight ਹੈ ਉਸ ਤੋਂ 10 ਗੁਣਾ ਘੱਟ ਹੈ। ਮਤਲਬ ਇੰਨਾ ਵੱਡਾ ਉਹ 3 ਗੁਣਾ, ਪਰ 10 ਗੁਣਾ ਵਜਨ ਘੱਟ ਹੈ ਇਹਦਾ ਉਹਦੇ ਨਾਲੋਂ, ਹਬਲ ਨਾਲੋਂ। ਮਤਲਬ ਉਹਦਾ ਨੈਕਸਟ ਜਨਰੇਸ਼ਨ ਮਟੀਰੀਅਲ ਇਹੋ ਜਿਹਾ ਪਾਇਆ ਮਟੀਰੀਅਲ। ਔਰ ਇਹ ਸਾਰੀਆਂ ਖੋਜਾਂ ਹੋਈਆਂ ਕਿਉਂਕਿ ਤੁਸੀਂ ਆਈ ਡੋਨਟ ਨੋ ਮੈਟਾਲਰਜੀ ਨੂੰ ਕਿੱਦਾਂ, ਕਿਉਂਕਿ ਮੈਂ ਮੈਟਾਲਰਜੀ ਪੜ੍ਹੀ ਹੋਈ ਹੈ ਬਹੁਤ। ਅੱਛਾ, ਮੈਟਾਲਰਜੀ ਦੇ ਵਿੱਚ ਕੀ ਹੁੰਦਾ ਹੈ, ਮਤਲਬ ਮੈਟਾਲਰਜੀ ਹੁੰਦੀ ਹੈ ਸਾਇੰਸ ਆਫ ਮਟੀਰੀਅਲ। ਵੀ ਤੁਸੀਂ ਇੱਕ ਮਟੀਰੀਅਲ ਹੈਗਾ, ਉਹਨੂੰ ਤੁਸੀਂ ਮਤਲਬ ਕਿਸੇ ਕੰਮ ਤੇ ਲਾਉਣਾ ਤੇ ਉਹਦੇ 'ਚ ਕੀ ਚੇਂਜਸ ਕਰ ਸਕਦੇ ਹੋ। ਹਨਾ, ਵੀ ਜਿਵੇਂ ਹੁਣ ਮੰਨ ਲਓ ਫੋਰ ਐਗਜ਼ਾਮਪਲ ਵੀ ਤੁਸੀਂ ਇੱਕ ਸਭ ਤੋਂ ਵਧੀਆ ਐਗਜ਼ਾਮਪਲ ਮੈਂ ਤੁਹਾਨੂੰ ਦੇ ਸਕਦਾ, ਜਿਵੇਂ ਕਿਸੇ ਵੀ ਚੀਜ਼ ਦੇ ਸ਼ੌਕਰ ਨੇ ਜਾਂ ਕਮਾਣੀਆਂ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਹੁਣ ਕਮਾਣੀ ਹੈ ਜਿਹੜੀ, ਉਸ ਮਟੀਰੀਅਲ ਦਾ ਕੰਮ ਕੀ ਹੁੰਦਾ ਕਿ ਉਹ ਲਿਫ ਸਕੇ ਪਰ ਟੁੱਟੇ ਨਾ। ਵੀ ਉਹਦੇ ਤੇ ਕੋਈ ਝਟਕਾ ਵੱਜੇ ਤੇ ਉਹ ਸ਼ੌਕਰ ਵਾਂਗੂ ਲਿਫ ਜਾਵੇ, ਤਾਂ ਹੀ ਉਹ ਕਮਾਣੀਆਂ 'ਚ ਕੰਮ ਆਉਂਦੀ ਹੈ ਨਾ। ਤੇ ਉਹ EN42 ਹੁੰਦਾ ਮਟੀਰੀਅਲ, EN42 ਜੇ ਤੁਸੀਂ ਮੈਟਾਲਰਜੀ 'ਚ ਪੜ੍ਹੋ ਉਹਨਾਂ ਨੂੰ। ਜਿਹੜਾ ਆਮ ਲੋਹਾ ਹੁੰਦਾ ਉਹ ਆਮ EN ਹੁੰਦਾ, ਤੇ ਜਦੋਂ ਥੋੜਾ ਜਿਹਾ ਮਤਲਬ ਤੁਸੀਂ ਮੈਗਨੀਸ਼ੀਅਮ ਪਾ ਦਿਓ EN8 ਹੋ ਜਾਂਦਾ। ਠੀਕ ਹੈ, EN8 ਥੋੜਾ ਜਿਹਾ ਸਟਰੋਂਗ ਹੁੰਦਾ ਉਹਦੇ ਨਾਲੋਂ। ਪਰ EN42 ਹੁੰਦਾ ਜਿਹੜਾ, ਉਹਦੇ ਵਿੱਚ ਨਿਕਲ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਮਿਕਸ ਕੀਤੀਆਂ ਹੁੰਦੀਆਂ, ਧਾਤ ਇਸ ਤਰ੍ਹਾਂ ਦਾ ਬਣਾਇਆ ਹੁੰਦਾ ਕਿ ਉਹਦੇ 'ਚ ਜਿਹੜੀ ਫਲੈਕਸੀਬਿਲਿਟੀ ਮਤਲਬ ਮੈਲੇਬਿਲਿਟੀ ਵੱਧ ਜਾਂਦੀ ਹੈ। ਠੀਕ ਹੈ, ਪਰ ਸਪਰਿੰਗ ਐਕਸ਼ਨ ਵੀ ਆ ਜਾਂਦਾ ਕਿ ਉਹ ਵਾਪਸ ਆ ਜਾਵੇ। ਕਿਉਂਕਿ ਕਈ ਮਟੀਰੀਅਲ ਹੁੰਦੇ ਨੇ ਜਿਨ੍ਹਾਂ 'ਚ ਮੈਲੇਬਿਲਿਟੀ ਹੁੰਦੀ ਹੈ, ਉਹਨੂੰ ਜਦੋਂ ਤੁਸੀਂ ਐ ਕੁੱਟਦੇ ਹੋ ਫਲੈਟ ਹੋ ਜਾਂਦਾ ਹੈ, ਲਿਫਟ ਤਾਂ ਜਾਊਗਾ ਪਰ ਵਾਪਸ ਨਹੀਂ ਆਊਗਾ, ਉੱਠਦਾ ਨਹੀਂ। ਸੋ ਡਿਫਰੈਂਟ ਮਟੀਰੀਅਲ ਹੈ। ਸੋ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਕੋਈ ਚੀਜ਼ ਇਹਨਾਂ ਨੇ ਭੇਜਣੀ ਹੈ, ਵੀ ਉਸ ਹਰੇਕ ਮਟੀਰੀਅਲ ਦੇ ਵਿੱਚ ਉਹਦੀ ਕੁਆਲਿਟੀ ਉਦਾਂ ਦੀ ਹੋਣੀ ਚਾਹੀਦੀ ਹੈ ਵੀ ਉਹ ਉੱਥੋਂ ਦੀ ਹੀਟ ਨੂੰ, ਉੱਥੋਂ ਦੀ ਠੰਡ ਨੂੰ, ਉੱਥੋਂ ਦੇ ਐਟਮੋਸਫੇਅਰ ਨੂੰ, ਉੱਥੋਂ ਦੀ ਮਤਲਬ ਚੀਜ਼ਾਂ ਨੂੰ ਬਰਦਾਸ਼ਤ ਵੀ ਕਰ ਸਕੇ ਤੇ ਆਪਣਾ ਕੰਮ ਵੀ ਕਰ ਸਕੇ। ਵੀ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇੰਨਾ ਵੱਡਾ ਟੈਨਿਸ ਗਰਾਊਂਡ ਜਿੰਦਾ ਇੱਕ ਟੈਲੀਸਕੋਪ ਹੋਵੇ, ਉਹ 'ਚ ਮੋਟਰਾਂ ਵੀ ਲੱਗੀਆਂ, ਉਹ 'ਚ ਸੈਂਸਰ ਵੀ ਲੱਗੇ ਨੇ, ਹਾਈਡ੍ਰੋਲਿਕ ਪੰਪ ਵੀ ਚੱਲਦੇ ਨੇ, ਗੈਸ ਵੀ ਹੈ, ਫਿਊਲ ਵੀ ਦੇਣਾ ਹੈ, ਔਰ -200 'ਚ ਚੱਲਣਾ, -200 'ਚ ਉਹਨੇ ਚੱਲਣਾ ਹੈ। ਉਹ -200 ਠੰਡਾ ਕਰਨ ਲਈ ਵੀ ਇੰਤਜ਼ਾਮ ਚਾਹੀਦਾ ਉੱਥੇ। ਜਿਹੜੇ ਜੇ ਤੁਸੀਂ ਹਾਈਡ੍ਰੋਲਿਕ ਦੀ ਗੱਲ ਕੀਤੀ ਹੈ, ਉਹ ਆਮ ਹਾਈਡ੍ਰੋਲਿਕ ਤਾਂ ਨਹੀਂ ਹੋਣਾ, ਫਰੀਜ ਹੋ ਜੂ। ਨਾ। ਹੁਣ ਤੁਸੀਂ ਆਹ ਦੇਖੋ ਨਾ, ਜਿਹੜਾ ਐਸਟ੍ਰੀਮਿਸ ਜਿਹੜਾ ਹੁਣ ਜਾਣਾ ਸੀ ਮੂਨ ਤੇ, ਉਹ 2 ਵਾਰੀ ਉਹਦੀ ਡਿਲੇ ਹੋ ਗਈ। ਹੁਣ ਉਹ ਕਹਿੰਦੇ ਅਕਤੂਬਰ 'ਚ ਟਾਈਮ ਆਣਾ, ਉਦੋਂ ਅਸੀਂ ਛੱਡ ਸਕਦੇ ਹਾਂ। ਉਹਦਾ ਕਾਰਨ ਇਹੀ ਹੈ ਕਿ ਉਹਦੀ ਜਿਹੜੀ ਗੈਸ ਸੀਗੀ ਉਹ ਇੱਕ ਥਾਂ ਤੋਂ ਲੀਕ ਕਰ ਰਹੀ ਸੀ, ਉਹਨਾਂ ਨੇ ਰੋਕ ਲਿਆ ਫਿਰ। ਕਿਉਂਕਿ ਉਹ ਹੀਲੀਅਮ ਦੇ ਨਾਲ ਆਈ ਥਿੰਕ ਚੱਲਦੇ ਨੇ, ਹਾਈਡਰੋਜਨ ਦੇ ਨਾਲ ਚੱਲਦੇ ਨੇ, ਕਿਉਂਕਿ ਸਭ ਤੋਂ ਛੋਟਾ ਐਟਮ ਉਹੀ ਹੈ ਤੇ ਉਹ ਲੀਕ ਬਹੁਤ ਜਲਦੀ ਹੋ ਸਕਦਾ। ਜੇ ਦੁਨੀਆ 'ਚ ਸਭ ਤੋਂ ਛੋਟਾ ਨੋਨ ਐਟਮ ਆਪਾਂ ਨੂੰ ਪਤਾ ਵੀ ਇਹ ਹੈ, ਤਾਂ ਕਿੰਨੀ ਵੀ ਵਧੀਆ ਸੀਲ ਲਾਓਗੇ ਉਹਨੂੰ ਰਾਹ ਮਿਲ ਸਕਦਾ ਨਿਕਲਣ ਦਾ ਜਦੋਂ ਗਰਮੈਸ਼ ਵੱਧਦੀ ਹੈ, ਤੇ ਲਾਸਟ ਸੈਕਿੰਡ ਤੇ ਉਹਨਾਂ ਨੂੰ ਰੋਕਣਾ ਪਿਆ। ਹੁਣ ਇਹ ਮਤਲਬ ਕਈ ਫੈਸੀਨੇਟਿੰਗ ਚੀਜ਼ਾਂ ਹੈ। ਮਤਲਬ ਇਹ ਤਾਂ ਚਲੋ ਟੈਲੀਸਕੋਪ ਹੋ ਗਿਆ, ਜਿਹੜਾ ਇਹਨਾਂ ਨੇ ਮਾਰਸ ਤੇ ਰੋਵਰ ਭੇਜਿਆ, ਉਹ ਇਸ ਤਰ੍ਹਾਂ ਵੀ ਕਹਿੰਦੇ ਸਾਇੰਟਿਸਟ ਇਹ ਕਹਿੰਦੇ ਨੇ ਵੀ ਸਮਝ ਲਓ ਵੀ
ਪੂਰੀ ਪ੍ਰੈਗਨੈਂਟ ਲੇਡੀ ਨੂੰ ਤੁਸੀਂ ਚੱਕ ਕੇ ਪੂਰੇ ਝਟਕਿਆਂ ਚੋਂ ਕੱਢੋ ਤੇ ਤਾਂ ਵੀ ਉਹ ਸੇਫ ਰਵੇ, ਕਿਉਂਕਿ ਉਹ ਰੋਵਰ ਦੇ ਵਿੱਚ ਇੱਕ ਹੈਲੀਕਾਪਟਰ ਸੀਗਾ ਇਨਫਿਨਿਟੀ, ਜਿਹੜਾ ਹੈਲੀਕਾਪਟਰ ਉਹਨਾਂ ਨੇ ਉੱਥੋਂ ਬਾਅਦ ਚ ਕੱਢ ਕੇ ਉਹਨੇ ਆਪਣੇ ਆਪ ਚੱਲਿਆ ਫਿਰ ਉਹ। ਅੱਛਾ। ਤੇ ਉਹ ਹੈਲੀਕਾਪਟਰ ਨੂੰ ਮਾੜਾ ਜਿਹਾ ਵੀ ਝਟਕਾ ਲੱਗਦਾ ਤੇ ਉਹਨੇ ਖਰਾਬ ਹੋ ਜਾਣਾ ਸੀ। ਹਾਂਜੀ। ਤੇ ਉੱਥੇ 100 ਟਾਈਮ ਐਟਮੋਸਫੈਰਿਕ ਪ੍ਰੈਸ਼ਰ ਘੱਟ ਹੈ। ਉਹ ਚੱਲੀ ਜਾਂਦਾ ਰੋਵਰ ਕਿ ਉਹ ਖੜ ਖੁੜ ਗਈ? ਚੱਲੀ ਜਾਂਦਾ, ਉਹ ਚੱਲੀ ਜਾਂਦਾ। ਹਾਂ, ਉਹ ਤਾਂ ਸੋਲਰ ਚਾਰਜ ਹੁੰਦਾ। ਹਾਂ, ਉਹ ਸੋਲਰ ਚਾਰਜ ਹੈ ਤੇ ਉਹਦੇ ਅੰਦਰ ਵੀ ਹੁੰਦਾ ਇੰਤਜ਼ਾਮ, ਕੱਲਾ ਸੋਲਰ ਤੇ ਨਹੀਂ ਟਿਕਿਆ ਹੁੰਦਾ। ਉਹ ਇਸ ਤਰ੍ਹਾਂ ਕਰਦੇ ਨੇ ਵੀ ਜਦੋਂ ਤੋਂ ਉਹ ਇਸੇ ਲਈ ਉਹਨਾਂ ਨੇ ਜਿੱਥੇ ਖੋਜ ਕਰਨੀ ਸੀ ਮਾਰਸ ਤੇ ਉੱਥੇ ਨਹੀਂ ਲੈਂਡ ਕਰਾਇਆ ਉਹਨਾਂ ਨੇ, ਉਹ ਤੋਂ ਦੂਜੇ ਪਾਸੇ ਲੈਂਡ ਕਰਾਇਆ ਸੀ, ਕਿਉਂਕਿ ਲੈਂਡਿੰਗ ਵਾਸਤੇ ਉਹ ਠੀਕ ਸੀ ਤੇ ਸੂਰਜ ਦੀ ਰੋਸ਼ਨੀ ਵੀ ਉੱਥੇ ਠੀਕ ਪੈਂਦੀ ਸੀ। ਤੇ ਜਿੱਥੇ ਉਹਨੇ ਜਾਣਾ ਹੈ ਸਿੱਧਾ ਰਸਤਾ ਨਹੀਂ ਹੈਗਾ, ਕਿਉਂਕਿ ਵਿੱਚ ਉਹਦੇ 3 ਫੁੱਟ ਡੂੰਗੀ ਜਿਵੇਂ ਦਲਦਲ ਟਾਈਪ ਚੀਜ਼ ਹੈ ਤੇ ਉਹਦੇ ਚ ਉਹਨੇ ਫਸ ਜਾਣਾ, ਉਹਨੇ ਘੁੰਮ ਕੇ ਜਾਣਾ ਪੂਰਾ ਸੀ ਟਾਈਪ। ਹਾਂਜੀ। ਤੇ ਉਹ ਜਦੋਂ ਉਹਨੇ ਤੁਰਨਾ, ਮਤਲਬ ਤੁਰ ਪਿਆ ਵੈਸੇ ਉਹ ਹੁਣ ਉਹ ਰਸਤੇ 'ਚ ਹੈ, ਠੀਕ ਹੈ, ਤੇ ਜਿੱਥੇ ਉਹਨੇ ਜਾਣਾ ਖੋਜ ਕਰਨ, ਪਰ ਉਹ ਰਸਤੇ 'ਚ ਖੋਜਾਂ ਕਰਦਾ ਜਾ ਰਿਹਾ। ਤੇ ਜਿਹੜਾ ਹੈਲੀਕਾਪਟਰ ਹੈ ਉਹ ਸਿਰਫ ਇਹਨਾਂ ਨੇ ਭੇਜਿਆ ਸੀ ਵੀ ਅਸੀਂ ਧਰਤੀ ਤੋਂ ਬਾਹਰ ਕੋਈ ਚੀਜ਼ ਉਡਾ ਸਕਦੇ ਹਾਂ, ਸਿਰਫ ਇਸ ਲਈ ਭੇਜਿਆ ਸੀ। ਉਹ ਉਡਾ ਤਾਂ ਲਿਆ, ਹੁਣ ਨਾਲ ਉਹ ਵੀ ਉੱਡ ਰਿਹਾ, ਉਹ ਵੀ ਮਤਲਬ ਉਹਦੀਆਂ ਫੋਟੋਆਂ ਵੀ ਖਿੱਚ ਰਿਹਾ ਤੇ ਖੋਜ ਉਹ ਵੀ ਕਰ ਰਿਹਾ ਨਾਲ। ਓਕੇ। ਉਹ ਤਾਂ ਬਹੁਤ ਕਮਾਲ ਦੀ ਚੀਜ਼ ਕਰਤੀ ਇਹਨੇ ਵੀ ਹਿਊਮਨ ਹਿਸਟਰੀ ਦੇ ਵਿੱਚ ਇਹ ਚੀਜ਼ ਕਹਿ ਲਓ ਵੀ ਵਨ ਆਫ ਦੀ ਬਿਗੇਸਟ ਮੰਨੀ ਜਾ ਸਕਦੀ ਹੈ। ਟੈਲੀਸਕੋਪ ਤੇ ਜਿਹੜਾ ਰੋਵਰ ਇਹਨਾਂ ਨੇ ਉੱਥੇ ਇਨਫਿਨਿਟੀ ਹੈਲੀਕਾਪਟਰ ਚਲਾਇਆ ਉਹਦੇ ਚ ਭੇਜ ਕੇ। ਇਹ ਐਲਨ ਮਸਕ ਨੇ ਕਹਿੰਦੇ ਵੀ ਇਹ ਬੰਦੇ ਵੀ ਲੈ ਕੇ ਜਾਣੇ ਆ ਉੱਥੇ ਮਾਰਸ ਤੇ ਕਾਫੀ ਸਾਰੀਆਂ ਬੁਕਿੰਗਾਂ ਜਿਹੜੀਆਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ 100 ਬੰਦਾ ਲੈ ਕੇ ਜਾਣਾ, 300 ਕੇ ਕੁਛ, ਤੇ ਮਿਲੀਅਨਸ ਦੇ ਵਿੱਚ ਲੋਕ ਟਿਕਟਾਂ ਖਰੀਦੀ ਬੈਠੇ ਆ। ਕਿਉਂਕਿ ਉਹ ਤੁਸੀਂ ਖਰੀਦੀ? ਤੁਹਾਡਾ ਕੋਈ ਪਤਾ ਨਹੀਂ? ਨਹੀਂ ਕਿਤੇ ਸਾਈਕਲ ਚੱਕ ਕੇ ਉੱਥੇ ਵੀ ਮੈਂ ਚਲਾਉਣਾ ਸਾਈਕਲ। ਨਹੀਂ ਮੈਂ ਉਹ ਇੰਨੀ ਦੂਰ ਦੀ ਨਹੀਂ ਅਜੇ ਹੈਗੀ। ਅੱਛਾ। ਕਿਉਂਕਿ ਜਦੋਂ ਆਊਗੀ ਉਦੋਂ ਦੇਖ ਲਾਂਗੇ ਤੇ ਵਾਰੀ ਆਊ। ਹਾਂ, ਉਹ ਮਾਰਸ ਦੇ ਵਿੱਚ ਉਹਨੇ ਮੀਥੇਨ ਗੈਸ ਯੂਜ਼ ਕਰ ਰਿਹਾ ਰਾਕੇਟ 'ਚ। ਮੀਥੇਨ ਹੈਂਡਲ ਕਰਨੀ ਥੋੜੀ ਸੌਖੀ ਹੁੰਦੀ ਹੈ ਤੇ ਉਹਦਾ ਦੂਸਰਾ ਇਹ ਹੈ ਵੀ ਮਾਰਸ ਦੇ ਵਿੱਚ ਮੀਥੇਨ ਗੈਸ ਪਾਈ ਗਈ ਹੈ। ਅੱਛਾ। ਸੋ ਜੇ ਮਾਰਸ ਤੇ ਕੋਈ ਬੰਦਾ ਲੈ ਕੇ ਜਾਂਦੇ ਨੇ ਤਾਂ ਉੱਥੋਂ ਵਾਪਸ ਲਿਆ ਸਕਦੇ ਨੇ। ਸੋ ਉਹਦਾ ਡਿਜ਼ਾਈਨ ਇਸ ਤਰ੍ਹਾਂ ਹੋਇਆ। ਮਤਲਬ ਇਹੀ ਚੀਜ਼ਾਂ ਹੈਰਾਨ ਕਰਦੀਆਂ ਵੀ ਇਹ ਇੱਥੇ ਬੈਠੇ ਇੰਨੀਆਂ ਕੈਲਕੂਲੇਸ਼ਨਸ ਤੇ ਇੰਨੀ ਖੋਜ ਕਰ ਲੈਂਦੇ ਨੇ ਵੀ ਇਹਨਾਂ ਨੂੰ ਅੰਦਾਜ਼ਾ ਲੱਗ ਜਾਂਦਾ ਵੀ ਕੀ ਚੀਜ਼ ਉੱਥੇ ਕਾਮਯਾਬ ਹੋਊਗੀ ਤੇ ਕਿੱਦਾਂ ਦੀ ਚੀਜ਼ ਭੇਜਣੀ ਹੈ ਵੀ ਮਾਰਸ ਤੋਂ ਬਾਅਦ ਫਿਰ ਉੱਥੋਂ ਗੈਸ ਭਰ ਕੇ ਵਾਪਸ ਆ ਸਕਣ। ਤੇ ਮਾਰਸ ਤੇ ਮਿਥੇਨ ਅਵੇਲੇਬਲ ਹੈ। ਅੱਛਾ। ਤੇ ਬਾਹਰੋਂ ਹੀ ਐਟਮੋਸਫੇਅਰ 'ਚ ਭਰ ਲੈਂਦਾ? ਨਹੀਂ, ਉੱਥੇ ਕੋਈ ਹੋਊਗੀ ਉਹਦੇ 'ਚ ਪੰਪ ਲੱਗਿਆ ਨਹੀਂ, ਪੰਪ ਤਾਂ ਲਾਉਣਗੇ। ਅੱਛਾ। ਉੱਥੇ ਸਰਫੇਸ 'ਚ ਹੋਊਗੀ ਨਾ, ਜਿਵੇਂ ਆਪਣੇ ਤੇ ਨੈਚੁਰਲ ਗੈਸ ਨਿਕਲਦੀ ਹੈ ਜ਼ਮੀਨ 'ਚੋਂ। ਹਾਂਜੀ। ਜਿਵੇਂ ਰਸ਼ੀਆ 'ਚੋਂ ਆਉਂਦੀ ਹੈ ਜਾਂ ਕੈਨੇਡਾ 'ਚ ਵੀ ਤੇਲ ਨਿਕਲਦਾ, ਜ਼ਮੀਨ 'ਚੋਂ ਤੇਲ ਨਿਕਲਦਾ ਤੇ ਇਹਦਾ ਮਤਲਬ ਤੇਲ ਹੈਗਾ ਇੱਥੇ। ਅੱਛਾ। ਜਾਂ ਗੈਸ ਹੈਗੀ ਹੈ। ਏਦਾਂ ਉਹਨਾਂ ਨੂੰ ਪਤਾ ਵੀ ਉਹਦੇ ਐਟਮੋਸਫੇਅਰ 'ਚ ਜਾਂ ਉਹਦੀ ਧਰਤੀ 'ਚ ਮਿਥੇਨ ਗੈਸ ਹੈਗੀ। ਇਹਨਾਂ ਨੇ ਫਿਰ ਉਹੀ ਰਾਕੇਟ ਤਿਆਰ ਕੀਤਾ ਜਿਹੜਾ ਉੱਥੋਂ ਵੀ ਗੈਸ ਭਰ ਸਕੇ। ਅੱਛਾ। ਉੱਥੋਂ ਦੀ ਹਾਂ, ਆਪੇ ਹੀ ਭਰ ਲਓ ਮਿੱਟੀ 'ਚੋਂ। ਹਾਂ, ਇਸ ਤਰ੍ਹਾਂ ਰਾਕੇਟ ਤਿਆਰ ਹੋਇਆ। ਉਹ ਜਿਹੜਾ ਤੁਸੀਂ ਐਲਨ ਮਸਕ ਦੀ ਗੱਲ ਕੀਤੀ ਉਹਦੇ ਰਾਕੇਟ। ਠੀਕ ਹੈ ਜੀ। ਐਸਟ੍ਰੋਨੋਮੀ 'ਚ ਜਾਂਦੇ ਨੇ। ਹਾਂਜੀ। ਇਹਨਾਂ ਕੋਲ 25 30 ਸਾਲ ਦੀ ਮਿਹਨਤ, 10 20 ਬਿਲੀਅਨ ਡਾਲਰਸ, ਇਹ 1/4 ਆਫ ਨਾਸਾ's ਬਜਟ ਕਈ ਸਾਲਾਂ ਦਾ ਖਾ ਗਿਆ ਇੱਕ ਟੈਲੀਸਕੋਪ। ਅੱਛਾ। ਮਤਲਬ ਚੌਥਾ ਹਿੱਸਾ। ਤੇ ਇਹ ਇੱਕ ਸ਼ਾਟ ਹੀ ਸੀ ਇਹਨਾਂ ਕੋਲ। ਹਾਂਜੀ। ਜੇ ਉਹ ਰਾਕੇਟ ਕਿਤੇ ਸੜ ਜਾਂਦਾ ਜਾਂ ਡਿੱਗ ਜਾਂਦਾ ਜਾਂ ਕੁਝ ਹੋ ਜਾਂਦਾ ਤਾਂ ਡਨ ਸੀ ਕੰਮ। ਅੱਛਾ। ਹਾਂ, ਮਤਲਬ ਇਹ ਇਹਨਾਂ ਕੋਲ ਇੱਕ ਸ਼ਾਟ ਹੁੰਦਾ। ਸੋ ਇਹ ਕਿਉਂਕਿ ਇੰਨੀ ਦੂਰ ਜਾਣਾ ਇਹਨਾਂ ਨੇ, ਹਾਂਜੀ, ਉੱਥੇ ਰਿਪੇਅਰ ਦੀ ਇਹਨਾਂ ਕੋਲ ਪੋਸੀਬਿਲਿਟੀ ਨਹੀਂ ਹੈਗੀ। ਸੋ ਇਹਨਾਂ ਨੇ ਤਾਈਓ ਮੈਂ ਕਹਿ ਰਿਹਾ ਸੀ ਵੀ ਕਈ ਇਨਵੈਂਸ਼ਨਸ ਹੋਈਆਂ ਇਹਦੇ 'ਚ, ਜਿਵੇਂ ਜਿਹੜਾ ਇਹਨਾਂ ਨੇ ਲੈਂਸ ਡਿਵੈਲਪ ਕੀਤਾ। ਪਹਿਲਾਂ ਥੱਲੇ ਖੜੇ ਤੇ ਡਲੀਆਂ ਮਾਰ ਕੇ ਵੀ ਦੇਖੀਆਂ ਹੋਣਗੀਆਂ। ਹਾਂ, ਸਾਰੇ ਟੈਸਟ ਕੀਤੇ ਹੋਣੇ ਆ। ਫਿਰ ਉਹ ਮਟੀਰੀਅਲ ਨੂੰ ਚੈੱਕ ਕੀਤਾ ਹੋਣਾ ਨਾ ਵੀ ਕਿਹੜਾ ਮਟੀਰੀਅਲ ਐਸਾ ਹੈ ਜਿਹੜਾ ਇਹੋ ਜਿਹੇ ਪੱਥਰਾਂ ਦੀ ਮਾਰ ਨੂੰ ਸਹਿ ਲੂਗਾ ਤੇ ਨਾਲੇ ਸ਼ੀਸ਼ਾ ਹੋਊਗਾ ਤਾਂ ਕਿ ਉਹ ਲੈਂਸ ਵੀ ਦੇਖ ਵੀ ਸਕੇ। ਐਲਨ ਮਸਕ ਨੇ ਕਾਹਤੋਂ ਨਹੀਂ ਚੈੱਕ ਕੀਤਾ ਜਦੋਂ ਵਿੰਡਸ਼ੀਲਡ ਤੇ ਮਾਰਿਆ ਪੱਥਰ ਜਿਹਾ ਤੇ ਟੁੱਟ ਗਈ? ਐਲਨ ਮਸਕ ਨੂੰ ਓਵਰ ਕੌਨਫੀਡੈਂਸ ਹੋਣਾ। ਉਹਨੂੰ 2 ਚੀਜ਼ਾਂ ਦੀ ਗਲਤੀ ਲੱਗ ਗਈ। ਇੱਕ ਤਾਂ ਉਹਨੇ ਪਹਿਲਾਂ ਮੇਰੇ ਖਿਆਲ ਗੋਲੀ ਮਾਰੀ ਸੀ ਨਾ ਉਹਦੇ 'ਚ, ਪਹਿਲਾਂ ਵੀ ਵੱਟਾ ਹੀ ਮਾਰਿਆ, ਬੁਲਟ ਪ੍ਰੂਫ ਨਹੀਂ, ਪਹਿਲਾਂ ਉਹਨੇ ਪਹਿਲਾਂ ਉਹ ਅੰਦਰੋਂ ਮਾਰ ਕੇ ਆਇਆ ਸੀਗਾ ਆਈ ਥਿੰਕ। ਅੱਛਾ। ਪਹਿਲਾਂ ਉਹ ਟੈਸਟ, ਫਿਰ ਉਸੇ ਸ਼ੀਟ ਤੇ ਉਹਨੇ ਦੁਬਾਰਾ ਟੈਸਟ ਕੀਤਾ। ਓਕੇ। ਉਹਨੂੰ ਚਾਹੀਦਾ ਸੀਗਾ ਕਿ ਟੈਸਟ ਕਿਤੇ ਹੋਰ ਕਰਦਾ ਤੇ ਗੱਡੀ ਉੱਥੇ ਨਵੀਂ ਲੈ ਕੇ ਆਂਦਾ। ਉਹਨੇ ਸੇਮ ਤੇ 2 ਵਾਰ ਕੀਤਾ ਤੇ ਉਹ ਇੰਜੀਨੀਅਰ ਨੇ ਕਿਹਾ ਕਰਨੀ। ਗੋਲੀ ਤੇ ਪੱਥਰ ਦਾ ਤਾਂ ਬਹੁਤ ਫਰਕ ਆ। ਪਹਿਲਾਂ ਇੱਕ ਪੱਥਰ ਮਾਰਿਆ, ਕਹਿੰਦਾ ਓਹੋ ਮੈਨੂੰ ਲੱਗਦਾ ਕਹਿੰਦਾ ਮੈਂ ਜ਼ੋਰ ਦੀ ਮਾਰਤਾ। ਦੂਜੀ ਵਾਰੀ ਮਾਰਿਆ ਫੇਰ ਟੁੱਟ ਗਿਆ। ਯਾਰ ਹਾਂ, ਉਹੀ ਮਤਲਬ ਉਹਨੇ ਟੈਸਟਿੰਗ ਉਹਦੇ ਤੇ ਕਰਤੀ ਪਹਿਲਾਂ ਹੀ। ਹਾਂਜੀ। ਵੀ ਜਿਹੜੀ ਇਹ ਲੋਕ ਇਹ ਚਾਂਸ ਨਹੀਂ ਲੈ ਸਕਦੇ ਜੋ ਐਲਨ ਮਸਕ ਨੇ ਲਿਆ, ਕਿਉਂਕਿ ਐਲਨ ਮਸਕ ਦਾ ਤਾਂ ਗਿਆ ਕੁਝ ਨਹੀਂ ਕਿ ਸ਼ੀਸ਼ਾ ਗਿਆ $1000-2000 ਦਾ। ਇਹਨਾਂ ਦਾ ਸਾਰੀ ਲਾਈਫ ਗਈ, ਸਾਰੀ ਲਾਈਫ ਦੀ ਮਿਹਨਤ ਗਈ। ਸਹੀ ਗੱਲ। ਸੋ ਇਹ ਉਦਾਂ ਦਾ ਚਾਂਸ ਲੈ ਨਹੀਂ ਸਕਦੇ ਵੀ ਹਾਂ ਵੀ ਉੱਥੇ ਦੇਖਾਂਗੇ। ਇਹਨਾਂ ਨੇ ਬਕਾਇਦਾ ਇਹਨਾਂ ਕੋਲ ਮਤਲਬ ਪੂਰਾ ਸਟਰਕਚਰ ਕੀਤਾ ਇਹਨਾਂ ਨੇ ਇੱਕ। ਹਾਂਜੀ। ਪੂਰਾ ਮਤਲਬ ਜਿਹਨੂੰ ਹਾਲ ਕਹਿ ਲਓ ਜਾਂ ਸੈਂਟਰ, ਰਿਸਰਚ ਸੈਂਟਰ ਕਹਿ ਲਓ, ਨਵਾਂ ਬਣਾਇਆ ਜਿਹਦੇ ਸਪੇਸ ਟਾਈਪ ਮਾਹੌਲ ਕ੍ਰੀਏਟ ਕੀਤਾ। ਉਹਦੇ 'ਚ ਗ੍ਰੈਵਿਟੀ 0 ਕੀਤੀ। ਉਹਦੇ 'ਚ ਫਿਰ ਉਹ ਸਕਰੀਨ ਨੂੰ ਖੋਲ ਕੇ ਦੇਖਿਆ ਜਿਹੜੀ ਫੋਲਡ ਹੋ ਕੇ ਖੋਲਣੀ ਸੀ, ਔਰ ਉਹ ਇੱਕੋ ਵਾਰੀ ਕਰ ਸਕਦੇ ਸੀ। ਇਹ ਨਹੀਂ ਵੀ ਵਾਰ-ਵਾਰ ਖੋਲ ਕੇ ਫਿਰ ਉਹਦੇ ਜੋੜੇ ਲ ਜਾਣੇ ਸੀ, ਕਿਉਂਕਿ
ਉਹ ਨਾ ਹੈਕਸਾਗਨਲ ਪੀਸਿਸ ਨੇ, ਛੋਟੇ ਛੋਟੇ ਕਈ ਪੀਸਾਂ ਦੀ ਇੱਕ ਵੱਡੀ ਸਾਰੀ ਸਕਰੀਨ ਆ ਉਹ, ਤੇ ਹਰੇਕ ਪੀਸ ਦੇ ਪਿੱਛੇ ਮੋਟਰ ਲੱਗੀ ਹੋਈ ਹੈ। ਅੱਛਾ, ਹਰੇਕ ਪੀਸ ਨੂੰ ਐਂਗਲ ਦਿੰਦੀ ਆ ਉਹ, ਤੇ ਉਹ ਸੈਲਫ ਐਡਜਸਟਿੰਗ ਹੈ। ਉਹ ਆਪਣਾ ਜਦੋਂ ਉੱਥੇ ਦੇਖਦੀ ਹੈ ਵੀ ਕਿੱਧਰ ਨੂੰ ਦੇਖਣਾ ਤਾਂ ਉਹ ਆਪਣੇ ਹਿਸਾਬ ਨਾਲ ਐਡਜਸਟ ਕਰਦੀ ਆ ਉਹਨੂੰ, ਇਹ ਐਂਗਲ ਦੇ ਹਿਸਾਬ ਨਾਲ। ਫਿਰ ਉਹ ਇੰਨੀ ਨਾਜ਼ੁਕ ਹੈ ਟੈਂਪਰੇਚਰ ਨੂੰ ਕਿ ਉਹਦੇ ਅੱਗੇ ਪੂਰੀ ਇੱਕ ਵੱਡੀ ਕਈ 100 ਫੁੱਟ ਦੀ ਸ਼ੀਲਡ ਲਾਈ ਹੋਈ ਹੈ ਜਿਹੜੀ ਸਨ ਦੀ ਰੇਡੀਏਸ਼ਨ ਨੂੰ ਰੋਕਦੀ ਹੈ। ਹੁਣ ਸਨ ਦੀ ਰੇਡੀਏਸ਼ਨ ਉਸ ਪੁਆਇੰਟ ਤੇ, ਅੱਛਾ ਫਿਰ ਇਹਨਾਂ ਨੇ ਪੁਆਇੰਟ ਕੈਲਕੂਲੇਟ ਕਰਨਾ ਹੈ ਵੀ ਛੱਡਣਾ ਕਿਹੜੀ ਜਗ੍ਹਾ ਤੇ ਹੈ। ਸੂਰਜ ਬਾਈ ਜੀ ਇਹ ਉਦੋਂ ਵੀ ਉੱਤੇ ਕੰਮ ਨਹੀਂ, ਸੂਰਜ ਤੋਂ ਅਗਲੇ ਪਾਸੇ ਚਲੇ ਗਏ, ਉਹ ਪਰਲੇ ਪਾਸੇ ਲਾਂਗੇ। ਹਾਂ, ਉਧਰ ਵੀ ਧੁੱਪ ਆ, ਉਧਰ ਵੀ ਹੈਗੀ ਆ, ਚਾਰੋਂ ਪਾਸੇ ਹੋਊਗੀ ਨਾ। ਅੱਛਾ, ਤੇ ਇਹ ਨਾਲ ਐ ਗੇੜੇ ਦੇਈ ਜਾਂਦਾ ਨਾ ਉਹ ਵੀ ਨਾਲ, ਜਿਵੇਂ ਆਪਾਂ ਆਰਬਿਟ ਚ। ਤੇ ਸੂਰਜ ਦੀ ਰੋਸ਼ਨੀ ਰਹਿਣੀ ਆ ਉਹਦੇ ਤੇ, ਦੋਨੇ ਪਾਸੇ ਆ। ਹਾਂ, ਸੂਰਜ ਦੀ ਰੋਸ਼ਨੀ ਇੰਨੀ ਆ ਉਹਦੇ ਤੇ ਕਿ ਵੀ ਮੇਰੇ ਖਿਆਲ 2 ਲੱਖ ਵਾਟ ਜਿੰਨੀ ਪਾਵਰ ਉਹਦੇ ਤੇ ਹਰ ਸੈਕਿੰਡ ਪੈ ਰਹੀ ਹੈ, ਰੋਸ਼ਨੀ ਦੀ ਹੀਟ ਹੈ ਜਿਹੜੀ ਉਸ ਟੈਲੀਸਕੋਪ ਦੇ ਉੱਤੇ। ਅੱਛਾ ਜੀ। ਉਹਨੂੰ ਹੁਣ ਤੁਸੀਂ ਰੋਕਣ ਲਈ ਜਿਹੜੀ ਸ਼ੀਲਡ ਬਣਾਈ ਆ ਉਹਨਾਂ ਨੇ, ਮਤਲਬ ਇੱਥੇ ਧਰਤੀ ਤੇ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਸੂਰਜ ਦੀ ਇੰਨੀ ਰੋਸ਼ਨੀ ਨੂੰ ਰੋਕ ਸਕੇ ਤੇ ਉੱਡ ਵੀ ਸਕੇ, ਤੇ ਲਾਈਟ ਵੀ ਇੰਨੀ ਹੋਵੇ, ਵੇਟ ਅਜੇ ਤੱਕ ਨਹੀਂ ਹੈਗੀ। ਇਹ ਇਨਵੈਂਸ਼ਨ ਹੀ ਹੈ ਨਵੀਂ। ਅੱਛਾ, ਵੀ ਉਹਦੇ ਚ ਕੰਡਕਸ਼ਨ ਵੀ ਹੋਵੇ ਤੇ ਪਰਲੇ ਪਾਸੇ ਉਹਦੇ ਜਿਹੜਾ ਠੰਡਕ ਹੈ -200 ਡਿਗਰੀ ਟੈਂਪਰੇਚਰ ਹੈ ਉਹ ਵੀ ਰੱਖੇ ਤੇ ਹਿੱਲੇ ਵੀ ਨਾ। ਤੁਸੀਂ ਇਹ ਵੀ ਦੇਖੋ ਨਾ ਵੀ ਐਡੀ ਸਪੀਡ ਤੇ ਉਹ ਚੱਲ ਰਿਹਾ, ਰਾਕਟ ਚੋਂ ਵੀ ਨਿਕਲਿਆ, ਸਾਰਾ ਕੁਝ ਹੈ, ਤੇ ਜਿੱਥੇ ਉਹਨੂੰ ਰੋਕਿਆ ਹੋਇਆ ਉਹ ਮਤਲਬ ਉੱਥੇ ਖੜਾ ਰਵੇ, ਹਿੱਲੇ ਨਾ। ਹਾਂ, ਇਹ ਨਹੀਂ ਵੀ ਉੱਥੇ 4 ਪਾਈਪ ਉਹਨਾਂ ਨੇ ਜਦੋਂ ਕੱਸੇ ਨਟ ਬੋਲਟ, ਉਹ ਇੰਨੇ ਚ ਤਾਂ ਉਹ ਹੁਣ ਜਾਂ ਟੁੱਟ ਜਾਣਗੇ ਜਾਂ ਖੁੱਲ ਜਾਣਗੇ ਜਾਂ ਚੂੜੀਆਂ ਢਿੱਲੀਆਂ ਹੋ ਜਾਣਗੀਆਂ। ਉੱਥੇ ਹਵਾ ਕੀ ਪਤਾ ਕਿੰਨੀ ਕੁ ਚੱਲਦੀ ਹੈ ਨਾ, ਉੱਥੇ ਤਾਂ ਫਿਰ ਪੂਰਾ ਐਟਮੋਸਫੇਅਰ ਪ੍ਰੈਸ਼ਰ ਹੈ ਪੂਰਾ। ਹਾਂਜੀ, ਮਤਲਬ ਹੈ ਤਾਂ ਨਹੀਂ, ਗ੍ਰੈਵਿਟੀ ਤਾਂ ਨਹੀਂ ਹੈਗੀ, ਪਰ ਉਹਦੀ ਉਹ ਤਾਂ ਬਹੁਤ ਜ਼ਿਆਦਾ ਹੈ ਜਿਹੜਾ ਪ੍ਰੈਸ਼ਰ ਹੈਗਾ ਉਹ ਸਹਿਨ ਕਰਨਾ। ਫਿਰ ਤੁਹਾਨੂੰ ਯਾਦ ਹੋਣਾ ਜਿਹੜੇ ਰਾਕਟ 'ਚ ਕਲਪਨਾ ਚਾਵਲਾ ਦੀ ਡੈਥ ਹੋਈ ਸੀਗੀ, ਉਹ ਕਿਵੇਂ ਖਿੰਡ ਗਿਆ ਸੀ। ਉਹਦੀ ਗਲਤੀ ਕੀ ਸੀਗੀ ਕਿ ਇੱਕ ਛੋਟੀ ਜਿਹੀ ਟਾਇਲ ਕੱਸਣੀ ਭੁੱਲ ਗਏ ਸੀ ਰਾਕਟ ਦੀ, ਤੇ ਉਹਦੇ ਚੋਂ ਉਹ ਹੀਟ ਟਰਾਂਸਫਰ ਹੋ ਗਈ ਅੰਦਰ ਤੇ ਉਹਨੇ ਸਾਰਾ ਉਹ ਮਤਲਬ ਖੋਲਤਾ ਰਾਕਟ। ਇੰਨੀ ਕੁ ਗਲਤੀ ਹੋਈ ਸੀ ਛੋਟੀ ਜੀ। ਅੱਛਾ, ਤੇ ਇੰਨਾ ਮਤਲਬ ਉੱਥੇ ਇੰਨੇ ਟੈਂਪਰੇਚਰ ਚੋਂ ਲੰਘਦੀ ਹੈ ਜਦੋਂ ਇਹ ਚੋਂ ਬਾਹਰ ਜਾਂਦੀ ਹੈ ਨਾ ਅਰਥ ਦੇ ਐਟਮੋਸਫੇਅਰ ਚੋਂ, ਤੇ ਇੰਨੇ ਟੈਂਪਰੇਚਰ ਚੋਂ ਆਮ ਚੀਜ਼ ਲੰਘ ਹੀ ਨਹੀਂ ਸਕਦੀ। ਅੱਛਾ, ਪਹਿਲਾਂ ਤਾਂ ਉਹਦੇ ਚੋਂ ਕੱਢਿਆ ਬਹੁਤ ਜ਼ਿਆਦਾ, ਤਾਂ ਹੀ ਤਾਂ ਉਹ ਸਾਰਾ ਖਤਮ ਹੋ ਗਿਆ ਸੀ, ਮਤਲਬ ਹਵਾ 'ਚ ਹੀ ਖਤਮ ਹੋ ਗਿਆ ਸੀ ਸਾਰਾ। ਅੱਛਾ, ਸੜ ਗਿਆ ਸੀਗਾ ਉਹ ਰਾਕਟ ਜਿਹਦੇ 'ਚ। ਮਤਲਬ ਜਿੰਨਾ ਧਰਤੀ ਤੇ ਟੈਂਪਰੇਚਰ ਆ ਉਦੋਂ ਜ਼ਿਆਦਾ ਟੈਂਪਰੇਚਰ ਆ ਧਰਤੀ ਤੋਂ ਬਾਹਰ ਨਿਕਲਣ ਲੱਗਿਆ। ਸ਼ੀਲਡ ਹੈ ਧਰਤੀ ਦੇ ਆਲੇ ਦੁਆਲੇ, ਧਰਤੀ ਦੇ ਆਲੇ ਦੁਆਲੇ ਰਿੰਗ ਹੈ, ਉਹ ਇੰਨਾ ਜ਼ਿਆਦਾ ਟੈਂਪਰੇਚਰ ਹੈ ਤੇ ਉਹਦੀ ਇੰਨੀ ਜ਼ਿਆਦਾ ਹਵਾ ਹੈ, ਉਸ ਮਤਲਬ ਐਡੀ ਪਰਤ ਹੈ, ਮਤਲਬ ਕਹਿ ਲਓ ਐਡੀ ਕਿੰਨੇ ਕਿਲੋਮੀਟਰ ਦੀ, ਵੀ ਉਹਦੇ ਚੋਂ ਕੋਈ ਚੀਜ਼ ਲੰਘ ਨਹੀਂ ਸਕਦੀ ਆਮ ਚੀਜ਼। ਜਿੰਨੀਆਂ ਵੀ ਦੁਨੀਆ 'ਚ ਇੱਥੇ ਮਟੀਰੀਅਲ ਬਣੇ ਨੇ ਉਹਦੇ ਚੋਂ ਨਹੀਂ ਲੰਘ ਸਕਦੇ, ਉਹ ਗਲ ਜਾਣਗੇ, ਖਤਮ ਹੋ ਜਾਣਗੇ। ਅੱਛਾ ਜੀ। ਉਹ ਸਪੈਸ਼ਲ ਬਣਾ ਕੇ ਰਾਕਟ ਨੂੰ ਦੇ ਨਾਲ ਕਵਰ ਕੀਤਾ ਜਾਂਦਾ ਹੈ, ਥਰਮੋ ਸ਼ੀਟਸ ਹੁੰਦੀਆਂ ਉਹ। ਹਾਂਜੀ, ਵੀ ਉਸ ਹੀਟ ਨੂੰ ਰੋਕ ਸਕਣ। ਜਿਹੜੀ ਇੱਕ ਉਹ ਥਰਮੋ ਸ਼ੀਟ ਜਿਵੇਂ ਇੱਟਾਂ ਨਹੀਂ ਹੁੰਦੀਆਂ ਉਵੇਂ ਪੀਸ ਲਾਏ ਹੁੰਦੇ ਨੇ ਜਾਂ ਟਾਈਲਾਂ ਹੁੰਦੀਆਂ, ਉਹ ਇੱਕ ਟਾਇਲ ਢਿੱਲੀ ਸੀ ਜਿਹਦੀ ਕਲਪਨਾ ਚਾਵਲਾ ਦੀ ਡੈਥ ਹੋਈ ਸੀ, ਤਾਂ ਢਿੱਲੀ ਰਹਿ ਗਈ ਸੀ ਇੱਕ। ਅੱਛਾ, ਜਦੋਂ ਉਹਦੇ ਚੋਂ ਇੰਨੀ ਹਵਾ ਚੋਂ ਇੰਨੇ ਪ੍ਰੈਸ਼ਰ ਚੋਂ ਲੰਘੀ ਤਾਂ ਉਹ ਜਿਹੜੀ ਟਾਇਲ ਢਿੱਲੀ ਸੀ ਉਹ ਹਿੱਲ ਗਈ। ਅੱਛਾ ਜੀ। ਜਦੋਂ ਹਿੱਲੀ ਤੇ ਉਹਨੂੰ ਮਾਸੀ ਜੀ ਜਗ੍ਹਾ ਮਿਲ ਗਈ ਹੀਟ ਨੂੰ ਅੰਦਰ ਜਾਣ ਦੀ, ਜਦੋਂ ਅੰਦਰ ਗਈ ਤੇ ਉਹਨੇ ਅੰਦਰੋਂ ਸਾੜਤਾ ਸਾਰਾ ਕੁਝ 1 ਸੈਕਿੰਡ 'ਚ। ਅੱਛਾ ਜੀ। ਹਾਂ, ਸੈਕਿੰਡ ਵੀ ਨਹੀਂ ਲੱਗੇ, ਸਾਰੇ ਮੱਚ ਗਏ, ਵਿੱਚੇ ਮੱਚ ਗਏ ਸਾਰੇ। ਹਾਂ, ਤੁਸੀਂ ਪੜ੍ਹੀ ਨਹੀਂ ਸੀ ਨਿਊਜ਼? ਅੱਛਾ ਜੀ। ਨਹੀਂ, ਮੈਨੂੰ ਐਵੇਂ ਤਾਂ ਪਤਾ ਕਲਪਨਾ ਚਾਵਲਾ ਪਹਿਲੀ ਇੰਡੀਅਨ ਸੀਗੀ ਜਿਹੜੀ ਨਾਸਾ 'ਚ ਐਸਟਰੋਨੌਟ ਸੀਗੀ, ਉਹਦੀ ਡੈਥ ਏਦਾਂ ਹੀ ਹੋਈ ਸੀ। ਹਾਂਜੀ, ਕਿ ਉਹਨਾਂ ਤੋਂ ਹੀ ਗਲਤੀ ਹੋ ਗਈ ਸੀ, ਗਲਤੀ ਕਹਿ ਲਓ ਤਾਂ ਮਿਸ ਹੋ ਗਿਆ, ਵੀ ਉਹ ਇੱਕ ਟਾਇਲ ਲੂਜ਼ ਰਹਿ ਗਈ ਸੀ। ਅੱਛਾ, ਜਦੋਂ ਗਈ ਤੇ ਫਿਰ ਉਹ ਜਿਹੜੀ ਲੂਜ਼ ਸੀਗੀ ਉਹ ਚੋਂ ਹੀਟ ਨਿਕਲ ਗਈ। ਹੁਣ ਇਸੇ ਤਰ੍ਹਾਂ ਹੀ ਇਹ ਹੈ ਵੀ ਜੇ ਹੁਣ ਤੁਸੀਂ -200 ਡਿਗਰੀ ਉਹਨੂੰ ਰੱਖਣਾ ਹੈ ਤੇ ਇਹਨੂੰ ਕ੍ਰਾਇਓ ਕੂਲਰ ਲਾਇਆ ਹੋਇਆ, ਮਤਲਬ ਆਮ ਦੇਖੋ ਤੁਸੀਂ ਸ਼ਾਇਦ ਆਮ ਵੀ ਸੁਣਿਆ ਹੋਵੇ ਰੈਫਰੀਜਰੈਂਟ ਵਾਲਿਆਂ ਤੋਂ ਜਾਂ HVAC ਵਾਲਿਆਂ ਤੋਂ, ਵੀ ਜੇ ਫ੍ਰਿਜ ਨੂੰ ਤੁਸੀਂ ਚੱਲਦੇ ਰੈਫਰੀਜਰੇਟਰ ਨੂੰ ਥੋੜਾ ਹਿਲਾ ਦਿਓ ਤੇ ਪਿੱਛੇ ਕੰਪਰੈਸਰ ਖਰਾਬ ਹੋ ਸਕਦਾ ਜਿਹੜਾ ਉਹਨੂੰ ਠੰਡਾ ਰੱਖਦਾ। ਜਿਵੇਂ ਆਮ ਹੀ ਕਹਿੰਦੇ ਵੀ ਜਦੋਂ ਫ੍ਰਿਜ ਤੁਹਾਡੇ ਘਰੇ ਡਿਲੀਵਰ ਹੁੰਦੀ ਹੈ ਤੇ ਉਹਨੂੰ 2-3 ਘੰਟੇ ਪਲੱਗ ਨਾ ਕਰੋ, ਵੀ ਗੈਸ ਨੂੰ ਸੈਟਲ ਹੋ ਲੈਣ ਦਿਓ। ਹਾਂਜੀ, ਹੁਣ ਤੁਸੀਂ ਦੱਸੋ ਵੀ ਰੈਫਰੀਜਰੈਂਟ ਉਹਨੂੰ ਸੈਟਲ ਨੂੰ ਛੱਡੋ ਕਿੰਨੀਆਂ ਔਖਿਆਈਆਂ ਚੋਂ ਲੰਘ ਕੇ ਜਾ ਰਿਹਾ, ਵੀ ਕਿੱਥੇ ਆਪਾਂ ਕਹਿੰਦੇ ਆ ਜੇ ਸਿਰਫ ਇੱਕ ਟਰੱਕ ਚੋਂ ਚੱਲ ਕੇ ਆਇਆ ਜਾਂ ਇੱਕ ਗੱਡੀ 'ਚ ਚੱਲ ਕੇ ਆਇਆ ਤੇ ਉਹਨੂੰ 2 ਦਿਨ ਤੁਸੀਂ ਛੇੜੋ ਨਾ ਤੇ ਇਹਨੇ ਤਾਂ ਹਿੱਲੀ ਜਾਣਾ ਔਰ ਟਰੱਕ ਤੋਂ ਕਿਤੇ ਵੱਧ ਇਹਨੇ ਕਰਨਾ। ਵੀ ਉਹਦੇ ਅੰਦਰ ਜਿਹੜਾ ਕ੍ਰਾਇਓ ਕੂਲਰ ਲਾਇਆ ਹੋਇਆ ਵੀ ਉਹ ਕਿੱਦਾਂ ਦਾ ਹੋਊਗਾ ਕਿ ਵੀ ਇੰਨੀ ਮਤਲਬ ਮਾਰ ਤੇ ਇੰਨੀ ਹਿਲਜੁਲ ਤੇ ਇੰਨੀ ਹੀਟ ਉਹ ਸਹਿ ਰਿਹਾ ਤੇ ਤਾਂ ਵੀ ਉਹਨੂੰ ਠੰਡਾ ਕਰ ਰਿਹਾ। ਤੇ ਫਿਰ ਅੰਦਰ ਸੈਂਸਰ ਲੱਗੇ ਨੇ, ਉਹ ਸੈਂਸਰ ਨੂੰ ਦੇਖ ਕੇ ਜਿਹੜਾ ਉਹਦਾ ਸ਼ੀਸ਼ਾ ਹੈ ਜਾਂ ਲੈਂਸ ਹੈ ਉਹ ਆਪਣੇ ਆਪ ਨੂੰ ਐਡਜਸਟ ਕਰਦਾ ਵੀ ਇੱਧਰ ਫੋਟੋ ਖਿੱਚਣੀ ਹੈ। ਔਰ ਸਭ ਤੋਂ ਮਜ਼ੇ ਦੀ ਗੱਲ ਇਹ ਹੈ ਵੀ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਨਾ ਕਿ ਵੀ ਤੁਸੀਂ ਫੋਟੋਆਂ ਦੇਖੀਆਂ ਜਾਂ ਗੱਲਾਂ ਸੁਣੀਆਂ ਇਹਦੀਆਂ, ਇਹ ਸਿੱਧੀਆਂ ਫੋਟੋਆਂ ਨਹੀਂ ਖਿੱਚ ਰਿਹਾ, ਇਹ ਰॉ ਡਾਟਾ ਇਨਫਰਾਰੈਡ ਦੇ ਬੇਸ ਤੇ ਲੈ ਕੇ ਧਰਤੀ ਤੇ ਭੇਜਦਾ
ਇੱਥੋਂ ਡਾਟਾ ਨੂੰ ਪ੍ਰੋਸੈਸ ਕਰਕੇ ਫਿਰ ਆਪਣੇ ਕੰਪਿਊਟਰ ਚੋਂ ਤੇ ਉਹਦੀ ਇਮੇਜ ਕ੍ਰੀਏਟ ਕਰਦੇ ਨੇ। ਅੱਛਾ, ਇੰਨੀ ਵੱਡੀ ਕੈਲਕੂਲੇਸ਼ਨ ਹੈ ਇਹਨਾਂ ਦੀ ਵੀ ਸਾਇੰਸ ਇੱਥੇ ਤੱਕ ਪਹੁੰਚ ਚੁੱਕੀ ਹੈ ਬਈ ਤੁਸੀਂ ਮਤਲਬ ਉਹ ਜਿਹੜੀ ਫੋਟੋ ਸੀ ਬਹਿਲ ਸਾਹਿਬ ਉਹ ਜਮਾ ਮਤਲਬ ਜਿਹੜੀ ਫੋਟੋ ਆਮ ਆਪਣੇ ਕੋਲੇ ਪਹੁੰਚੀ ਆ, ਹਾਂਜੀ, ਉਹਦੇ ਚ ਉਹ ਇਹ ਕਹਿ ਰਹੇ ਸੀ ਵੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਧਰਤੀ ਵਾਂਗੂ ਐ ਵੱਖੋ ਵੱਖਰੇ ਪਲੈਨਟ ਹੀ ਆ, ਤੇ ਐਂ ਲੱਗ ਰਿਹਾ ਸੀ ਵੀ ਜਿਵੇਂ ਆਪਾਂ ਕਿਸੇ ਤਾਰਿਆਂ ਦੀ ਫੋਟੋ ਖਿੱਚੀ। ਹਾਂ, ਉਹ ਐਂ ਹੀ ਹੈ। ਉਹ ਅੱਜ ਤੱਕ ਇਹਨਾਂ ਕੋਲ ਜਿਹੜੀ ਫੋਟੋ ਸੀਗੀ ਹਬਲ ਟੈਲੀਸਕੋਪ ਦੀ ਇਸ ਤੋਂ ਪਹਿਲਾਂ ਦੀ, ਹਾਂਜੀ, ਉੱਥੇ ਕਲਾਊਡ ਸੀਗੇ, ਧੂਆਂ ਸੀ। ਇਹ ਤਾਈਓ ਉਹ ਫੋਟੋ ਇੰਨੀ ਜ਼ਿਆਦਾ ਵਾਇਰਲ ਕਹਿ ਲੋ ਹੋਈ ਹੈ ਵੀ ਇਹ ਪਹਿਲੀ ਵਾਰ ਹੋਇਆ ਕਿ ਵੀ ਇਹਨਾਂ ਨੂੰ ਇੰਨੀ ਕਲੈਰਿਟੀ ਨਾਲ ਦੇਖ ਸਕੇ ਵੀ ਉਹ ਇੱਥੇ ਅੱਛਾ ਤਾਰਾ ਸੀ, ਅਸੀਂ ਤਾਂ ਸੋਚੀ ਜਾਂਦੇ ਸੀ ਵੀ ਇੱਥੇ ਕੁਝ ਹੋਰ ਹੈ, ਉਹ ਇੱਥੇ ਤਾਂ ਫਲਾਣੀ ਚੀਜ਼ ਪਈ ਹੈ ਵੀ ਇਹ ਤਾਂ ਇੱਥੇ ਧੂਆਂ ਸੀ, ਅਸੀਂ ਸੋਚੀ ਜਾਂਦੇ ਸੀ ਵੀ ਇੱਥੇ ਧੂਏ ਦੀ ਕੋਈ ਕਲਾਊਡ ਹੈਗਾ ਜਾਂ ਕੋਈ ਬੱਦਲ ਹੈ, ਵੀ ਉੱਥੇ ਤਾਂ ਤਾਰਾ ਸੀ ਬੱਦਲ ਦੇ ਮਗਰ, ਵੀ ਇੱਥੇ ਤਾਂ ਫਲਾਣੀ ਚੀਜ਼ ਸੀਗੀ, ਤੇ ਇਹ ਏਦਾਂ ਮਟੀਰੀਅਲ ਘੁੰਮ ਰਹੇ ਨੇ। ਮਤਲਬ ਕਈ ਉਹਨੇ ਖੋਜਾਂ ਮਤਲਬ ਕੀਤੀਆਂ। ਹੁਣ ਉਹਦੇ ਹਿਸਾਬ ਨਾਲ ਤੇ ਬਹਿਲ ਸਾਹਿਬ ਐਂ ਲੱਗਦਾ ਵੀ ਕਿੰਨੀਆਂ ਧਰਤੀਆਂ ਥੱਲੇ ਉਹ ਫੋਟੋ ਦੇ ਹਿਸਾਬ ਨਾਲ। ਹਾਂ, ਬਿਲਕੁਲ। ਕਿਸੇ ਧਰਤੀ ਦੇ ਵਿੱਚ ਕੋਈ ਆਪਣੇ ਵਰਗੇ ਇਨਸਾਨ ਵੀ ਹੋਣਗੇ, ਉਹ ਹੁਣ ਖੋਜ ਹੋਊਗੀ ਨਾ, ਹੁਣ ਹੌਲੀ ਹੌਲੀ ਦੇਖਣਗੇ, ਉਹਨਾਂ ਦਾ ਮਟੀਰੀਅਲ ਸਟੱਡੀ ਹੋ ਰਿਹਾ ਵੀ ਉੱਥੇ ਉਹ ਇਨਸਾਨ ਦੀ ਤਾਂ ਹੀ ਪਤਾ ਲੱਗੂਗਾ ਜੇ ਇਹਨਾਂ ਨੂੰ ਇਹਨਾਂ ਦੇਖੋ ਜਿਹੜੇ ਹੁਣ ਅੱਜ ਦੀ ਸਾਇੰਸ ਹੈ ਉਹ ਇਹ ਕਹਿੰਦੀ ਹੈ ਵੀ ਇਨਸਾਨ ਨੂੰ ਜਿਉਂਦਾ ਰਹਿਣ ਲਈ ਆਕਸੀਜਨ ਚਾਹੀਦੀ ਹੈ, ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਗੱਲ ਸਹੀ ਹੈ ਕਿ ਨਹੀਂ, ਵੀ ਹੋ ਸਕਦਾ ਕੋਈ ਪਲੈਨਟ ਇਹੋ ਜਿਹਾ ਵੀ ਹੋਵੇ ਜਿੱਥੇ ਆਕਸੀਜਨ ਨਹੀਂ ਚਾਹੀਦੀ। ਅੱਛਾ, ਪੋਸੀਬਿਲਿਟੀ ਤਾਂ ਵੈਸੇ ਹੈ ਤਾਂ ਬਚਕਾਨਾ ਜੀ ਗੱਲ। ਤੇ ਮਤਲਬ ਹੋਰ ਕਿਸੇ ਪਲੈਨਟ ਤੋਂ ਕਿਉਂ ਨਹੀਂ ਲੋਕ ਜ਼ੋਰ ਜੇ ਕਿਤੇ ਹੋਰ ਰਹਿੰਦੇ ਆ ਉਹ ਵੀ ਮਾੜਾ ਮੋਟਾ ਜ਼ੋਰ ਲਾ ਕੇ ਤਾਂ ਠਾਂ ਆਉਣ, ਆਪਣੇ ਨਾਲ ਮਿਲ ਹੀ ਜਾਣਗੇ ਕਦੇ ਨਾ ਕਦੇ। ਹਾਂ, ਇਹ 2-3 ਰੀਜ਼ਨ ਹੋ ਸਕਦੇ ਨੇ। ਇੱਕ ਤਾਂ ਹੋ ਸਕਦਾ ਵੀ ਉਹਨਾਂ ਕੋਲ ਟੈਕਨੋਲੋਜੀ ਫਾਰ ਸਾਡੇ ਤੋਂ ਸੁਪੀਰੀਅਰ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ, ਵੀ ਉਹ ਦੇਖ ਜਾਂਦੇ ਨੇ, ਚਲੇ ਜਾਂਦੇ ਨੇ, ਆ ਜਾਂਦੇ ਨੇ, ਜਾਂ ਉਹਨਾਂ ਕੋਲ ਟੈਕਨੋਲੋਜੀ ਹੈ ਹੀ ਨਹੀਂ ਕਿ ਆਪਣੇ ਪਲੈਨਟ ਨੂੰ ਛੱਡ ਸਕਣ, ਅਜੇ ਉਹ ਆਪਣੇ ਤੋਂ ਪਿੱਛੇ ਹੋਣ। ਅੱਛਾ, ਦੋਨੋਂ ਚੀਜ਼ਾਂ ਹੋ ਸਕਦੀਆਂ ਨਾ। ਤੇ ਜਾਂ ਇਹ ਵੀ ਹੋ ਸਕਦਾ ਕੋਈ ਹੈ ਹੀ ਨਹੀਂ ਉੱਥੇ, ਕੋਈ ਇਹ ਵੀ ਹੋ ਸਕਦਾ ਕੁਝ ਹੈ ਹੀ ਨਹੀਂ, ਇਹ ਸਿਰਫ ਇੱਕੋ ਹੀ ਪਲੈਨਟ ਹੈ, ਇੱਕ ਧਰਤੀ ਪਲੈਨਟ ਹੈ ਜਿੱਥੇ ਮਤਲਬ ਕਹਿ ਲਓ ਜਾਨ ਹੈਗੀ ਹੈ, ਜਾਂ ਮਤਲਬ ਵਾਯੂਮੰਡਲ ਹੈਗਾ ਸਾਰਾ, ਜਿੱਥੇ ਲਿਵਿੰਗ ਥਿੰਗਸ ਹੈਗੀਆਂ ਨੇ। ਹੋ ਸਕਦਾ ਬਾਹਰ ਹੋਵੇ ਹੀ ਨਾ ਕੁਝ, ਹੋ ਸਕਦਾ ਬਾਹਰ ਕਿਤੇ ਹੋਰ ਆਕਸੀਜਨ ਹੀ ਨਾ ਹੋਵੇ, ਤੇ ਆਕਸੀਜਨ ਤੋਂ ਬਿਨਾਂ ਬੰਦੇ ਰਹਿ ਹੀ ਨਾ ਸਕਦੇ। ਹੁਣ ਇਹ ਵੀ ਤਾਂ ਗੱਲ, ਹਾਂ, ਇਹ ਤਾਂ ਅੱਜ ਤੱਕ ਦੀ ਪ੍ਰੂਵਨ ਥਿਊਰੀ ਹੈ ਨਾ ਕਿ ਆਕਸੀਜਨ ਤੋਂ ਬਿਨਾਂ ਬੰਦੇ ਨਹੀਂ ਰਹਿ ਸਕਦੇ। ਹਾਂਜੀ, ਤੇ ਹੋ ਸਕਦਾ ਕਿਸੇ ਐਸੀ ਪਲੈਨਟ ਦੇ ਉੱਤੇ ਇਹੋ ਜਿਹੇ ਬੰਦੇ ਹੋਣ ਜਿਹੜੇ ਆਕਸੀਜਨ ਤੇ ਚੱਲਦੇ ਹੀ ਨਾ ਹੋਣ, ਉਹ ਕਿਸੇ ਹੋਰ ਹੀ ਗੈਸ ਤੇ ਚੱਲਦੇ ਹੋਣ। ਅੱਛਾ, ਹਾਂ, ਇਹ ਵੀ ਤਾਂ ਪੋਸੀਬਲ ਹੈ। ਇੰਨਾ ਵੀ ਨਹੀਂ ਹੈਰਾਨ ਕਰਨ ਨੂੰ ਕਿਹਾ ਸੀ ਤੁਹਾਨੂੰ। ਅੱਛਾ, ਓਏ ਹੋਏ, ਠੀਕ ਹੈ ਜੀ। ਅੱਛਾ, ਹੁਣ ਉਹ ਆਪਣਾ ਖਿੱਚੀ ਜਾਂਦਾ ਫੋਟੋਆਂ ਆਪਣਾ। ਹਾਂ, ਉਹ ਆਪਣਾ ਲੱਗਿਆ ਕੰਮ ਤੇ, ਬਹੁਤ ਪੈਸਾ ਲਾਇਆ ਮੈਂ ਆਪਦੇ ਵੱਲੋਂ ਵੀ, $20 ਬਿਲੀਅਨ। ਹਾਂਜੀ, ਹੋਰ ਆਪਣਾ ਹੀ ਪੈਸਾ ਕੈਨੇਡਾ ਨੂੰ ਵੀ ਦਿੱਤਾ ਤੁਸੀਂ, ਉਹ ਵੀ ਦੱਸਣਾ ਸੀ ਕੈਨੇਡਾ ਨੂੰ। ਹਾਂ, ਕੈਨੇਡਾ ਨੇ ਕਿਹੜੇ ਪਾਰਟ ਬਣਾਏ ਉਹਦੇ ਲਈ? ਕੈਨੇਡਾ ਨੇ 2 ਪਾਰਟ ਦਿੱਤੇ ਨੇ। ਇੱਕ ਤਾਂ ਫਾਈਨ ਗਾਈਡਿੰਗ ਸੈਂਸਰ ਹੈ, ਉਹਨੂੰ FGS ਕਹਿੰਦੇ ਨੇ। ਉਹ ਜਿਹੜਾ ਇਮੇਜਰ, ਜਿਹੜਾ ਕਹਿ ਲਓ ਵੀ ਅੱਗੇ ਕੈਮਰਾ ਲੱਗਾ ਹੋਇਆ, ਉਹਦੇ ਜਿਹੜਾ ਅਗਲਾ ਕੈਮਰਾ ਲੱਗਾ ਹੋਇਆ ਫਰੰਟ ਦੇ, ਉਹਦੇ ਚ ਜਿਹੜਾ ਸੈਂਸਰ ਹੈ ਤੇ ਉਹ ਛੋਟਾ ਕੈਮਰਾ, ਉਹ ਮੇਨ ਕੰਮ ਤਾਂ ਫਿਰ ਆਪਣਾ ਹੀ ਹੈ। ਮੇਨ ਕੰਮ ਆਪਣਾ ਹੀ ਹੈ ਫਿਰ। ਤੇ ਦੂਸਰਾ ਇਹਨਾਂ ਨੇ ਆਪਣਾ ਨੀਅਰ ਇਨਫਰਾਰੈਡ ਇਮੇਜਰ ਲਾਇਆ। ਸੋ ਉਹਦਾ ਸੈਂਸਰ ਤੇ ਇਮੇਜਰ ਜਿਹੜਾ ਇਮੇਜ ਕੱਢ ਰਿਹਾ ਉਹਦੇ ਚੋਂ ਕੈਲਕੂਲੇਟ ਕਰਕੇ ਭੇਜ ਰਿਹਾ, ਉਹ ਕੈਨੇਡਾ ਦਾ। ਓਕੇ, ਇਹਦੇ ਬਦਲੇ ਅਗਲੇ ਕੁਝ ਸਾਲਾਂ ਲਈ ਟੋਟਲ 450 ਘੰਟੇ ਲੈ ਲਓ, 450 ਘੰਟੇ ਦਾ ਟਾਈਮ ਦਿੱਤਾ ਉਹਨਾਂ ਨੇ ਕੈਨੇਡਾ ਨੂੰ ਵੀ ਤੁਸੀਂ 450 ਘੰਟੇ ਚੋਂ ਵਰਤ ਕੇ ਦੇਖ ਸਕਦੇ ਹੋ ਆਪਣੀਆਂ ਇਮੇਜਸ। ਫਿਰ ਕੈਨੇਡੀਅਨ ਗਵਰਨਮੈਂਟ ਨੇ 450 ਘੰਟੇ ਨੂੰ ਕਈ ਯੂਨੀਵਰਸਿਟੀਜ਼ ਡਿਵਾਈਡ ਕਰਤਾ। ਅੱਡੋ ਅੱਡ ਯੂਨੀਵਰਸਿਟੀ, ਹਾਂ, ਵੀ ਆਹ ਯੂਨੀਵਰਸਿਟੀ ਆਫ ਮੈਗਿਲ ਚ ਫਲਾਣਾ ਪ੍ਰੋਫੈਸਰ ਹੈ, ਇਹਦੇ ਤੇ ਉਹਨੂੰ 3 ਘੰਟੇ। ਗੱਲ ਬੜੀ ਵਧੀਆ ਹੈਗੀ, ਮੈਂ ਧਿਆਨ ਨਾਲ ਸੁਣਨੀ ਚਾਹਣਾਗਾ। ਇੱਕ ਕਾਲ ਵੇਟ ਕਰ ਰਹੀ ਸੀ ਕਾਫੀ ਟਾਈਮ ਦੀ, 799 ਨੰਬਰ ਤੁਸੀਂ ਆਉਂਦੀ ਹੈ ਨਾ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਜੀਵ ਨਹੀਂ ਕਰਦਾ ਫੋਨ ਲਾਉਣ ਨੂੰ, ਪ੍ਰੋਗਰਾਮ ਇੰਨਾ ਵਧੀਆ, ਪਰ ਇੱਕ ਸਵਾਲ ਮੇਰੇ ਮਨ 'ਚ ਆਇਆ ਵਾ ਤੁਹਾਡਾ ਪ੍ਰੋਗਰਾਮ ਸੁਣ ਕੇ। ਹਾਂਜੀ, ਬਹਿਲ ਸਾਹਿਬ, ਜਿਹੜਾ ਆਪਾਂ ਅੱਜ ਕੱਲ੍ਹ ਫੇਸਬੁੱਕ ਜਾਂ ਟਿਕਟੋਕ ਜਾਂ ਕੋਈ ਵੈਸੇ ਵੀਡੀਓ ਹੁੰਦੀ UFO ਜਿਹੜੀ ਉੜੀਆਂ ਕਰਦੀਆਂ, ਉਹ ਰੀਅਲ ਹੈ ਜਾਂ ਫੇਕ? ਕਿਹੜੇ ਸਮਝ ਲੱਗ? UFO ਨਹੀਂ, ਮੈਨੂੰ UFO ਤੱਕ ਸੁਣਿਆ, ਅਗਲੀ ਲਾਈਨ ਮਿਸ ਕਰ ਗਿਆ ਮੈਂ। ਜਿਹੜੀਆਂ ਰੀਅਲ ਹੈ ਜਾਂ ਫੇਕ ਹੈ ਜਿਹੜੀ ਵੀਡੀਓ ਬਣੀਆਂ ਹੋਈਆਂ? ਉਹ UFO ਹੈ, ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਕਹਿੰਦੇ ਉਹਨੂੰ, UFO ਨੂੰ, ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ। ਸੋ ਅਨਆਇਡੈਂਟੀਫਾਈਡ ਤੋਂ ਮਤਲਬ ਇਹ ਹੋ ਗਿਆ ਵੀ ਇਹਨਾਂ ਨੂੰ ਅਜੇ ਪਤਾ ਹੀ ਨਹੀਂ ਉਹ ਕੀ ਹੈ, ਰਾਈਟ? ਜਿਹੜੇ UFO ਹੈ, ਜਿਹਦਾ ਪਿੱਛੇ ਵੀਡੀਓ ਇੱਕ ਪਾਈ ਸੀ ਰੁਮਾਨੀਆ ਦੀ ਸੀ, ਇੱਕ ਉਹਨੇ ਪਾਈ ਵੀ ਉਹ ਕਿਸੇ ਆਦੇ ਗਾਰਡਨ ਮਤਲਬ ਘਰੋਂ ਵੀਡੀਓ ਨੇ ਬਣਾਈ ਆ, ਸ਼ਾਇਦ ਤੁਸੀਂ ਦੇਖੀ, ਸ਼ਾਇਦ ਨਹੀਂ, ਫੇਸਬੁੱਕ ਤੇ ਹੀ। ਨਹੀਂ, ਮੈਂ ਨਹੀਂ ਦੇਖੀ, ਪਰ ਤੁਸੀਂ ਦੱਸ ਦਿਓ। ਜਿਹੜਾ ਉਹ ਆਉਂਦੀ ਹੈ ਮੰਨ ਲਓ ਥੱਲੇ, ਤੇ ਆਉਣ ਕੇ ਵਿੱਚੋਂ ਇੱਕ ਬੰਦਾ ਨਿਕਲਦਾ ਹੈ, ਫਿਰ ਉਹ ਵਿੱਚ ਵੜ ਜਾਂਦਾ, ਉਹ ਫਲਾਈ ਹੋ ਜਾਂਦੀ। ਨਹੀਂ, ਇਹ ਕਈ ਚੀਜ਼ਾਂ ਇੰਟਰਨੈਟ ਤੇ ਬਾਈ ਜੀ ਉਦਾਂ ਹੀ ਵਾਇਰਲ ਕਰਨ ਨੂੰ ਬਣਾ ਲੈਂਦੇ ਆ ਕਈ ਵਾਰੀ। ਪਰ ਇਹ ਫੇਕ ਹੈ ਜਾਂ ਰੀਅਲ ਹੈ, ਜੇ ਤੁਹਾਡੀ ਮੰਨ ਲਓ ਤਾਂ ਕਰਕੇ ਮੇਰੀ ਨੌਲੇਜ ਨਹੀਂ ਹੈ, ਮੇਰੀ ਨੌਲੇਜ। ਥੈਂਕ ਯੂ।
ਕੋਈ ਕਹਿੰਦੇ ਕੋਈ ਪਤਾ ਨਹੀਂ ਕਿੱਥੋਂ ਦੇ ਕਿਸੇ ਨੇ ਵੀਡੀਓ ਬਣਾਈ ਹੈਗੀ ਤੇ ਉਹਨਾਂ ਨੇ ਵੀਡੀਓ ਦੇ ਵਿੱਚ ਦਿਖਾਇਆ ਕੋਈ ਫਲਾਈਂਗ ਆਬਜੈਕਟ ਆ, ਉਹਨੂੰ ਜਦੋਂ ਕੋਈ ਟੱਚ ਕਰਨ ਲੱਗਦਾ ਉੱਡ ਜਾਂਦਾ ਕੁਛ। ਵੈਸੇ ਵਿਜ਼ੂਅਲਾਈਜੇਸ਼ਨ ਵੀ ਹੋ ਜਾਂਦੀ ਹੈ ਨਾ, ਵਿਜ਼ੂਅਲਾਈਜੇਸ਼ਨ ਵੀ ਹੈਗੀ ਆ, ਇਹ ਮਤਲਬ ਵੀਡੀਓ ਬਣ ਜਾਂਦੀ ਹੈ ਸਾਰੀ ਤਰ੍ਹਾਂ ਦੀ, ਪਰ ਅਜੇ ਤੱਕ ਇਹ ਹੈ ਨੀਗਾ, ਪਤਾ ਨਹੀਂ ਲੱਗ ਸਕਿਆ। ਅਲੱਗ-ਅਲੱਗ ਜਗ੍ਹਾ ਤੋਂ ਰਿਪੋਰਟਸ ਆਉਂਦੀਆਂ ਨੇ ਵੀ ਕੋਈ ਇਸ ਤਰ੍ਹਾਂ ਦੇ UFO, ਤਾਂ ਹੀ ਉਹਨੂੰ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਕਹਿੰਦੇ ਨੇ। ਵੀ ਅਨਆਇਡੈਂਟੀਫਾਈਡ ਦਾ ਮਤਲਬ ਇਹ ਵੀ ਇਹਨੂੰ ਆਇਡੈਂਟੀਫਾਈ ਕਰ ਹੀ ਨਹੀਂ ਸਕਿਆ ਹੈ ਕੀ ਚੀਜ਼, ਹੈ ਵੀ ਹੈ ਕਿ ਨਹੀਂ ਹੈ ਵੀ ਨਹੀਂ ਪਤਾ। ਵੀ ਕਿਸੇ ਦਾ ਭਰਮ ਵੀ ਹੋ ਸਕਦਾ, ਭੁਲੇਖਾ ਵੀ ਹੋ ਸਕਦਾ, ਡਿੱਗਿਆ ਤਾਰਾ ਹੋਵੇ, ਲੱਗੇ ਵੀ ਕੋਈ ਆਬਜੈਕਟ ਆਇਆ, ਤੇ ਉਹ ਅਜੇ ਤੱਕ ਸਾਇੰਸ ਉਹਨੂੰ ਕਰ ਨਹੀਂ ਸਕੀ, ਬਈ ਆਇਡੈਂਟੀਫਾਈ ਨਹੀਂ ਕਰ ਸਕੀ, ਅਜੇ ਤੱਕ ਨਹੀਂ ਪ੍ਰੂਵ ਕਰ ਸਕੀ ਕਿ ਵੀ UFO ਹੈਗੇ ਨੇ ਐਕਚੁਅਲ ਚ। ਵੀ UFO ਨਹੀਂ, ਮਤਲਬ ਕੋਈ ਫਲਾਈਂਗ ਆਬਜੈਕਟਸ ਹੈਗੇ ਨੇ ਜਿਹੜੇ ਕੋਈ ਹੋਰ ਬੰਦਾ ਕੰਟਰੋਲ ਕਰਦਾ। ਠੀਕ ਹੈ ਵੈਲ ਸਾਹਿਬ, ਗੱਲ ਆਪਾਂ ਉੱਥੇ ਦੱਸਿਆ ਸੀਗਾ ਗੋਲਡ ਪਲੇਟਡ ਲੈਂਸ ਆ, ਹਾਂਜੀ, ਉਹਦੇ ਤੇ ਕੁਛ ਨਾ ਕੁਛ ਵੱਜ ਗਿਆ ਗਾ ਤੇ ਥੋੜਾ ਬਹੁਤਾ ਸਕ੍ਰੈਚ ਵੀ ਪਿਆ ਗਾ, ਰਾਈਟ। ਤੇ ਉਸ ਤੋਂ ਬਾਅਦ ਉਹ ਕੋਈ ਹੁਣ ਉਹਨੂੰ ਕੋਈ ਰਿਪੇਅਰ ਕਰ ਲਿਆ ਕਿ ਉਹ ਐਂ ਹੀ ਚੱਲੂਗਾ? ਅੱਛਾ, ਇਹਨਾਂ ਕੋਲ ਸਿਰਫ ਵਨ ਸ਼ਾਟ ਹੀ ਹੁੰਦਾ ਜਦੋਂ ਇਹ ਸਪੇਸ ਐਕਸਪਲੋਰੇਸ਼ਨ ਕਰਦੇ ਨੇ, ਐਸਟਰੋਨੋਮੀ ਚ ਜਾਂਦੇ ਨੇ। ਇਹਨਾਂ ਕੋਲ 25-30 ਸਾਲ ਦੀ ਮਿਹਨਤ, 10-20 ਬਿਲੀਅਨ ਡਾਲਰਸ, ਇਹ 1/4 ਆਫ ਨਾਸਾ's ਬਜਟ ਕਈ ਸਾਲਾਂ ਦਾ ਖਾ ਗਿਆ ਇੱਕ ਟੈਲੀਸਕੋਪ। ਅੱਛਾ, ਮਤਲਬ ਚੌਥਾ ਹਿੱਸਾ। ਤੇ ਇਹ ਇੱਕ ਸ਼ਾਟ ਹੀ ਸੀ ਇਹਨਾਂ ਕੋਲ। ਹਾਂਜੀ, ਜੇ ਉਹ ਰਾਕਟ ਕਿਤੇ ਸੜ ਜਾਂਦਾ ਜਾਂ ਡਿੱਗ ਜਾਂਦਾ ਜਾਂ ਕੁਛ ਹੋ ਜਾਂਦਾ ਤਾਂ ਡਨ ਸੀ ਕੰਮ। ਅੱਛਾ, ਹਾਂ, ਮਤਲਬ ਇਹ ਇਹਨਾਂ ਕੋਲ ਇੱਕ ਸ਼ਾਟ ਹੁੰਦਾ। ਸੋ ਇਹ ਕਿਉਂਕਿ ਇੰਨੀ ਦੂਰ ਜਾਣਾ ਇਹਨਾਂ ਨੇ, ਉੱਥੇ ਰਿਪੇਅਰ ਦੀ ਇਹਨਾਂ ਕੋਲ ਪੋਸੀਬਿਲਿਟੀ ਨਹੀਂ ਹੈਗੀ। ਸੋ ਇਹਨਾਂ ਨੇ, ਤਾਈਓ ਮੈਂ ਕਹਿ ਰਿਹਾ ਸੀ ਵੀ ਕਈ ਇਨਵੈਂਸ਼ਨਸ ਹੋਈਆਂ ਇਹਦੇ ਚ, ਜਿਵੇਂ ਜਿਹੜਾ ਇਹਨਾਂ ਨੇ ਲੈਂਸ ਡਿਵੈਲਪ ਕੀਤਾ। ਪਹਿਲਾਂ ਥੱਲੇ ਖੜੇ ਤੇ ਡਲੀਆਂ ਮਾਰ ਕੇ ਵੀ ਦੇਖੀਆਂ ਹੋਣਗੀਆਂ। ਹਾਂ, ਸਾਰੇ ਟੈਸਟ ਕੀਤੇ ਹੋਣੇ ਆ, ਫਿਰ ਉਹ ਮਟੀਰੀਅਲ ਨੂੰ ਚੈੱਕ ਕੀਤਾ ਹੋਣਾ ਨਾ ਵੀ ਕਿਹੜਾ ਮਟੀਰੀਅਲ ਐਸਾ ਹੈ ਜਿਹੜਾ ਇਹੋ ਜਿਹੇ ਪੱਥਰਾਂ ਦੀ ਮਾਰ ਨੂੰ ਸਹਿ ਲੂਗਾ ਤੇ ਨਾਲੇ ਸ਼ੀਸ਼ਾ ਹੋਊਗਾ ਤਾਂ ਕਿ ਉਹ ਲੈਂਸ ਵੀ ਦੇਖ ਵੀ ਸਕੇ। ਐਲਨ ਮਸਕ ਨੇ ਕਾਹਤੋਂ ਨਹੀਂ ਚੈੱਕ ਕੀਤਾ ਜਦੋਂ ਵਿੰਡਸ਼ੀਲਡ ਤੇ ਮਾਰਿਆ ਪੱਥਰ ਜਦ ਟੁੱਟ ਗਈ? ਐਲਨ ਮਸਕ ਨੂੰ ਓਵਰ ਕੌਨਫੀਡੈਂਸ ਹੋਣਾ, ਉਹਨੂੰ ਦੋ ਚੀਜ਼ਾਂ ਦੀ ਗਲਤੀ ਲੱਗ ਗਈ। ਇੱਕ ਤਾਂ ਉਹਨੇ ਪਹਿਲਾਂ ਮੇਰੇ ਖਿਆਲ ਗੋਲੀ ਮਾਰੀ ਸੀ ਨਾ ਉਹਦੇ ਚ, ਪਹਿਲਾਂ ਵੀ ਵੱਟਾ ਹੀ ਮਾਰਿਆ, ਬੁਲਟ ਪ੍ਰੂਫ ਨਹੀਂ, ਪਹਿਲਾਂ ਉਹਨੇ ਪਹਿਲਾਂ ਉਹ ਅੰਦਰੋਂ ਮਾਰ ਕੇ ਆਇਆ ਸੀਗਾ ਆਈ ਥਿੰਕ। ਅੱਛਾ, ਪਹਿਲਾਂ ਉਹ ਟੈਸਟ, ਫਿਰ ਉਸੇ ਸ਼ੀਟ ਤੇ ਉਹਨੇ ਦੁਬਾਰਾ ਟੈਸਟ ਕੀਤਾ। ਓਕੇ, ਉਹਨੂੰ ਚਾਹੀਦਾ ਸੀਗਾ ਕਿ ਟੈਸਟ ਕਿਤੇ ਹੋਰ ਕਰਦਾ ਤੇ ਗੱਡੀ ਉੱਥੇ ਨਵੀਂ ਲੈ ਕੇ ਆਂਦਾ। ਉਹਨੇ ਸੇਮ ਤੇ 2 ਵਾਰ ਕੀਤਾ ਤੇ ਉਹ ਇੰਜੀਨੀਅਰ ਨੇ ਕਿਹਾ ਕਰਨੀ। ਗੋਲੀ ਤੇ ਪੱਥਰ ਦਾ ਤਾਂ ਬਹੁਤ ਫਰਕ ਆ। ਪਹਿਲਾਂ ਇੱਕ ਪੱਥਰ ਮਾਰਿਆ, ਕਹਿੰਦਾ ਓਹੋ ਮੈਨੂੰ ਲੱਗਦਾ ਕਹਿੰਦਾ ਮੈਂ ਜ਼ੋਰ ਦੀ ਮਾਰਤਾ, ਦੂਜੀ ਵਾਰੀ ਮਾਰਿਆ ਫੇਰ ਟੁੱਟ ਗਿਆ ਯਾਰ। ਹਾਂ, ਉਹੀ ਮਤਲਬ ਉਹਨੇ ਟੈਸਟਿੰਗ ਉਹਦੇ ਤੇ ਕਰਤੀ ਪਹਿਲਾਂ ਹੀ। ਹਾਂਜੀ, ਵੀ ਜਿਹੜੀ ਇਹ ਲੋਕ ਇਹ ਚਾਂਸ ਨਹੀਂ ਲੈ ਸਕਦੇ ਜੋ ਐਲਨ ਮਸਕ ਨੇ ਲਿਆ, ਕਿਉਂਕਿ ਐਲਨ ਮਸਕ ਦਾ ਤਾਂ ਗਿਆ ਕੁਝ ਨਹੀਂ, ਕਿ ਸ਼ੀਸ਼ਾ ਗਿਆ $1000-2000 ਦਾ। ਇਹਨਾਂ ਦਾ ਸਾਰੀ ਲਾਈਫ ਗਈ, ਸਾਰੀ ਲਾਈਫ ਦੀ ਮਿਹਨਤ ਗਈ। ਸਹੀ ਗੱਲ। ਸੋ ਇਹ ਉਦਾਂ ਦਾ ਚਾਂਸ ਲੈ ਨਹੀਂ ਸਕਦੇ ਵੀ ਹਾਂ ਵੀ ਉੱਥੇ ਦੇਖਾਂਗੇ, ਉਦੋਂ ਦੇਖਾਂਗੇ। ਇਹਨਾਂ ਨੇ ਬਕਾਇਦਾ ਇਹਨਾਂ ਕੋਲ ਮਤਲਬ ਪੂਰਾ ਸਟਰਕਚਰ ਕੀਤਾ ਇਹਨਾਂ ਨੇ ਇੱਕ, ਹਾਂਜੀ, ਪੂਰਾ ਮਤਲਬ ਜਿਹਨੂੰ ਹਾਲ ਕਹਿ ਲਓ ਜਾਂ ਸੈਂਟਰ, ਰਿਸਰਚ ਸੈਂਟਰ ਕਹਿ ਲਓ, ਨਵਾਂ ਬਣਾਇਆ, ਜਿਹਦੇ ਸਪੇਸ ਟਾਈਪ ਮਾਹੌਲ ਕ੍ਰੀਏਟ ਕੀਤਾ। ਉਹਦੇ ਚ ਗ੍ਰੈਵਿਟੀ ਜ਼ੀਰੋ ਕੀਤੀ। ਉਹਦੇ ਚ ਫਿਰ ਉਹ ਸਕਰੀਨ ਨੂੰ ਖੋਲ ਕੇ ਦੇਖਿਆ, ਜਿਹੜੀ ਫੋਲਡ ਹੋ ਕੇ ਖੋਲਣੀ ਸੀ, ਔਰ ਉਹ ਇੱਕੋ ਵਾਰੀ ਕਰ ਸਕਦੇ ਸੀ। ਇਹ ਨਹੀਂ ਵੀ ਵਾਰ-ਵਾਰ ਖੋਲ ਕੇ ਫਿਰ ਉਹਦੇ ਜੋੜ ਹਿਲ ਜਾਣੇ ਸੀ, ਕਿਉਂਕਿ ਉਹਨਾਂ ਹੈਕਸਾਗਨਲ ਪੀਸਿਸ ਨੇ, ਛੋਟੇ ਛੋਟੇ ਕਈ ਪੀਸਾਂ ਦੀ ਇੱਕ ਵੱਡੀ ਸਾਰੀ ਸਕਰੀਨ ਆ ਉਹ, ਤੇ ਹਰੇਕ ਪੀਸ ਦੇ ਪਿੱਛੇ ਮੋਟਰ ਲੱਗੀ ਹੋਈ ਹੈ। ਅੱਛਾ, ਹਰੇਕ ਪੀਸ ਨੂੰ ਐਂਗਲ ਦਿੰਦੀ ਆ ਉਹ, ਤੇ ਉਹ ਸੈਲਫ ਐਡਜਸਟਿੰਗ ਹੈ। ਉਹ ਆਪਣਾ ਜਦੋਂ ਉੱਥੇ ਦੇਖਦੀ ਹੈ ਵੀ ਕਿੱਧਰ ਨੂੰ ਦੇਖਣਾ ਹੈ ਤਾਂ ਆਪਣੇ ਹਿਸਾਬ ਨਾਲ ਐਡਜਸਟ ਕਰਦੀ ਆ ਉਹਨੂੰ, ਇਹ ਐਂਗਲ ਦੇ ਹਿਸਾਬ ਨਾਲ। ਫਿਰ ਉਹ ਇੰਨੀ ਨਾਜ਼ੁਕ ਹੈ ਟੈਂਪਰੇਚਰ ਨੂੰ ਕਿ ਉਹਦੇ ਅੱਗੇ ਪੂਰੀ ਇੱਕ ਵੱਡੀ ਕਈ 100 ਫੁੱਟ ਦੀ ਸ਼ੀਲਡ ਲਾਈ ਹੋਈ ਹੈ ਜਿਹੜੀ ਸਨ ਦੀ ਰੇਡੀਏਸ਼ਨ ਨੂੰ ਰੋਕਦੀ ਹੈ। ਹੁਣ ਸਨ ਦੀ ਰੇਡੀਏਸ਼ਨ ਉਸ ਪੁਆਇੰਟ ਤੇ, ਅੱਛਾ ਫਿਰ ਇਹਨਾਂ ਨੇ ਪੁਆਇੰਟ ਕੈਲਕੂਲੇਟ ਕਰਨਾ ਹੈ ਵੀ ਛੱਡਣਾ ਕਿਹੜੀ ਜਗ੍ਹਾ ਤੇ ਹੈ। ਸੂਰਜ ਬਾਈ ਜੀ ਉਦੋਂ ਵੀ ਉੱਤੇ ਕੰਮ ਇਹ ਨਹੀਂ, ਸੂਰਜ ਤੋਂ ਅਗਲੇ ਪਾਸੇ ਚਲੇ ਗਏ, ਉਹ ਪਰਲੇ ਪਾਸੇ ਲਾਂਗੇ। ਹਾਂ, ਉਧਰ ਵੀ ਧੁੱਪ ਆ, ਉਧਰ ਵੀ ਹੈਗੀ ਆ, ਚਾਰੋਂ ਪਾਸੇ ਹੋਊਗੀ ਨਾ। ਅੱਛਾ, ਤੇ ਇਹ ਨਾਲੇ ਐ ਗੇੜੇ ਦੇਈ ਜਾਂਦਾ ਨਾ ਉਹ ਵੀ ਨਾਲ, ਜਿਵੇਂ ਆਪਾਂ ਆਰਬਿਟ ਚ। ਤੇ ਸੂਰਜ ਦੀ ਰੋਸ਼ਨੀ ਰਹਿਣੀ ਆ ਉਹਦੇ ਤੇ, ਦੋਨੇ ਪਾਸੇ ਆ। ਹਾਂ, ਸੂਰਜ ਦੀ ਰੋਸ਼ਨੀ ਇੰਨੀ ਆ ਉਹਦੇ ਤੇ ਕਿ ਵੀ ਮੇਰੇ ਖਿਆਲ 2 ਲੱਖ ਵਾਟ ਜਿੰਨੀ ਪਾਵਰ ਉਹਦੇ ਤੇ ਹਰ ਸੈਕਿੰਡ ਪੈ ਰਹੀ ਹੈ, ਰੋਸ਼ਨੀ ਦੀ ਹੀਟ ਹੈ ਜਿਹੜੀ ਉਸ ਟੈਲੀਸਕੋਪ ਦੇ ਉੱਤੇ। ਅੱਛਾ, ਉਹਨੂੰ ਹੁਣ ਤੁਸੀਂ ਰੋਕਣ ਲਈ ਜਿਹੜੀ ਸ਼ੀਲਡ ਬਣਾਈ ਆ ਉਹਨਾਂ ਨੇ, ਹਾਂਜੀ, ਮਤਲਬ ਇੱਥੇ ਧਰਤੀ ਤੇ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਸੂਰਜ ਦੀ ਇੰਨੀ ਰੋਸ਼ਨੀ ਨੂੰ ਰੋਕ ਸਕੇ ਤੇ ਉੱਡ ਵੀ ਸਕੇ, ਤੇ ਲਾਈਟ ਵੀ ਇੰਨੀ ਹੋਵੇ, ਵੇਟ ਅਜੇ ਤੱਕ ਨਹੀਂ ਹੈਗੀ। ਇਹ ਇਨਵੈਂਸ਼ਨ ਹੀ ਹੈ ਨਵੀਂ। ਅੱਛਾ, ਵੀ ਉਹਦੇ ਚ ਕੰਡਕਸ਼ਨ ਵੀ ਹੋਵੇ ਤੇ ਪਰਲੇ ਪਾਸੇ ਉਹਦੇ ਜਿਹੜਾ ਠੰਡਕ ਹੈ -200 ਡਿਗਰੀ ਟੈਂਪਰੇਚਰ ਹੈ ਉਹ ਵੀ ਰੱਖੇ ਤੇ ਹਿੱਲੇ ਵੀ ਨਾ। ਤੁਸੀਂ ਇਹ ਵੀ ਦੇਖੋ ਨਾ ਵੀ ਐਡੀ ਸਪੀਡ ਤੇ ਉਹ ਚੱਲ ਰਿਹਾ, ਰਾਕਟ ਚੋਂ ਵੀ ਨਿਕਲਿਆ, ਸਾਰਾ ਕੁਝ ਹੈ, ਤੇ ਜਿੱਥੇ ਉਹਨੂੰ ਰੋਕਿਆ ਹੋਇਆ ਉਹ ਮਤਲਬ ਉੱਥੇ ਖੜਾ ਰਵੇ, ਹਿੱਲੇ ਨਾ। ਹਾਂ, ਇਹ ਨਹੀਂ ਵੀ ਉੱਥੇ 4 ਪਾਈਪ ਉਹਨਾਂ ਨੇ ਜਦੋਂ ਕੱਸੇ ਨਟ ਬੋਲਟ, ਉਹ ਇੰਨੇ ਚ ਤਾਂ ਉਹ ਹੁਣ ਜਾਂ ਟੁੱਟ ਜਾਣਗੇ ਜਾਂ ਖੁੱਲ ਜਾਣਗੇ ਜਾਂ ਚੂੜੀਆਂ ਢਿੱਲੀਆਂ ਹੋ ਜਾਣਗੀਆਂ। ਉੱਥੇ ਹਵਾ ਕੀ ਪਤਾ ਕਿੰਨੀ ਕੁ ਚੱਲਦੀ ਹੈ ਨਾ, ਉੱਥੇ ਤਾਂ ਫਿਰ ਪੂਰਾ ਐਟਮੋਸਫੇਅਰ ਪ੍ਰੈਸ਼ਰ ਹੈ ਪੂਰਾ। ਹਾਂਜੀ ਹਾਂਜੀ,
ਮਤਲਬ ਹੈ ਤਾਂ ਨਹੀਂ, ਗ੍ਰੈਵਿਟੀ ਤਾਂ ਨਹੀਂ ਹੈਗੀ, ਪਰ ਉਹਦੀ ਉਹ ਤਾਂ ਬਹੁਤ ਜ਼ਿਆਦਾ ਹੈ ਜਿਹੜਾ ਪ੍ਰੈਸ਼ਰ ਹੈਗਾ ਉਹ ਸਹਿਨ ਕਰਨਾ। ਫਿਰ ਤੁਹਾਨੂੰ ਯਾਦ ਹੋਣਾ ਜਿਹੜੇ ਰਾਕਟ 'ਚ ਕਲਪਨਾ ਚਾਵਲਾ ਦੀ ਡੈਥ ਹੋਈ ਸੀਗੀ, ਉਹ ਕਿਵੇਂ ਖਿੰਡ ਗਿਆ ਸੀ, ਉਹਦੀ ਗਲਤੀ ਕੀ ਸੀਗੀ ਕਿ ਇੱਕ ਛੋਟੀ ਜਿਹੀ ਟਾਇਲ ਕੱਸਣੀ ਭੁੱਲ ਗਏ ਸੀ ਰਾਕਟ ਦੀ, ਤੇ ਉਹਦੇ 'ਚੋਂ ਉਹ ਹੀਟ ਟਰਾਂਸਫਰ ਹੋ ਗਈ ਅੰਦਰ, ਤੇ ਉਹਨੇ ਸਾਰਾ ਉਹ ਮਤਲਬ ਖੋਲਤਾ ਰਾਕਟ। ਇੰਨੀ ਕੁ ਗਲਤੀ ਹੋਈ ਸੀ ਛੋਟੀ ਜੀ। ਅੱਛਾ। ਤੇ ਇੰਨਾ ਮਤਲਬ ਉੱਥੇ ਇੰਨੇ ਟੈਂਪਰੇਚਰ ਚੋਂ ਲੰਘਦੀ ਹੈ ਜਦੋਂ ਇਹ ਚੋਂ ਬਾਹਰ ਜਾਂਦੀ ਹੈ ਨਾ ਅਰਥ ਦੇ ਐਟਮੋਸਫੇਅਰ ਚੋਂ, ਤੇ ਇੰਨੇ ਟੈਂਪਰੇਚਰ ਚੋਂ ਆਮ ਚੀਜ਼ ਲੰਘ ਹੀ ਨਹੀਂ ਸਕਦੀ। ਅੱਛਾ। ਪਹਿਲਾਂ ਤਾਂ ਉਹਦੇ ਚੋਂ ਕੱਢਿਆ ਬਹੁਤ ਜ਼ਿਆਦਾ, ਤਾਂ ਹੀ ਤਾਂ ਉਹ ਸਾਰਾ ਖਤਮ ਹੋ ਗਿਆ ਸੀ, ਮਤਲਬ ਹਵਾ 'ਚ ਹੀ ਖਤਮ ਹੋ ਗਿਆ ਸੀ ਸਾਰਾ। ਅੱਛਾ। ਸੜ ਗਿਆ ਸੀਗਾ ਉਹ ਰਾਕਟ ਜਿਹਦੇ 'ਚ, ਮਤਲਬ ਜਿੰਨਾ ਧਰਤੀ ਤੇ ਟੈਂਪਰੇਚਰ ਆ ਉਦੋਂ ਜ਼ਿਆਦਾ ਟੈਂਪਰੇਚਰ ਆ ਧਰਤੀ ਤੋਂ ਬਾਹਰ ਨਿਕਲਣ ਲੱਗਿਆ। ਸ਼ੀਲਡ ਹੈ ਧਰਤੀ ਦੇ ਆਲੇ ਦੁਆਲੇ। ਅੱਛਾ। ਧਰਤੀ ਦੇ ਆਲੇ ਦੁਆਲੇ ਰਿੰਗ ਹੈ, ਉਹ ਇੰਨਾ ਜ਼ਿਆਦਾ ਟੈਂਪਰੇਚਰ ਹੈ ਤੇ ਉਹਦੀ ਇੰਨੀ ਜ਼ਿਆਦਾ ਹਵਾ ਹੈ, ਉਸ ਮਤਲਬ ਐਡੀ ਪਰਤ ਹੈ, ਮਤਲਬ ਕਹਿ ਲਓ ਐਡੀ ਕਿੰਨੇ ਕਿਲੋਮੀਟਰ ਦੀ, ਵੀ ਉਹਦੇ ਚੋਂ ਕੋਈ ਚੀਜ਼ ਲੰਘ ਨਹੀਂ ਸਕਦੀ ਆਮ ਚੀਜ਼। ਜਿੰਨੀਆਂ ਵੀ ਦੁਨੀਆ 'ਚ ਇੱਥੇ ਮਟੀਰੀਅਲ ਬਣੇ ਨੇ ਉਹਦੇ ਚੋਂ ਨਹੀਂ ਲੰਘ ਸਕਦੇ, ਉਹ ਗਲ ਜਾਣਗੇ, ਖਤਮ ਹੋ ਜਾਣਗੇ। ਅੱਛਾ ਜੀ। ਉਹ ਸਪੈਸ਼ਲ ਬਣਾ ਕੇ ਰਾਕਟ ਨੂੰ ਦੇ ਨਾਲ ਕਵਰ ਕੀਤਾ ਜਾਂਦਾ ਹੈ। ਥਰਮੋਸ਼ੀਟਸ ਹੁੰਦੀਆਂ ਉਹ, ਹਾਂਜੀ, ਵੀ ਉਸ ਹੀਟ ਨੂੰ ਰੋਕ ਸਕਣ। ਜਿਹੜੀ ਇੱਕ ਉਹ ਥਰਮੋਸ਼ੀਟ ਜਿਵੇਂ ਇੱਟਾਂ ਨਹੀਂ ਹੁੰਦੀਆਂ ਉਵੇਂ ਪੀਸ ਲਾਏ ਹੁੰਦੇ ਨੇ ਜਾਂ ਟਾਈਲਾਂ ਹੁੰਦੀਆਂ, ਉਹ ਇੱਕ ਟਾਇਲ ਢਿੱਲੀ ਸੀ ਜਿਹਦੀ ਕਲਪਨਾ ਚਾਵਲਾ ਦੀ ਡੈਥ ਹੋਈ ਸੀ, ਤਾਂ ਢਿੱਲੀ ਰਹਿ ਗਈ ਸੀ ਇੱਕ। ਅੱਛਾ। ਜਦੋਂ ਉਹਦੇ ਚੋਂ ਇੰਨੀ ਹਵਾ ਚੋਂ ਇੰਨੇ ਪ੍ਰੈਸ਼ਰ ਚੋਂ ਲੰਘੀ ਤਾਂ ਉਹ ਜਿਹੜੀ ਟਾਇਲ ਢਿੱਲੀ ਸੀ ਉਹ ਹਿੱਲ ਗਈ। ਅੱਛਾ ਜੀ। ਜਦੋਂ ਹਿੱਲੀ ਤੇ ਉਹਨੂੰ ਮਾਸੀ ਜੀ ਜਗ੍ਹਾ ਮਿਲ ਗਈ ਹੀਟ ਨੂੰ ਅੰਦਰ ਜਾਣ ਦੀ। ਜਦੋਂ ਅੰਦਰ ਗਈ ਤੇ ਉਹਨੇ ਅੰਦਰੋਂ ਸਾੜਤਾ ਸਾਰਾ ਕੁਝ 1 ਸੈਕਿੰਡ 'ਚ। ਅੱਛਾ ਜੀ। ਹਾਂ, ਸੈਕਿੰਡ ਵੀ ਨਹੀਂ ਲੱਗੇ, ਸਾਰੇ ਮੱਚ ਗਏ, ਵਿੱਚੇ ਮੱਚ ਗਏ ਸਾਰੇ। ਹਾਂ, ਤੁਸੀਂ ਪੜ੍ਹੀ ਨਹੀਂ ਸੀ ਨਿਊਜ਼? ਅੱਛਾ ਜੀ। ਨਹੀਂ, ਮੈਨੂੰ ਐਵੇਂ ਤਾਂ ਪਤਾ ਕਲਪਨਾ ਚਾਵਲਾ ਪਹਿਲੀ ਇੰਡੀਅਨ ਸੀਗੀ ਜਿਹੜੀ ਨਾਸਾ 'ਚ ਐਸਟਰੋਨੌਟ ਸੀਗੀ, ਉਹਦੀ ਡੈਥ ਏਦਾਂ ਹੀ ਹੋਈ ਸੀ। ਹਾਂਜੀ। ਕਿ ਉਹਨਾਂ ਤੋਂ ਹੀ ਗਲਤੀ ਹੋ ਗਈ ਸੀ, ਗਲਤੀ ਕਹਿ ਲਓ ਤਾਂ ਮਿਸ ਹੋ ਗਿਆ, ਵੀ ਉਹ ਇੱਕ ਟਾਇਲ ਲੂਜ਼ ਰਹਿ ਗਈ ਸੀ। ਅੱਛਾ। ਜਦੋਂ ਗਈ ਤੇ ਫਿਰ ਉਹ ਜਿਹੜੀ ਲੂਜ਼ ਸੀਗੀ ਉਹ ਚੋਂ ਹੀਟ ਨਿਕਲ ਗਈ। ਹੁਣ ਇਸੇ ਤਰ੍ਹਾਂ ਹੀ ਇਹ ਹੈ ਵੀ ਜੇ ਹੁਣ ਤੁਸੀਂ -200 ਡਿਗਰੀ ਉਹਨੂੰ ਰੱਖਣਾ ਹੈ, ਹਾਂਜੀ, ਤੇ ਇਹਨੂੰ ਕ੍ਰਾਇਓ ਕੂਲਰ ਲਾਇਆ ਹੋਇਆ, ਮਤਲਬ ਆਮ ਦੇਖੋ ਤੁਸੀਂ ਸ਼ਾਇਦ ਆਮ ਵੀ ਸੁਣਿਆ ਹੋਵੇ ਰੈਫਰੀਜਰੈਂਟ ਵਾਲਿਆਂ ਤੋਂ ਜਾਂ HVAC ਵਾਲਿਆਂ ਤੋਂ, ਵੀ ਜੇ ਫ੍ਰਿਜ ਨੂੰ ਤੁਸੀਂ ਚੱਲਦੇ ਰੈਫਰੀਜਰੇਟਰ ਨੂੰ ਥੋੜਾ ਹਿਲਾ ਦਿਓ ਤੇ ਪਿੱਛੇ ਕੰਪਰੈਸਰ ਖਰਾਬ ਹੋ ਸਕਦਾ ਜਿਹੜਾ ਉਹਨੂੰ ਠੰਡਾ ਰੱਖਦਾ। ਜਿਵੇਂ ਆਮ ਹੀ ਕਹਿੰਦੇ ਵੀ ਜਦੋਂ ਫ੍ਰਿਜ ਤੁਹਾਡੇ ਘਰੇ ਡਿਲੀਵਰ ਹੁੰਦੀ ਹੈ ਤੇ ਉਹਨੂੰ 2-3 ਘੰਟੇ ਪਲੱਗ ਨਾ ਕਰੋ, ਹਾਂ, ਵੀ ਗੈਸ ਨੂੰ ਸੈਟਲ ਹੋ ਲੈਣ ਦਿਓ। ਹਾਂਜੀ। ਹੁਣ ਤੁਸੀਂ ਦੱਸੋ ਵੀ ਰੈਫਰੀਜਰੈਂਟ ਉਹਨੂੰ ਸੈਟਲ ਨੂੰ ਛੱਡੋ, ਕਿੰਨੀਆਂ ਔਖਿਆਈਆਂ ਚੋਂ ਲੰਘ ਕੇ ਜਾ ਰਿਹਾ, ਵੀ ਕਿੱਥੇ ਆਪਾਂ ਕਹਿੰਦੇ ਆ ਜੇ ਸਿਰਫ ਇੱਕ ਟਰੱਕ ਚੋਂ ਚੱਲ ਕੇ ਆਇਆ, ਹਾਂਜੀ, ਜਾਂ ਇੱਕ ਗੱਡੀ 'ਚ ਚੱਲ ਕੇ ਆਇਆ ਤੇ ਉਹਨੂੰ 2 ਦਿਨ ਤੁਸੀਂ ਛੇੜੋ ਨਾ ਤੇ ਇਹਨੇ ਤਾਂ ਹਿੱਲੀ ਜਾਣਾ ਔਰ ਟਰੱਕ ਤੋਂ ਕਿਤੇ ਵੱਧ ਇਹਨੇ ਕਰਨਾ। ਵੀ ਉਹਦੇ ਅੰਦਰ ਜਿਹੜਾ ਕ੍ਰਾਇਓ ਕੂਲਰ ਲਾਇਆ ਹੋਇਆ ਵੀ ਉਹ ਕਿੱਦਾਂ ਦਾ ਹੋਊਗਾ ਕਿ ਵੀ ਇੰਨੀ ਮਤਲਬ ਮਾਰ ਤੇ ਇੰਨੀ ਹਿਲਜੁਲ ਤੇ ਇੰਨੀ ਹੀਟ ਉਹ ਸਹਿ ਰਿਹਾ ਤੇ ਤਾਂ ਵੀ ਉਹਨੂੰ ਠੰਡਾ ਕਰ ਰਿਹਾ। ਤੇ ਫਿਰ ਅੰਦਰ ਸੈਂਸਰ ਲੱਗੇ ਨੇ, ਉਹ ਸੈਂਸਰ ਨੂੰ ਦੇਖ ਕੇ ਜਿਹੜਾ ਉਹਦਾ ਸ਼ੀਸ਼ਾ ਹੈ ਜਾਂ ਲੈਂਸ ਹੈ ਉਹ ਆਪਣੇ ਆਪ ਨੂੰ ਐਡਜਸਟ ਕਰਦਾ ਵੀ ਇੱਧਰ ਫੋਟੋ ਖਿੱਚਣੀ ਹੈ। ਔਰ ਸਭ ਤੋਂ ਮਜ਼ੇ ਦੀ ਗੱਲ ਇਹ ਹੈ ਵੀ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਨਾ ਕਿ ਵੀ ਤੁਸੀਂ ਫੋਟੋਆਂ ਦੇਖੀਆਂ ਜਾਂ ਗੱਲਾਂ ਸੁਣੀਆਂ ਇਹਦੀਆਂ, ਇਹ ਸਿੱਧੀਆਂ ਫੋਟੋਆਂ ਨਹੀਂ ਖਿੱਚ ਰਿਹਾ, ਇਹ ਰॉ ਡਾਟਾ ਇਨਫਰਾਰੈਡ ਦੇ ਬੇਸ ਤੇ ਲੈ ਕੇ ਧਰਤੀ ਤੇ ਭੇਜਦਾ, ਇੱਥੋਂ ਡਾਟਾ ਨੂੰ ਪ੍ਰੋਸੈਸ ਕਰਕੇ ਫਿਰ ਆਪਣੇ ਕੰਪਿਊਟਰ ਚੋਂ ਤੇ ਉਹਦੀ ਇਮੇਜ ਕ੍ਰੀਏਟ ਕਰਦੇ ਨੇ। ਅੱਛਾ। ਇੰਨੀ ਵੱਡੀ ਕੈਲਕੂਲੇਸ਼ਨ ਹੈ ਇਹਨਾਂ ਦੀ, ਵੀ ਸਾਇੰਸ ਇੱਥੇ ਤੱਕ ਪਹੁੰਚ ਚੁੱਕੀ ਹੈ ਬਈ ਤੁਸੀਂ ਮਤਲਬ ਉਹ ਜਿਹੜੀ ਫੋਟੋ ਸੀ ਬਹਿਲ ਸਾਹਿਬ ਉਸ ਜਮਾ ਮਤਲਬ ਜਿਹੜੀ ਫੋਟੋ ਆਮ ਆਪਣੇ ਕੋਲੇ ਪਹੁੰਚੀ ਆ, ਹਾਂਜੀ, ਉਹਦੇ ਚ ਉਹ ਇਹ ਕਹਿ ਰਹੇ ਸੀ ਵੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਧਰਤੀ ਵਾਂਗੂ ਐ ਵੱਖੋ ਵੱਖਰੇ ਪਲੈਨਟ ਹੀ ਆ, ਤੇ ਐ ਲੱਗ ਰਿਹਾ ਸੀ ਵੀ ਜਿਵੇਂ ਆਪਾਂ ਕਿਸੇ ਤਾਰਿਆਂ ਦੀ ਫੋਟੋ ਖਿੱਚੀ। ਹਾਂ, ਉਹ ਐਂ ਹੀ ਹੈ। ਉਹ ਅੱਜ ਤੱਕ ਇਹਨਾਂ ਕੋਲ ਜਿਹੜੀ ਫੋਟੋ ਸੀਗੀ ਹਬਲ ਟੈਲੀਸਕੋਪ ਦੀ ਇਸ ਤੋਂ ਪਹਿਲਾਂ ਦੀ, ਹਾਂਜੀ, ਉੱਥੇ ਕਲਾਊਡ ਸੀਗੇ, ਧੂਆਂ ਸੀ। ਇਹ ਤਾਈਓ ਉਹ ਫੋਟੋ ਇੰਨੀ ਜ਼ਿਆਦਾ ਵਾਇਰਲ ਕਹਿ ਲੋ ਹੋਈ ਹੈ, ਵੀ ਇਹ ਪਹਿਲੀ ਵਾਰ ਹੋਇਆ ਕਿ ਵੀ ਇਹਨਾਂ ਨੂੰ ਇੰਨੀ ਕਲੈਰਿਟੀ ਨਾਲ ਦੇਖ ਸਕੇ ਵੀ ਉਹ ਇੱਥੇ ਅੱਛਾ ਤਾਰਾ ਸੀ, ਅਸੀਂ ਤਾਂ ਸੋਚੀ ਜਾਂਦੇ ਸੀ ਵੀ ਇੱਥੇ ਕੁਝ ਹੋਰ ਹੈ, ਉਹ ਇੱਥੇ ਤਾਂ ਫਲਾਣੀ ਚੀਜ਼ ਪਈ ਹੈ, ਵੀ ਇਹ ਤਾਂ ਇੱਥੇ ਧੂਆਂ ਸੀ, ਅਸੀਂ ਸੋਚੀ ਜਾਂਦੇ ਸੀ ਵੀ ਇੱਥੇ ਧੂਏ ਦੀ ਕੋਈ ਕਲਾਊਡ ਹੈਗਾ ਜਾਂ ਕੋਈ ਬੱਦਲ ਹੈ, ਵੀ ਉੱਥੇ ਤਾਂ ਤਾਰਾ ਸੀ ਬੱਦਲ ਦੇ ਮਗਰ, ਵੀ ਇੱਥੇ ਤਾਂ ਫਲਾਣੀ ਚੀਜ਼ ਸੀਗੀ, ਤੇ ਇਹ ਏਦਾਂ ਮਟੀਰੀਅਲ ਘੁੰਮ ਰਹੇ ਨੇ। ਮਤਲਬ ਕਈ ਉਹਨੇ ਖੋਜਾਂ ਮਤਲਬ ਕੀਤੀਆਂ। ਹੁਣ ਉਹਦੇ ਹਿਸਾਬ ਨਾਲ ਤੇ ਬਹਿਲ ਸਾਹਿਬ ਐਂ ਲੱਗਦਾ ਵੀ ਕਿੰਨੀਆਂ ਧਰਤੀਆਂ ਥੱਲੇ ਉਹ ਫੋਟੋ ਦੇ ਹਿਸਾਬ ਨਾਲ। ਹਾਂ, ਬਿਲਕੁਲ। ਕਿਸੇ ਧਰਤੀ ਦੇ ਵਿੱਚ ਕੋਈ ਆਪਣੇ ਵਰਗੇ ਇਨਸਾਨ ਵੀ ਹੋਣਗੇ, ਉਹ ਹੁਣ ਖੋਜ ਹੋਊਗੀ ਨਾ, ਹੁਣ ਹੌਲੀ ਹੌਲੀ ਦੇਖਣਗੇ, ਉਹਨਾਂ ਦਾ ਮਟੀਰੀਅਲ ਸਟੱਡੀ ਹੋ ਰਿਹਾ ਵੀ ਉੱਥੇ ਉਹ ਇਨਸਾਨ ਦੀ ਤਾਂ ਹੀ ਪਤਾ ਲੱਗੂਗਾ ਜੇ ਇਹਨਾਂ ਨੂੰ ਇਹਨਾਂ ਦੇਖੋ ਜਿਹੜੇ ਹੁਣ ਅੱਜ ਦੀ ਸਾਇੰਸ ਹੈ ਉਹ ਇਹ ਕਹਿੰਦੀ ਹੈ ਵੀ ਇਨਸਾਨ ਨੂੰ ਜਿਉਂਦਾ ਰਹਿਣ ਲਈ ਆਕਸੀਜਨ ਚਾਹੀਦੀ ਹੈ, ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਗੱਲ ਸਹੀ ਹੈ ਕਿ ਨਹੀਂ, ਵੀ ਹੋ ਸਕਦਾ ਕੋਈ ਪਲੈਨਟ ਇਹੋ ਜਿਹਾ ਵੀ ਹੋਵੇ ਜਿੱਥੇ ਆਕਸੀਜਨ ਨਹੀਂ ਚਾਹੀਦੀ। ਅੱਛਾ, ਪੋਸੀਬਿਲਿਟੀ ਤਾਂ ਵੈਸੇ ਹੈ ਤਾਂ ਬਚਕਾਨਾ ਜੀ ਗੱਲ। ਤੇ ਮਤਲਬ ਹੋਰ ਕਿਸੇ ਪਲੈਨਟ ਤੋਂ ਕਿਉਂ ਨਹੀਂ ਲੋਕ ਜੇ ਕਿਤੇ ਹੋਰ ਰਹਿੰਦੇ ਆ ਉਹ ਵੀ ਮਾੜਾ ਮੋਟਾ ਜ਼ੋਰ ਲਾ ਕੇ ਤਾਂ ਥਾਂ ਆਉਣ, ਆਪਣੇ ਨਾਲ ਮਿਲ ਹੀ ਜਾਣਗੇ ਕਦੇ ਨਾ ਕਦੇ। ਹਾਂ, ਇਹ 2-3 ਰੀਜ਼ਨ ਹੋ ਸਕਦੇ ਨੇ। ਇੱਕ ਤਾਂ ਹੋ ਸਕਦਾ ਵੀ ਉਹਨਾਂ ਕੋਲ ਟੈਕਨੋਲੋਜੀ ਫਾਰ ਸਾਡੇ ਤੋਂ ਸੁਪੀਰੀਅਰ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ,
ਵੀ ਉਹ ਦੇਖ ਜਾਂਦੇ ਨੇ, ਚਲੇ ਜਾਂਦੇ ਨੇ, ਆ ਜਾਂਦੇ ਨੇ, ਜਾਂ ਉਹਨਾਂ ਕੋਲ ਟੈਕਨੋਲੋਜੀ ਹੈ ਹੀ ਨਹੀਂ ਕਿ ਆਪਣੇ ਪਲੈਨਟ ਨੂੰ ਛੱਡ ਸਕਣ, ਅਜੇ ਉਹ ਆਪਣੇ ਤੋਂ ਪਿੱਛੇ ਹੋਣ। ਅੱਛਾ, ਦੋਨੋਂ ਚੀਜ਼ਾਂ ਹੋ ਸਕਦੀਆਂ ਨਾ। ਤੇ ਜਾਂ ਇਹ ਵੀ ਹੋ ਸਕਦਾ ਕੋਈ ਹੈ ਹੀ ਨਹੀਂ ਉੱਥੇ, ਕੋਈ ਇਹ ਵੀ ਹੋ ਸਕਦਾ ਕੁਝ ਹੈ ਹੀ ਨਹੀਂ, ਇਹ ਸਿਰਫ ਇੱਕੋ ਹੀ ਪਲੈਨਟ ਹੈ, ਇੱਕ ਧਰਤੀ ਪਲੈਨਟ ਹੈ ਜਿੱਥੇ ਮਤਲਬ ਕਹਿ ਲਓ ਜਾਨ ਹੈਗੀ ਹੈ, ਜਾਂ ਮਤਲਬ ਵਾਯੂਮੰਡਲ ਹੈਗਾ ਸਾਰਾ, ਜਿੱਥੇ ਲਿਵਿੰਗ ਥਿੰਗਸ ਹੈਗੀਆਂ ਨੇ। ਹੋ ਸਕਦਾ ਬਾਹਰ ਹੋਵੇ ਹੀ ਨਾ ਕੁਝ, ਹੋ ਸਕਦਾ ਬਾਹਰ ਕਿਤੇ ਹੋਰ ਆਕਸੀਜਨ ਹੀ ਨਾ ਹੋਵੇ, ਤੇ ਆਕਸੀਜਨ ਤੋਂ ਬਿਨਾਂ ਬੰਦੇ ਰਹਿ ਹੀ ਨਾ ਸਕਦੇ। ਹੁਣ ਇਹ ਵੀ ਤਾਂ ਗੱਲ ਆ। ਹਾਂ, ਇਹ ਤਾਂ ਅੱਜ ਤੱਕ ਦੀ ਪ੍ਰੂਵਨ ਥਿਊਰੀ ਹੈ ਨਾ ਕਿ ਆਕਸੀਜਨ ਤੋਂ ਬਿਨਾਂ ਬੰਦੇ ਨਹੀਂ ਰਹਿ ਸਕਦੇ। ਹਾਂਜੀ, ਤੇ ਹੋ ਸਕਦਾ ਕਿਸੇ ਐਸੀ ਪਲੈਨਟ ਦੇ ਉੱਤੇ ਇਹੋ ਜਿਹੇ ਬੰਦੇ ਹੋਣ ਜਿਹੜੇ ਆਕਸੀਜਨ ਤੇ ਚੱਲਦੇ ਹੀ ਨਾ ਹੋਣ, ਉਹ ਕਿਸੇ ਹੋਰ ਹੀ ਗੈਸ ਤੇ ਚੱਲਦੇ ਹੋਣ। ਅੱਛਾ, ਹਾਂ, ਇਹ ਵੀ ਤਾਂ ਪੋਸੀਬਲ ਹੈ। ਇੰਨਾ ਵੀ ਨਹੀਂ ਹੈਰਾਨ ਕਰਨ ਨੂੰ ਕਿਹਾ ਸੀ ਤੁਹਾਨੂੰ। ਅੱਛਾ, ਜਮਾ ਓਏ ਹੋਏ, ਠੀਕ ਹੈ ਜੀ। ਅੱਛਾ, ਹੁਣ ਉਹ ਆਪਣਾ ਖਿੱਚੀ ਜਾਂਦਾ ਫੋਟੋਆਂ ਆਪਣਾ। ਹਾਂ, ਉਹ ਆਪਣਾ ਲੱਗਿਆ ਕੰਮ ਤੇ, ਬਹੁਤ ਪੈਸਾ ਲਾਇਆ ਮੈਂ ਆਪਦੇ ਵੱਲੋਂ ਵੀ, $20 ਬਿਲੀਅਨ। ਹਾਂਜੀ, ਹੋਰ ਆਪਣਾ ਹੀ ਪੈਸਾ ਕੈਨੇਡਾ ਨੂੰ ਵੀ ਦਿੱਤਾ ਤੁਸੀਂ, ਉਹ ਵੀ ਦੱਸਣਾ ਸੀ। ਕੈਨੇਡਾ ਨੂੰ, ਹਾਂ, ਕੈਨੇਡਾ ਨੇ ਕਿਹੜੇ ਪਾਰਟ ਬਣਾਏ ਉਹਦੇ ਲਈ? ਕੈਨੇਡਾ ਨੇ 2 ਪਾਰਟ ਦਿੱਤੇ ਨੇ। ਇੱਕ ਤਾਂ ਫਾਈਨ ਗਾਈਡਿੰਗ ਸੈਂਸਰ ਹੈ, ਉਹਨੂੰ FGS ਕਹਿੰਦੇ ਨੇ। ਉਹ ਜਿਹੜਾ ਇਮੇਜਰ, ਜਿਹੜਾ ਕਹਿ ਲਓ ਵੀ ਅੱਗੇ ਕੈਮਰਾ ਲੱਗਾ ਹੋਇਆ, ਹਾਂਜੀ, ਉਹਦੇ ਜਿਹੜਾ ਅਗਲਾ ਕੈਮਰਾ ਲੱਗਾ ਹੋਇਆ ਫਰੰਟ ਦੇ, ਉਹਦੇ 'ਚ ਜਿਹੜਾ ਸੈਂਸਰ ਹੈ ਤੇ ਉਹ ਛੋਟਾ ਕੈਮਰਾ, ਉਹ ਮੇਨ ਕੰਮ ਤਾਂ ਫਿਰ ਆਪਣਾ ਹੀ ਹੈ। ਮੇਨ ਕੰਮ ਆਪਣਾ ਹੀ ਹੈ ਫਿਰ। ਤੇ ਦੂਸਰਾ ਇਹਨਾਂ ਨੇ ਆਪਣਾ ਨੀਅਰ ਇਨਫਰਾਰੈਡ ਇਮੇਜਰ ਲਾਇਆ। ਸੋ ਉਹਦਾ ਸੈਂਸਰ ਤੇ ਇਮੇਜਰ ਜਿਹੜਾ ਇਮੇਜ ਕੱਢ ਰਿਹਾ ਉਹਦੇ ਚੋਂ ਕੈਲਕੂਲੇਟ ਕਰਕੇ ਭੇਜ ਰਿਹਾ, ਉਹ ਕੈਨੇਡਾ ਦਾ। ਓਕੇ, ਇਹਦੇ ਬਦਲੇ ਅਗਲੇ ਕੁਝ ਸਾਲਾਂ ਲਈ ਟੋਟਲ 450 ਘੰਟੇ ਲੈ ਲਓ, 450 ਘੰਟੇ ਦਾ ਟਾਈਮ ਦਿੱਤਾ ਉਹਨਾਂ ਨੇ ਕੈਨੇਡਾ ਨੂੰ ਵੀ ਤੁਸੀਂ 450 ਘੰਟੇ ਚੋਂ ਵਰਤ ਕੇ ਦੇਖ ਸਕਦੇ ਹੋ ਆਪਣੀਆਂ ਇਮੇਜਸ। ਫਿਰ ਕੈਨੇਡੀਅਨ ਗਵਰਨਮੈਂਟ ਨੇ 450 ਘੰਟੇ ਨੂੰ ਕਈ ਯੂਨੀਵਰਸਿਟੀਜ਼ ਡਿਵਾਈਡ ਕਰਤਾ। ਅੱਡੋ-ਅੱਡ ਯੂਨੀਵਰਸਿਟੀ, ਹਾਂ ਵੀ ਆਹ ਯੂਨੀਵਰਸਿਟੀ ਆਫ ਮੈਕਗਿਲ 'ਚ ਫਲਾਣਾ ਪ੍ਰੋਫੈਸਰ ਹੈ, ਇਹਦੇ ਤੇ ਉਹਨੂੰ 3 ਘੰਟੇ। ਗੱਲ ਬੜੀ ਵਧੀਆ ਹੈਗੀ, ਮੈਂ ਧਿਆਨ ਨਾਲ ਸੁਣਨੀ ਚਾਹਣਾਗਾ। ਇੱਕ ਕਾਲ ਵੇਟ ਕਰ ਰਹੀ ਸੀ ਕਾਫੀ ਟਾਈਮ ਦੀ। 799 ਨੰਬਰ ਤੁਸੀਂ ਆਉਂਦੀ ਹੈ ਨਾ ਜੀ? ਸਤਿ ਸ਼੍ਰੀ ਅਕਾਲ ਵੀਰ ਜੀ, ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਜੀਵ ਨਹੀਂ ਕਰਦਾ ਫੋਨ ਲਾਉਣ ਨੂੰ, ਪ੍ਰੋਗਰਾਮ ਇੰਨਾ ਵਧੀਆ, ਪਰ ਇੱਕ ਸਵਾਲ ਮੇਰੇ ਮਨ 'ਚ ਆਇਆ ਵਾ ਤੁਹਾਡਾ ਪ੍ਰੋਗਰਾਮ ਸੁਣ ਕੇ। ਹਾਂਜੀ, ਵੈਸੇ ਸਾਹਿਬ, ਜਿਹੜਾ ਆਪਾਂ ਅੱਜ ਕੱਲ੍ਹ ਫੇਸਬੁੱਕ ਜਾਂ ਟਿਕਟੋਕ ਜਾਂ ਕੋਈ ਵੈਸੇ ਵੀਡੀਓ UFO ਜਿਹੜੀ ਉੜੀਆਂ ਕਰਦੀਆਂ, ਉਹ ਰੀਅਲ ਹੈ ਜਾਂ ਫੇਕ? ਕਿਹੜੇ ਸਮਝ ਲੱਗ? UFO ਨਹੀਂ, ਮੈਨੂੰ UFO ਤੱਕ ਸੁਣਿਆ, ਅਗਲੀ ਲਾਈਨ ਮਿਸ ਕਰ ਗਿਆ ਮੈਂ। ਜਿਹੜੀਆਂ ਰੀਅਲ ਹੈ ਜਾਂ ਫੇਕ ਹੈ ਜਿਹੜੀ ਵੀਡੀਓ ਬਣੀਆਂ ਹੋਈਆਂ? ਉਹ UFO ਹੈ, ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਕਹਿੰਦੇ ਉਹਨੂੰ, UFO ਨੂੰ, ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ। ਸੋ ਅਨਆਇਡੈਂਟੀਫਾਈਡ ਤੋਂ ਮਤਲਬ ਇਹ ਹੋ ਗਿਆ ਵੀ ਇਹਨਾਂ ਨੂੰ ਅਜੇ ਪਤਾ ਹੀ ਨਹੀਂ ਉਹ ਕੀ ਹੈ, ਰਾਈਟ? ਜਿਹੜੇ UFO ਹੈ, ਜਿਹੜਾ ਪਿੱਛੇ ਵੀਡੀਓ ਇੱਕ ਪਾਈ ਸੀ ਰੁਮਾਨੀਆ ਦੀ ਸੀ, ਇੱਕ ਉਹਨੇ ਪਾਈ ਵੀ ਉਹ ਕਿਸੇ ਨੇ ਆਪਦੇ ਗਾਰਡਨ ਮਤਲਬ ਘਰੋਂ ਵੀਡੀਓ ਨੇ ਬਣਾਈ ਆ, ਸ਼ਾਇਦ ਤੁਸੀਂ ਦੇਖੀ, ਸ਼ਾਇਦ ਨਹੀਂ, ਫੇਸਬੁੱਕ ਤੇ ਹੀ। ਨਹੀਂ, ਮੈਂ ਨਹੀਂ ਦੇਖੀ, ਉਹਦੇ ਵਿੱਚੋਂ ਜਿਹੜਾ ਉਹ ਆਉਂਦੀ ਹੈ ਮੰਨ ਲਓ ਥੱਲੇ, ਤੇ ਆਉਣ ਕੇ ਵਿੱਚੋਂ ਇੱਕ ਬੰਦਾ ਨਿਕਲਦਾ ਹੈ, ਫਿਰ ਉਹ ਵਿੱਚ ਵੜ ਜਾਂਦਾ, ਉਹ ਫਲਾਈ ਹੋ ਜਾਂਦੀ। ਨਹੀਂ, ਇਹ ਕਈ ਚੀਜ਼ਾਂ ਇੰਟਰਨੈਟ ਤੇ ਬਾਈ ਜੀ ਉਦਾਂ ਹੀ ਵਾਇਰਲ ਕਰਨ ਨੂੰ ਬਣਾ ਲੈਂਦੇ ਆ। ਪਰ ਇਹ ਫੇਕ ਹੈ ਜਾਂ ਰੀਅਲ ਹੈ, ਜੇ ਤੁਹਾਡੀ ਮੰਨ ਲਓ ਤੁਹਾਨੂੰ ਤਾਂ ਕਰਕੇ ਮੇਰੀ ਨੌਲੇਜ ਨਹੀਂ ਹੈ, ਮੇਰੀ ਨੌਲੇਜ। ਥੈਂਕ ਯੂ। ਕੋਈ ਕਹਿੰਦੇ ਕੋਈ ਪਤਾ ਨਹੀਂ ਕਿੱਥੋਂ ਦੇ ਕਿਸੇ ਨੇ ਵੀਡੀਓ ਬਣਾਈ ਹੈਗੀ, ਤੇ ਉਹਨਾਂ ਨੇ ਵੀਡੀਓ ਦੇ ਵਿੱਚ ਦਿਖਾਇਆ ਕੋਈ ਫਲਾਈਂਗ ਆਬਜੈਕਟ ਆ, ਉਹਨੂੰ ਜਦੋਂ ਕੋਈ ਟੱਚ ਕਰਨ ਲੱਗਦਾ ਉੱਡ ਜਾਂਦਾ ਕੁਛ। ਵੈਸੇ ਵਿਜ਼ੂਅਲਾਈਜੇਸ਼ਨ ਵੀ ਹੋ ਜਾਂਦੀ ਹੈ ਨਾ? ਵਿਜ਼ੂਅਲਾਈਜੇਸ਼ਨ ਵੀ ਹੈਗੀ ਆ, ਇਹ ਮਤਲਬ ਵੀਡੀਓ ਬਣ ਜਾਂਦੀ ਹੈ ਸਾਰੀ ਤਰ੍ਹਾਂ ਦੀ, ਪਰ ਅਜੇ ਤੱਕ ਇਹ ਹੈ ਨੀਗਾ, ਪਤਾ ਨਹੀਂ ਲੱਗ ਸਕਿਆ। ਅਲੱਗ-ਅਲੱਗ ਜਗ੍ਹਾ ਤੋਂ ਰਿਪੋਰਟਸ ਆਉਂਦੀਆਂ ਨੇ ਵੀ ਕੋਈ ਇਸ ਤਰ੍ਹਾਂ ਦੇ UFO, ਤਾਂ ਹੀ ਉਹਨੂੰ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਕਹਿੰਦੇ ਨੇ। ਵੀ ਅਨਆਇਡੈਂਟੀਫਾਈਡ ਦਾ ਮਤਲਬ ਇਹ ਵੀ ਇਹਨੂੰ ਆਇਡੈਂਟੀਫਾਈ ਕਰ ਹੀ ਨਹੀਂ ਸਕੇ ਉਹ ਹੈ ਕੀ ਚੀਜ਼, ਹੈ ਵੀ ਹੈ ਕਿ ਨਹੀਂ ਹੈ ਇਹ ਵੀ ਨਹੀਂ ਪਤਾ। ਵੀ ਕਿਸੇ ਦਾ ਭਰਮ ਵੀ ਹੋ ਸਕਦਾ, ਭੁਲੇਖਾ ਵੀ ਹੋ ਸਕਦਾ, ਡਿੱਗਿਆ ਤਾਰਾ ਹੋਵੇ, ਲੱਗੇ ਵੀ ਕੋਈ ਆਬਜੈਕਟ ਆਇਆ, ਤੇ ਉਹ ਅਜੇ ਤੱਕ ਸਾਇੰਸ ਉਹਨੂੰ ਕਰ ਨਹੀਂ ਸਕੀ, ਬਈ ਆਇਡੈਂਟੀਫਾਈ ਨਹੀਂ ਕਰ ਸਕੀ, ਅਜੇ ਤੱਕ ਨਹੀਂ ਪ੍ਰੂਵ ਕਰ ਸਕੀ ਕਿ ਵੀ UFO ਹੈਗੇ ਨੇ ਐਕਚੁਅਲ 'ਚ। ਵੀ UFO ਨਹੀਂ, ਮਤਲਬ ਕੋਈ ਫਲਾਈਂਗ ਆਬਜੈਕਟਸ ਹੈਗੇ ਨੇ ਜਿਹੜੇ ਕੋਈ ਹੋਰ ਬੰਦਾ ਕੰਟਰੋਲ ਕਰਦਾ। ਠੀਕ ਹੈ ਵੈਲ ਸਾਹਿਬ, ਗੱਲ ਆਪਾਂ ਉੱਥੇ ਲਿਆਈਏ। ਉਸ ਤੋਂ ਪਹਿਲਾਂ ਮੈਂ ਇੱਕ ਬ੍ਰੇਕ ਲੈ ਲਈਏ। ਕੈਨੇਡਾ ਨੇ ਇਸ ਜੰਤਰ ਦੇ ਵਿੱਚ, ਟੈਲੀਸਕੋਪ ਦੇ ਵਿੱਚ ਜਿਹੜੇ ਹੈਗੇ 2 ਮੁੱਖ ਭਾਗ, ਮੈਂ ਕਹਿ ਸਕਦਾ ਮੁੱਖ ਪਾਰਟ ਆ, ਔਰ ਉਹਨਾਂ ਦੇ ਬਾਰੇ ਗੱਲਬਾਤ ਚੱਲ ਰਹੀ ਹੈ। ਦੋਸਤੋ, ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾਗਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ ਹਾਂ ਦੋਸਤੋ, 92.7 FM ਰੇਡੀਓ ਧਮਾਲ ਦੇ ਨਾਲ ਤੁਸੀਂ ਜੁੜੇ ਹੋਏ ਹੋ। ਬੈਲ ਸਾਹਿਬ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਥੈਂਕ ਯੂ ਜੀ। ਔਰ ਦੋਸਤੋ, ਅੱਜ ਦਾ ਪ੍ਰੋਗਰਾਮ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਵੱਲੋਂ ਸਪਾਂਸਰ ਕੀਤਾ ਗਿਆ ਹੈ। ਹਰ ਵੀਰਵਾਰ ਦਾ ਪ੍ਰੋਗਰਾਮ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ, ਤੁਸੀਂ ਲਾ ਲਓ ਸਾਹਿਬ ਵੀ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਕਿੰਨੀ ਕੀ ਜਾਣਕਾਰੀ ਹੋਣੀ ਹੈ, ਜਿਹੜੀ ਗਾਂ ਰਾਕਟਾਂ ਸ਼ਾਕਟਾਂ ਦੇ ਪਾਰਟਾਂ ਦੀ ਵੀ ਜਾਣਕਾਰੀ ਰੱਖੀ ਬੈਠੇ ਆ। ਸੋ ਪੂਰਾ ਜਿਹੜਾ ਹੈਗਾ ਤਹਿ ਤੱਕ ਜਾਂਦੇ ਆ, ਇਹ ਵੀ ਜਿਹੜਾ ਹੈਗਾ ਤਹਿ ਤੱਕ ਜਾਂਦੇ ਆ। ਪਾਲਿਸੀਆਂ ਤੁਹਾਡੀ ਜਿਹੜੀ ਕੰਮ ਆਉਣ ਵਾਲੀਆਂ ਪਾਲਿਸੀਆਂ ਨੇ, ਅੱਜ ਤੋਂ ਬਾਅਦ
ਕਿੰਨੇ ਸਾਲ ਕਿਹੜੀ ਪਾਲਿਸੀ ਤੁਹਾਡੇ ਕਿਵੇਂ ਕੰਮ ਆਊਗੀ, ਉਹ ਬਹਿਲ ਸਾਹਿਬ ਨੂੰ ਪੁੱਛ ਲਿਓ। 100 ਮੈਂਟਲੀ ਡਰਾਈਵ ਦੇ ਉੱਪਰ ਆ ਕੇ ਫੋਕਸ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਵਾਲੇ ਤੁਹਾਡੇ ਫਾਇਦੇ ਦੇ ਉੱਤੇ ਫੋਕਸ ਕਰਦੇ ਨੇ। ਸੋ 100 ਮੈਂਟਲੀ ਡਰਾਈਵ ਦੇ ਉੱਪਰ ਆ ਕੇ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਮਿਲਣਾਗਾ। ਅੱਜ ਬੇਸ਼ੱਕ ਦੀ ਗੱਲਬਾਤ ਸਾਡੇ ਨਾਲ ਜਾਣਕਾਰੀ ਟੈਕਨੋਲੋਜੀ ਦੀ ਕਰ ਰਹੇ ਆ, ਟੈਕਨੋਲੋਜੀ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਆ, ਔਰ ਜਿਹੜਾ ਕਿ ਇਹਨਾਂ ਨੂੰ ਖੁਸ਼ੀ ਮਿਲਦੀ ਆ। ਗੱਲਾਂ ਬਾਤਾਂ ਕਰਨ ਨੂੰ ਇੰਸ਼ੋਰੈਂਸ ਦੀਆਂ ਵੀ ਕਰ ਸਕਦੇ ਨੇ, ਤੇ ਪਰ ਅੱਜ ਜੋ ਗੱਲਬਾਤ ਚੱਲ ਰਹੀ ਹੈ ਇਸ ਨੂੰ ਮੈਂ ਕੰਟੀਨਿਊ ਕਰਾਂ। ਬਹਿਲ ਸਾਹਿਬ, ਹਾਂਜੀ, ਜਿਹੜੇ ਕੈਨੇਡਾ ਨੇ 2 ਪਾਰਟ ਲਾਏ ਆ, ਉਹਨਾਂ ਦੇ ਬਦਲੇ ਆਪਾਂ ਨੂੰ 450 ਘੰਟਾ ਵਰਤਨ ਨੂੰ ਦੇਣਗੇ। 450 ਘੰਟਾ ਆਪਾਂ ਇਮੇजेस ਦੇਖ ਸਕਦੇ ਹਾਂ, ਉਹ ਵੀ अर्ਲੀ ਸਟੇजेस ਦੇ ਵਿੱਚ, ਤਾਂ ਕਿ ਦੁਨੀਆ ਤੋਂ ਅਸੀਂ ਅੱਗੇ ਰਹਿ ਸਕੀਏ। ਸਾਨੂੰ ਮਤਲਬ ਜਿਹੜੇ ਫਸਟ ਫਿਊ ਇਅਰਸ ਨੇ ਇਹਨਾਂ ਨੂੰ ਦੇਖਣ ਨੂੰ ਮਿਲੇ, ਕਿਉਂਕਿ ਹੌਲੀ ਹੌਲੀ ਖੁੱਲਿਆ। 3 ਦਿਨ ਤਾਂ ਉਹਦੀ ਸ਼ੀਟ ਨੂੰ ਖੁੱਲਣ ਨੂੰ ਲੱਗਿਆ, ਜਿਹੜੀ ਟੈਲੀਸਕੋਪ ਹੈ ਜਦੋਂ ਭੇਜਿਆ ਨਾ, 3 ਦਿਨ ਲੱਗ ਗਏ ਉਹ ਸਾਰੀ ਸ਼ੀਲਡ ਨੂੰ ਖੋਲਦਿਆਂ ਹੌਲੀ ਹੌਲੀ ਜਿਹੜਾ ਗਲਾਸ ਹੈ। ਸੋ ਇਹਦੇ 2 ਪਾਰਟਸ ਕੈਨੇਡਾ ਨੇ ਬਣਾ ਕੇ ਦਿੱਤੇ ਨੇ, ਹਨੀਵੈਲ ਕੰਪਨੀ ਨੇ, ਜਿਹੜੀ ਤੁਸੀਂ ਦੇਖਿਆ ਹੋਣਾ। ਆ ਜਿਹੜੇ ਆਪਣੇ ਲਾਉਂਦੇ ਆ ਆਪਣੇ ਟੈਂਪਰੇਚਰ ਕੰਟਰੋਲ ਵਾਲੇ ਡਿਵਾਈਸ, ਉਹਨਾਂ ਨੇ ਬਣਾਈਆਂ 2 ਪਾਰਟਸ, ਉਹਨਾਂ ਕੰਪਨੀ ਤੋਂ ਬਣਵਾ ਕੇ ਭੇਜਿਆ ਕੈਨੇਡਾ ਨੇ। ਅੱਛਾ, ਤੇ ਉਹਦੇ ਬਦਲੇ 450 ਘੰਟੇ ਕੈਨੇਡਾ ਨੂੰ ਐਕਸੈਸ ਮਿਲੂਗਾ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਇੰਪ੍ਰੈਸ ਕਰਨ ਵਾਲੀ, ਹੈਰਾਨ ਕਰਨ ਵਾਲੀ ਗੱਲ ਹੈ ਵੀ ਇਹ ਦੇਸ਼ ਇੰਨੀ ਮਿਹਨਤ, ਇੰਨਾ ਪੈਸਾ ਸਿਰਫ ਅੱਗੇ ਰਿਸਰਚ ਤੇ ਹੀ, ਮਤਲਬ ਉਹਨੂੰ ਦੇਖਣ ਲਈ 450 ਘੰਟੇ ਇਹਨਾਂ ਨੂੰ ਮਿਲਨੇ ਨੇ, ਉਹਦੇ ਤੇ ਇਹਨਾਂ ਨੇ ਕਿੰਨੇ $1 ਮਿਲੀਅਨ ਦੇ ਪਾਰਟ ਬਣਾ ਕੇ ਭੇਜਤੇ। ਠੀਕ ਹੈ ਨਾ। ਸੋ ਇਹ ਚੀਜ਼ਾਂ ਦੀ ਜਿਹੜੀ ਇਹ ਬਹੁਤ ਵੱਡਾ ਕਾਰਨ ਹੈ ਵੀ ਤੁਸੀਂ ਮੇਰੇ ਜਿੰਨੇ ਵੀ ਪ੍ਰੋਗਰਾਮ ਪਿਛਲੇ ਵੀ ਜੇ ਸੁਣ ਲਓ, ਤੇ ਮੇਰਾ ਜ਼ੋਰ ਇਹ ਹੁੰਦਾ ਵੀ ਜਿਹੜੇ ਆਪਣੇ ਬੱਚੇ ਨੇ, ਖਾਸ ਕਰਕੇ ਅਸੀਂ ਤਾਂ ਚਲੋ ਫਰਕ ਨਹੀਂ ਹੁੰਦਾ, ਸਾਰਿਆਂ ਦੇ ਇੱਕੋ ਜਿਹੇ ਨੇ, ਪਰ ਆਪਾਂ ਕਿਉਂਕਿ ਆਪਾਂ ਪੰਜਾਬ ਚੋਂ ਆ, ਸਾਡਾ ਪਿਆਰ ਹੈ ਪੰਜਾਬ ਨਾਲ ਜੀ, ਵੀ ਸਾਡੇ ਜਿਹੜੇ ਜਵਾਕ ਨੇ ਜਾਂ ਸਾਡੇ ਜਿਹੜੇ ਉੱਥੋਂ ਲੋਕ ਆਉਂਦੇ ਨੇ, ਉਹ ਇੱਧਰਲੇ ਪਾਸੇ ਜ਼ਰੂਰ ਚਾਹੇ ਆਪ ਲੱਗਣ ਚਾਹੇ ਬੱਚਿਆਂ ਨਾਲ, ਇਹ ਨਹੀਂ ਸਪੇਸ 'ਚ ਵੀ ਜੋ ਵੀ ਉਹਨਾਂ ਦਾ ਸ਼ੌਂਕ ਹੈ, ਜੋ ਪੈਸ਼ਨ ਹੈ ਪੜ੍ਹਾਈ ਦੇ ਵਿੱਚ, ਪੈਸਾ ਤਾਂ ਬਣ ਜਾਣਾ, ਪੈਸੇ ਦੀ ਨਹੀਂ ਕੋਈ ਚਿੰਤਾ, ਜਾਂ ਤਨਖਾਹ ਤੇ ਲੱਗ ਜਾਣਗੇ ਜਾਂ ਬਿਜ਼ਨਸ ਕਰ ਲੈਣਗੇ, ਪਰ ਇੱਦਾਂ ਦੀਆਂ ਜਦੋਂ ਪੁਲਾਂਘਾਂ ਪੱਟਣਗੇ ਤੇ ਜਿਹੜੀ ਓਵਰਆਲ ਜਿਹੜੀ ਮੈਂਟਲ ਲੈਵਲ ਹੁੰਦੀ ਹੈ ਕਮਿਊਨਿਟੀ ਦਾ, ਉਹ ਬਹੁਤ ਉੱਪਰ ਚਲੇ ਜਾਂਦਾ। ਤੁਸੀਂ ਖੁਦ ਸੋਚੋ ਵੀ ਮੰਨ ਲਓ ਆਪਣੇ ਵਿਨੀਪੈਗ 'ਚ ਕੋਈ ਜਵਾਕ ਇਹੋ ਜਿਹਾ ਹੋਵੇ ਜਿਹੜਾ ਨਾਸਾ 'ਚ ਵਧੀਆ ਥਾਂ ਤੇ ਲੱਗ ਜਾਵੇ, ਤੇ ਉਹਦਾ ਆਪਾਂ ਇੱਥੇ ਕਿੰਨਾ ਮਾਣ ਸਤਿਕਾਰ ਕਰਾਂਗੇ, ਉਹ ਆਪਣਾ ਕਿੰਨਾ ਨਾਂ ਰੌਸ਼ਨ ਕਰੂਗਾ ਕੋਈ ਬੰਦਾ। ਸੋ ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮਾਈਂਡ ਸੈੱਟ ਨੂੰ ਜਗਾਉਣ ਲਈ, ਬਈ ਪੈਸਾ ਤਾਂ ਬਣਨਾ ਹੀ ਹੈ, ਪੈਸਾ ਤੁਸੀਂ ਕੋਈ ਵੀ ਕੰਮ ਕਰੋਗੇ ਬਣੇਗਾ, ਪਰ ਜੇ ਕੋਈ ਜਵਾਕ ਇੱਧਰ ਨੂੰ ਨਿਕਲਦਾ ਕਿਸੇ ਪਾਸੇ ਨੂੰ, ਤੇ ਉਹਨੂੰ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ ਪੜ੍ਹਾਈ ਦੇ ਵਾਲੇ ਪਾਸੇ, ਚਾਹੇ ਕੋਈ ਵੀ ਲਾਈਨ ਹੈ, ਚਾਹੇ ਇੰਗਲਿਸ਼ ਹੀ ਕਰ ਲੈਣ। ਹਾਂਜੀ, ਜਿਹੜਾ ਉਹਨਾਂ ਨੇ ਤੇ ਬਹਿਲ ਸਾਹਿਬ 450 ਘੰਟਾ ਆਪਾਂ ਨੂੰ ਵਰਤਨ ਨੂੰ ਦੇਤਾ, ਤੇ ਅੱਗੇ ਗੱਲ ਆਪਣੀ ਵਿੱਚ ਰਹਿ ਗਈ ਸੀ, ਫਿਰ ਇਹਨਾਂ ਨੇ ਗਾ ਉਹਨੂੰ ਅੱਡੋ ਅੱਡ ਯੂਨੀਵਰਸਿਟੀਜ਼ ਲਈ ਡਿਵਾਈਡ ਕਰਤਾ। ਹਾਂਜੀ, 2 ਪਾਰਟਸ, ਤੁਸੀਂ 2 ਪਾਰਟਸ ਪੁੱਛੇ ਸੀ ਨਾ ਵੀ ਇਹਨਾਂ ਨੇ ਕਿਹੜੇ ਕਿਹੜੇ ਦਿੱਤੇ ਨੇ। ਇੱਕ ਤਾਂ ਫਾਈਨ ਗਾਈਡੈਂਸ ਸੈਂਸਰ ਹੈ, ਉਹ ਦੋਨੋਂ, ਤੁਹਾਡੀ ਗੱਲ ਸਹੀ ਹੈ, ਦੋਨੋਂ ਬਹੁਤ ਇੰਪੋਰਟੈਂਟ ਪਾਰਟਸ ਨੇ। ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਸੈਂਸਰ ਦੇ ਫਾਈਨ ਗਾਈਡੈਂਸ ਸੈਂਸਰ ਮਤਲਬ ਵੀ ਉਹ ਫੋਕਸ ਦੱਸ ਦੂਗਾ ਤੁਹਾਨੂੰ ਵੀ ਹੁਣ ਫੋਕਸ ਸਹੀ ਹੈ। ਹਾਂ, ਬਿਲਕੁਲ ਸਹੀ ਗੱਲ ਹੈ, ਉਹ ਤੁਹਾਨੂੰ ਦੱਸ ਦੂਗਾ ਫੋਕਸ ਸਹੀ ਹੈ। ਹੈਗੀ ਇਹਨਾਂ ਵਾਲੇ, ਮੈਂ ਬੰਦਾ ਨਹੀਂ ਉਵੇਂ ਜੇ ਨੌਲੇਜ ਵਾਲਾ ਨਹੀਂ, ਤੁਹਾਨੂੰ ਹੈਗੀ ਹੈ ਤੁਹਾਡੀ। ਨਹੀਂ, ਇਹ ਤਾਂ ਹੁਣ ਆਪਣੇ ਜਿੰਨੇ ਕਲਾਕਾਰ ਵੀ ਆਏ ਨੇ, ਉਦੋਂ ਜਸਵਿੰਦਰ ਪੱਲਾ ਆਏ ਜਾਂ ਬਾਅਦ ਚ ਪਰਮਿੰਦਰ ਬਾਠ ਹਰੀ, ਉਹ ਇਸ ਗੱਲ ਨੂੰ ਮੰਨਦੇ ਨੇ ਵੀ ਜਿਹੜੇ ਬਰਾੜ ਸਾਹਿਬ ਨੇ ਸਾਡੇ ਰੇਡੀਓ ਧਮਾਲ ਦੇ ਹੋਸਟ, ਵੀ ਇਹਨਾਂ ਦਾ ਲੈਵਲ ਉਹ ਹੈਗਾ ਇੰਟਰਨੈਸ਼ਨਲ। ਤੁਸੀਂ ਸੁਣ ਲਿਆ ਸੀਗਾ ਉਦੋਂ ਔਨ ਦੀ ਏਅਰ ਨਹੀਂ ਕਹਿ ਰਹੇ ਸੀ ਉਹ। ਚਲੋ ਤਾਂ ਥੈਂਕ ਯੂ ਤੁਹਾਡਾ ਸਾਰਿਆਂ ਨੂੰ ਦੱਸਣ ਲਈ। ਤੇ ਐਨੀਵੇ, ਨਹੀਂ ਬਹਿਲ ਸਾਹਿਬ, ਉਹ ਤਾਂ ਫਿਰ ਫਾਈਨ ਕਰਦਾ ਜਦੋਂ ਬਈ ਮੇਨ ਜਦੋਂ ਫੋਟੋ ਹੁਣ ਖਿੱਚਣੀ ਹੈ, ਉਹ 2-3 ਚੀਜ਼ਾਂ ਕਰਦਾ। ਹਾਂ, ਵੀ ਜਿਹੜੀ ਲੈਟਸ ਸੇ ਉਹਨਾਂ ਨੇ ਫੋਟੋ ਕਿਸੇ ਤਾਰੇ ਦੀ ਖਿੱਚਣੀ ਹੈ, ਉਸ ਤਾਰੇ ਨੂੰ ਫੋਕਸ ਚ ਲੈਣਾ, ਤੇ ਉਹ ਜਿਹੜਾ ਫਾਈਨ ਗਾਈਡਿੰਗ ਸੈਂਸਰ ਹੈ ਉਹ ਕੰਮ ਕਰਦਾ। ਤੁਸੀਂ ਬਿਲਕੁਲ ਦਰੁਸਤ ਕਿਹਾ, 100% ਉਹਦਾ ਕੰਮ ਇਹੀ ਹੈ ਵੀ ਉਹਨੂੰ ਫੋਕਸ ਕਰਨਾ। ਪਲੱਸ ਜਿਹੜੀ ਹੋਰ ਚੀਜ਼ ਹੈ, ਉਹ ਹਬਲ ਕਹਿ ਗਿਆ, ਜਿਹੜਾ ਜੇਮਸ ਵੈਬ ਟੈਲੀਸਕੋਪ ਆਪ ਹੈ, ਉਹਦੀ ਲੋਕੇਸ਼ਨ ਨੂੰ ਵੀ, ਪੋਜੀਸ਼ਨ ਨੂੰ ਡਿਟਰਮਿਨ ਕਰਨਾ ਵੀ ਉਹ ਕਿੱਥੇ ਹੈ ਇਸ ਵੇਲੇ। ਐਕਚੁਅਲ ਜੇ ਤੁਸੀਂ ਇਹਨੂੰ ਗੂਗਲ ਕਰੋ ਨਾ, ਜੇਮਸ ਵੈਬ ਟੈਲੀਸਕੋਪ ਲੋਕੇਸ਼ਨ ਦਾ ਕਰਕੇ, ਇੱਕ ਵੈਬਸਾਈਟ ਹੈਗੀ ਹੈ ਜਿਹਦੀ ਤੁਸੀਂ ਦੇਖ ਸਕਦੇ ਹੋ ਐਕਚੁਅਲੀ ਕਿੱਥੇ ਖੜਾ ਹੈ ਲਾਈਵ। ਓਕੇ, ਅੱਛਾ, ਹਾਂ, ਮਤਲਬ ਤੁਸੀਂ ਸਾਰਾ ਸੋਲਰ ਸਿਸਟਮ ਦੇਖ ਸਕਦੇ ਹੋ, ਦੱਸ ਦੂਗਾ ਵੀ ਇਸ ਪੁਆਇੰਟ ਤੇ ਇਸ ਵੇਲੇ ਹੈਗਾ, ਹਾਂਜੀ, ਵੀ ਆਹ ਵਾਲਾ ਹੈਗਾ। ਮਤਲਬ ਉਹਦੀ ਆਪਣੀ ਲੋਕੇਸ਼ਨ ਨੂੰ, ਫਿਰ ਜਿਹੜੇ ਆਲੇ ਦੁਆਲੇ ਜਿਹੜੇ ਟਾਰਗੇਟ, ਹੁਣ ਕਈ ਟਾਰਗੇਟ ਐਸੇ ਨੇ ਜਿਹੜੇ ਮੂਵ ਕਰ ਰਹੇ ਨੇ, ਖੜੇ ਨਹੀਂ ਹੈਗੇ ਇੱਕ ਥਾਂ ਤੇ, ਓਕੇ, ਉਹਨਾਂ ਨੂੰ ਫਿਰ ਟਰੈਕ ਕਰਨਾ, ਉਹ ਵੀ ਇਹ ਫਾਈਨ ਗਾਈਡਿੰਗ ਸੈਂਸਰ ਕਰ ਸਕਦਾ ਹੈ। ਮਤਲਬ ਜਿਹੜੀ ਇਹਦੀ ਪ੍ਰੀਸੀਜਨ ਹੈ, ਤਾਂ ਕਿ ਬਹੁਤ ਸਟੀਕ ਦੇਖ ਸਕੇ। ਮਤਲਬ ਤੁਸੀਂ ਅੰਦਾਜ਼ਾ ਲਾਓ, ਪ੍ਰੀਸੀਜਨ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਤੁਹਾਨੂੰ ਜੇ ਜਿਹੜਾ ਇਹਦਾ ਸ਼ੀਸ਼ਾ ਹੈ ਨਾ, ਜਿਹੜੀ ਉਹਦੀ ਥਿਕਨੈਸ ਹੈ, ਉਹ ਇੱਕ ਵਾਲ ਦੇ 50ਵੇਂ ਹਿੱਸੇ ਜਿੰਨੀ ਹੈ। ਇੱਕ ਵਾਲ ਦੇ 50ਵੇਂ ਹਿੱਸੇ ਨਹੀਂ? ਅੱਛਾ ਜੀ। ਸੋ ਉਹਨੂੰ ਜਦੋਂ ਤੁਸੀਂ ਕਰਦੇ ਹੋ, ਛੇੜਦੇ ਹੋ, ਮਤਲਬ ਜੇ ਉਹ ਮੰਨ ਲਓ ਥੋੜੇ ਜਿਹੇ ਮਾਈਕਰੋਨ ਵੀ ਹਿਲਦਾ, 1 ਸੈਂਟੀਮੀਟਰ ਚ 10,000 ਮਾਈਕਰੋਨ ਹੁੰਦੇ ਨੇ। ਓਕੇ, 1 ਸੈਂਟੀਮੀਟਰ ਚ। ਅੱਛਾ, ਥੋੜੇ ਜਿਹੇ ਮਾਈਕਰੋਨ ਵੀ ਹਿਲਦਾ, ਤੇ ਜਿਹੜੀ ਤੁਹਾਡੀ ਇਮੇਜ ਦਾ ਫੋਕਸ ਹੈ ਉਹ ਸਹੀ ਨਹੀਂ ਆਊਗਾ। ਹਾਂ,
ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਇੰਜੀਨੀਅਰਿੰਗ ਜਾਂ ਜਿਹੜੀ ਇੱਥੇ ਜਿਹੜੀ ਖੋਜ ਹੋਈ ਹੈ ਇਹ ਇਹਨਾਂ ਨੇ ਕਿੰਨਾ ਕੁ ਦੂਰ ਦਾ ਸੋਚਿਆ, ਔਰ ਉਹਨੂੰ ਮਾੜੀ ਜੀ ਵੀ ਇੰਨੇ ਪਤਲੇ ਪਾਰਟ ਨੂੰ ਮਾੜੀ ਜੀ ਹਵਾ ਨਾਲ ਵੀ ਉਹ ਹਿਲਦਾ ਨਹੀਂ, ਮਤਲਬ ਹਿੱਲੇ ਨਾ, ਇਸ ਤਰ੍ਹਾਂ ਉਹਨੂੰ ਟਿਕਾਇਆ। ਕਿਵੇਂ ਕੀ ਕੀਤਾ ਹੋਣਾ? ਹਾਂ, ਔਰ ਇਹਨੂੰ ਇੰਨੀ ਕੈਲਕੂਲੇਸ਼ਨ ਕੀਤੀ ਹੈ, ਯੂਰਪੀਅਨ ਸਪੇਸ ਏਜੰਸੀ ਤੋਂ ਛੱਡਿਆ, ਨਾਸਾ ਤੋਂ ਨਹੀਂ ਛੱਡਿਆ ਇਹਨੂੰ। ਅੱਛਾ। ਕਿਉਂਕਿ ਉੱਥੋਂ ਇਕੁਏਟਰ ਦੇ ਨੇੜੇ ਉਹਦਾ ਐਂਗਲ ਸਹੀ ਬਣਦਾ ਸੀ, ਤੇਲ ਘੱਟ ਯੂਜ਼ ਹੁੰਦਾ ਸੀਗਾ ਤੇ ਸਹੀ ਥਾਂ ਤੇ ਟਾਈਮ ਸਿਰ ਪਹੁੰਚਦਾ ਸੀ। ਉਹਨਾਂ ਨੂੰ ਵੀ ਦੇਣੇ ਪੈਣਗੇ ਕੁਝ ਘੰਟੇ ਫਿਰ? ਹਾਂਜੀ, ਇਹ ਤਿੰਨ ਸੰਸਥਾਵਾਂ ਦਾ ਇਹਦੇ ਚ ਯੋਗਦਾਨ ਹੈਗਾ, ਕੈਨੇਡੀਅਨ, ਯੂਰਪੀਅਨ ਤੇ ਨਾਸਾ। ਓਕੇ, ਉਹਨਾਂ ਨੂੰ ਵੀ ਦੇਣੇ ਪੈਣ, ਡੈਫੀਨੇਟਲੀ ਕੁਝ ਨਾ ਕੁਝ ਦੇਣਾ ਪਊਗਾ। ਕੁਝ ਘੰਟੇ ਦੇਣ ਜਾਂ ਪੈਸੇ, ਘੰਟੇ ਹੀ ਦਿੱਤੇ ਹੋਣੇ, ਪੈਸੇ ਨਹੀਂ ਦਿੱਤੇ ਹੋਣੇ। ਉਹਨਾਂ ਨੇ ਵੀ ਪੈਸੇ ਨਹੀਂ ਮੰਗੇ ਹੋਣੇ, ਉਹਨਾਂ ਨੇ ਕਿਹਾ ਹੋਣਾ ਸਾਨੂੰ ਟਾਈਮ ਦੇ ਦਿਓ, ਸਾਡਾ ਵੀ ਨਾਂ ਵਿੱਚ ਪਾ ਲਓ, ਸਾਡਾ ਨਾਂ ਪਾ ਲਓ ਤੇ ਰਿਸਰਚ ਸਾਨੂੰ ਵੀ ਦੇ ਦਿਓ ਥੋੜਾ ਟਾਈਮ। ਹਾਂਜੀ, ਕਿਉਂਕਿ ਉਹਨਾਂ ਕੋਲ ਰਿਸਰਚ ਦਾ ਇੰਤਜ਼ਾਮ ਹੈਗਾ। ਚੰਗੀ ਗੱਲ ਆ ਵੈਸੇ ਸਾਹਿਬ, ਇੱਕੋ ਹੀ ਬੰਦੇ ਦਾ ਦਿਮਾਗ ਥੋੜਾ ਉਹਨਾਂ ਹੁੰਦਾ ਜਿੱਥੇ ਕਿੰਨੇ ਬੰਦਿਆਂ ਦਾ। ਹੁਣ ਅੱਡੋ ਅੱਡ ਆਪਣੇ ਕੈਨੇਡਾ ਨੇ 450 ਘੰਟਾ ਅੱਡੋ ਅੱਡ ਯੂਨੀਵਰਸਿਟੀ ਨੂੰ ਦੇਤਾ, ਹਰ ਕਿਸੇ ਦਾ ਬ੍ਰੇਨ ਆ ਜਿਹੜਾ ਡਿਫਰੈਂਟ ਆ, ਕੀ ਪਤਾ ਕਿਹਨੇ ਕੀ ਸੋਚ ਕੇ ਤੇ ਕੀ ਲੱਭ ਲੈਣਾ। ਬਿਲਕੁਲ, ਹਾਂ, ਜਿਹੜੇ ਇੱਥੇ ਐਸਟਰੋਨੋਮੀ ਦੇ ਵਿੱਚ ਯੂਨੀਵਰਸਿਟੀਆਂ ਅੱਗੇ ਨੇ, ਜਿਨ੍ਹਾਂ ਦੀ ਮਤਲਬ ਕਹਿ ਲਓ ਸਾਇੰਸ ਟੀਮਸ ਅੱਛੀਆਂ ਨੇ, ਉਹਨਾਂ ਨੂੰ ਇਹਨਾਂ ਨੇ ਟਾਈਮ ਦੇ ਦਿੱਤਾ। ਮਤਲਬ ਇਹ ਜਿਹੜੀਆਂ ਮਤਲਬ ਲੈਟਸ ਸੇ ਯੂਨੀਵਰਸਿਟੀ 'ਚ ਕੋਈ ਖੋਜ ਹੋ ਰਹੀ ਹੈ ਸਾਇੰਸ ਦੇ ਉੱਤੇ, ਤੇ ਕੈਨੇਡੀਅਨ ਗਵਰਨਮੈਂਟ ਨੂੰ ਜਦੋਂ 450 ਘੰਟਾ ਮਿਲਿਆ ਤੇ ਉਹਨਾਂ ਨੇ ਕਿਹਾ ਵੀ ਇਹਨੂੰ 4 ਘੰਟੇ ਦੇ ਦਿਓ, ਵੀ ਤੂੰ ਭਾਈ 4 ਘੰਟੇ ਦੇਖ ਸਕਦਾ। ਹੁਣ ਉਹ ਬੰਦਾ ਕਿਸੇ ਖੋਜ ਤੇ ਮੰਨ ਲਓ ਅੜਿਆ ਬੈਠਾ ਪ੍ਰੋਫੈਸਰ ਬਈ, ਜਾਂ ਉਹਨੂੰ ਲੱਗਦਾ ਵੀ ਆਹ ਚੀਜ਼ ਮੈਨੂੰ ਦੇਖਣੀ ਜ਼ਰੂਰੀ ਹੈ, ਉਹਨੇ ਉਹ 4 ਘੰਟੇ ਜਿਹੜਾ ਉਹਨੂੰ ਵਿੰਡੋ ਮਿਲਣੀ ਹੈ, ਉਹਨੇ ਉਹੀ ਚੀਜ਼ ਦੇਖਣੀ ਹੈ। ਫਿਰ ਉਹ ਪਹਿਲਾਂ ਕਈ ਸਾਲਾਂ ਦੀ ਉਹਦੀ ਤਿਆਰੀ ਹੋਊਗੀ, ਉਹਨੂੰ ਸਿਰਫ 4 ਘੰਟੇ ਜਦੋਂ ਮਿਲਣੇ ਨੇ, ਉਹਦੇ ਨਾਲ ਉਹਦਾ ਐਕਸੈਸ ਮਿਲ ਜਾਣਾ ਉਹਨੂੰ, ਜਾਂ ਉਹਨੂੰ ਮਤਲਬ ਸਕਰੀਨ ਸ਼ੇਅਰ ਹੋ ਜਾਣੀ ਹੈ, ਕਿ ਉਹ ਐਕਸੈਸ ਮਿਲ ਜਾਊਗਾ ਉਹਨੂੰ, ਵੀ ਉਹਨੂੰ ਐਕਸੈਸ ਮਿਲ ਜਾਊਗਾ ਵੀ ਤੂੰ ਆਹ ਫੜ ਐਕਸੈਸ, ਵੀ ਆਹ ਤੇਰਾ ਪਾਸਵਰਡ ਹੈ, ਤੂੰ ਆਪਣੀ ਸਕਰੀਨ ਤੇ ਦੇਖ ਸਕਦਾ, ਰਿਕਾਰਡ ਕਰ ਸਕਦਾ, ਜੋ ਵੀ ਹੈ, ਮਤਲਬ ਉਹ ਉਹਨੂੰ ਮਿਲ ਜਾਊਗਾ। ਸੋ ਏਦਾਂ ਕਿਸੇ ਨੂੰ 3 ਘੰਟੇ ਦਿੱਤੇ ਉਹਨਾਂ ਨੇ, ਕਿਸੇ ਨੂੰ 4 ਘੰਟੇ ਦਿੱਤੇ, ਇਹਦੀ ਪੂਰੀ ਲਿਸਟ ਪਈ ਆ। ਇਹ ਤੁਸੀਂ ਆਨਲਾਈਨ ਦੇਖੋਗੇ ਨਾ ਕੈਨੇਡੀਅਨ ਸਾਇੰਸ ਦੀ, ਉਹਦੀ ਸਾਰੀ ਯੂਨੀਵਰਸਿਟੀਆਂ ਪਈ ਆ ਵੀ ਆ ਯੂਨੀਵਰਸਿਟੀ ਆਫ ਮੈਕਗਿਲ ਫਲਾਣੇ ਡਾਕਟਰ ਨੂੰ 3 ਘੰਟੇ ਮਿਲੇ ਆ, ਫਲਾਣੇ ਪ੍ਰੋਫੈਸਰ ਨੂੰ 4 ਘੰਟੇ ਮਿਲੇ ਨੇ। ਸੋ ਏਦਾਂ ਵੱਖਰੇ ਵੱਖਰੇ ਜਿਹੜੇ ਇਹਨਾਂ ਦੇ ਉਹ ਹੈਗੇ ਨੇ, ਉਹਨਾਂ ਨੂੰ ਮਤਲਬ ਟੀਮਸ ਨੂੰ ਉਹ ਮਿਲੀਆਂ। ਮਤਲਬ ਇਹ ਸਿਰਫ ਇਹੀ ਨਹੀਂ, ਮੈਂ ਹੁਣ ਜਦੋਂ ਮੈਂ ਆ ਰਿਹਾ ਸੀ ਨਾ ਆਪਣੇ ਆਫਿਸ ਚੋਂ, ਤੇ ਇਸੇ ਦੇ ਉੱਤੇ ਹੀ ਮਤਲਬ PhD ਸਟੂਡੈਂਟਸ ਦੇ ਉੱਤੇ ਗੱਲ ਹੋ ਰਹੀ ਸੀ ਰੇਡੀਓ ਤੇ CBC ਦੇ ਉੱਤੇ। ਉਹ ਕੀ ਕਰ ਰਹੇ ਸੀਗੇ, ਇੱਕ ਕੋਈ ਸੈਗਮੈਂਟ ਕਰ ਰਹੇ ਸੀਗੇ, ਮੈਂ ਅੱਗੇ ਨਹੀਂ ਕਦੀ ਸੁਣਿਆ, ਮੈਂ ਸਾਇੰਸ ਦਾ ਸੈਗਮੈਂਟ 4:30 ਚੱਲਦਾ ਹੁੰਦਾ ਸ਼ਾਮ ਨੂੰ, ਪਰ ਅੱਜ ਹੁਣ ਮੈਂ 1 ਵਜੇ ਆਇਆ ਤੇ ਤਕਰੀਬਨ ਉਹਦੇ ਚ ਸਾਰੇ PhD ਜਿਹੜੇ ਸਟੂਡੈਂਟ ਨੇ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਨਾਲ ਜਾਂ ਇੱਥੇ ਮੈਨੀਟੋਬਾ ਦੇ ਵਿੱਚ, ਉਹਨਾਂ ਤੋਂ ਉਹਨਾਂ ਦੀ ਰਿਸਰਚ ਸੁਣ ਰਹੇ ਸੀਗੇ ਕੱਲੇ ਤੋਂ। ਇੱਕ ਕੋਈ ਕੁੜੀ ਸੀਗੀ PhD ਸਟੂਡੈਂਟ, ਉਹ ਪੋਲਰ ਬੀਅਰ ਦੇ ਉੱਤੇ ਰਿਸਰਚ ਕਰ ਰਹੀ ਹੈ, ਉਹਦੇ ਵਾਲਾਂ ਦੇ ਉੱਤੇ ਕਿ ਉਹ DNA ਕਿਵੇਂ ਬਣਦਾ। ਤਾਂ ਉਹਨੇ ਕੋਈ ਕੈਮਰਾ ਤੇ ਜਾਲ ਇਦਾਂ ਦਾ ਬਣਾਇਆ ਹੋਇਆ ਉੱਥੇ ਉੱਪਰ ਛੱਡਿਆ ਹੋਇਆ, ਜਿਹਦੇ 'ਚ ਪੋਲਰ ਬੀਅਰ ਇਦਾਂ ਜਾ ਕੇ ਉਹਨੂੰ ਆਪਣੇ ਆਪ ਨੂੰ ਮਤਲਬ ਛੇੜਦਾ ਤੇ ਉਹਦਾ ਕੋਈ ਨਾ ਕੋਈ ਵਾਲ ਰਹਿ ਜਾਂਦਾ ਉੱਥੇ, ਫਿਰ ਉਹ ਵਾਲ ਲੈ ਕੇ ਉਹਨੂੰ ਸਟੱਡੀ ਕਰਦੀ ਆ। ਮਤਲਬ ਏਦਾਂ ਫਿਰ ਇੱਕ ਕੁੜੀ ਉਹ ਕਰ ਰਹੀ ਹੈ, ਮਤਲਬ ਗਰੁੱਪ ਆਫ ਸਟੂਡੈਂਟ ਸੀਗਾ, ਕੁੜੀ ਸੀਗਾ, ਇੱਕ ਮੁੰਡਾ ਸੀਗਾ, ਜਿਹੜੇ ਸਮੁੰਦਰ ਦੇ ਥੱਲੇ ਨਹੀਂ ਬੂਟੀਆਂ ਹੁੰਦੀਆਂ, ਮੈਨੂੰ ਨਾਮ ਭੁੱਲ ਗਿਆ ਉਹਨੂੰ ਕੀ ਕਹਿੰਦੇ ਨੇ, ਜਿਹੜਾ ਸਭ ਤੋਂ ਵੱਡਾ ਮੈਕਸੀਕੋ ਦੇ ਕੋਲ ਹੈਗਾ, ਥੱਲੇ ਮਤਲਬ ਪੂਰੀ ਪਲਾਂਟੇਸ਼ਨ ਟਾਈਪ ਹੀ ਹੁੰਦੀ ਹੈ ਸਮੁੰਦਰ ਦੇ ਬੈੱਡ ਤੇ ਥੱਲੇ, ਉਹਦੇ ਉੱਤੇ ਕੋਈ ਸਟੱਡੀ ਕਰ ਰਹੀ ਸੀ, ਜੋ ਕਹਿੰਦੀ ਅਸੀਂ ਆਹ ਚੀਜ਼ਾਂ ਕਰ ਰਹੇ। ਫਿਰ ਇਹਦੇ 'ਚ ਅਗਲੀਆਂ ਖੋਜਾਂ ਹੋ ਜਾਂਦੀਆਂ, ਕਿਉਂਕਿ ਸਟੱਡੀ ਕਰਨ ਲਈ ਕੋਈ ਨਾ ਕੋਈ ਕੈਮਰਾ ਚਾਹੀਦਾ, ਉਹ ਵਾਟਰਪ੍ਰੂਫ ਚਾਹੀਦਾ, ਉਹ ਫਿਰ ਜਦੋਂ ਖੋਜ ਹੁੰਦੀ ਹੈ ਫਿਰ ਗਾਂ ਅੱਗੇ ਉਹ ਸਰਜਰੀ 'ਚ ਕੰਮ ਆ ਜਾਂਦੀ ਹੈ ਜਾਂ ਹਸਪੀਟਲ 'ਚ ਲੋੜ ਪੈ ਜਾਂਦੀ ਹੈ ਉਹੀ ਚੀਜ਼ਾਂ, ਫਿਰ ਅੱਗੇ ਦੀ ਅੱਗੇ ਮਤਲਬ ਇਹ ਸਾਰਾ ਕੰਮ ਚੱਲੀ ਜਾਂਦਾ। ਮਤਲਬ ਇਹ ਜਿਹੜੀਆਂ ਰਿਸਰਚ ਹੁੰਦੀਆਂ ਨੇ, ਇਹਦੇ ਇੰਨੇ ਬੈਨੀਫਿਟ ਮਤਲਬ ਅੱਗੇ ਆਮ ਆਪਣੀ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਹੁੰਦੇ ਨੇ। ਜਿਵੇਂ ਫੋਨ ਦੀ ਹੈ, ਹੁਣ 5G ਆਪਾਂ 4G ਤੇ ਪ੍ਰੋਗਰਾਮ ਕੀਤਾ ਸੀਗਾ, ਏਦਾਂ ਹੀ ਇਹੋ ਜਿਹੀਆਂ ਚੀਜ਼ਾਂ 'ਚੋਂ ਹੀ ਨਿਕਲੀਆਂ ਹੋਈਆਂ ਇਹ ਸਾਰੀਆਂ ਖੋਜਾਂ। ਬਾਹਰਲੀਆਂ ਨਾਲ ਉਹੀ ਹੋਈ ਜਾਂਦੀਆਂ ਰਹਿੰਦੀਆਂ, ਬਾਹਰ ਨਹੀਂ, ਫਿਰ ਉਹ ਦੇਖ ਲੈਂਦੇ ਨੇ ਵੀ ਉਹ ਯਾਰ ਇਦਾਂ ਦਾ ਕੈਮਰਾ ਕਰ ਲਿਆ, ਵੀ ਹੁਣ ਇਹ ਚੀਜ਼ ਤਾਂ ਆਪਣੇ ਡਾਕਟਰਾਂ ਨੂੰ ਬਹੁਤ ਕੰਮ ਆਊਗੀ ਜਦੋਂ ਸਰਜਰੀ ਕਰਦੇ ਨੇ, ਜਾਂ ਫਲਾਣੀ ਜਗ੍ਹਾ ਕੰਮ ਆਊਗੀ, ਜਾਂ ਕਾਰਾਂ ਦੇ ਵਿੱਚ ਇਹ ਚੀਜ਼ ਚੇਂਜ ਕਰ ਦਿਓ, ਸੇਫਟੀ ਵੱਧ ਜਾਊਗੀ, ਟਰੱਕਾਂ 'ਚ ਕਰ ਦਿਓ। ਫਿਰ ਉਦਾਂ ਦੀਆਂ ਲਾਈਟਾਂ, ਜਿਵੇਂ ਹੁਣ LED ਆਈ, ਪਹਿਲਾਂ ਦੂਜੀ ਸੀ LED, ਏਦਾਂ ਹੀ ਕੋਈ ਖੋਜ ਹੋਈ ਹੋਣੀ ਹੈ। ਜਦੋਂ ਜੇ ਤੁਸੀਂ ਇਹਦੀ ਹਿਸਟਰੀ ਦੇਖੋਗੇ ਜਾ ਕੇ, ਤਾਂ LED ਦੀ ਕਿਤੇ ਲੋੜ ਪਈ ਹੋਣੀ ਉਹਨਾਂ ਨੂੰ ਵੀ ਸਾਨੂੰ ਇਦਾਂ ਦੀ ਲਾਈਟ ਚਾਹੀਦੀ ਹੈ, ਇੰਨੀ ਉਹਦੀ ਲਾਈਫ ਚਾਹੀਦੀ। ਜਦੋਂ ਬਣ ਗਈ ਫਿਰ ਇਹਨਾਂ ਕਿਹਾ ਵੀ ਇਹ ਆਮ ਬੰਦਿਆਂ ਨੂੰ ਵੀ ਦੇ ਦਿਓ, ਵੀ ਇਹ ਜਦੋਂ ਹੋਈ ਗਈ ਖੋਜ ਤੇ ਸਾਰਿਆਂ ਨੂੰ ਫਾਇਦਾ ਪਹੁੰਚਾਓ। ਸਹੀ ਗੱਲ ਹੈ। ਏਦਾਂ ਹੀ ਕੰਪਿਊਟਰ ਸਕਰੀਨਾਂ। ਬੈਲ ਸਾਹਿਬ, ਇਹਦੀ ਉਮਰ ਕਿੰਨੀ ਕੁ ਹੈ ਇਸ ਆਪਣੇ ਟੈਲੀਸਕੋਪ ਦੀ? 10 ਸਾਲ। 10 ਸਾਲ ਉਮਰ? 10 ਸਾਲ, ਹਾਂਜੀ। 10 ਸਾਲ ਖਿੱਚੀ ਜਾਊ ਫੋਟੋ? 10 ਸਾਲਾਂ 'ਚ ਤਾਂ ਕਿਤੇ ਨਾ ਕਿਤੇ ਇਹਨੇ ਬੰਦੇ ਲੱਭ ਲੈਣੇ। ਹੋ ਸਕਦਾ, ਕਿਉਂਕਿ 10 ਇਹ ਪੈਰਲਲ ਚੱਲ ਰਹੀਆਂ ਕਈ ਚੀਜ਼ਾਂ। ਇਹ ਚੱਲ ਰਿਹਾ ਮਾਰਸ ਦੇ ਵਿੱਚ ਰੋਵਰ ਛੱਡਿਆ ਹੋਇਆ, ਉਧਰੋਂ ਮੂਨ ਤੇ ਜਾ ਰਿਹਾ,
ਜਿਹੜਾ ਤੁਹਾਨੂੰ ਦੱਸਿਆ 2 ਵਾਰ ਫੇਲ ਹੋ ਗਈ ਅਟੈਂਪਟ, ਹੁਣ ਤੀਜੀ ਵਾਰ ਉਹਨਾਂ ਨੇ ਅਕਤੂਬਰ ਨੂੰ ਟਾਈਮ ਹੈਗਾ ਉਹਨਾਂ ਕੋਲ, ਉਦੋਂ ਛੱਡਣਾ ਉਹਨਾਂ ਨੇ। ਸੋ ਇਹ ਸਾਰੀਆਂ ਇੱਕ ਦੂਜੇ ਨੂੰ ਕੰਪਲੀਮੈਂਟ ਕਰ ਰਹੀਆਂ ਜਿੰਨੀਆਂ ਵੀ ਇਹ ਖੋਜਾਂ ਨੇ ਨਾ, ਵੀ ਫਿਰ ਉਹ ਕਿਉਂਕਿ ਦੇਖੋ ਜਿਹੜਾ ਇਹਨਾਂ ਦਾ ਨਾਸਾ ਹੈ ਉਹ ਜਾਂ ਯੂਰਪੀਅਨ ਸਪੇਸ ਏਜੰਸੀ ਹੈ, ਕੈਨੇਡੀਅਨ ਸਪੇਸ ਏਜੰਸੀ ਹੈ, ਈਵਨ ਇਸਰੋ ਵੀ ਜਿਹੜਾ ਇੰਡੀਆ ਵਾਲਾ, ਇਹ ਸਾਰੇ ਟੈਂਡਮ ਆਪਸ 'ਚ ਰਲ ਕੇ ਕੰਮ ਕਰਦੇ ਨੇ। ਜਿਵੇਂ ਹੁਣ ਇਸਰੋ ਨੇ ਵੀ, ਮੈਂ ਉਹ ਵਿੰਗਸ ਔਨ ਫਾਇਰ ਪੜ੍ਹ ਰਿਹਾ ਸੀਗਾ, ਅਬਦੁਲ ਕਲਾਮ ਦੀ ਲਿਖੀ ਹੋਈ ਹੈ ਬੁੱਕ, ਉਹਨੇ ਆਪ ਆਪਣੀ ਜਿਹੜੀ ਕਿਤਾਬ ਲਿਖੀ ਆਟੋਬਾਇਓਗ੍ਰਾਫੀ, ਉਹਦੇ 'ਚ ਉਹਨੇ ਦੱਸਿਆ ਵੀ ਕਿਵੇਂ ਅਸੀਂ ਆਪਣੇ ਆਪ ਨੂੰ ਇੰਡੀਜੀਨੀਅਸ ਕੀਤਾ, ਕਿਵੇਂ ਰਾਕਟ ਬਣਾਏ, ਪਰ ਉਹ ਸਾਰਾ ਉਹਨੇ ਦੱਸਿਆ ਵੀ ਉਹਨੇ USA ਦੀ ਹੈਲਪ ਲਈ ਨਾਸਾ ਦੇ ਵਿੱਚੋਂ ਬੰਦੇ ਗਏ ਜਾਂ ਆਏ, ਕਿਵੇਂ ਇਹਨਾਂ ਨੇ, ਮਤਲਬ ਇਹਨਾਂ ਦੀ ਮੈਂ ਸੋਚ ਤੇ ਵੀ ਮੈਨੂੰ ਕਈ ਵਾਰੀ ਹੈਰਾਨਗੀ ਹੁੰਦੀ ਹੈ ਵੀ ਇੱਕ ਤਾਂ ਇਹ ਆਪ ਤਾਂ ਕਰਦੇ ਹੀ ਕਰਦੇ ਨੇ, ਫਿਰ ਇਹ ਨੌਲੇਜ ਸ਼ੇਅਰ ਵੀ ਕਰਦੇ ਨੇ, ਵੀ ਉਹਨੂੰ ਰਿਕਾਰਡ ਕਰਦੇ ਨੇ, ਫਿਰ ਅੱਗੇ ਵੰਡਦੇ ਵੀ ਨੇ। ਉਹਦਾ ਹੋ ਸਕਦਾ ਉਹਦੇ ਏਵਜ 'ਚ ਕੁਝ ਲੈਂਦੇ ਹੋਣ, ਕੋਈ ਬੈਨੀਫਿਟ ਲੈਂਦੇ ਹੋਣ, ਵਿਚ ਇਜ਼ ਫਾਈਨ, ਕਿਉਂਕਿ ਇਹਨਾਂ ਦਾ ਖਰਚਾ ਵੀ ਹੁੰਦਾ ਜੇ ਲੈਂਦੇ ਹੋਣਗੇ, ਪਰ ਇਹ ਅੱਗੇ ਵੰਡਦੇ ਵੀ ਨੇ। ਕਈ ਖੋਜਾਂ ਐਸੇ ਅਨਡਿਵੈਲਪਡ ਦੇਸ਼ਾਂ 'ਚ ਤਾਂ ਰਹਿ ਗਈਆਂ ਬਈ ਜਿਹੜੀਆਂ ਡਾਕੂਮੈਂਟ ਨਹੀਂ ਹੋ ਸਕੀਆਂ। ਅੱਛਾ ਜੀ, ਵੀ ਜਿਨ੍ਹਾਂ ਨੂੰ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਪਰ ਉਹ ਕਿਤੇ ਲਿਖੀਆਂ ਨਹੀਂ ਗਈਆਂ। ਜਿਵੇਂ ਹੁਣ ਇੱਕ ਐਗਜ਼ਾਮਪਲ ਵੀ ਆਪਣੇ ਦੇਸੀ ਇਲਾਜ ਨੇ, ਆਪਾਂ ਹੁਣ ਪੰਜਾਬ ਦੇ ਵਿੱਚ ਕਈ ਦੇਸੀ ਇਲਾਜ ਕਰਦੇ ਹਾਂ, ਪਰ ਇਹ ਕਿਤੇ ਡਾਕੂਮੈਂਟ ਨਹੀਂ ਹੋਏ। ਜੇ ਹੁਣ ਇਹ ਤੇ ਕੋਈ ਬੁੱਕ ਲਿਖੀ ਹੋਵੇ ਕਿਸੇ ਨੇ, ਇਹਨੂੰ ਡਾਕੂਮੈਂਟ ਕੀਤਾ ਹੋਵੇ ਤੇ ਇਹਨੂੰ ਫਿਰ ਦੁਨੀਆ 'ਚ ਵੰਡਿਆ ਹੋਵੇ ਤੇ ਦੁਨੀਆ 'ਚ ਫਿਰ ਉਹਦੇ ਤੇ ਖੋਜ ਹੋਵੇ ਵੀ ਆਪਾਂ ਕਹਿੰਦੇ ਹਾਂ ਹਲਦੀ ਦੇ ਫਾਇਦੇ ਨੇ, ਆਪਾਂ ਕਹਿੰਦੇ ਹਾਂ ਨਾ, ਪਰ ਆਪਾਂ ਇਹ ਦੁਨੀਆ ਨੂੰ ਜੇ ਦੱਸੀਏ ਲਿਖ ਕੇ ਜਾਂ ਇਹਨੂੰ ਪ੍ਰੋਪੇਗੈਂਡਾ ਕਰੀਏ ਵੀ ਹਲਦੀ ਦੇ ਫਾਇਦੇ ਨੇ, ਫਿਰ ਉਹਦੇ ਤੇ ਹੋਰ ਖੋਜ ਹੋਵੇ, ਫਿਰ ਉਹਦਾ ਪਤਾ ਲੱਗੇ ਐ ਨਹੀਂ ਐ ਲੈਣੀ ਚਾਹੀਦੀ ਹੈ ਹਲਦੀ, ਉਸ ਆਪਾਂ ਫਿਰ ਉੱਥੇ ਖੜ ਗਿਆ ਕੰਮ, ਉਸ ਤੋਂ ਅੱਗੇ ਨਹੀਂ ਚੱਲਦਾ। ਠੀਕ ਹੈ, ਇਹਨਾਂ ਦੀ ਜਿਹੜੀ ਸੋਚ ਹੈ ਉਹ ਜੋ ਮਤਲਬ ਮੈਨੂੰ ਫੈਸੀਨੇਟ ਵੀ ਕਰਦੀ ਹੈ, ਮਤਲਬ ਜਿਹਦੇ ਨਾਲ ਮੈਂ ਬਹੁਤ ਇੰਪ੍ਰੈਸ ਵੀ ਹੁੰਦਾ ਇਹਨਾਂ ਦੀ ਚੀਜ਼ਾਂ ਤੋਂ, ਵੀ ਜਦੋਂ ਇਹ ਲੱਭਦੇ ਨੇ ਫਿਰ ਇਹ ਵੰਡ ਦਿੰਦੇ ਨੇ ਨੌਲੇਜ ਨੂੰ। ਆਪਾਂ ਦੇਖਿਆ, ਆਪਾਂ ਸੁਣੀ ਹੈ ਗੱਲ ਵੀ ਨੌਲੇਜ ਸ਼ੇਅਰ ਕਰੋ ਤੇ ਵੱਧਦੀ ਹੈ, ਇਹ ਸਭ ਤੋਂ ਵੱਡੀ ਐਗਜ਼ਾਮਪਲ ਹੈ ਵੀ ਜਦੋਂ ਇਹ ਸ਼ੇਅਰ ਕਰਦੇ ਨੇ ਵੱਧਦੀ ਹੈ। ਬੈਲ ਸਾਹਿਬ 10 ਸਾਲ ਉਮਰ ਹੈ ਇਹਦੀ, ਹਾਂਜੀ, ਤੇ ਇਹਨੂੰ 3 ਦਿਨ ਤੁਸੀਂ ਦੱਸਦੇ ਹੋ ਵੀ ਖੁੱਲਣ ਨੂੰ ਲੱਗ ਗਏ ਤੇ ਫਲਾਨਾ ਹੋ ਗਿਆ। ਇੱਕ ਗੱਲ ਆ ਬੈਲ ਸਾਹਿਬ, ਐਡੀ ਵੱਡੀ ਗੱਲ, ਚਲੋ ਤੁਸੀਂ ਹੁਣ ਤੁਹਾਡੇ ਖੇਤਰ ਦੀ ਵੀ ਗੱਲ ਕਰ ਲਈਏ ਨਾਲ ਹੀ, ਐਡੀ ਵੱਡੀ ਚੀਜ਼ ਇੰਨਾ ਪੈਸਾ ਲਾ ਕੇ ਬਣੀ ਆ, ਹਾਂਜੀ, ਇਹਦੇ ਵਿੱਚ ਵੀ ਕੋਈ ਜਿਵੇਂ ਕੰਪਨੀਆਂ ਆਪਦੀ ਚੀਜ਼ ਦੀ ਕੋਈ ਇੰਸ਼ੋਰੈਂਸ ਦਿੰਦੀਆਂ ਵੀ ਆਹ ਸਾਡੀ ਚੀਜ਼ ਨਹੀਂ ਖਰਾਬ ਹੁੰਦੀ, ਹੋਰ ਚੀਜ਼ ਖਰਾਬ ਹੁੰਦੀ ਹੋ ਜੇ, ਕੋਈ ਇਹੋ ਜਿਹੀ ਇੰਸ਼ੋਰੈਂਸ ਟਾਈਪ ਇਹਦੇ ਵਿੱਚ ਗੱਲ ਆਉਂਦੀ ਹੁੰਦੀ ਹੈ ਕਿ ਨਹੀਂ? ਨਹੀਂ, ਕੋਈ ਗਾਰੰਟੀ ਨਹੀਂ ਪਾਈ? ਨਹੀਂ, ਕੋਈ ਗਾਰੰਟੀ ਨਹੀਂ, ਕਿਉਂਕਿ ਦੇਖੋ ਇੰਸ਼ੋਰੈਂਸ ਹਮੇਸ਼ਾ ਹੁੰਦੀ ਹੈ ਜਿਸ ਚੀਜ਼ ਦਾ ਇਹਨਾਂ ਕੋਲ ਡਾਟਾ ਹੋਵੇ। ਓਕੇ, ਠੀਕ ਹੈ, ਜਿਵੇਂ ਹੁਣ ਮੰਨ ਲਓ ਵੀ ਆਪਾਂ ਕਹਿੰਦੇ ਹਾਂ ਲਾਈਫ ਇੰਸ਼ੋਰੈਂਸ ਕਰਨੀ ਹੈ, ਇਹਨਾਂ ਕੋਲ ਡਾਟਾ ਹੈ ਵੀ 35 ਸਾਲ ਦਾ ਬੰਦਾ ਜੇ ਸਮੋਕ ਨਹੀਂ ਕਰਦਾ ਤੇ ਕੈਨੇਡਾ 'ਚ ਰਹਿੰਦਾ ਤੇ ਆਹ ਜੌਬ ਕਰਦਾ, ਉਹਨੂੰ ਇੰਨੀ ਕਾਸਟ ਕਰਨੀ ਚਾਹੀਦੀ ਹੈ ਜੋ 5 ਲੱਖ ਦੀ ਇੰਸ਼ੋਰੈਂਸ ਲੈਂਦਾ ਜਾਂ ਮਿਲੀਅਨ ਦੀ ਲੈਂਦਾ, ਕਿਉਂਕਿ ਇਹਨਾਂ ਕੋਲ ਡਾਟਾ ਹੈ, ਇਹਨਾਂ ਨੂੰ ਪਤਾ 35 ਸਾਲ ਦੀਆਂ ਇੱਥੇ ਉਮਰ 'ਚ ਕਿੰਨੀਆਂ ਕੁ ਮੌਤਾਂ ਹੁੰਦੀਆਂ, ਇਹਨਾਂ ਕੋਲ ਇੱਕ ਡਾਟਾ ਹੈ ਵੀ ਜੇ ਕੋਈ ਸਮੋਕਰ ਹੈ ਉਹਦੀਆਂ ਕਿੰਨੀਆਂ ਮੌਤਾਂ ਹੁੰਦੀਆਂ, ਉਹਦੇ ਹਿਸਾਬ ਨਾਲ ਰੇਟ ਚੇਂਜ ਹੋ ਜਾਂਦਾ ਹੈ ਨਾ। ਸੋ ਇੱਕ ਡਾਟਾ ਹੈ, ਡਿਸੇਬਿਲਿਟੀ ਦਾ ਰੇਟ ਹੈ ਵੀ ਜੇ ਬੰਦਾ ਟਰੱਕ ਚਲਾਉਂਦਾ ਹੈ ਇਹਦੀ ਇੰਸ਼ੋਰੈਂਸ ਸਸਤੀ ਹੈ, ਜੇ ਬੰਦਾ ਕੰਸਟਰਕਸ਼ਨ ਦਾ ਕੰਮ ਕਰਦਾ ਹੈ, ਹਾਈ ਰਿਸਕ ਉੱਪਰ ਚੜ੍ਹ ਕੇ ਕਰਦਾ ਹੈ, ਕਿੰਨੀ ਵਾਰੀ ਰੂਫ ਤੇ ਚੜ੍ਹਦਾ ਉਤਰਦਾ, ਉਹਦਾ ਰਿਸਕ ਜ਼ਿਆਦਾ, ਉਹਦੀ ਹੋਰ ਮਹਿੰਗੀ ਹੈ। ਜੇ ਹੁਣ ਕੋਈ ਬੰਦਾ ਆਫਿਸ 'ਚ ਬੈਠ ਕੇ ਕੰਮ ਕਰਦਾ ਉਹਦੀ ਸਸਤੀ ਹੈ, ਕਿਉਂਕਿ ਇਹਨਾਂ ਕੋਲ ਡਾਟਾ ਵੀ ਜਿਹੜੀਆਂ ਸੱਟਾਂ ਨੇ ਉਹ ਕਿਸ ਪ੍ਰੋਫੈਸ਼ਨ 'ਚ ਜ਼ਿਆਦਾ ਲੱਗਦੀਆਂ ਕਿਹੜੀ, ਸੋ ਉਹਦੀ ਇਹ ਇੰਸ਼ੋਰੈਂਸ ਕਰ ਪਾਉਂਦੇ ਨੇ ਕਿ ਵੀ ਅਨਫੋਰਸੀਨ ਜੇ ਕੋਈ ਸਰਕਮਸਟੈਂਸਿਸ ਆ ਜਾਏ ਤੇ ਉਹਦੀ ਇਹ ਇੰਸ਼ੋਰੈਂਸ ਕਰ ਸਕਣ। ਜਿਹੜੀ ਰਿਸਰਚ ਹੁੰਦੀ ਹੈ ਤਾਂ ਹੀ ਬਹੁਤੇ ਦੇਸ਼ ਪੈ ਨਹੀਂ ਨਾ ਸਕਦੇ, ਐਂ ਤਾਂ ਫਿਰ ਜਿਹੜੇ ਹੁਣ ਛੋਟੇ ਦੇਸ਼ ਨੇ ਉਹ ਕਿਸੇ ਵੀ ਇੰਸ਼ੋਰੈਂਸ ਕੰਪਨੀ ਨੂੰ ਕਹਿਣ ਤੁਸੀਂ ਸਾਡੀ ਇੰਸ਼ੋਰੈਂਸ ਕਰ ਦਿਓ ਤੇ ਅਸੀਂ ਰਾਕਟ ਭੇਜ ਦਿੰਦੇ ਹਾਂ। ਹਾਂਜੀ, ਠੀਕ ਹੈ ਨਾ, ਮਤਲਬ ਕਰ ਦੇਣਗੇ, ਇਹ ਨਹੀਂ ਵੀ ਅੰਡਰਰਾਈਟ ਨਹੀਂ ਕਰ ਸਕਣਗੇ, ਐਡਜੂਡੀਕੇਸ਼ਨ ਕਰ ਦੇਣਗੇ, ਪਰ ਉਹ ਜੇ ਮੰਨ ਲਓ 10 ਬਿਲੀਅਨ ਦਾ ਉਹ ਰਾਕਟ ਤਿਆਰ ਹੋਣਾ, ਉਹ ਕਹਿਣਗੇ ਹਾਂਜੀ ਸਾਨੂੰ ਕਿਸ਼ਤ ਦੇ ਦਿਓ $5 ਬਿਲੀਅਨ ਜਾਂ $8 ਬਿਲੀਅਨ ਦੇ ਦਿਓ। ਅਗਲਾ ਕਹਿੰਦਾ ਤੂੰ ਰਹਿਣ ਦੇ ਫਿਰ ਯਾਰ, ਵੀ ਜੇ ਤਾਂ ਹੁਣ ਆਪਾਂ ਮਿਲੀਅਨ ਦੀ ਜੇ ਇੰਸ਼ੋਰੈਂਸ ਲੈਂਦੇ ਹਾਂ, ਇੱਕ ਬੰਦਾ ਮੰਨ ਲਓ 30-35 ਸਾਲ ਦਾ, ਹੋ ਸਕਦਾ ਉਹਦੀ $30-40 ਜਾਂ $50 'ਚ ਹੋ ਜਾਂਦੀ ਹੈ। ਹੁਣ $50 ਦੇ ਕੇ ਤੁਸੀਂ $1 ਮਿਲੀਅਨ ਦਾ ਕਵਰੇਜ ਲੈ ਰਹੇ ਹੋ, ਉਹ ਸੈਂਸ ਬਣਦੀ ਹੈ। ਪਰ ਜੇ ਹੁਣ ਤੁਸੀਂ $2 ਲੱਖ ਜਾਂ $5 ਲੱਖ ਅੱਜ ਜਮ੍ਹਾਂ ਕਰਾ ਕੇ ਤੇ ਆਪਣੀ 10 ਲੱਖ ਦੀ ਜਾਂ 8 ਲੱਖ ਦੀ ਇੰਸ਼ੋਰੈਂਸ ਲੈ ਰਹੇ ਹੋ, ਸੈਂਸ ਨਹੀਂ ਨਾ ਬਣਦੀ। ਸੋ ਇੰਸ਼ੋਰੇਬਲ ਹੋਣੀ ਔਖੀ ਆ ਉਹ ਚੀਜ਼, ਠੀਕ ਹੈ, ਇਸੇ ਕਰਕੇ ਸਰਕਾਰਾਂ ਇਹਦੇ 'ਚ ਭਾਗ ਲੈਂਦੀਆਂ। ਮਤਲਬ ਜਿਵੇਂ ਹੁਣ ਹਨੀਵੈਲ ਨੇ ਵੀ ਜੇ ਪਾਰਟ ਬਣਾਇਆ ਉਹਨੂੰ ਉਹਦੇ ਪੈਸੇ ਮਿਲੇ ਹੋਣਗੇ, ਪਰ ਉਹ ਦਿੱਤੇ ਕੈਨੇਡੀਅਨ ਗਵਰਨਮੈਂਟ ਨੇ ਹੋਣੇ ਆ, ਜਾਂ ਕੋਈ ਐਸਾ ਬਜਟ ਹੋਊਗਾ ਜਿਹਦੇ 'ਚ ਉਹਨੂੰ ਪੇਮੈਂਟ ਗਈ ਹੋਊਗੀ ਕਿਸੇ ਨਾ ਕਿਸੇ ਤਰੀਕੇ, ਕਿਸੇ ਰਿਸਰਚ 'ਚੋਂ ਗਈ ਹੋਊਗੀ। ਐਵੇਂ ਹੀ ਆਪਣਾ ਇੱਥੇ ਜਿਵੇਂ ਸੇਂਟ ਬੋਨੀਫੇਸ ਰਿਸਰਚ ਸੈਂਟਰ ਹੈ, ਹਾਰਟ ਦੇ ਉੱਤੇ ਹੁੰਦੀ ਹੈ, ਇਹ ਤੁਹਾਨੂੰ ਪਤਾ ਨਾਰਥ ਅਮਰੀਕਾ ਦਾ ਨੰਬਰ 1 ਨੰਬਰ 2 ਮਤਲਬ ਪਹਿਲੇ 2-3 ਚਾਹੇ। ਅੱਛਾ, ਸੇਂਟ ਬੋਨੀਫੇਸ ਦਾ ਜਿਹੜਾ ਹਾਰਟ ਰਿਸਰਚ ਸੈਂਟਰ, ਹਾਰਟ ਦੇ ਉੱਤੇ ਇੰਨੀ ਰਿਸਰਚ ਹੁੰਦੀ ਹੈ। ਅੱਛਾ ਜੀ, ਸਾਰੇ USA 'ਚੋਂ ਕੈਨੇਡਾ 'ਚੋਂ ਡਾਕਟਰ ਤੇ ਸਾਇੰਟਿਸਟ ਇੱਥੇ ਆਉਂਦੇ ਨੇ ਰਿਸਰਚ ਕਰਨ। ਹੁਣ ਇਸ ਵੇਲੇ ਤਾਂ ਨਹੀਂ ਪਤਾ, 2-4-5 ਸਾਲ ਪਹਿਲਾਂ ਦੀ
ਦੀ ਗੱਲ ਹੈ ਵੀ ਉਦੋਂ ਮੈਂ ਪੜ੍ਹਿਆ ਸੀਗਾ ਵੀ ਸੇਂਟ ਬੋਨੀਫੇਸ ਇੱਕ ਜਿਹੜਾ ਹਾਰਟ ਸੈਂਟਰ ਰਿਸਰਚ ਸੈਂਟਰ ਹੈ। ਕੋਵਿਡ ਵੇਲੇ ਜ਼ਿਕਰ ਹੋਇਆ ਸੀਗਾ, ਕੋਵਿਡ ਵੇਲੇ ਇਹਨਾਂ ਨੂੰ ਪੂਰੀ ਉਮੀਦ ਸੀ ਕਿ ਵੀ ਜਿਹੜਾ ਹੈਗਾ ਮੈਨੀਟੋਬਾ ਤੋਂ ਜਾਂ ਵਿਨੀਪੈਗ ਤੋਂ ਇੱਥੋਂ ਦੀਆਂ ਯੂਨੀਵਰਸਿਟੀਜ਼ ਦੇ ਰਿਸਰਚ ਸੈਂਟਰ ਦੇ ਵਿੱਚੋਂ ਕੋਵਿਡ ਦੀ ਦਵਾਈ ਨਿਕਲੂਗੀ ਉਮੀਦ ਸੀਗੀ। ਹਾਂ, ਕਿਉਂਕਿ ਇੱਥੇ ਰਿਸਰਚ ਕਾਫੀ ਹੈਗੀ ਹੈ। ਸੋ ਉਹ ਜਿਹੜੀ ਚੀਜ਼ ਹੈ, ਮਤਲਬ ਜਿਹੜਾ ਮੇਰਾ ਪੁਆਇੰਟ ਹੈ ਜਾਂ ਤੁਹਾਡੇ ਕੁਐਸਚਨ ਦਾ ਆਨਸਰ ਹੈ ਕਿ ਇਸ ਚੀਜ਼ ਦੀ ਇੰਸ਼ੋਰੈਂਸ ਕਰਨੀ ਵਾਇਬਲ ਨਹੀਂ ਹੈਗੀ ਕਿਸੇ ਵੀ ਕੰਪਨੀ ਨੇ। ਜਦੋਂ ਇੰਸ਼ੋਰੈਂਸ ਦੀ ਐਡਜੂਡੀਕੇਸ਼ਨ ਕੈਲਕੂਲੇਸ਼ਨ ਕਰਨੀ ਹੈ, ਆਪਦੇ ਪਾਰਟ ਦੀ ਵੀ ਉਹ ਗਾਰੰਟੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਪਹਿਲਾਂ ਤਾਂ ਤਜਰਬਾ ਨਹੀਂ ਨਾ ਕੋਈ, ਮਤਲਬ ਪਹਿਲਾਂ ਤਾਂ ਐਵੇਂ ਹੋਇਆ ਨਹੀਂ ਨਾ। ਹਾਂ, ਉਹਨਾਂ ਕੋਲ ਡਾਟਾ ਨਹੀਂ ਹੈਗਾ। ਹਾਂਜੀ, ਡਾਟਾ ਨਹੀਂ ਹੈਗਾ। ਜਹਾਜ਼ ਦੀ ਤਾਂ ਇੰਸ਼ੋਰੈਂਸ ਕਰ ਸਕਦੇ ਆ ਕਿ ਉਹਨਾਂ ਨੂੰ ਪਤਾ ਕਿੰਨੇ ਜਹਾਜ਼ ਉੱਡਦੇ ਨੇ, ਕੀ ਉਹਦਾ ਡਾਟਾ ਹੈ, ਕਿੰਨੇ ਖਰਾਬ ਹੁੰਦੇ ਨੇ, ਕਿੰਨੇ ਕਰ ਸਕਦੇ ਨੇ। ਅੱਛਾ, ਪਰ ਜਿਹੜੀ ਕੋਈ ਇਹੋ ਜਿਹੀ ਚੀਜ਼ ਜਿਹੜੀ ਫਸਟ ਟਾਈਮ ਕਰਨ ਲੱਗੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਇਹਦਾ ਕੀ ਹੋਣਾ। ਕੈਲਕੂਲੇਸ਼ਨ ਕਰ ਸਕਦੇ ਨੇ, ਹੈ ਤਾਂ ਮੈਥਮੈਟੀਕਲ ਕੈਲਕੂਲੇਸ਼ਨ, ਐਡਜੂਡੀਕੇਸ਼ਨ ਅੰਡਰਰਾਈਟਿੰਗ ਕਰਨ ਉਹਦੀ, ਮਤਲਬ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਆਪਣੀ ਕਈ ਵਾਰ ਗੱਲ ਹੋਈ ਹੈ ਤੇ ਐਕਚੁਅਰੀਅਲ ਸਾਇੰਸ। ਐਕਚੁਅਰੀਅਲ ਸਾਇੰਸ ਦੇ ਵਿੱਚ ਜੇ ਡਾਟਾ ਨਹੀਂ ਹੈਗਾ ਉਹ ਰਿਸਕ ਵੱਧ ਜਾਊਗਾ। ਜਦੋਂ ਰਿਸਕ ਵਧੂਗਾ ਉਹਦੀ ਇੰਸ਼ੋਰੈਂਸ ਮਹਿੰਗੀ ਹੋ ਜਾਊਗੀ। ਉਹ ਇੰਨੀ ਮਹਿੰਗੀ ਹੋ ਜਾਊਗੀ ਵੀ ਜਿੰਨੇ ਦਾ ਪੀਸ ਆ ਉਨੀ ਇੰਸ਼ੋਰੈਂਸ ਦੀ ਕਿਸ਼ਤ ਹੋਗੀ ਤਾਂ ਫਾਇਦਾ ਨਹੀਂ ਕੋਈ, ਕਾਈਂਡ ਆਫ ਫਾਇਦਾ ਨਹੀਂ। ਠੀਕ ਹੈ ਜੀ, ਇੰਸ਼ੋਰੈਂਸ ਹਰ ਚੀਜ਼ ਦੀ ਹੋ ਸਕਦੀ ਹੈ, ਮਤਲਬ ਇਹ ਲੈ ਕੇ ਚੱਲੋ, ਪਰ ਉਹ ਵਾਇਬਿਲਿਟੀ ਹੈ ਕਿ ਨਹੀਂ ਹੈ, ਬਈ ਫਾਇਦਾ ਹੈ ਕਿ ਨਹੀਂ। ਹਾਂ, ਫਾਇਦਾ ਹੈ ਕਿ ਨਹੀਂ ਹੈ, ਵੀ ਉਹਦਾ ਇੰਸ਼ੋਰੈਂਸ ਦੀ ਕਿਸ਼ਤ ਦੇਣ ਦਾ ਕੋਈ ਤੁੱਕ ਬਣਦੀ ਹੈ ਕਿ ਨਹੀਂ ਬਣਦੀ ਉਸ ਚੀਜ਼ ਦੀ। ਇੰਸ਼ੋਰੈਂਸ ਹਰ ਚੀਜ਼ ਦੀ ਪੋਸੀਬਲ ਹੈ। ਠੀਕ ਹੈ, ਇੰਸ਼ੋਰੈਂਸ ਤਾਂ ਮਤਲਬ ਤੁਸੀਂ ਕਿੰਨਾ ਵੀ ਰਿਸਕੀ ਬੰਦਾ ਹੋਵੇ ਉਹਦੀ ਇੰਸ਼ੋਰੈਂਸ ਹੋ ਜਾਂਦੀ ਹੈ, ਇਹਦੀ ਕਿਸ਼ਤ ਜ਼ਿਆਦਾ। ਕਿਹੜੀਆਂ ਇੰਸ਼ੋਰੈਂਸ ਬੈਲ ਸਾਹਿਬ ਇਹਦੇ ਵਿੱਚ ਆਪਣਾ ਕੁਝ ਰਹਿੰਦਾ ਮੈਟਰ? ਇਹਦੇ ਚ ਮੈਂ ਥੋੜੀਆਂ ਚੀਜ਼ਾਂ ਮੈਂ ਭੁੱਲ ਨਾ ਜਾਵਾਂ, ਮੈਂ ਕੰਪਲੀਟ ਕਰਦੇ ਹਾਂ, ਤੁਹਾਨੂੰ ਦੱਸਦੇ ਹਾਂ। ਤੇ ਇੰਸ਼ੋਰੈਂਸ ਤਾਂ ਚਲੋ ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ। ਤੇ ਇਹਦੇ ਚ ਨਾ ਹੁਣ ਜਿਹੜੀਆਂ ਚੀਜ਼ਾਂ ਇੰਟਰਸਟਿੰਗ ਸੀਗੀਆਂ, ਜਿਹੜੀਆਂ ਮਤਲਬ ਮੈਨੂੰ ਲੱਗਿਆ ਵੀ ਦੱਸਣਯੋਗ ਨੇ ਜਾਂ ਕਾਬਲੇ ਤਾਰੀਫ ਨੇ, ਵੀ ਜਿਵੇਂ ਹੁਣ ਤੁਸੀਂ ਦੇਖੋ ਵੀ ਜਿਹੜੀ ਹੀਟ ਟਰਾਂਸਫਰ ਦੀ ਆਪਾਂ ਗੱਲ ਕੀਤੀ ਹੈ ਵੀ ਉਹਦੇ ਚ ਕੰਡਕਸ਼ਨ ਹੋਵੇ, ਹਨਾ, ਵੀ ਇੱਕ ਥਾਂ ਤੋਂ ਦੂਜੀ ਥਾਂ ਹੀਟ ਮੂਵ ਨਾ ਹੋਵੇ। ਤੇ ਸੇਮ ਟਾਈਮ ਤੇ ਰੇਡੀਏਸ਼ਨ ਵੀ ਹੈਗੀ ਹੈ, ਸੇਮ ਟਾਈਮ ਤੇ ਉਹਦੀ ਕੀ ਕਹ ਲਓ ਐਟਮ ਦੀ ਜਿਹੜੀ ਐਟਮ ਟੂ ਐਟਮ એનર્ਜੀ ਟਰਾਂਸਫਰ ਹੋਣੀ ਹੈ ਉਹ ਵੀ ਹੋ ਰਹੀ ਹੈ ਸਪੇਸ ਦੇ ਵਿੱਚ। ਸੇਮ ਟਾਈਮ ਤੇ ਫਿਜ਼ੀਕਲ ਮੂਵਮੈਂਟ ਵੀ ਹੈ ਤੇ ਵੀ ਪੂਰੀ ਸਪੇਸ ਦੇ ਵਿੱਚ ਇੱਕ ਇਹ ਚਲਦੀ ਮਸ਼ੀਨ ਨੂੰ ਮਤਲਬ ਇਹਨਾਂ ਨੇ ਪ੍ਰੋਟੈਕਟ ਕਰਨਾ ਉਹ ਹੀਟ ਰੇਡੀਏਸ਼ਨ ਤੋਂ, ਵੀ ਹਰ ਟਾਈਮ ਤੇ ਹਰ ਐਂਗਲ ਤੇ ਜਦੋਂ ਵੀ ਇਹ ਘੁੰਮੇ ਵੀ ਉਹਨੂੰ ਸਨ ਤੋਂ ਬਚਾ ਕਰੇ। -2 ਤੇ -2 ਉਧਰਲੇ ਪਾਸੇ, ਇਧਰਲੇ ਪਾਸੇ -200 ਹੈ ਤੇ ਇਧਰਲੇ ਪਾਸੇ 2 ਲੱਖ ਵਾਟ ਦੀ ਉਹ ਪੈ ਰਹੀ ਹੈ। ਠੀਕ ਹੈ ਨਾ, ਸੋ ਇੰਨਾ ਮਤਲਬ ਵੱਡੀ ਹੈਰਾਨੀ ਵਾਲੀ ਗੱਲ। ਹਾਂ, ਵੀ ਇਹਨੂੰ ਫਿਰ ਤੁਸੀਂ ਇਹ ਅੰਦਾਜ਼ਾ ਲਾਓ ਵੀ ਬਣਾਈ ਕਿੱਦਾਂ ਹੋਊਗੀ, ਇਹ ਮਟੀਰੀਅਲ ਕਿੱਦਾਂ ਦਾ ਲੱਗਿਆ ਹੋਊਗਾ। ਫਿਰ ਵੇਟ ਨਹੀਂ ਹੋਣਾ ਚਾਹੀਦਾ। ਉਹ ਰਾਕਟ ਦਾ ਵੀ ਇੱਕ ਪੇ ਲੋਡ ਦੀ ਕਪੈਸਿਟੀ ਹੁੰਦੀ ਹੈ ਵੀ ਉਹ ਕਿੰਨਾ ਲੋਡ ਚੱਕ ਕੇ ਫਲਾਈ ਕਰ ਸਕਦਾ ਜਾਂ ਉੱਡ ਸਕਦਾ, ਹਨਾ। ਉਹ ਲੋਡ ਤੋਂ ਥੱਲੇ ਹੋਣਾ ਚਾਹੀਦਾ। ਵੀ ਇਹਨਾਂ ਨੇ ਖੋਜ ਐਸੀ ਕੀਤੀ ਵੀ 3 ਗੁਣਾ ਵੱਡਾ ਤੇ 10 ਗੁਣਾ ਹਲਕਾ। ਅੱਛਾ, ਉਹ ਤੋਂ ਸੋ ਮਟੀਰੀਅਲ ਹੋ ਗਿਆ। ਫਿਰ ਜਿਹੜਾ ਸਨ ਸ਼ੀਲਡ ਲਾਈ ਹੈ ਇਹਨਾਂ ਨੇ ਉਹ ਹਾਈ ਪਰਫਾਰਮੈਂਸ ਪਲਾਸਟਿਕ ਬਣਾ ਕੇ ਲਾਇਆ ਉਹਨਾਂ ਨੇ, ਵੀ ਤਾਂ ਕਿ ਇਹ ਚੀਜ਼ ਮਤਲਬ ਜਿਹੜੀਆਂ ਚੀਜ਼ਾਂ ਕਿਵੇਂ ਪੋਸੀਬਲ ਕੀਤਾ, ਕਿਤੇ ਇਹਨਾਂ ਨੇ ਪਲਾਸਟਿਕ ਲਾਇਆ, ਕਿਤੇ ਕੁਝ ਲਾਇਆ। 100 ਨੈਨੋਮੀਟਰ ਦੀ ਇਹਨਾਂ ਨੇ ਸਿਲੀਕਨ ਕੋਟਿੰਗ ਕੀਤੀ ਹੈ ਉਸ ਪਲਾਸਟਿਕ ਦੇ ਉੱਤੇ ਤਾਂ ਕਿ ਉਹਨੂੰ ਮਤਲਬ ਅੱਗੇ ਉਹ ਜਾ ਨਾ ਸਕੇ। ਹੁਣ ਤੁਸੀਂ ਇਹ ਦੇਖੋ ਵੀ ਯੂਜਲੀ ਉੱਥੇ ਐਲੂਮੀਨੀਅਮ ਯੂਜ਼ ਹੁੰਦਾ ਅੱਜ ਤੱਕ। ਹਾਂਜੀ, ਕਿਉਂਕਿ ਐਲੂਮੀਨੀਅਮ ਤੇ ਬਾਉਂਸ ਬੈਕ ਕਰਦਾ, ਹਲਕਾ ਹੁੰਦਾ, ਪਰ ਉੱਥੇ ਐਲੂਮੀਨੀਅਮ ਇਹਨੇ ਕੰਮ ਨਹੀਂ ਕਰਨਾ ਸੀਗਾ। ਫਿਰ ਇਹਨਾਂ ਨੇ ਸਿਲੀਕਨ ਕੀਤੀ। ਫਿਰ ਉਹ ਇੰਨੀ ਥਿਕਨੈਸ ਰੱਖੀ ਕਿ ਵੀ ਇੰਨਾ ਮੋਟਾ ਨਾ ਹੋ ਜਾਏ ਕਿ ਉਹਦਾ ਭਾਰ ਵੱਧ ਜਾਵੇ ਜਾਂ ਉਖੜ ਵੀ ਜਾਵੇ। ਫਿਰ ਜਦੋਂ ਹੁਣ ਤੁਸੀਂ ਇੱਕ ਚੀਜ਼ ਦੇ ਉੱਤੇ ਇੱਕ ਕੋਟਿੰਗ ਕਰ ਰਹੇ ਹੋ, ਤੁਸੀਂ ਅੰਦਾਜ਼ਾ ਲਾਓ ਵੀ ਉਹ ਕੋਟਿੰਗ ਉਤਰਨੀ ਵੀ ਨਹੀਂ ਚਾਹੀਦੀ। ਇੱਥੇ ਤਾਂ ਹੁਣ ਦੇਖੋ ਪੇਂਟ ਕਰਦੇ ਆ, ਮਾੜੀ ਜੀ ਸਿੱਲ ਆ ਜਾਏ, ਮਾੜਾ ਜਿਹਾ ਕੁਛ ਆ ਜਾਏ ਤੇ ਉਹ ਪੇਂਟ ਉਖੜਨ ਲੱਗ ਜਾਂਦਾ। ਈਵਨ ਕਾਰ ਦੀ ਵੀ ਆਪਾਂ ਪੇਂਟ ਦੀ ਗੱਲ ਕਰੀਏ, ਕਿੰਨੇ ਹਾਈ ਪ੍ਰੈਸ਼ਰ ਪੇਂਟ ਹੁੰਦੇ ਨੇ ਬਟ ਉਹ ਉਤਰਨ ਲੱਗ ਜਾਂਦੇ ਨੇ। ਸੋ ਉਹਦੇ ਤੇ ਜਦੋਂ ਸਿਲੀਕਨ ਦੀ ਉਹਨਾਂ ਨੇ ਕੋਟਿੰਗ ਕੀਤੀ, ਉਹ ਕਿਹੜਾ ਪ੍ਰੋਸੈਸ ਯੂਜ਼ ਕੀਤਾ ਉਹਨਾਂ ਨੇ ਉਹਨੂੰ ਕੋਟਿੰਗ ਕਰਨ ਲਈ। ਤੇ ਸੌਰੀ ਤੁਸੀਂ ਕੁਝ ਨਹੀਂ ਓਕੇ। ਫਿਰ ਇਹਨਾਂ ਨੇ ਜਿਹੜੀਆਂ ਸ਼ੀਲਡ ਲਾਈਆਂ ਨੇ ਨਾ, ਉਹ ਸਾਰਿਆਂ ਦਾ ਐਂਗਲ ਅਲੱਗ-ਅਲੱਗ ਹੈ। ਜਿਹੜਾ ਉੱਪਰ ਗਲਾਸ ਕੋਟਡ ਹੈਗਾ, ਉਹ ਹਰੇਕ ਦੇ ਦੱਸ ਚੁੱਕਾ ਪਿੱਛੇ ਮੋਟਰ ਲੱਗਿਆ ਹੋਇਆ ਤੇ ਉਹਨੂੰ ਉਹ ਸੈਲਫ ਸੈਂਸਰ ਹੈ, ਜਿਹੜੀ ਹੈਰਾਨ ਕਰਨ ਵਾਲੀ ਗੱਲ ਹੈ। ਅੱਛਾ, ਬਈ ਉਹਨੇ ਆਪਣੇ ਆਪ ਜਿਸ ਚੀਜ਼ ਨੂੰ ਦੇਖ ਕੇ ਉਧਰ ਨੂੰ ਮੂੰਹ ਕਰਨਾ। ਅੱਛਾ, ਕਿਉਂਕਿ ਥੱਲੋਂ ਕੰਟਰੋਲ ਨਹੀਂ ਕਰ ਸਕਦੇ ਧਰਤੀ ਤੋਂ, ਉਹਨੇ ਉਧਰ ਨੂੰ ਮੂੰਹ ਕਰਨਾ ਤੇ ਉਹ ਉਦਾਂ ਦੀਆਂ ਫੋਟੋ ਖਿੱਚਣੀਆਂ। ਮਤਲਬ ਇੱਥੋਂ ਸਿਗਨਲ ਭੇਜਣਗੇ ਪਰ ਉਹ ਬਹੁਤ ਲੰਬਾ ਹੈ, ਬਹੁਤ ਦੂਰ ਹੈ, ਟਾਈਮ ਲੱਗੂਗਾ। ਫਿਰ ਉਹ ਰਿਪੇਅਰ ਨਹੀਂ ਹੋ ਸਕਦੀ, ਜਿਹੜੀ ਚੀਜ਼ ਉੱਥੇ ਖਰਾਬ ਹੋ ਗਈ ਉਹ ਹੋ ਗਈ। ਹਬਲ ਟੈਲੀਸਕੋਪ ਜਿਹੜਾ ਇਹਨਾਂ ਨੇ ਇਸ ਤੋਂ ਪਹਿਲਾਂ ਬਣਾਇਆ ਸੀ, ਉਹ ਛੱਡਿਆ ਇਹਨਾਂ ਨੇ 1990 ਚ ਸੀਗਾ, ਪਰ ਉਹ 1991 ਚ ਛੱਡਿਆ ਹੋਣਾ ਮੇਰੇ ਖਿਆਲ। ਪਰ 3 ਸਾਲ ਉਹ ਚੱਲ ਨਹੀਂ ਸਕਿਆ ਸੀ ਕਿਉਂਕਿ ਜਦੋਂ ਉੱਪਰ ਗਿਆ ਉਹ ਖਰਾਬ ਹੋ ਗਿਆ। ਅੱਛਾ, ਹਾਂ, ਫਿਰ ਆਪੇ ਚੱਲ ਪਿਆ ਨਾ। ਫਿਰ ਇਹਨਾਂ ਨੇ ਇੱਥੋਂ ਇੱਕ ਚੀਜ਼ ਬਣਾ ਕੇ ਮਤਲਬ ਉਹਦੇ ਨਾਲ ਦੀ ਜੋ ਇਹਨਾਂ ਨੂੰ ਅੰਦਾਜ਼ਾ ਸੀਗਾ ਵੀ ਖਰਾਬ ਹੋਇਆ, ਉਹ ਸਾਰੀ ਰਿਪੇਅਰ ਕਰਕੇ ਇੱਥੋਂ ਫਿਰ ਐਸਟਰੋਨੌਟ ਭੇਜੇ ਉੱਥੇ। ਅੱਛਾ,
ਫਿਰ ਉੱਥੇ ਜਾ ਕੇ ਉਹ ਬਦਲ ਕੇ ਆਏ। ਤੇ ਫਿਰ ਉਹ ਵੀ ਉਹਨਾਂ ਦਾ ਮਤਲਬ ਕਹਿ ਲਓ ਵਾਂਸ ਇਨ ਅ ਲਾਈਫ ਟਾਈਮ ਚਾਂਸ ਹੈਗਾ ਵੀ ਹੋ ਜਾਂਦਾ ਨਹੀਂ ਤਾਂ ਉਹ ਛੱਡਤਾ ਸੀ ਇਹਨਾਂ ਨੇ। ਉਹ ਤਾਂ ਛੱਡਤਾ ਸੀ ਜਦੋਂ ਐਸਟਰੋਨੌਟ ਜਾਂਦੇ ਆ ਉਹ ਉਹਨਾਂ ਦੀ ਲਾਈਫ ਨੂੰ ਰਿਸਕ ਹੁੰਦਾ ਫਿਰ ਲਾਈਫ ਮਤਲਬ ਉਹਨਾਂ ਦੀ ਟ੍ਰੇਨਿੰਗ ਉਦਾਂ ਦੀ ਹੁੰਦੀ ਹੈ। ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਬੈਠੇ ਹੀ ਨੇ ਇਹ ਫਿਰ ਬੰਦੇ ਹੀ ਨਹੀਂ ਜਾ ਕੇ ਦੇਖ ਸਕਦੇ ਵੀ ਕੀ ਹੈ ਉੱਤੇ। ਨਹੀਂ ਫਿਰ ਉਹ ਇੰਨੀ ਦੂਰ ਇੰਨੀ ਦੇਰ ਰਹਿ ਨਹੀਂ ਨਾ ਸਕਦੇ। ਅੱਛਾ ਹੁਣ ਤੁਸੀਂ ਦੇਖੋ ਜਿਹੜਾ ਇੰਨੀ ਦੂਰ ਵੀ ਨਹੀਂ ਰਹਿਣੇ ਤੇ ਪਲੱਸ ਉਹਨਾਂ ਦੀ ਫਿਰ ਅੱਖ ਨੇ ਫਿਰ ਦੇਖਣਾ ਵੀ ਨਹੀਂ ਇੰਨਾ। ਇਹ ਤਾਂ ਟੈਲੀਸਕੋਪ ਇਹ ਤਾਂ ਟੈਲੀਸਕੋਪ ਤਾਂ ਅੱਗੇ 13 ਬਿਲੀਅਨ ਈਅਰਸ ਅੱਗੇ ਦੇਖ ਰਿਹਾ ਨਾ ਪਿੱਛੇ ਦੇਖ ਰਿਹਾ ਸੌਰੀ ਵੀ ਜਿੱਥੋਂ ਗੁਬਾਰਾ ਸ਼ੁਰੂ ਹੋਇਆ ਸੀ। ਜਿਹੜੀ ਇਹਨੇ ਖੋਜ ਕਰਨੀ ਹੈ ਨਾ ਆਪਣਾ ਕੰਮ ਕੀ ਹੈ ਮਤਲਬ ਪਿੱਛੇ ਤਾਂ ਦੇਖਿਆ ਜਾਊ ਵੀ ਜਿੰਨਾ ਉੱਚਾ ਜਾਵਾਂਗੇ। ਹਾਂ ਪਿੱਛੇ ਤਾਂ ਉੱਚਾ ਕਹਿ ਲਓ ਜਾਂ ਪਿੱਛੇ ਚਲੇ ਜਾਓ ਵੀ ਜਿਵੇਂ ਮੈਂ ਤੁਹਾਨੂੰ ਗੁਬਾਰੇ ਵਾਲੀ ਐਗਜ਼ਾਮਪਲ ਲੈ ਲਓ ਵੀ ਜੇ ਗੁਬਾਰਾ 2 ਇੰਚ ਦਾ ਹੈਗਾ ਫਲਾਇਆ ਨਹੀਂ ਹੋਇਆ ਪਰ ਜਦੋਂ ਫਲਾ ਲਿਆ ਉਹ 10 ਇੰਚ ਦਾ ਹੋ ਗਿਆ। ਹੁਣ ਜਦੋਂ 10 ਇੰਚ ਬਾਹਰ ਇੱਕ ਬੰਦਾ ਬੈਠਾ ਪਰ ਉਹ ਇਹ ਦੇਖਣਾ ਚਾਹੁੰਦਾ ਕਿ ਜਦੋਂ ਇਹ ਫਲਾਇਆ ਨਹੀਂ ਸੀ ਗੁਬਾਰਾ ਜਿਸ ਥਾਂ ਤੇ ਸੀਗਾ ਉਹ ਥਾਂ ਕਿੱਦਾਂ ਦੀ ਲੱਗਦੀ ਹੈ ਤਾਂ ਉਹਨੂੰ ਉੱਥੇ ਆਉਣਾ ਪਊਗਾ ਨਾ 8 ਇੰਚ ਅੰਦਰ ਆਉਣਾ ਪਊਗਾ ਉੱਥੇ ਜਾਂ 8 ਇੰਚ ਬਾਹਰ ਜਾਣਾ ਪਊਗਾ ਜੋ ਮਰਜ਼ੀ ਸਮਝ ਲਓ। ਤਾਂ ਉਹ ਜਿਹੜੀ 8 ਇੰਚ ਜਾਣਾ ਉੱਥੇ ਜਾਂ 10 ਇੰਚ ਜਾਣਾ ਧੁਰੇ ਨੂੰ ਦੇਖਣ ਲਈ ਇਹ ਉਹ ਕੰਮ ਕਰ ਰਿਹਾ। ਇਹ ਟੈਲੀਸਕੋਪ ਨੂੰ ਹੋਰ ਅੱਗੇ ਭੇਜ ਕੇ ਤੇ ਉੱਥੋਂ ਫਿਰ ਗਾਂ ਅੱਗੇ ਵੀ ਉਹਨੂੰ ਹੋਰ ਦੇਖ ਸਕੇ ਵੀ ਉਸ ਤਰ੍ਹਾਂ ਬਣਾਇਆ ਉਹਨਾਂ ਨੇ। ਅੱਛਾ ਜੀ ਵੀ ਸਾਰੀ ਧਰਤੀ ਨੂੰ ਤੇ ਉਹ ਧਰਤੀ ਕਹਿ ਗਿਆ ਸਾਰੇ ਉਧਰਲੇ ਬ੍ਰਹਿਮੰਡ ਨੂੰ ਦੇਖ ਸਕੇ ਉਹ। ਠੀਕ ਹੈ ਜੀ ਧੁਰੇ ਤੋਂ। ਠੀਕ ਹੈ ਜੀ ਦੋਸਤੋ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਿਆ? ਥੋੜੇ ਸਮੇਂ ਦੇ ਲਈ ਲਾਈਨਾਂ ਓਪਨ ਕਰਾਂਗੇ। ਦੋਸਤੋ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਤੋਂ ਸਪਾਂਸਰ ਕੀਤਾ ਗਿਆ ਹੈ। ਵੀਰਿੰਦਰ ਸਿੰਘ ਬਹਿਲ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ। ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਪਲੀਜ਼ ਕਾਲ ਕਰਕੇ ਐਪਰੀਸ਼ੀਏਟ ਕਰਿਓ। ਜੇਕਰ ਚੰਗਾ ਲੱਗਿਆ ਤੇ ਕੋਈ ਕਮੀ ਹੈ ਤੇ ਉਹ ਵੀ ਦੱਸ ਦਿਓ। 204 235 5110 ਸਟੂਡੀਓ ਦੇ ਫੋਨ ਨੰਬਰ 204 235 5110। ਜੀ ਚੌਹਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਬੈਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਮਨਦੀਪ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਹਾਡਾ। ਥੈਂਕ ਯੂ। ਬੈਲ ਸਾਹਿਬ ਬੜੀ ਅੱਛੀ ਜਾਣਕਾਰੀ ਦੇ ਰਹੇ ਆ ਮਤਲਬ ਉਸ ਸਾਇੰਸ ਇਹ ਸਾਰਾ ਸਾਇੰਸ ਹੀ ਦੱਸ ਰਹੇ ਆ ਪੂਰੀ ਜੀ ਤੇ ਟੈਕਨੋਲੋਜੀ ਦੱਸ ਰਹੇ ਵੀ ਕਿੰਨੀ ਐਡਵਾਂਸ ਮਤਲਬ ਹੈਗੀ ਇਹਨਾਂ ਮੁਲਕਾਂ ਕੋਲ ਜੀ ਰਾਈਟ। ਸੋ ਇਹਨਾਂ ਨੇ ਬੜਾ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ। ਇੱਕ ਇਹਨਾਂ ਨੇ ਥੋੜੀ ਜਿਹੀ ਗੱਲ ਦੱਸੀ ਸੀਗੀ ਕਿ ਇੱਥੋਂ ਦੀ ਜਿਹੜੀ ਸੇਂਟ ਬੋਨੀਫੇਸ ਰਿਸਰਚ ਸੈਂਟਰ ਜਿਹੜਾ ਉਹ ਨਾਰਥ ਅਮਰੀਕਾ ਦਾ ਤੀਸਰਾ ਕਿ ਚੌਥਾ ਇਹਨਾਂ ਨੇ ਦੱਸਿਆ ਵੀ ਮਤਲਬ ਰਿਸਰਚ ਦੇ ਵਿੱਚ ਸਭ ਤੋਂ ਵੱਡਾ। ਅੱਛਾ ਤੇ ਮੈਂ ਉਹਦੇ ਵਿੱਚ ਥੋੜੀ ਜਿਹੀ ਇੱਕ ਐਡ ਔਨ ਗੱਲ ਕਰਦੇ ਹਾਂ ਕਿ ਜਿਹੜੇ ਉਹਦੇ ਡਾਇਰੈਕਟਰ ਨੇ ਹੈਡ ਨੇ ਚੀਫ ਨੇ ਜਿਹੜੇ ਡਾਕਟਰ ਨਰੰਜਨ ਅਸਥਾਲਾ ਹਾਂਜੀ ਉਹ ਆਪਣੇ ਇੰਡੀਅਨ ਕਮਿਊਨਿਟੀ ਦੇ ਨੇ। ਉਹਨਾਂ ਨੇ ਇਸ ਰਿਸਰਚ ਸੈਂਟਰ ਨੂੰ ਇੱਥੇ ਐਸਟੈਬਲਿਸ਼ ਕਰਨ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਉਹਨਾਂ ਨੂੰ ਗਵਰਨਮੈਂਟ ਆਫ ਕੈਨੇਡਾ ਨੇ ਸਭ ਤੋਂ ਵੱਡਾ ਹਾਈਐਸਟ ਅਵਾਰਡ ਜਿਹੜਾ ਆਰਡਰ ਆਫ ਕੈਨੇਡਾ ਤੇ ਆਰਡਰ ਆਫ ਮੈਨੀਟੋਬਾ ਇਹ ਦੋਨੋਂ ਅਵਾਰਡ ਉਹਨਾਂ ਨੂੰ ਦਿੱਤੇ ਨੇ। ਜੇ ਤੁਸੀਂ ਉਹਨਾਂ ਦੇ ਬਾਰੇ ਥੋੜੀ ਸਰਚ ਕਰੋਗੇ ਤੁਹਾਨੂੰ ਗੂਗਲ ਦੇ ਉੱਤੇ ਮੈਂ ਤੁਹਾਨੂੰ ਦੱਸ ਦਿੰਦਾ ਚੌਹਾਨ ਸਾਹਿਬ ਜੀ ਉਹਨਾਂ ਨੂੰ ਜਿਹੜਾ ਰਾਇਲ ਕੈਨੇਡੀਅਨਸ ਹੈ ਨਾ ਥੈਂਕ ਯੂ ਤੁਹਾਡਾ ਜੀ ਮੈਂ ਕਾਲ ਰੱਖਣ ਲੱਗਿਆ ਥੈਂਕ ਯੂ ਜੀ ਹਾਂਜੀ ਜੀ ਜੀ ਨਹੀਂ ਸਹੀ ਗੱਲ ਹੈ ਹਾਂਜੀ ਸਹੀ ਗੱਲ ਹੈ ਤੇ ਹੋ ਸਕਦਾ ਹੁਣ ਰਿਟਾਇਰ ਵੀ ਹੋ ਗਏ ਹੋਣਗੇ ਕਾਫੀ ਏਜ ਆ ਉਹਨਾਂ ਦੀ। ਉਹਨਾਂ ਦਾ ਇਹੀ ਬਹੁਤ ਵੱਡਾ ਯੋਗਦਾਨ ਹੈ। ਉਹ ਮੈਨੂੰ ਟੀਮ ਦਾ ਨਾਮ ਭੁੱਲ ਗਿਆ ਕੋਈ ਟੀਮ ਸੀਗੀ USA ਦੇ ਵਿੱਚ USA ਤੋਂ ਆਈ ਸੀ ਇੱਥੇ ਅੱਛਾ ਜਾਂ ਆਏ ਨੇ ਹੁਣ ਹੈਗੇ ਨੇ ਤੇ ਡਾਕਟਰ ਨਰੰਜਨ ਟਾਲਾ ਉਹ ਨੋਬਲ ਪ੍ਰਾਈਜ਼ ਵਿਨਿੰਗ ਟੀਮ ਸੀ ਨੋਬਲ ਪ੍ਰਾਈਜ਼ ਜਿੱਤਿਆ ਉਸ ਟੀਮ ਨੇ। ਤੇ ਇੱਥੇ ਕੈਨੇਡੀਅਨ ਗਵਰਨਮੈਂਟ ਨੇ ਕਿੰਨੇ ਮਿਲੀਅਨ ਡਾਲਰ ਸਿਰਫ ਉਹਨਾਂ ਦੇ ਨਾਮ ਤੇ ਦਿੱਤਾ ਸੀ ਵੀ ਤੁਸੀਂ ਜਿਹੜਾ ਇਹ ਬਣਾਉਣਾ ਹੈ ਵੀ ਅਸੀਂ ਇੰਨੇ ਮਿਲੀਅਨ ਡਾਲਰ ਕਿਉਂਕਿ ਐਲੋਕੇਟ ਕਰਦੇ ਆ ਸਾਇੰਟਿਸਟ ਦੀ ਕ੍ਰੈਡੀਬਿਲਿਟੀ ਨੂੰ ਦੇਖ ਕੇ ਜਿੰਨਾ ਵੀ ਇੱਥੇ ਹੁੰਦਾ ਨਾ। ਸੋ ਹੁਣ ਜਿਵੇਂ ਜੇਮਸ ਵੈਬ ਟੈਲੀਸਕੋਪ ਦੀ ਆਪਾਂ ਗੱਲ ਕਰ ਰਹੇ ਹਾਂ 450 ਘੰਟੇ ਮਿਲਣੇ ਨੇ ਉਹਦੇ ਚੋਂ ਕੁਝ ਘੰਟੇ ਤਕਰੀਬਨ 5% ਟਾਈਮ ਐਸਾ ਹੈ ਜਿਹੜਾ ਸਾਇੰਟਿਸਟ ਦੀ ਕ੍ਰੈਡੀਬਿਲਿਟੀ ਨੂੰ ਦੇਖ ਕੇ ਉਹਨੂੰ ਦਿੱਤਾ ਜਾਊਗਾ। ਮਤਲਬ ਕੰਪੀਟੀਟਿਵ ਹੋਊਗਾ ਵੀ ਹਾਂ ਵੀ ਤੁਸੀਂ ਕੁਆਲੀਫਾਈ ਕਰਦੇ ਹੋ ਤੁਸੀਂ ਦੇਖ ਲਓ ਅੱਧਾ ਘੰਟਾ ਜਾਂ ਤੁਸੀਂ ਦੇਖ ਲਓ ਤੇ ਇਸ ਬੇਸ ਤੇ ਪੈਸਾ ਵੀ ਐਂ ਵੰਡਦੇ ਨੇ। ਜਿਹੜੀ ਰਿਸਰਚ ਨੂੰ ਗ੍ਰਾਂਟ ਆਉਂਦੀ ਹੈ ਨਾ ਗਵਰਨਮੈਂਟ ਤੋਂ ਉਹ ਇਸੇ ਬੇਸ ਤੇ ਆਉਂਦੀ ਹੈ ਵੀ ਤੁਸੀਂ ਪੈਸਾ ਇਹਨਾਂ ਲੈ ਲਓ ਤੇ ਹੀ ਇਜ਼ ਵਨ ਆਫ ਦਾ ਪਰਸਨ ਡਾਕਟਰ ਨਰੰਜਨ ਟਾਲਾ ਜਿਹਦੇ ਨਾਂ ਤੇ ਬਹੁਤ ਪੈਸਾ ਗਵਰਨਮੈਂਟ ਦੇ ਦਿੰਦੀ ਹੈ। ਹਾਂ ਉਹਨਾਂ ਦਾ ਨਾਮ ਆ ਗਿਆ ਤੇ ਇਹਨੇ ਕਹਿਣਾ ਲੈ ਲਓ। ਅੱਛਾ ਜੀ ਇਦਾਂ ਮਤਲਬ ਉਹ ਕਾਫੀ ਵੱਡਾ ਯੋਗਦਾਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ। ਚੌਹਾਨ ਸਾਹਿਬ ਨੇ ਸਹੀ ਕੀਤਾ ਸਹੀ ਗੱਲ ਕੀਤੀ। ਵੈਸੇ ਸਾਹਿਬ 10 ਸਾਲ ਬਹੁਤ ਹੁੰਦੇ ਆ ਉਹਦੀ ਲਾਈਫ 10 ਸਾਲ ਆ ਤੇ ਮੈਂ ਤਾਂ ਕਹਿੰਦਾ ਜ਼ਿਆਦਾ ਘੰਟੇ ਵੰਡ ਦਿੰਦੇ ਕਿ ਉਹਨਾਂ ਨੇ ਆਪਦੇ ਕੋਲੇ ਰੱਖਣੇ ਆ ਜ਼ਿਆਦਾ ਕਈ ਹੋਣਗੇ ਨਾ ਇਹਦੇ 'ਚ। ਹਾਂਜੀ ਵੀ ਇਹਦੇ 'ਚ ਤੁਸੀਂ ਦੇਖੋ ਨਾਸਾ ਦੇ ਵੀ ਆਪਣੇ ਹੋਣਗੇ ਇਹਨਾਂ ਦੇ ਯੂਰਪੀਅਨ ਸਪੇਸ ਏਜੰਸੀ ਵੀ ਹੈਗੀ ਹੈ ਫਿਰ ਜਿਸ ਕੰਮ ਲਈ ਉਹਨੂੰ ਭੇਜਿਆ ਉਹ ਵੀ ਉਹਨਾਂ ਨੇ ਕਰਨਾ ਮਤਲਬ ਉਹਨਾਂ ਨੇ ਆਪਣਾ ਜਿਹੜਾ ਉੱਥੇ ਜੋ ਵੀ ਖੋਜ ਕਰਨੀ ਆ ਉਹਨਾਂ ਨੇ ਜੋ ਵੀ ਚੀਜ਼ਾਂ ਦੇਖਣੀਆਂ ਨੇ ਟੈਲੀਸਕੋਪ ਨੇ ਉਹ ਉਹਨਾਂ ਨੂੰ ਚਾਹੀਦਾ ਹੀ ਚਾਹੀਦਾ। ਠੀਕ ਹੈ ਜੀ। ਪਿਛਲੇ ਸਮੇਂ 'ਚ ਦੇਣਾ ਸੌਖਾ ਹੁੰਦਾ ਪਿਛਲੇ 2 ਸਾਲ 1 ਸਾਲ 8 ਸਾਲਾਂ ਬਾਅਦ ਸ਼ੁਰੂਆਤੀ ਸਮੇਂ 'ਚ ਦੇਣਾ ਔਖਾ ਹੁੰਦਾ। ਸੋ ਕੈਨੇਡੀਅਨ ਨੂੰ ਸ਼ੁਰੂਆਤੀ ਸਮੇਂ 'ਚ ਮਿਲ ਰਿਹਾ 450 ਘੰਟੇ ਸਟਾਰਟਿੰਗ ਦੇ ਵਿੱਚ। ਠੀਕ ਹੈ ਜੀ।
ਔਰ ਕੁਲਵਿੰਦਰ ਜੀ ਥੈਂਕ ਯੂ, ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ। ਮੰਦਰ ਖੋਸਾ ਜੀ ਕਹਿੰਦੇ ਪ੍ਰੋਗਰਾਮ ਵੈਰੀ ਨਾਈਸ ਆ। ਜੋ ਢਾਲੀਵਾਲ ਜੀ ਦਾ ਇੱਕ ਸਵਾਲ ਵੀ ਆ, ਪ੍ਰੋਗਰਾਮ ਬਹੁਤ ਪਸੰਦ ਕਰ ਰਹੇ ਆ। ਵਨੀਤ ਕਲਰਾ ਜੀ ਕਹਿੰਦੇ ਵੈਰੀ ਗੁੱਡ ਟਾਕ ਸ਼ੋ, ਸ਼ੁਕਰੀਆ ਜੀ। ਔਰ ਸੁਖਮੰਦਰ ਬਾਈ ਜੀ ਪ੍ਰੋਗਰਾਮ ਨੂੰ ਸੁਣ ਰਹੇ ਆ, ਧੰਨਵਾਦ ਜੀ। ਹਰਦੇਵ ਭਾਜੀ ਕਹਿ ਰਹੇ ਆ ਨਾਈਸ ਪ੍ਰੋਗਰਾਮ, ਸ਼ੁਕਰੀਆ ਜੀ। ਗੁਰਜੀਤ ਸਿੰਘ ਗਾਲੀ ਜੀ ਕਹਿੰਦੇ ਕਿ ਬਹੁਤ ਚੰਗਾ ਲੱਗਿਆ ਪ੍ਰੋਗਰਾਮ। ਚਰਨਜੀਤ ਬਾਈ ਜੀ ਕਹਿੰਦੇ ਪਲੀਜ਼ ਸੈਂਡ ਮੀ ਟੁਡੇਜ਼ ਬ੍ਰੌਡਕਾਸਟ ਪ੍ਰੋਗਰਾਮ ਫਰੋਮ ਚਰਨਜੀਤ ਜੀ। ਬਾਈ ਜੀ ਧੰਨਵਾਦ ਜੀ, ਪ੍ਰੋਗਰਾਮ ਦੀ ਰਿਕਾਰਡਿੰਗ ਤੁਹਾਨੂੰ ਦੇ ਦਾਂਗੇ। ਹਰਜਿੰਦਰ ਪੁਨੀਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਵਾਓ ਵੈਰੀ ਨਾਈਸ ਨੌਲੇਜ ਪ੍ਰੋਗਰਾਮ ਆ, ਥੈਂਕ ਯੂ ਜੀ। ਔਰ ਇਸ ਤੋਂ ਬਿਨਾਂ ਜਿਹੜੇ 2 ਸਵਾਲ ਮੈਨੂੰ WhatsApp ਦੇ ਉੱਪਰ ਆਏ ਉਹ ਵੀ ਪੁੱਛ ਲੈਂਦੇ ਆ, ਥੋੜਾ ਸਮਾਂ ਰਹਿ ਗਿਆ ਜੀ। ਚੌਹਾਨ ਸਾਹਿਬ ਹਾਂਜੀ, ਬਰਾੜ ਸਾਹਿਬ ਨੇ ਫੋਨ ਕੱਟ ਦਿੱਤਾ ਤੁਸੀਂ। ਮੈਂ ਉਸ ਗੱਲ 'ਚ ਇਸ ਕਰਕੇ ਵੀ ਫਖਰ ਮਹਿਸੂਸ ਕਰਦੇ ਹਾਂ ਕਿਉਂਕਿ ਉਹ ਸਾਡੇ ਅੰਕਲ ਨੇ। ਸਾਨੂੰ ਇਸ ਗੱਲ ਦਾ ਵੀ ਬੜਾ ਫਖਰ ਹੈ ਕਿ ਏਡੀ ਵੱਡੀ ਪ੍ਰਸਥਿਤੀ ਜਿਹੜੀ ਹੋਣਾ, ਕਿਸੇ ਇੱਕ ਮਤਲਬ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ। ਠੀਕ ਹੈ ਚੌਹਾਨ ਸਾਹਿਬ, ਮੈਂ ਵਿੱਚ ਐਡ ਆਨ ਕਰਨਾ ਚਾਹੁੰਦਾ ਸੀਗਾ। ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਔਰ ਜਿਨ੍ਹਾਂ ਦੇ ਉਹ ਅੰਕਲ ਆ ਉਹ ਸਾਨੂੰ ਸੁਣਦੇ ਆ ਚੌਹਾਨ ਸਾਹਿਬ, ਅਸੀਂ ਵੀ ਪ੍ਰਾਊਡ ਫੀਲ ਕਰਦੇ ਹਾਂ ਤੇ ਵੈਰੀ ਗੁੱਡ। ਔਰ ਇੱਕ ਸਵਾਲ ਸੁਖਮੰਦਰ ਬਾਈ ਜੀ ਦਾ ਸੀ, ਕਹਿੰਦੇ ਇੱਕ ਆਦਮੀ ਦਾ ਭਾਰ ਧਰਤੀ ਤੇ 100 ਕਿਲੋ ਆ ਤੇ ਮਾਰਸ ਤੇ ਜਾ ਕੇ ਕਿੰਨਾ ਭਾਰ ਹੋਵੇਗਾ? ਮਾਰਸ ਤੇ ਕੋਈ ਕਿੰਨਾ ਫਰਕ ਹੈ ਗ੍ਰੈਵਿਟੀ ਦਾ? ਗ੍ਰੈਵਿਟੀ ਉੱਥੇ ਆਈ ਥਿੰਕ 100 ਗੁਣਾ ਘੱਟ ਹੈਗੀ ਹੈ। ਫਿਰ ਤਾਂ ਐਟਮੋਸਫੇਰਿਕ ਪ੍ਰੈਸ਼ਰ 100 ਗੁਣਾ ਘੱਟ ਹੈ। ਗ੍ਰੈਵਿਟੀ ਦਾ ਨਹੀਂ ਮੈਨੂੰ ਇਦਾਂ ਜ਼ੁਬਾਨੀ ਨਹੀਂ ਆਉਂਦਾ, ਨੰਬਰ ਨੇ ਤਾਂ ਮਤਲਬ ਕੈਲਕੂਲੇਸ਼ਨ ਜਿਵੇਂ ਆਪਣੀ ਇੱਥੇ 9.8 ਹੈ, ਜੇ ਉੱਥੇ 1 ਹੋਈ ਤਾਂ ਆਪਣੀ 9 ਗੁਣਾ ਘੱਟ ਹੋਊਗਾ। ਡਿਪੈਂਡ ਕਰਦਾ। ਹਾਂਜੀ ਠੀਕ ਹੈ। ਔਰ ਇਸ ਤੋਂ ਬਿਨਾਂ ਹੋਰ ਮੈਨੂੰ ਸਵਾਲ ਆਇਆ ਸੀ ਜੋਤ ਧਾਲੀਵਾਲ ਜੀ ਦਾ, ਕਹਿੰਦੇ ਸਟਾਰ ਲਿੰਕ ਟ੍ਰੇਨ ਬਾਰੇ ਵੀ ਪੁੱਛਿਓ ਜੀ ਬੈਲ ਸਾਹਿਬ ਨੂੰ। ਸਟਾਰ ਲਿੰਕ ਟ੍ਰੇਨ ਉਹ ਜਿਹੜਾ ਇਲਨ ਮਸਕ ਹੈ ਉਹ ਕੋਸ਼ਿਸ਼ ਕਰ ਰਿਹਾ। ਉਹਨੇ ਇੱਕ ਥਿਊਰੀ ਦਿੱਤੀ ਹੈ, ਅਲੱਗ ਪ੍ਰੋਗਰਾਮ ਕਰਾਂਗੇ। ਉਹਨੇ ਇੱਕ ਥਿਊਰੀ ਦਿੱਤੀ ਹੈ ਟਿਊਬ ਦੇ ਵਿੱਚ। ਉਹ ਕਹਿੰਦਾ ਟਿਊਬ ਦੇ ਵਿੱਚ ਇੱਕ ਚੀਜ਼ ਨੂੰ, ਗ੍ਰੈਵਿਟੀ ਨੂੰ ਘਟਾ ਕੇ ਤੇ ਟ੍ਰੇਨ ਨੂੰ ਚਲਾਇਆ ਜਾਵੇ, ਜਿਹੜੀ ਕਿ ਫਿਊਚਰ 'ਚ ਜਿਹੜੀ 에ਅਰ ਟਰੈਵਲ ਹੈ ਜਾਂ ਹੋਰ ਚੀਜ਼ਾਂ ਨੇ ਉਹਨੂੰ ਮਤਲਬ ਹਲਕਾ ਕਰ ਦੂਗੀ ਜਾਂ ਘਟਾ ਦੂਗੀ। ਤੇ ਇਹ ਫਿਊਚਰ ਇਹ ਹੈ, ਮਤਲਬ ਇਲਨ ਮਸਕ ਦਾ ਵਿਜ਼ਨ ਹੈ ਕਿ ਵੀ ਉਹਨੂੰ ਟਿਊਬ ਟ੍ਰੇਨ ਵੀ ਕਹਿ ਸਕਦੇ ਹੋ ਜਾਂ ਟਰੈਵਲ ਇਨ ਦਾ ਟਿਊਬ, ਕੁਛ ਏਦਾਂ ਦਾ ਨਾਮ ਦਿੱਤਾ ਉਹਨੇ, ਮੈਨੂੰ ਸਾਰੀਆਂ ਚੀਜ਼ਾਂ ਨੂੰ ਯਾਦ। ਪਰ ਉਹ ਗ੍ਰੈਵਿਟੀ ਨੂੰ ਘਟਾ ਕੇ ਉਹ ਸ਼ੂਟ ਵਾਂਗੂ ਨਾ, ਜਿਵੇਂ ਇੱਧਰੋਂ ਗੋਲੀ ਮਾਰੀ, ਤੁਸੀਂ ਹੁਣ ਦੇਖੋ ਗੋਲੀ ਦੀ ਕਿੰਨੀ ਸਪੀਡ ਹੁੰਦੀ ਹੈ, ਉਹ ਟਿਊਬ ਚੋਂ ਨਿਕਲਦੀ ਹੈ, ਉਦਾਂ ਦੀ ਟ੍ਰੇਨ ਉਹ ਬਣਾਉਣ ਦੀ ਕਹਿ ਰਿਹਾ ਵੀ ਇੱਧਰੋਂ ਦੀ ਮਾਰਿਆ ਟੋਰਾਂਟੋ ਤੋਂ ਤੇ ਅੱਧੇ ਘੰਟੇ 'ਚ ਵੈਨਕੂਵਰ ਪਹੁੰਚ ਗਿਆ। ਅੱਜ ਇੱਕ ਟ੍ਰੇਨ ਇੰਡੀਆ ਦੇ ਵਿੱਚ ਲਾਂਚ ਕੀਤੀ ਹੈ ਬੈਲ ਸਾਹਿਬ, ਔਰ ਬੁਲਟ ਟ੍ਰੇਨ ਦੀ ਜਿਹੜਾ ਰੈਕੋਰਡ ਆ ਉਹ ਉਹਨੇ ਬੀਟ ਕਰਤਾ। ਹਾਂ 0.5 ਸੈਕਿੰਡ ਦੇ ਵਿੱਚ 100 ਦੀ ਸਪੀਡ। ਵੈਰੀ ਗੁੱਡ ਵੈਰੀ ਗੁੱਡ। ਤੇ ਉਹਨੇ એનર્ਜੀ ਕੀ ਯੂਜ਼ ਕਰ, ਸੌਰੀ ਮੈਂ ਗਲਤ ਆ, 52 ਸੈਕਿੰਡ ਦੇ ਵਿੱਚ 100 ਦੀ ਸਪੀਡ। ਤੇ ਕਾਦੀ ਯੂਜ਼ ਕੀਤੀ? ਇਲੈਕਟ੍ਰਿਕ ਆ? ਮੈਂ ਉਦੋਂ ਕਹਾਣੀ ਪੜਿਆ, ਇੰਨਾ ਹੀ ਪੜਿਆ ਸੀਗਾ ਵੀ ਉਹ ਹੁਣੀ ਬੈਠੇ ਥੋੜਾ ਚਿਰ ਪਹਿਲਾਂ ਪ੍ਰੋਗਰਾਮ ਤੋਂ ਪਹਿਲਾਂ। ਹਾਂ ਇਹ ਬਹੁਤ ਔਖਾ ਹੁੰਦਾ ਕਿਉਂਕਿ ਦੇਖੋ ਇੰਨੀ ਹਾਈ ਸਪੀਡ ਤੇ ਜਦੋਂ ਇੰਨਾ ਭਾਰ ਚੱਲਣਾ ਹੈ ਤੇ ਥੱਲੇ ਜਿਹੜੀਆਂ ਉਹਦੀਆਂ ਜੋ ਵੀ ਜਿਹਦੇ ਨਾਲ ਵੀ ਉਹ ਟਿਕੀ ਹੋਈ ਹੈ ਚੀਜ਼, ਉਹ ਕਿੰਨੀ ਟੈਕਨੋਲੋਜੀ ਚਾਹੀਦੀ ਉਹਦੇ 'ਚ, ਮਤਲਬ ਇਹ ਬਹੁਤ ਔਖਾ ਹੁੰਦਾ। ਪਰ ਇਟਸ ਅ ਗੁੱਡ ਅਟੈਂਪਟ, ਮੈਂ ਕਹੂੰਗਾ ਵੀ ਬਹੁਤ ਵੱਡੀ ਅਚੀਵਮੈਂਟ ਹੈ। ਉਹ ਵੀ ਜੇ ਇੰਡੀਆ ਵਰਗਾ ਕੰਟਰੀ ਕਰ ਗਿਆ, ਜਿਹੜਾ ਕਿ ਅਜੇ ਡਿਵੈਲਪਿੰਗ ਨੇਸ਼ਨ ਹੈ, ਇੰਨਾ ਪੈਸਾ ਨਹੀਂ ਹੈਗਾ। ਇੰਡੀਆ ਦੀ ਬੈਲ ਸਾਹਿਬ GDP ਵੀ ਉੱਤੇ ਆ ਗਈ ਆਪਣੀ, ਉਹ ਵੀ ਆਪਾਂ ਕਿਸੇ ਦਿਨ ਗੱਲ ਕਰਾਂਗੇ। GDP ਉੱਪਰ ਆ ਗਈ ਕਿਉਂਕਿ ਕੋਵਿਡ ਤੋਂ ਬਾਅਦ 5ਵੇਂ ਨੰਬਰ ਦੀ, 5ਵੇਂ ਕਿ ਚੌਥੇ ਤੇ ਆ ਗਈ। ਇੰਗਲੈਂਡ ਨੂੰ ਬੀਟ ਕੀਤਾ ਉਹਨੇ, ਆਈ ਥਿੰਕ ਜਰਮਨੀ ਨੂੰ ਬੀਟ ਕੀਤਾ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਯੂਰਪ ਨੂੰ ਬੀਟ ਕੀਤਾ, ਇੰਗਲੈਂਡ ਨੂੰ। ਹਾਂ ਬਿਲਕੁਲ ਸਹੀ ਹੈ ਤੁਸੀਂ, ਤੇ ਪਰ ਆਈ ਥਿੰਕ 5ਵੇਂ ਤੇ ਆ ਜੀ। 204 235 51 ਦਾ ਸਟੂਡੀਓ ਦੇ ਫੋਨ ਨੰਬਰ ਸੀ ਬੈਲ ਸਾਹਿਬ। ਔਰ ਨਾਲ ਦੀ ਨਾਲ ਗੱਲਬਾਤ ਜਿਹੜੀ ਹੈਗੀ ਆਪਣੇ ਕਿੱਤੇ ਦੀ ਵੀ ਕਰ ਲਈਏ, ਅਖੀਰਲੇ 10 ਮਿੰਟ ਰਹਿੰਦੇ ਆ। ਤੁਸੀਂ ਗੱਲ ਕਰਦੇ ਸੀ ਕਈ ਵਾਰੀ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਉਹ ਕਿਸ਼ਤ ਜਿਹੜੀ ਹੈਗੀ ਉਹ ਵੈਲਿਊਏਬਲ ਨਹੀਂ ਰਹਿੰਦੀ, ਪਰ ਆਪਣੇ ਐਜ਼ ਏ ਹਿਊਮਨ ਬੀਇੰਗ ਲਈ ਕਿਹੜੀਆਂ ਕਿਸ਼ਤਾਂ ਵੈਲਿਊਏਬਲ ਆ, ਕਿਹੜੀ ਇੰਸ਼ੋਰੈਂਸ ਵੈਲਿਊਏਬਲ ਆ? ਦੇਖੋ ਜਿਹੜੀ ਮਤਲਬ ਹੁਣ ਇਹਦੇ 'ਚ ਜਿਹੜਾ ਅਸੀਂ ਤਾਂ ਪ੍ਰੋਸੈਸ ਫੋਲੋ ਕਰਦੇ ਹਾਂ, ਮਤਲਬ ਹਰ ਤਰ੍ਹਾਂ ਦੀ ਜਿਹਨੂੰ ਕਹਿ ਲਓ ਕਿ ਕੰਪਲਾਇੰਸ ਨੂੰ ਫੋਲੋ ਕਰਦੇ ਹਾਂ ਕਿ ਤੁਹਾਡੀ ਪ੍ਰਾਈਵੇਸੀ ਰਵੇ ਸਾਰਾ, ਮਤਲਬ ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਦੇ ਹਾਂ। ਤੇ ਜਿਹੜੀਆਂ ਇੰਸ਼ੋਰੈਂਸ ਦੇ ਵਿੱਚ ਟਾਈਪਸ ਨੇ, ਜੇ ਇਕੱਲੀ ਲਾਈਫ ਇੰਸ਼ੋਰੈਂਸ ਦੀ ਦੇਖ ਲਈਏ ਨਾ, ਤਕਰੀਬਨ 8 ਤਰ੍ਹਾਂ ਦੀਆਂ ਲਾਈਫ ਇੰਸ਼ੋਰੈਂਸ ਹੈਗੀਆਂ। ਸੋ ਜਿਹੜੀ ਇਹਦੇ 'ਚ ਚੀਜ਼ ਧਿਆਨ ਦੇਣ ਵਾਲੀ ਹੈਗੀ ਹੈ ਬਈ ਇੰਸ਼ੋਰੈਂਸ ਕਿਹੜੀ ਤੁਹਾਨੂੰ ਸੂਟੇਬਲ ਕਰਦੀ ਹੈ, ਕਿਹੜੀ ਨਹੀਂ ਕਰਦੀ, ਉਹ ਤੁਸੀਂ ਹਮੇਸ਼ਾ ਆਪਣੇ ਪਾਸਟ ਤੇ ਫਿਊਚਰ ਨੂੰ ਦੇਖ ਕੇ ਕਰ ਸਕਦੇ ਹੋ। ਜਦੋਂ ਤੁਸੀਂ ਕੋਈ ਪ੍ਰੋਸੈਸ ਫੋਲੋ ਕਰਦੇ ਹੋ, ਜਿਹੜਾ ਪ੍ਰੋਸੈਸ ਮਤਲਬ ਮੈਂ ਆਪਣੇ ਜਿੰਨੇ ਵੀ ਆਪਣੇ ਕੋਲ ਐਡਵਾਈਜ਼ਰ ਹੈਗੇ ਨੇ ਜਿਹੜੇ ਆਪਣੇ ਨਾਲ ਕੰਮ ਕਰਦੇ ਨੇ ਫੋਕਸ ਇੰਸ਼ੋਰੈਂਸ ਦੀ ਟੀਮ ਦੇ ਥੱਲੇ, ਉਹਨਾਂ ਨੂੰ ਮੈਂ 2-3 ਚੀਜ਼ਾਂ ਹਮੇਸ਼ਾ ਕਹਿਣਾ ਵੀ ਪਹਿਲੀ ਗੱਲ, ਕਦੀ ਵੀ ਕਿਸੇ ਦੀ ਇੰਸ਼ੋਰੈਂਸ ਇਹ ਸੋਚ ਕੇ ਨਾ ਕਰੋ ਵੀ ਤੁਹਾਨੂੰ ਕਿੰਨੇ ਪੈਸੇ ਬਣਨੇ ਆ। ਉਹ ਤੁਹਾਡੇ ਕਦੀ ਮਨ 'ਚ ਕੁਐਸਚਨ ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਫਿਰ ਤੁਹਾਡਾ ਕੀ ਹੋਏਗਾ, ਕੌਨਫਲਿਕਟ ਹੋ ਜਾਏਗਾ ਆਪਣੇ ਇੰਟਰਸਟ ਦੇ ਨਾਲ। ਜੇ ਤੁਸੀਂ ਇਹ ਸੋਚੋਗੇ ਕਿ ਮੈਨੂੰ ਇਹ ਕੰਮ ਕਰਕੇ $50 ਬਣਨੇ ਨੇ ਜਾਂ ਮੈਂ ਇਹ ਕਰਕੇ 100 ਬਣਨਗੇ, ਵੀ ਉਹ ਤੁਹਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ। ਤੁਸੀਂ ਕਦੀ ਵੀ ਪੈਸੇ ਦੀ ਕੈਲਕੂਲੇਸ਼ਨ ਅੱਗੇ ਨਾ ਰੱਖੋ, ਕੰਪਲਾਇੰਸ ਨੂੰ ਅੱਗੇ ਰੱਖੋ। ਕੰਪਲਾਇੰਸ ਦੇ ਵਿੱਚ ਤੁਹਾਡੀ ਪ੍ਰਾਈਵੇਸੀ ਕੀ ਹੈ, ਤੁਹਾਡਾ ਮਤਲਬ ਤੁਹਾਡਾ ਜਿਹੜਾ ਪ੍ਰੋਸੈਸ ਹੈ ਵੀ ਤੁਸੀਂ
ਜਿਵੇਂ ਹੁਣ ਆਪਾਂ ਵੈਬ ਟੈਲੀਸਕੋਪ ਦੀ ਗੱਲ ਕੀਤੀ ਟੈਕਨੋਲੋਜੀ ਦੀ, ਇਹ ਤਾਂ ਹੀ ਕਾਮਯਾਬ ਹੋਇਆ ਕਿ ਇਹਨਾਂ ਨੇ ਪ੍ਰੋਸੈਸ ਫੋਲੋ ਕੀਤਾ। ਇਹਨਾਂ ਨੇ ਸਹੀ ਬੰਦੇ ਹਾਇਰ ਕੀਤੇ, ਸਹੀ ਮਟੀਰੀਅਲ ਹਾਇਰ ਕੀਤਾ, ਕਿਤੇ ਕੋਈ ਭਾਈ ਭਤੀਜਾਵਾਦ ਨਹੀਂ ਹੋਇਆ, ਕਿਤੇ ਇਹਨਾਂ ਨੇ ਲਾਲਚ ਨਹੀਂ ਕੀਤਾ, ਕਿਤੇ ਪੈਸਾ ਨਹੀਂ ਉਹ ਕੀਤਾ। ਇਹਨਾਂ ਨੇ ਜੋ ਚੀਜ਼ ਪਰਫੈਕਟ ਸੀਗੀ ਉਸ ਟਾਈਮ ਵਾਸਤੇ ਉਹ ਅਪਲਾਈ ਕੀਤੀ ਇਹਨਾਂ ਨੇ, ਤਾਂ ਹੀ ਉਹ ਇਹਦਾ ਜਿਹੜਾ ਰਿਜ਼ਲਟ ਹੈ ਉਹ ਸਹੀ ਆਇਆ। ਜੇ ਇਹਦੇ 'ਚ ਭੋਰਾ ਵੀ ਕਰਪਸ਼ਨ ਹੋਵੇ ਤੇ ਰਿਜ਼ਲਟ ਸਹੀ ਨਹੀਂ ਆਊਗਾ। ਸੋ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ, ਚਾਹੇ ਆਪਣਾ ਤੁਹਾਡਾ ਰੇਡੀਓ ਦਾ ਕੰਮ ਹੈ, ਚਾਹੇ ਸਾਡਾ ਇੰਸ਼ੋਰੈਂਸ ਦਾ ਕੰਮ ਹੈ, ਇਹੀ ਚੀਜ਼ ਮੈਂ ਆਪਣੇ ਨੂੰ ਸਮਝਾਉਣਾ ਵੀ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਵੀ ਕਰਪਸ਼ਨ ਆ ਗਈ ਤੁਹਾਡੇ ਦਿਮਾਗ 'ਚ ਕਿ ਵੀ ਮੈਂ ਇਹ 'ਚੋਂ ਪੈਸੇ ਕਮਾਉਣੇ ਆ, ਤੇ ਤੁਸੀਂ ਕਦੀ ਕੰਮ ਸਹੀ ਨਹੀਂ ਕਰ ਸਕਦੇ। ਪੈਸੇ ਤੁਹਾਡੇ ਬਣਨੇ ਹੀ ਬਣਨੇ ਨੇ। ਜਿਵੇਂ ਤੁਸੀਂ ਬੀਜ ਬੋਜਿਆ, ਉਹਨੂੰ ਫਰਟੀਲਾਈਜ਼ ਕੀਤਾ, ਪਾਣੀ ਦਿੱਤਾ, ਸੰਭਾਲ ਕੀਤੀ, ਤੁਹਾਨੂੰ ਪਤਾ ਉਹਨੇ ਉੱਗਣਾ। ਠੀਕ ਹੈ ਨਾ। ਜੇ ਤੁਸੀਂ ਉਦਾਂ ਨਹੀਂ ਸੋਚਦੇ ਤੇ ਤੁਸੀਂ ਕਦੀ ਵੀ ਆਪਣਾ ਕੀ ਕਹਿ ਲਓ ਵੀ ਪ੍ਰੋਸੈਸ ਨੂੰ ਫੋਲੋ ਨਹੀਂ ਕਰਦੇ ਤੇ ਤੁਸੀਂ ਕਦੀ ਵੀ ਲੋਕਾਂ ਵਾਸਤੇ ਜਾਂ ਆਪਣੇ ਕਲਾਇੰਟਸ ਵਾਸਤੇ ਕੰਮ ਸਹੀ ਨਹੀਂ ਕਰ ਸਕਦੇ। ਸੋ ਜਿਹੜੀਆਂ ਇੰਸ਼ੋਰੈਂਸ ਹੁਣ 8 ਕਿਸਮ ਦੀਆਂ ਇੰਸ਼ੋਰੈਂਸ ਨੇ, ਸਭ ਤੋਂ ਵੱਡੀ ਇਸ਼ੂ ਇਹ ਆ ਜਾਂਦਾ ਕਿ ਵੀ ਕਿਸੇ ਬੰਦੇ ਨੂੰ ਹੋ ਸਕਦਾ ਟਾਈਪ 1 ਸੂਟ ਕਰਦੀ ਹੈ, ਕਿਸੇ ਨੂੰ ਹੋ ਸਕਦਾ ਟਾਈਪ 7 ਸੂਟ ਕਰਦੀ ਹੈ। ਹਮੇਸ਼ਾ ਆਪਣੀ ਜਿਹੜੀ ਉਹ ਹੈਗੀ ਹੈ ਮਤਲਬ ਪ੍ਰੋਸੈਸ ਜ਼ਰੂਰ ਫੋਲੋ ਕਰਾਓ ਕਿ ਕਿੰਨੀ ਚਾਹੀਦੀ ਹੈ, ਕਿਹੜੀ ਕਿਸਮ ਦੀ ਚਾਹੀਦੀ ਹੈ। ਜੇ ਮੈਂ ਤੁਹਾਨੂੰ ਸਰਫੇਸ ਲੈਵਲ ਤੇ, ਜੇ ਮਤਲਬ ਕਹਿ ਲਓ 1000 ਫੀਟ ਲੈਵਲ ਤੋਂ ਸਮਝਾਵਾਂ ਗੱਲ ਨੂੰ, ਵੀ ਲਾਈਫ ਇੰਸ਼ੋਰੈਂਸ ਹੁਣ ਇੱਕ ਟਰਮ ਇੰਸ਼ੋਰੈਂਸ ਹੈ। ਟਰਮ ਦੇ ਵਿੱਚ 2 ਟਾਈਪਸ ਨੇ। ਪਰਮਾਨੈਂਟ ਹੈ, ਪਰਮਾਨੈਂਟ ਦੇ ਵਿੱਚ 3 ਟਾਈਪਸ ਨੇ। ਫਿਰ ਉਹ 3 ਟਾਈਪਸ ਦੀਆਂ ਹਰੇਕ ਦੀਆਂ 2-2 ਨੇ। ਅੱਛਾ। ਹਾਂ, ਸੋ 2 2 4 2 6 ਤੇ 2 ਇੱਧਰ 8 ਹੋ ਗਈਆਂ। ਇਹ ਟੌਪ ਲੈਵਲ ਹੈ। ਅੱਛਾ। ਤੇ ਇਹਨਾਂ ਦੇ ਜੇ ਅੱਗੇ ਦੇਖਣੀ ਸ਼ੁਰੂ ਕਰਦੀ ਹੁਣ ਹੋਲ ਲਾਈਫ ਪਾਲਿਸੀ ਨੂੰ ਜੇ ਆਪਾਂ ਦੇਖੀਏ ਤੇ ਉਹਦੇ ਚ ਡਿਵੀਡੈਂਡ ਸਕੇਲ ਹੀ 4 ਕਿਸਮ ਦਾ। ਹਾਂਜੀ। ਕੱਲੀ ਹੋਲ ਲਾਈਫ ਇੱਕ ਪਾਲਿਸੀ ਦੇ ਵਿੱਚ। ਹੁਣ ਹੋ ਸਕਦਾ ਤੁਹਾਨੂੰ ਇੱਕ ਡਿਵੀਡੈਂਡ ਸਕੇਲ ਸੂਟ ਕਰਦਾ ਹੋਵੇ, ਦੂਜੇ ਨੂੰ ਸਕਦਾ ਨਾ ਕਰਦਾ ਹੋਵੇ, ਕਿਉਂਕਿ ਡਿਵੀਡੈਂਡ ਜਦੋਂ ਆਣਾ ਹੈ, ਡਿਵੀਡੈਂਡ ਦੇ ਨਾਲ ਤੁਹਾਨੂੰ ਕਈ ਬੰਦੇ ਇੰਸ਼ੋਰੈਂਸ ਬਾਏ ਕਰਦੇ ਨੇ, ਕਈ ਕੈਸ਼ ਲੈ ਲੈਂਦੇ ਨੇ ਹਰ ਮਹੀਨੇ, ਐਵਰੀ ਮੰਥ ਤੁਸੀਂ ਲੈ ਸਕਦੇ ਹੋ। ਕਈ ਬੰਦਿਆਂ ਨੂੰ ਕੈਸ਼ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਕਈ ਬੰਦੇ ਇਨਵੈਸਟਮੈਂਟ ਹੈਵੀ ਕਰਨਾ ਚਾਹੁੰਦੇ ਨੇ, ਨਹੀਂ ਇੰਸ਼ੋਰੈਂਸ ਦੇ ਉੱਤੇ ਇੰਨਾ ਬਿਲੀਵ ਕਰਦੇ। ਕਈ ਬੰਦੇ ਆਪਣੇ ਆਪ ਨੂੰ ਇੰਸ਼ੋਰੈਂਸ ਹੈਵੀ ਕਰਨਾ ਚਾਹੁੰਦੇ ਨੇ। ਉਹ ਸਾਰਾ ਤਾਂ ਹੀ ਕਰ ਸਕਦੇ ਹੋ ਜੇ ਤੁਹਾਨੂੰ ਟਾਈਪਸ ਪਹਿਲਾਂ ਕਲੀਅਰ ਹੋਣਗੀਆਂ। ਮਤਲਬ ਜਿਹੜਾ ਤੁਹਾਡਾ ਕੁਐਸਚਨ ਹੈ, ਆਈ ਡੋਂਟ ਨੋ ਤੁਸੀਂ ਇਹ ਕੁਐਸਚਨ ਕਿੱਦਾਂ ਲੈ ਕੇ ਆਂਦਾ, ਪਰ ਇਹ ਮੇਰੇ ਦਿਮਾਗ ਨੂੰ ਉਹ ਕਰ ਦਿੰਦਾ, ਖੋਲ ਦਿੰਦਾ ਵੀ ਕਈ ਚੀਜ਼ਾਂ ਮੇਰੇ ਦਿਮਾਗ ਚੱਲਣ ਲੱਗ ਜਾਂਦੀਆਂ। ਜਦੋਂ ਤੁਸੀਂ ਜਿਵੇਂ ਪੁੱਛਿਆ ਨਾ, ਤਾਂ ਮੇਰੇ ਦਿਮਾਗ ਦੇ ਵਿੱਚ ਇੰਸ਼ੋਰੈਂਸ ਦੀਆਂ ਕਈ ਟਾਈਪਸ ਅੰਦਰ ਘੁੰਮਣ ਲੱਗ ਗਈਆਂ ਵੀ ਕਿਹੜੀ ਦੱਸਾਂ ਤੁਹਾਨੂੰ। ਵੀ ਮੈਨੂੰ ਮੈਂ ਆਪ ਮਤਲਬ ਅੰਦਰ ਉਹ ਹੋ ਗਿਆ, ਸਟਾਰਮਿੰਗ ਹੋਣ ਲੱਗ ਗਈ ਵੀ ਮੈਂ ਤੁਹਾਨੂੰ ਕਿਹੜੀ ਟਾਈਪ ਦੱਸਾਂ। ਸਾਡੀ ਨਿਗਾਹ ਦੇ ਵਿੱਚ ਉਹ ਟਰਮ ਤੇ ਪਰਮਾਨੈਂਟ ਆ। ਤੁਹਾਡੀ ਨਿਗਾਹ 'ਚ 2 ਹੀ ਨੇ, ਟਰਮ ਤੇ ਪਰਮਾਨੈਂਟ। ਅੱਛਾ। ਪਰ ਇਹਨਾਂ ਦੇ ਅੱਗੇ ਜਿਹੜੀ ਹੈਗੀ ਹੈ ਟੌਪ ਲੈਵਲ ਤੇ, ਉਹ ਪਰਮਾਨੈਂਟ ਦੇ ਵਿੱਚ 3 ਤੇ ਟਰਮ ਦੇ ਵਿੱਚ 2, ਮਤਲਬ ਹਰੇਕ ਪਰਮਾਨੈਂਟ ਦੀ ਫਿਰ ਅੱਗੇ 2-2। ਸੋ ਮਿਨੀਮਮ 8 ਕਿਸਮ ਹੈਗੀ ਹੈ ਜੇ ਟੌਪ ਲੈਵਲ ਤੇ ਦੇਖੀਏ। ਤਾਂ ਤੁਹਾਡੀ ਨਿਗਾਹ ਦੇ ਵਿੱਚ ਕੱਲੀ ਟਰਮ ਤੇ ਪਰਮਾਨੈਂਟ ਨਹੀਂ ਹੋਣੀ ਚਾਹੀਦੀ। ਜਦੋਂ ਤੁਸੀਂ ਇੰਸ਼ੋਰੈਂਸ ਦੀ ਟਾਈਪ ਦੇਖਦੇ ਹੋ, ਤੁਹਾਡੀ ਨਿਗਾਹ ਦੇ ਵਿੱਚ 6 ਪਰਮਾਨੈਂਟ ਤੇ 2 ਟਰਮ ਹੋਣੀਆਂ ਚਾਹੀਦੀਆਂ। ਜਦੋਂ ਤੁਸੀਂ ਆਪਣੀ ਇੰਸ਼ੋਰੈਂਸ ਦਾ ਡਿਸਕਸ਼ਨ ਕਰਨੀ ਹੈ ਤੇ ਤੁਹਾਨੂੰ ਪਤਾ ਹੋਵੇ ਵੀ ਇਹ 8 ਕਿਸਮ ਦੀਆਂ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਆਉਂਦੀਆਂ ਨੇ ਤੇ ਇਹਨਾਂ 8 ਦੇ ਵਿੱਚੋਂ ਤੁਹਾਡੀ ਕਿਹੜੀ ਸੂਟ ਕਰਦੀ ਹੈ। ਵੀ ਜੇ ਤੁਹਾਨੂੰ ਸਿਰਫ 2 ਹੀ ਪਤਾ ਨੇ, ਦੈਟ ਮੀਨਸ ਜਦੋਂ ਤੁਸੀਂ ਇੰਸ਼ੋਰੈਂਸ ਲੈ ਰਹੇ ਹੋ, ਇਹਦਾ ਮਤਲਬ ਤੁਸੀਂ ਮਿਸ ਕਰ ਰਹੇ ਹੋ। ਇਹਦਾ ਮਤਲਬ ਤੁਹਾਨੂੰ ਸਾਰੀਆਂ ਟਾਈਪਸ ਨਹੀਂ ਪਤਾ। ਹੋ ਸਕਦਾ ਜੇ ਤੁਸੀਂ ਦੂਜੀਆਂ 6 ਬਾਕੀ 6 ਵੀ ਦੇਖੀਆਂ ਹੁੰਦੀਆਂ ਜਾਂ ਦੇਖੋਗੇ ਤੇ ਤੁਹਾਨੂੰ ਹੋ ਸਕਦਾ ਉਹਨਾਂ ਚੋਂ ਕੋਈ ਚੀਜ਼ ਜ਼ਿਆਦਾ ਪਸੰਦ ਆ ਜੇ, ਬਜਾਏ ਇਕੱਲੀਆਂ ਟੌਪ ਦੀਆਂ 2 ਸਰਫੇਸ ਲੈਵਲ ਦੀਆਂ ਦੇਖਣ ਦੀ ਬਜਾਏ। ਅੱਛਾ। ਠੀਕ ਹੈ ਜੀ। ਮੈਨੂੰ ਮੈਂ ਕਨਫਿਊਜ਼ ਤਾਂ ਨਹੀਂ ਕਰਦਾ ਨਾ? ਨਹੀਂ, ਮੇਰਾ ਇੱਕ ਸਵਾਲ ਬਹੁਤ ਦਿਮਾਗ ਦੇ ਵਿੱਚ ਆਇਆ, ਪਰ ਮੈਨੂੰ ਐਂ ਲੱਗਦਾ 5 ਮਿੰਟਾਂ 'ਚ ਪੂਰਾ ਨਹੀਂ ਹੋਣਾ। ਸੋ ਮੈਨੂੰ ਅਲੱਗ ਪੁੱਛ ਲਿਓ ਜਾਂ ਅਗਲੀ ਵਾਰ ਸਰੋਤਿਆਂ ਦਾ। ਨਹੀਂ, ਮੈਂ ਸਰੋਤਿਆਂ ਦਾ ਵੀ ਸਵਾਲ ਹੋਊਗਾ। ਮੇਰੇ ਜਿੰਨੇ ਵੀ ਸਵਾਲ ਹੋਣਗੇ ਉਹ ਸਾਰੇ ਸਰੋਤਿਆਂ ਦੇ ਹੋਣਗੇ। ਬਿਲਕੁਲ ਜੈਨੂਨ ਹੈ, ਵਾਜਬ ਹੈ ਗੱਲ। ਹਾਂਜੀ। ਸੋ ਲੰਮਾ ਹੋ ਜਾਣਾਗਾ। ਨਹੀਂ, ਫਿਰ ਕਦੀ ਸਹੀ ਟਾਈਮ ਘੱਟ ਆ ਤੇ ਬਹਿਲ ਸਾਹਿਬ ਤੇ, ਪਰ ਮੈਂ ਸਾਡੇ ਸਰੋਤਿਆਂ ਨੂੰ ਕਹਿ ਦੇਵਾਂ ਦੋਸਤੋ, ਇਹ ਤਾਂ ਹਜੇ 2 ਘੰਟੇ ਵੀ ਥੋੜੇ ਆ ਇਸ ਟੌਪਿਕ ਲਈ, ਤੇ ਤੁਹਾਨੂੰ ਆ ਕੇ ਸਾਰੀ ਗੱਲਬਾਤ ਕਰਨੀ ਪੈਣੀ ਆ। ਤੁਹਾਡੇ ਤੇ ਕਿੰਨਾ ਭਾਈ ਕਰ ਜਾਗਾ, ਕਿੰਨਾ ਤੁਸੀਂ ਚਾਹੁੰਦੇ ਹੋ ਮਗਰੋਂ, ਤੁਹਾਡੇ ਜਾਣ ਤੋਂ ਮਗਰੋਂ ਤੁਹਾਡੀ ਫੈਮਿਲੀ ਨੂੰ ਕਿਹੜਾ ਸੁੱਖ ਮਿਲ ਜਾਵੇ, ਜਾਂ ਇਹ ਕਹਿਣੀ ਗੱਲ ਬੜੀ ਤੁਹਾਨੂੰ ਲੱਗਣਾ ਵੀ ਇਹ ਸਾਈਡ ਜੀ ਗੱਲ ਆ, ਪਰ ਇਹ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਕਹਿਣੀ ਵੀ ਬਣਦੀ ਆ। ਇਸੇ ਕਰਕੇ ਇੰਸ਼ੋਰੈਂਸ ਕਰਾਉਣੀ ਆ, ਚਾਹੇ ਲਾਈਫ ਦੀ ਇੰਸ਼ੋਰੈਂਸ ਹੋਵੇ। ਕੱਲ ਪਰਸੋਂ ਸਾਡੇ ਇੱਕ ਮੁੰਡਾ ਕੰਮ ਕਰਦਾ ਸੀ ਬਹਿਲ ਸਾਹਿਬ, ਔਰ ਲੱਤ ਟੁੱਟ ਗਈ। ਉਹ ਫਿਰ ਇੰਸ਼ੋਰੈਂਸ ਵੀ ਹੈ ਨਹੀਂ, ਡਿਸੇਬਿਲਟੀ। ਮੇਰੇ ਕੋਲ ਪਿਛਲੇ ਸਾਲ ਦੀ ਗੱਲ ਹੈ ਤੇ ਸਰਦੀਆਂ ਦੇ ਵਿੱਚ ਉਹ ਕਹਿੰਦਾ ਜੀ ਮੇਰੀ ਇੰਸ਼ੋਰੈਂਸ ਕਰ ਦਿਓ, $2000 ਮਹੀਨਾ ਆ ਜੇ, ਤੇ ਊਬਰ ਚਲਾਉਂਦਾ ਟੈਕਸੀ। ਠੀਕ ਹੈ। ਤੇ ਮੈਂ ਕਿਹਾ ਕਰ ਦਿੰਨੇ ਆ ਵੀ ਇੰਨੇ ਪੈਸੇ ਲੱਗਣ ਗਿਆ। ਮੈਂ ਸਾਰੇ ਪਲਾਨ ਦਿਖਾਤੇ ਤੇ ਕਹਿੰਦਾ ਜੀ ਮੇਰੇ ਬਸ 60 ਫੀਟ ਦੀ ਕਰ ਦਿਓ, ਹੋਰ ਨਹੀਂ ਚਾਹੀਦੀ। ਮੈਂ ਕਿਹਾ ਨਹੀਂ ਵੀ ਤੂੰ ਇਸ ਤਰ੍ਹਾਂ ਦੀ ਵੀ ਲੈ ਜਿਹਦੇ ਸਿਕਨੈਸ ਵੀ ਕਵਰ ਹੋਵੇ, ਕੱਲੀ 60 ਫੀਟ ਨਾਲ ਹੈ, ਵੀ ਹੋਰ $20 ਹੋਰ ਲੱਗਣੇ, ਤੂੰ ਯੰਗ ਹੈ, ਜ਼ਿਆਦਾ ਫਰਕ ਨਹੀਂ ਪੈਣਾ। ਉਹਨੇ ਮਤਲਬ ਕਹਿ ਲਓ ਰਿਲਕਟੈਂਟਲੀ ਐਕਸੈਪਟ ਕਰ ਲਿਆ। ਉਹਨੇ ਵੀ ਮਾਨ ਰੱਖ ਲਿਆ, ਕਹਿ ਲਓ ਮੇਰਾ ਜਿੱਦਾਂ ਮਰਜ਼ੀ ਕਹਿ ਲਓ। ਉਹਨੇ ਕਿਹਾ ਵੀ ਠੀਕ ਹੈ, ਮਤਲਬ ਉਹਦੀ ਗੱਲ ਜਾਂ ਖਾਨੇ 'ਚ ਪੈ ਗਈ, ਕਨਵਿੰਸ ਹੋ ਗਿਆ ਉਹ। ਉਹਨੇ ਉਹ ਲੈ ਲਈ। ਹੁਣ 2 ਮਹੀਨੇ ਪਹਿਲਾਂ ਉਹਦੇ
ਪਿੱਠ ਦੇ ਵਿੱਚ ਕੋਈ ਐਸੀ ਫਿੰਸੀ ਹੋ ਗਈ ਕਿ ਡਾਕਟਰ ਕਹਿੰਦਾ ਤੂੰ 6 ਮਹੀਨੇ ਡਰਾਈਵਿੰਗ ਨਹੀਂ ਕਰ ਸਕਦਾ। ਅੱਛਾ, ਹੁਣ ਜੋ ਕੱਲੀ ਉਹਨੇ ਇੰਜਰੀ ਲਈ ਹੁੰਦੀ ਉਦੋਂ ਤੇ ਉਹਨੇ ਉਹਨੂੰ ਕਵਰ ਨਹੀਂ ਕਰਨਾ ਸੀ, ਕਿਉਂਕਿ ਉਹਨੇ ਸਿਕਨੈਸ ਵੀ ਨਾਲ ਲੈ ਲਈ ਤਾਂ ਜਿਹੜੀ ਉਹ ਫਿੰਸੀ ਹੈ ਉਹ ਸਿਕਨੈਸ ਦੇ ਵਿੱਚ ਕਵਰ ਹੋ ਜੂਗੀ। ਹੁਣ ਉਹਨੂੰ ਘਰੇ ਬੈਠੇ ਨੂੰ 2000 ਮਹੀਨਾ ਆਈ ਜਾਂਦਾ। ਸੋ ਅਨਫੋਰਸੀਨ ਆਪਾਂ ਇੰਸ਼ੋਰੈਂਸ ਲੈਂਦੇ ਹਾਂ, ਅਨਫੋਰਸੀਨ ਸਰਕਮਸਟੈਂਸਿਸ ਜਿਹੜੇ ਆਪਾਂ ਨੂੰ ਪਤਾ ਨਹੀਂ ਕੀ ਹੋ ਸਕਦਾ ਆਪਣੇ ਨਾਲ, ਅਨਅਵੋਇਡੇਬਲ ਨੇ। ਮੈਂ ਕਈ ਵਾਰ ਸੋਚਦਾ ਹੁੰਦਾ ਚਲੋ ਮੈਂ ਇੰਸ਼ੋਰੈਂਸ ਵੀ ਲੈ ਲਾਂ ਇਹੋ ਜੀ, ਜਿੱਧਰ ਮੈਨੂੰ 2 ਮਹੀਨੇ ਬਹਿਣਾ ਪਏਗਾ ਰੇਡੀਓ ਕੌਣ ਕਰੂ, ਆਉਣਾ ਹੀ ਪੈਂਦਾ। ਬਰਾੜ ਸਾਹਿਬ ਸਿਖਾ ਦਾਂ ਤੁਹਾਨੂੰ, ਦੁਨੀਆ everyone is replaceable in this world। ਇਹ ਤੁਹਾਡੀ ਗੱਲ ਸਹੀ ਹੈ, ਪਰ ਪਲਾਨ ਤਾਂ ਹੋਵੇ ਨਾ। ਹਾਂ, ਫਿਰ ਪਲਾਨ ਮੈਂ ਕਰ ਦਾਂਗਾ। ਹੁਣ ਮੈਂ ਕੋਸ਼ਿਸ਼ ਕਰਦਾ ਸਿਮਰਨ ਨੂੰ ਟ੍ਰੇਨ ਕਰੀਏ ਜਾਂ ਕੋਸ਼ਿਸ਼ ਕਰੀਏ ਵੀ ਇਹ ਚੀਜ਼ਾਂ। ਕਈ ਵਾਰੀ ਮੈਨੂੰ ਕਾਲ ਆਉਂਦੀ ਹੈ ਕਿ ਤੁਸੀਂ ਆਇਆ ਕਰੋ, ਕਈ ਵਾਰੀ ਤੁਸੀਂ ਸੋਚ ਕੇ ਦੇਖੋ ਮਿਸ ਹੈਪਨ ਹੋ ਜਾਂਦੇ ਆ, ਐਕਸੀਡੈਂਟ ਹੋ ਜਾਂਦੇ ਆ। ਇਹ ਐਕਸੈਪਟੇਬਿਲਟੀ ਹੈ ਆਪਾਂ ਨੂੰ। ਇਹ ਮੈਨੂੰ ਸਿਖਾ ਦਿਓ, ਪਰ ਮੇਰੀ ਉਨੀ ਐਕਸੈਪਟੇਬਿਲਟੀ ਨਹੀਂ ਬਣਨੀ ਜਿੰਨੀ ਤੁਹਾਡੀ ਹੈ। ਚਲੋ ਉਹ ਸਾਡੇ ਸਰੋਤੇ ਸਮਝਣ ਵੀ ਮਜਬੂਰੀ ਹੁੰਦੀ ਹੈ ਕਈ ਵਾਰੀ, ਉਹ ਸਰੋਤੇ ਵੀ ਸਮਝਦਾਰ ਆਪਣੇ ਪਰਿਵਾਰ ਆ ਅਕਸਰ, ਉਹਨਾਂ ਮੇਰਾ ਦਰਦ ਉਹਨਾਂ ਦਾ ਵੀ ਦਰਦ ਆ। ਸੋ ਖੈਰ ਕੋਸ਼ਿਸ਼ ਕਰਦੇ ਰਹਿੰਦੇ ਆ, ਕਦੇ ਨਾ ਆਏ ਹੋਵੇ ਤਾਂ ਚੰਗੀ ਗੱਲ ਆ, ਪਰ ਹੋ ਸਕਦਾ, ਕਦੇ ਵੀ ਹੋ ਸਕਦਾ। ਹਾਂ, ਮਤਲਬ ਰੱਬ ਨਾ ਕਰੇ, ਪਰ ਐਨੀਥਿੰਗ ਕੈਨ ਹੈਪਨ। ਬਿਲਕੁਲ। ਤੇ ਇੱਕ ਕਾਲ ਲੈ ਲੈਂਦੇ ਆ, ਉਸ ਤੋਂ ਬਾਅਦ ਤੁਹਾਡੇ ਤੋਂ ਦੋਸਤੋ ਆਗਿਆ ਵੀ ਲੈਣੀ ਹੈ। 120 ਨੰਬਰ ਤੁਸੀਂ ਆਉਂਦੀ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਆ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਦਾ, ਤੁਸੀਂ ਕਹਿੰਦੇ ਰੇਡੀਓ ਕੋਲ, ਮੈਂ ਕਿਹਾ ਭਾਈ ਜਦੋਂ ਆਪਾਂ ਇੰਡੀਆ ਸੀ ਉਦੋਂ ਵੀ ਰੇਡੀਓ ਚੱਲਦੇ ਹੀ ਸੀਗੇ, ਰੇਡੀਓ ਤਾਂ ਚੱਲੀ ਜਾਣੇ, ਬੰਦੇ ਆਉਂਦੇ ਨੇ, ਕੰਮ ਚੱਲੀ ਜਾਣਾ, ਰੁਕਦੇ ਨਹੀਂ। ਸਹੀ ਗੱਲ, ਸਹੀ ਗੱਲ, ਸਹੀ ਗੱਲ। ਮੈਂ ਭਾਜੀ ਇੰਗਲੈਂਡ ਕੰਮ ਕੀਤਾ ਇੱਕ ਬੰਦੇ ਕੋਲ, ਉੱਥੇ ਮੁੰਡਾ ਹੁੰਦਾ ਬਿੱਟੂ, ਤੇ ਮੈਂ ਭਾਜੀ ਨੂੰ ਕਹਿੰਦਾ ਬਿੱਟੂ ਨੇ ਛੱਡ ਜਾਣਾ, ਤੇ ਉਹ ਕਹਿੰਦਾ ਬਥੇਰੇ ਬਿੱਟੂ ਆਏ ਤੇ ਬਥੇਰੇ ਗਏ, ਬਿੱਟੂ ਬਿਨਾਂ ਕੰਮ ਨਹੀਂ ਰੁਕਦੇ, ਬਥੇਰੇ ਆਉਣਗੇ, ਬਥੇਰੇ ਚੱਲੀ ਜਾਣਾ ਭਾਜੀ। ਠੀਕ ਹੈ ਭਾਜੀ, ਥੈਂਕ ਯੂ ਜੀ, ਥੈਂਕ ਯੂ। ਔਰ ਚਲੋ ਚੱਲੀ ਜਾਣਾ ਹੈ, ਕੰਮ ਤਾਂ ਰੁਕਣੇ ਨਹੀਂ ਗੇ, ਕੰਮ ਤੇ ਬੰਦੇ ਹੀ ਤੁਰ ਜਾਂਦੇ ਆ ਦੁਨੀਆ ਤੋਂ, ਤਾਂ ਵੀ ਚੱਲੀ ਜਾਂਦੇ ਆ। ਤੇ ਪਰ ਆਪਦੀ ਪਲੈਨਿੰਗ ਹੁੰਦੀ ਹੈ, ਇਹੀ ਤਾਂ ਪਲੈਨਿੰਗ ਹੁੰਦੀ ਹੈ। ਤੇ ਇਹ ਫਿਰ ਲਾਈਫ ਇੰਸ਼ੋਰੈਂਸ ਕੀ ਕਰਨੀ ਹੈ ਜੇ ਹੈ ਹੀ ਸੋਚ ਲਓਗੇ ਉਹ ਪਰਿਵਾਰ ਪਾਲਦੇ ਹੀ ਰਹਿਣੇ ਆ, ਮੈਂ ਜਾਵੜੂ ਤਾਂ ਕਿਹੜਾ ਪਰਿਵਾਰ ਨਾ ਪਲੂ। ਇਹ ਗੱਲ ਨਹੀਂ, ਕੀ ਗੱਲ ਹੁੰਦੀ ਹੈ ਪਲੈਨਿੰਗ ਦੀ, ਆਪਣਾ ਸੌਖਾ ਕਰਨਾ, ਆਪਣਾ। ਹਾਂ, ਆਪਣੇ ਤੋਂ ਮਗਰਲਿਆਂ ਨੂੰ ਸੌਖਾ ਕਰਨਾ, ਆਪਣੇ ਤੋਂ ਮਗਰਲਿਆਂ ਦਾ ਖਿਆਲ ਰੱਖਣਾ, ਆਪਣੇ ਤੋਂ ਮਗਰਲਿਆਂ ਦੀ ਖੁਸ਼ੀ ਦੇਖਣੀ, ਇਹ ਮੇਨ ਗੱਲ ਆ ਕਹਿਣ ਦੀ। ਸੋ ਧੰਨਵਾਦ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜੇ ਸੀਗੇ। ਸੋ ਪ੍ਰੋਗਰਾਮ ਤੋਂ ਬਾਅਦ ਕੋਈ ਮੇਰੇ ਨਾਲ ਗੱਲਬਾਤ ਕਰਨੀ ਹੋਵੇ 204 463 0110 ਦੇ ਉੱਪਰ ਕਰ ਸਕਦੇ ਹੋ। ਤੇ ਬਹਿਲ ਸਾਹਿਬ ਨੂੰ 100 ਮੈਂਟਲੇ ਡਰਾਈਵ ਦੇ ਉੱਪਰ ਜਾ ਕੇ ਮਿਲਣਾ ਤੁਸੀਂ ਜੀ। 6007 ਨੰਬਰ ਤੁਸੀਂ ਆਉਂਦੇ ਹੋ ਜੀ। ਬਹਿਲ ਸਾਹਿਬ ਤੇ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਲਖਵਿੰਦਰ ਕੌਸ਼ਿਕ ਬੋਲ ਰਿਹਾ ਜੀ। ਕੌਸ਼ਿਕ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਰ ਬਹੁਤ ਵਧੀਆ ਨੌਲੇਜ ਦੇ ਰਹੇ ਹੋ ਤੁਸੀਂ। ਸਰ ਇੱਕ ਸਲਾਹ ਹੀ ਸੀਗੀ ਛੋਟੀ ਜੀ ਵੀ ਇਹਨਾਂ ਦੀ ਸਰ ਵੀਡੀਓ ਬਣਾ ਕੇ ਸਰ ਜ਼ਰੂਰ, ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਕਿ ਜੇ ਪੁਰਾਣੇ ਬੰਦਿਆਂ ਕੋਲੇ ਕੁਝ ਹੁੰਦਾ, ਰਿਕਾਰਡ ਹੁੰਦਾ ਤਾਂ ਅੱਜ ਉਹਦੇ ਵੱਧ ਕੰਮ ਹੁੰਦਾ, ਤੇ ਸਰ ਜਿਹੜੀ ਨੌਲੇਜ ਆ ਇਹ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਜ਼ਰੂਰ ਸੁਣੂਗੀ। ਜੇ ਤੁਸੀਂ ਆਪਣੇ ਕਿਸੇ YouTube ਚੈਨਲ ਬਣਾ ਕੇ ਉਹਦੇ ਤੇ ਜ਼ਰੂਰ ਪਾਇਆ ਕਰੋ ਜੀ ਇਸ ਤਰ੍ਹਾਂ ਦੀ ਨੌਲੇਜ। ਬਿਲਕੁਲ ਕੌਸ਼ਿਕ ਸਾਹਿਬ, ਤੁਹਾਡਾ ਸਾਥ ਚਾਹੀਦਾ ਸਾਨੂੰ। ਸਰ ਆਪਾਂ 24 ਘੰਟੇ ਹਾਜ਼ਰ ਹਾਂ। ਉੱਠਦੇ ਪੌਣੇ 3 ਵਜੇ, ਪੌਣੇ 3 ਵਜੇ ਉੱਠ ਕੇ 24 ਘੰਟੇ ਹਾਜ਼ਰ। ਨਹੀਂ ਦੇਖੋ, ਮੈਂ 1 ਵਜੇ ਦਾ ਹੀ ਪ੍ਰੋਗਰਾਮ ਸੁਣ ਰਿਹਾ ਜਦ ਤੁਸੀਂ ਅੱਜ ਪਹਿਲਾ ਉਹ ਸ਼ਬਦ ਚੱਲਿਆ। ਵੈਰੀ ਗੁੱਡ ਕੌਸ਼ਿਕ ਸਾਹਿਬ, ਜ਼ਰੂਰ ਪਾਵਾਂਗੇ ਬਾਈ ਜੀ। ਥੈਂਕ ਯੂ। ਔਰ ਕੌਸ਼ਿਕ ਸਾਹਿਬ ਬੜੀ ਮਿਹਨਤ ਕਰਦੇ ਖਰ ਵੀਡੀਓ ਵਾਲੇ ਪਾਸੇ, ਤੇ ਹਮੇਸ਼ਾ ਨਹੀਂ ਇਹਨਾਂ ਨੇ ਨਾ ਇਹ ਰਾਤ ਦੀ ਸ਼ਿਫਟ ਲਾਉਂਦੇ, ਤਾਂ ਹੱਸਦਾ ਮੈਂ ਇਹਨਾਂ ਨੂੰ, ਇਹ ਲੇਟ ਉੱਠਦੇ ਆ। ਸੋ ਇਸ ਕਰਕੇ ਛੇੜ ਲਈਦਾ। ਸੋ ਬਹਿਲ ਸਾਹਿਬ ਨੂੰ ਕਾਲ ਕਰ ਲਿਓ, 204 230 41 31 ਨੰਬਰ ਹੈ ਇਹਨਾਂ ਦਾ। ਅੱਜ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਕੌਸ਼ਿਕ ਸਾਹਿਬ ਤੁਹਾਨੂੰ ਵੀ ਦੇ ਦਾਂਗੇ, ਔਰ ਹੋਰ ਵੀ ਕਿਸੇ ਸਾਡੇ ਸਰੋਤੇ ਨੂੰ ਚਾਹੀਦੀ ਹੋਵੇ ਉਹ ਵੀ ਦੇ ਦਿਓ। ਬਹਿਲ ਸਾਹਿਬ ਤੋਂ ਲੈ ਲਿਓ, ਮੈਂ ਚੈਨਲ ਤੇ ਬਹੁਤ ਈਜ਼ੀ ਹੈ। ਬਹਿਲ ਸਾਹਿਬ ਤੋਂ ਲੈ ਲਿਓ ਪਲੀਜ਼। 204 230 41 31 ਇਹਨਾਂ ਦਾ ਫੋਨ ਨੰਬਰ ਆ। 2042304131 100 ਮੈਂਟਲੇ ਡਰਾਈਵ ਦੇ ਉੱਪਰ ਆ ਕੇ ਲਾਈਫ ਡਿਸੇਬਿਲਿਟੀ, ਕ੍ਰਿਟੀਕਲ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਇੰਸ਼ੋਰੈਂਸ ਦੀ ਜਾਣਕਾਰੀ ਲਓ। ਵੈਸੇ ਵੀ ਕੋਈ ਤੁਹਾਡੇ ਮਨ ਦੇ ਵੱਲ ਕੋਈ ਨੌਲੇਜ, ਪਹਿਲਾਂ ਗੱਲਬਾਤ ਕਰਕੇ ਵੀ ਨੌਲੇਜ ਵੰਡਣ ਨਾਲ ਵੱਧਦੀ ਆ, ਤੁਸੀਂ ਵੀ ਵੰਡੋ ਤੇ ਬਹਿਲ ਸਾਹਿਬ ਨੂੰ ਮੌਕਾ ਮਿਲੂ, ਤੁਹਾਡੇ ਨਾਲ ਨੌਲੇਜ ਸਾਂਝੀ ਕਰਨਗੇ। ਸੋ ਨੌਲੇਜ ਦੇ ਵਿੱਚੋਂ ਕੋਈ ਗੱਲਾਂ ਨਿਕਲ ਆਉਣੀਆਂ ਗੀਆਂ, ਜਿਵੇਂ ਬਣਾਉਂਦੇ ਰਾਕਟ ਸੀਗੇ ਤੇ ਬਣ ਗਏ ਫੋਨ ਕੈਮਰੇ, ਤੇ ਉਹ ਜਿਵੇਂ ਖੋਜ ਹੋਰ ਹੋ ਜਾਂਦੀ ਹੈ ਨਾਲ, ਹੋਰ ਹੋ ਜਾਂਦੀ ਹੈ। ਹਾਂਜੀ ਬਿਲਕੁਲ। ਸੋ ਜੇ ਇੰਸ਼ੋਰੈਂਸ ਦੀ ਗੱਲ ਕਰਨ ਆ ਰਹੇ ਹੋ ਤੇ ਨਾਲ ਨਾਰਮਲ ਸੁਭਾਵਿਕ ਗੱਲਾਂ ਵੀ ਆਪਾਂ ਕਿਉਰਿਓਸਿਟੀ ਵਾਲੀਆਂ ਵੀ ਕਰ ਸਕਦੇ ਬਹਿਲ ਸਾਹਿਬ ਨਾਲ। ਇਹਨਾਂ ਦੀ ਨੌਲੇਜ ਦਾ ਫਾਇਦਾ ਉਠਾਈਏ। ਔਰ ਹਰ ਵੀਰਵਾਰ ਜਿਹੜਾ ਹੈਗਾ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਤੋਂ ਪ੍ਰੋਗਰਾਮ ਸਪਾਂਸਰ ਕੀਤਾ ਜਾਂਦਾ ਹੈ। ਆਪਣੇ ਬੱਚਿਆਂ ਦੇ ਪਲਾਨ ਬਣਾਉਣੇ ਹੋਣ, ਆਪਣੇ ਬੱਚਿਆਂ ਨੂੰ ਗਾਂਹ ਜਾ ਕੇ ਕੀ ਪੜਾਉਣਾ ਤੇ ਕਿਹੜੀ ਉਹਨਾਂ ਦੀ ਪਾਲਿਸੀ ਕਰਾਉਣੀ ਹੈ, ਕਿਹੜੇ ਪਾਸੇ ਉਹਨਾਂ ਦੀ ਸੇਵਿੰਗ ਫੰਡ ਪਾਉਣੇ ਹੈਗੇ, ਐਜੂਕੇਸ਼ਨ ਤੁਸੀਂ ਕਿਵੇਂ ਉਹਨਾਂ ਦੇ ਲਈ ਪੈਸੇ ਜੋੜਨੇ ਹੈਗੇ, ਸਾਰੀ ਜਾਣਕਾਰੀ ਤੁਹਾਨੂੰ 100 ਮੈਂਟਲੇ ਡਰਾਈਵ ਦੇ ਉੱਪਰ ਆ ਕੇ ਮਿਲੂਗੀ। ਇਨਵੈਸਟਮੈਂਟਸ ਲਈ ਅੱਛਾ ਮੌਕਾ ਹੈ। ਮਾਰਕੀਟਸ ਡਾਊਨ ਨੇ ਤੇ ਯੂਕਰੇਨ ਦਾ ਜਿਵੇਂ ਜਿਵੇਂ ਇੰਪਰੂਵ ਹੋ ਰਹੀ ਹੈ, ਜਿਵੇਂ ਜਿਵੇਂ ਇਨਫਲੇਸ਼ਨ ਨੇ ਕੰਟਰੋਲ ਹੋਣਾ ਹੈ। ਅਜੇ ਇਨਫਲੇਸ਼ਨ ਚਲੋ ਕੰਟਰੋਲ ਨਹੀਂ ਹੋ ਰਹੀ, ਪਰ ਅਲਟੀਮੇਟਲੀ ਹੋ ਜਾਣੀ ਹੈ ਤੇ ਮਾਰਕੀਟ ਨੇ ਉਦੋਂ ਉੱਪਰ ਚਲੇ ਜਾਣਾ। ਸੋ ਆਹ ਜਿਹੜੇ ਮਹੀਨੇ 2 ਮਹੀਨੇ ਹੈਗੇ ਨੇ, ਇਟਸ ਅ ਗੁੱਡ ਟਾਈਮ ਟੂ ਇਨਵੈਸਟ। ਠੀਕ ਹੈ ਜੀ। ਔਰ ਦੋਸਤੋ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੋਵੇ 204 463 0110 ਦੇ ਉੱਪਰ ਤੁਸੀਂ ਕਰ
ਸਕਦੇ ਹੋ ਜੇ ਤੁਹਾਨੂੰ ਟਾਈਪਸ ਪਹਿਲਾਂ ਕਲੀਅਰ ਹੋਣਗੀਆਂ। ਓਕੇ, ਮਤਲਬ ਜਿਹੜਾ ਤੁਹਾਡਾ ਕੁਐਸਚਨ ਹੈ, ਆਈ ਡੋਂਟ ਨੋ ਤੁਸੀਂ ਇਹ ਕੁਐਸਚਨ ਕਿੱਦਾਂ ਲੈ ਕੇ ਆਂਦਾ, ਪਰ ਇਹ ਮੇਰੇ ਦਿਮਾਗ ਨੂੰ ਉਹ ਕਰ ਦਿੰਦਾ, ਖੋਲ ਦਿੰਦਾ ਵੀ ਕਈ ਚੀਜ਼ਾਂ ਮੇਰੇ ਦਿਮਾਗ ਚੱਲਣ ਲੱਗ ਜਾਂਦੀਆਂ। ਜਦੋਂ ਤੁਸੀਂ ਜਿਵੇਂ ਪੁੱਛਿਆ ਨਾ, ਤਾਂ ਮੇਰੇ ਦਿਮਾਗ ਦੇ ਵਿੱਚ ਇੰਸ਼ੋਰੈਂਸ ਦੀਆਂ ਕਈ ਟਾਈਪਸ ਅੰਦਰ ਘੁੰਮਣ ਲੱਗ ਗਈਆਂ ਵੀ ਕਿਹੜੀ ਦੱਸਾਂ ਤੁਹਾਨੂੰ, ਵੀ ਮੈਂ ਆਪ ਮਤਲਬ ਅੰਦਰ ਉਹ ਹੋ ਗਿਆ, ਸਟਾਰਮਿੰਗ ਹੋਣ ਲੱਗ ਗਈ ਵੀ ਮੈਂ ਤੁਹਾਨੂੰ ਕਿਹੜੀ ਟਾਈਪ ਦੱਸਾਂ। ਸਾਡੀ ਨਿਗਾਹ ਦੇ ਵਿੱਚ ਉਹ ਟਰਮ ਤੇ ਪਰਮਾਨੈਂਟ ਆ, ਤੁਹਾਡੀ ਨਿਗਾਹ 'ਚ ਦੋ ਹੀ ਨੇ, ਟਰਮ ਤੇ ਪਰਮਾਨੈਂਟ। ਅੱਛਾ, ਪਰ ਇਹਨਾਂ ਦੇ ਅੱਗੇ ਜਿਹੜੀ ਹੈਗੀ ਹੈ ਟੌਪ ਲੈਵਲ ਤੇ, ਉਹ ਪਰਮਾਨੈਂਟ ਦੇ ਵਿੱਚ 3 ਤੇ ਟਰਮ ਦੇ ਵਿੱਚ 2, ਮਤਲਬ ਹਰੇਕ ਪਰਮਾਨੈਂਟ ਦੀ ਫਿਰ ਅੱਗੇ 2 ਸੋ ਮਿਨੀਮਮ 8 ਕਿਸਮ ਹੈਗੀ ਜੇ ਟੌਪ ਲੈਵਲ ਤੇ ਦੇਖੀਏ। ਤਾਂ ਤੁਹਾਡੀ ਨਿਗਾਹ ਦੇ ਵਿੱਚ ਕੱਲੀ ਟਰਮ ਤੇ ਪਰਮਾਨੈਂਟ ਨਹੀਂ ਹੋਣੀ ਚਾਹੀਦੀ। ਜਦੋਂ ਤੁਸੀਂ ਇੰਸ਼ੋਰੈਂਸ ਦੀ ਟਾਈਪ ਦੇਖਦੇ ਹੋ, ਤੁਹਾਡੀ ਨਿਗਾਹ ਦੇ ਵਿੱਚ 6 ਪਰਮਾਨੈਂਟ ਤੇ 2 ਟਰਮ ਹੋਣੀਆਂ ਚਾਹੀਦੀਆਂ। ਜਦੋਂ ਤੁਸੀਂ ਆਪਣੀ ਇੰਸ਼ੋਰੈਂਸ ਦਾ ਡਿਸਕਸ਼ਨ ਕਰਨੀ ਹੈ ਤੇ ਤੁਹਾਨੂੰ ਪਤਾ ਹੋਵੇ ਵੀ ਇਹ 8 ਕਿਸਮ ਦੀਆਂ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਆਉਂਦੀਆਂ ਨੇ, ਤੇ ਇਹਨਾਂ 8 ਦੇ ਵਿੱਚੋਂ ਤੁਹਾਡੀ ਕਿਹੜੀ ਸੂਟ ਕਰਦੀ ਹੈ। ਵੀ ਜੇ ਤੁਹਾਨੂੰ ਸਿਰਫ 2 ਹੀ ਪਤਾ ਨੇ, ਦੈਟ ਮੀਨਸ ਜਦੋਂ ਤੁਸੀਂ ਇੰਸ਼ੋਰੈਂਸ ਲੈ ਰਹੇ ਹੋ, ਇਹਦਾ ਮਤਲਬ ਤੁਸੀਂ ਮਿਸ ਕਰ ਰਹੇ ਹੋ। ਇਹਦਾ ਮਤਲਬ ਤੁਹਾਨੂੰ ਸਾਰੀਆਂ ਟਾਈਪਸ ਨਹੀਂ ਪਤਾ। ਹੋ ਸਕਦਾ ਜੇ ਤੁਸੀਂ ਦੂਜੀਆਂ 6 ਬਾਕੀ 6 ਵੀ ਦੇਖੀਆਂ ਹੁੰਦੀਆਂ ਜਾਂ ਦੇਖੋਗੇ ਤੇ ਤੁਹਾਨੂੰ ਹੋ ਸਕਦਾ ਉਹਨਾਂ ਚੋਂ ਕੋਈ ਚੀਜ਼ ਜ਼ਿਆਦਾ ਪਸੰਦ ਆ ਜੇ, ਬਜਾਏ ਇਕੱਲੀਆਂ ਟੌਪ ਦੀਆਂ 2 ਸਰਫੇਸ ਲੈਵਲ ਦੀਆਂ ਦੇਖਣ ਦੀ ਬਜਾਏ। ਅੱਛਾ, ਠੀਕ ਹੈ ਜੀ। ਮੈਨੂੰ ਮੈਂ ਕਨਫਿਊਜ਼ ਤਾਂ ਨਹੀਂ ਕਰਦਾ ਨਾ? ਨਹੀਂ, ਮੇਰਾ ਇੱਕ ਸਵਾਲ ਬਹੁਤ ਦਿਮਾਗ ਦੇ ਵਿੱਚ ਆਇਆ, ਪਰ ਮੈਨੂੰ ਐਂ ਲੱਗਦਾ 5 ਮਿੰਟਾਂ 'ਚ ਪੂਰਾ ਨਹੀਂ ਹੋਣਾ, ਸੋ ਮੈਨੂੰ ਅਲੱਗ ਪੁੱਛ ਲਿਓ ਜਾਂ ਅਗਲੀ ਵਾਰ ਸਰੋਤਿਆਂ ਦਾ। ਨਹੀਂ, ਮੈਂ ਸਰੋਤਿਆਂ ਦਾ ਵੀ ਸਵਾਲ ਹੋਊਗਾ, ਮੇਰੇ ਜਿੰਨੇ ਵੀ ਸਵਾਲ ਹੋਣਗੇ ਉਹ ਸਾਰੇ ਸਰੋਤਿਆਂ ਦੇ ਹੋਣਗੇ। ਬਿਲਕੁਲ ਜੈਨੂਇਨ ਹੈ, ਵਾਜਬ ਹੈ ਗੱਲ। ਹਾਂਜੀ, ਸੋ ਲੰਮਾ ਹੋ ਜਾਣਾਗਾ, ਨਹੀਂ ਫਿਰ ਕਦੀ ਸਹੀ ਟਾਈਮ ਘੱਟ ਆ ਤੇ ਬਹਿਲ ਸਾਹਿਬ ਤੇ, ਪਰ ਮੈਂ ਸਾਡੇ ਸਰੋਤਿਆਂ ਨੂੰ ਕਹਿ ਦੇਵਾਂ ਦੋਸਤੋ, ਇਹ ਤਾਂ ਹਜੇ 2 ਘੰਟੇ ਵੀ ਥੋੜੇ ਆ ਇਸ ਟੌਪਿਕ ਲਈ, ਤੇ ਤੁਹਾਨੂੰ ਆ ਕੇ ਸਾਰੀ ਗੱਲਬਾਤ ਕਰਨੀ ਪੈਣੀ ਆ। ਤੁਹਾਡੇ ਤੇ ਕਿੰਨਾ ਭਾਈ ਕਰ ਜਾਗਾ, ਕਿੰਨਾ ਤੁਸੀਂ ਚਾਹੁੰਦੇ ਹੋ ਮਗਰੋਂ, ਤੁਹਾਡੇ ਜਾਣ ਤੋਂ ਮਗਰੋਂ ਤੁਹਾਡੀ ਫੈਮਿਲੀ ਨੂੰ ਕਿਹੜਾ ਸੁੱਖ ਮਿਲ ਜਾਵੇ, ਜਾਂ ਇਹ ਕਹਿਣੀ ਗੱਲ ਬੜੀ ਤੁਹਾਨੂੰ ਲੱਗਣਾ ਵੀ ਇਹ ਸਾਈਡ ਜੀ ਗੱਲ ਆ, ਪਰ ਇਹ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਕਹਿਣੀ ਵੀ ਬਣਦੀ ਆ। ਇਸੇ ਕਰਕੇ ਇੰਸ਼ੋਰੈਂਸ ਕਰਾਉਣੀ ਆ, ਚਾਹੇ ਲਾਈਫ ਦੀ ਇੰਸ਼ੋਰੈਂਸ ਹੋਵੇ। ਕੱਲ ਪਰਸੋਂ ਸਾਡੇ ਇੱਕ ਮੁੰਡਾ ਕੰਮ ਕਰਦਾ ਸੀ ਬਹਿਲ ਸਾਹਿਬ, ਔਰ ਲੱਤ ਟੁੱਟ ਗਈ, ਉਹ ਫਿਰ ਇੰਸ਼ੋਰੈਂਸ ਵੀ ਹੈ ਨਹੀਂ, ਡਿਸੇਬਿਲਟੀ। ਮੇਰੇ ਕੋਲ ਪਿਛਲੇ ਸਾਲ ਦੀ ਗੱਲ ਹੈ, ਤੇ ਸਰਦੀਆਂ ਦੇ ਵਿੱਚ ਉਹ ਕਹਿੰਦਾ ਜੀ ਮੇਰੀ ਇੰਸ਼ੋਰੈਂਸ ਕਰ ਦਿਓ, $2000 ਮਹੀਨਾ ਆ ਜੇ, ਤੇ ਊਬਰ ਚਲਾਉਂਦਾ ਟੈਕਸੀ, ਠੀਕ ਹੈ। ਤੇ ਮੈਂ ਕਿਹਾ ਕਰ ਦਿੰਨੇ ਆ, ਵੀ ਇੰਨੇ ਪੈਸੇ ਲੱਗਣ ਗਿਆ। ਮੈਂ ਸਾਰੇ ਪਲਾਨ ਦਿਖਾਤੇ, ਤੇ ਕਹਿੰਦਾ ਜੀ ਮੇਰੇ ਬਸ 60 ਫੀਟ ਦੀ ਕਰ ਦੋ, ਹੋਰ ਨਹੀਂ ਚਾਹੀਦੀ। ਮੈਂ ਕਿਹਾ ਨਹੀਂ, ਵੀ ਤੂੰ ਇਸ ਤਰ੍ਹਾਂ ਦੀ ਵੀ ਲੈ ਜਿਹਦੇ ਸਿਕਨੈਸ ਵੀ ਕਵਰ ਹੋਵੇ, ਕੱਲੀ 60 ਫੀਟ ਨਾਲ ਹੈ, ਵੀ ਹੋਰ $20 ਹੋਰ ਲੱਗਣੇ, ਤੂੰ ਯੰਗ ਹੈ, ਜ਼ਿਆਦਾ ਫਰਕ ਨਹੀਂ ਪੈਣਾ। ਉਹਨੇ ਮਤਲਬ ਕਹਿ ਲਓ ਰਿਲਕਟੈਂਟਲੀ ਐਕਸੈਪਟ ਕਰ ਲਿਆ, ਉਹਨੇ ਵੀ ਮਾਨ ਰੱਖ ਲਿਆ, ਕਹਿ ਲਓ ਮੇਰਾ ਜਿੱਦਾਂ ਮਰਜ਼ੀ ਕਹਿ ਲਓ। ਉਹਨੇ ਕਿਹਾ ਵੀ ਠੀਕ ਹੈ, ਮਤਲਬ ਉਹਦੀ ਗੱਲ ਜਾਂ ਖਾਨੇ 'ਚ ਪੈ ਗਈ, ਕਨਵਿੰਸ ਹੋ ਗਿਆ ਉਹ, ਉਹਨੇ ਉਹ ਲੈ ਲਈ। ਹੁਣ 2 ਮਹੀਨੇ ਪਹਿਲਾਂ ਉਹਦੇ ਪਿੱਠ ਦੇ ਵਿੱਚ ਕੋਈ ਐਸੀ ਫਿੰਸੀ ਹੋ ਗਈ ਕਿ ਡਾਕਟਰ ਕਹਿੰਦਾ ਤੂੰ 6 ਮਹੀਨੇ ਡਰਾਈਵਿੰਗ ਨਹੀਂ ਕਰ ਸਕਦਾ। ਹੁਣ ਜੋ ਕੱਲੀ ਉਹਨੇ ਇੰਜਰੀ ਲਈ ਹੁੰਦੀ ਉਦੋਂ, ਤੇ ਉਹਨੇ ਉਹਨੂੰ ਕਵਰ ਨਹੀਂ ਕਰਨਾ ਸੀ, ਕਿਉਂਕਿ ਉਹਨੇ ਸਿਕਨੈਸ ਵੀ ਨਾਲ ਲੈ ਲਈ, ਤਾਂ ਜਿਹੜੀ ਉਹ ਫਿੰਸੀ ਹੈ ਉਹ ਸਿਕਨੈਸ ਦੇ ਵਿੱਚ ਕਵਰ ਹੋ ਜੂਗੀ। ਹੁਣ ਉਹਨੂੰ ਘਰੇ ਬੈਠੇ ਨੂੰ 2000 ਮਹੀਨਾ ਆਈ ਜਾਂਦਾ। ਸੋ ਅਨਫੋਰਸੀਨ, ਆਪਾਂ ਇੰਸ਼ੋਰੈਂਸ ਲੈਂਦੇ ਹਾਂ ਅਨਫੋਰਸੀਨ ਸਰਕਮਸਟੈਂਸਿਸ, ਜਿਹੜੇ ਆਪਾਂ ਨੂੰ ਪਤਾ ਨਹੀਂ ਕੀ ਹੋ ਸਕਦਾ ਆਪਣੇ ਨਾਲ, ਅਨਅਵੋਇਡੇਬਲ ਨੇ। ਮੈਂ ਕਈ ਵਾਰ ਸੋਚਦਾ ਹੁੰਦਾ ਚਲੋ ਮੈਂ ਇੰਸ਼ੋਰੈਂਸ ਵੀ ਲੈ ਲਾਂ ਇਹੋ ਜੀ, ਜਿੱਦਣ ਮੈਨੂੰ 2 ਮਹੀਨੇ ਬਹਿਣਾ ਪਏਗਾ ਰੇਡੀਓ ਕੌਣ ਕਰੂ, ਆਉਣਾ ਹੀ ਪੈਂਦਾ। ਬਰਾੜ ਸਾਹਿਬ ਸਿਖਾ ਦਾਂ ਤੁਹਾਨੂੰ, ਦੁਨੀਆ everyone is replaceable in this world। ਇਹ ਤੁਹਾਡੀ ਗੱਲ ਸਹੀ ਹੈ, ਪਰ ਪਲਾਨ ਤਾਂ ਹੋਵੇ ਨਾ। ਹਾਂ, ਫਿਰ ਪਲਾਨ ਮੈਂ ਕਰ ਦਾਂਗਾ। ਹੁਣ ਮੈਂ ਕੋਸ਼ਿਸ਼ ਕਰਦਾ ਸਿਮਰਨ ਨੂੰ ਟ੍ਰੇਨ ਕਰੀਏ ਜਾਂ ਕੋਸ਼ਿਸ਼ ਕਰੀਏ ਵੀ ਇਹ ਚੀਜ਼ਾਂ। ਕਈ ਵਾਰੀ ਮੈਨੂੰ ਕਾਲ ਆਉਂਦੀ ਹੈ ਕਿ ਤੁਸੀਂ ਆਇਆ ਕਰੋ, ਕਈ ਵਾਰੀ ਤੁਸੀਂ ਸੋਚ ਕੇ ਦੇਖੋ ਮਿਸ ਹੈਪਨ ਹੋ ਜਾਂਦੇ ਆ, ਐਕਸੀਡੈਂਟ ਹੋ ਜਾਂਦੇ ਆ। ਐਕਸੈਪਟੇਬਿਲਟੀ ਹੈ ਆਪਾਂ ਨੂੰ, ਇਹ ਮੈਨੂੰ ਸਿਖਾ ਦਿਓ, ਪਰ ਮੇਰੀ ਉਨੀ ਐਕਸੈਪਟੇਬਿਲਟੀ ਨਹੀਂ ਬਣਨੀ ਜਿੰਨੀ ਤੁਹਾਡੀ ਹੈ। ਚਲੋ ਉਹ ਸਾਡੇ ਸਰੋਤੇ ਸਮਝਣ ਵੀ ਮਜਬੂਰੀ ਹੁੰਦੀ ਹੈ ਕਈ ਵਾਰੀ, ਉਹ ਸਰੋਤੇ ਵੀ ਸਮਝਦਾਰ, ਆਪਣੇ ਪਰਿਵਾਰ ਆ ਅਕਸਰ, ਉਹਨਾਂ ਮੇਰਾ ਦਰਦ ਉਹਨਾਂ ਦਾ ਵੀ ਦਰਦ ਆ। ਸੋ ਖੈਰ ਕੋਸ਼ਿਸ਼ ਕਰਦੇ ਰਹਿੰਦੇ ਆ, ਕਦੇ ਨਾ ਆਏ ਹੋਵੇ ਤਾਂ ਚੰਗੀ ਗੱਲ ਆ, ਪਰ ਹੋ ਸਕਦਾ, ਕਦੇ ਵੀ ਹੋ ਸਕਦਾ। ਹਾਂ, ਮਤਲਬ ਰੱਬ ਨਾ ਕਰੇ, ਪਰ ਐਨੀਥਿੰਗ ਕੈਨ ਹੈਪਨ। ਬਿਲਕੁਲ। ਤੇ ਇੱਕ ਕਾਲ ਲੈ ਲੈਂਦੇ ਆ, ਉਸ ਤੋਂ ਬਾਅਦ ਤੁਹਾਡੇ ਤੋਂ ਦੋਸਤੋ ਆਗਿਆ ਵੀ ਲੈਣੀ ਹੈ। 120 ਨੰਬਰ ਤੁਸੀਂ ਆਉਂਦੀ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਵੀਰੇ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਦਾ, ਤੁਸੀਂ ਕਹਿੰਦੇ ਰੇਡੀਓ ਕਹੋ, ਮੈਂ ਕਿਹਾ ਭਾਈ ਜਦੋਂ ਆਪਾਂ ਇੰਡੀਆ ਸੀ ਉਦੋਂ ਵੀ ਰੇਡੀਓ ਚੱਲਦੇ ਹੀ ਸੀਗੇ, ਰੇਡੀਓ ਤਾਂ ਚੱਲੀ ਜਾਣੇ, ਬੰਦੇ ਆਉਂਦੇ ਨੇ, ਕੰਮ ਚੱਲੀ ਜਾਣਾ, ਰੁਕਦੇ ਨਹੀਂ। ਸਹੀ ਗੱਲ, ਸਹੀ ਗੱਲ, ਸਹੀ ਗੱਲ। ਮੈਂ ਭਾਜੀ ਇੰਗਲੈਂਡ ਕੰਮ ਕੀਤਾ, ਇੱਕ ਬੰਦੇ ਕੋਲ ਉੱਥੇ ਮੁੰਡਾ ਹੁੰਦਾ ਬਿੱਟੂ, ਤੇ ਮੈਂ ਭਾਜੀ ਨੂੰ ਕਹਿੰਦਾ ਬਿੱਟੂ ਨੇ ਛੱਡ ਜਾਣਾ, ਤੇ ਉਹ ਕਹਿੰਦਾ ਬਥੇਰੇ ਬਿੱਟੂ ਆਏ ਤੇ ਬਥੇਰੇ ਗਏ, ਬਿੱਟੂ ਬਿਨਾਂ ਕੰਮ ਨਹੀਂ ਰੁਕਦੇ, ਬਥੇਰੇ ਆਉਣਗੇ, ਬਥੇਰੇ ਚੱਲੀ ਜਾਣਾ ਭਾਜੀ। ਠੀਕ ਹੈ ਭਾਜੀ, ਥੈਂਕ ਯੂ ਜੀ, ਥੈਂਕ ਯੂ।
ਔਰ ਚਲੋ ਚੱਲੀ ਜਾਣਾ, ਇਹ ਕੰਮ ਤਾਂ ਰੁਕਨੇ ਨਹੀਂਗੇ, ਕੰਮ ਤੇ ਬੰਦੇ ਹੀ ਤੁਰ ਜਾਂਦੇ ਆ ਦੁਨੀਆ ਤੋਂ, ਤਾਂ ਵੀ ਚੱਲੀ ਜਾਂਦੇ ਆ, ਤੇ ਪਰ ਆਪਦੀ ਪਲੈਨਿੰਗ ਹੁੰਦੀ ਹੈ, ਇਹੀ ਤਾਂ ਪਲੈਨਿੰਗ ਹੁੰਦੀ ਹੈ। ਤੇ ਇਹ ਫਿਰ ਲਾਈਫ ਇੰਸ਼ੋਰੈਂਸ ਕੀ ਕਰਨੀ ਹੈ ਜੇ ਹੈ ਹੀ ਸੋਚ ਲਓਗੇ ਉਹ ਪਰਿਵਾਰ ਪਲਦੇ ਹੀ ਰਹਿਣੇ ਆ, ਮੈਂ ਜਾਵੜੂ ਤਾਂ ਕਿਹੜਾ ਪਰਿਵਾਰ ਨਾ ਪਲੂ, ਇਹ ਗੱਲ ਨਹੀਂ ਕੀ ਗੱਲ ਹੁੰਦੀ ਹੈ ਪਲੈਨਿੰਗ ਦੀ। ਆਪਣਾ ਸੌਖਾ ਕਰਨਾ ਲਾਈਫ, ਆਪਣਾ, ਹਾਂ, ਆਪਣੇ ਤੋਂ ਮਗਰਲਿਆਂ ਨੂੰ ਸੌਖਾ ਕਰਨਾ, ਆਪਣੇ ਤੋਂ ਮਗਰਲਿਆਂ ਦਾ ਖਿਆਲ ਰੱਖਣਾ, ਆਪਣੇ ਤੋਂ ਮਗਰਲਿਆਂ ਦੀ ਖੁਸ਼ੀ ਦੇਖਣੀ, ਇਹ ਮੇਨ ਗੱਲ ਆ ਕਹਿਣ ਦੀ। ਸੋ ਧੰਨਵਾਦ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜੇ ਸੀਗੇ। ਸੋ ਪ੍ਰੋਗਰਾਮ ਤੋਂ ਬਾਅਦ ਕੋਈ ਮੇਰੇ ਨਾਲ ਗੱਲਬਾਤ ਕਰਨੀ ਹੋਵੇ 204-463-0110 ਦੇ ਉੱਪਰ ਕਰ ਸਕਦੇ ਹੋ, ਤੇ ਬਹਿਲ ਸਾਹਿਬ ਨੂੰ 100 ਮੈਂਟਲੇ ਡਰਾਈਵ ਦੇ ਉੱਪਰ ਜਾ ਕੇ ਮਿਲਣਾ ਤੁਸੀਂ ਜੀ। 6007 ਨੰਬਰ ਤੁਸੀਂ ਆਉਂਦੇ ਹੋ ਜੀ। ਬੈਲ ਸਾਹਿਬ ਤੇ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਲਖਵਿੰਦਰ ਕੌਸ਼ਿਕ ਬੋਲ ਰਿਹਾ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਬਹੁਤ ਵਧੀਆ ਨੌਲੇਜ ਦੇ ਰਹੇ ਹੋ ਤੁਸੀਂ ਸਰ। ਇੱਕ ਸਲਾਹ ਹੀ ਸੀਗੀ ਛੋਟੀ ਜੀ ਵੀ ਇਹਨਾਂ ਦੀ ਸਰ ਵੀਡੀਓ ਬਣਾ ਕੇ ਸਰ ਜ਼ਰੂਰ, ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਕਿ ਜੇ ਪੁਰਾਣੇ ਬੰਦਿਆਂ ਕੋਲੇ ਕੁਝ ਹੁੰਦਾ, ਰਿਕਾਰਡ ਹੁੰਦਾ ਤਾਂ ਅੱਜ ਉਹਦੇ ਵੱਧ ਕੰਮ ਹੁੰਦਾ, ਤੇ ਸਰ ਜਿਹੜੀ ਨੌਲੇਜ ਆ ਇਹ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਜ਼ਰੂਰ ਸੁਣੂਗੀ। ਜੇ ਤੁਸੀਂ ਆਪਣੇ ਕਿਸੇ YouTube ਚੈਨਲ ਬਣਾ ਕੇ ਉਹਦੇ ਤੇ ਜ਼ਰੂਰ ਪਾਇਆ ਕਰੋ ਜੀ ਇਸ ਤਰ੍ਹਾਂ ਦੀ ਨੌਲੇਜ। ਬਿਲਕੁਲ ਕੌਸ਼ਿਕ ਸਾਹਿਬ, ਤੁਹਾਡਾ ਸਾਥ ਚਾਹੀਦਾ ਸਾਨੂੰ। ਸਰ ਆਪਾਂ 24 ਘੰਟੇ ਹਾਜ਼ਰ ਹਾਂ। ਉੱਠਦੇ ਪੌਣੇ 3 ਵਜੇ ਉੱਠ ਕੇ 24 ਘੰਟੇ ਹਾਜ਼ਰ। ਨਹੀਂ ਦੇਖੋ, ਮੈਂ 1 ਵਜੇ ਦਾ ਹੀ ਪ੍ਰੋਗਰਾਮ ਸੁਣ ਰਿਹਾ ਜੀ ਜਦ ਤੁਸੀਂ ਅੱਜ ਪਹਿਲਾ ਉਹ ਸ਼ਬਦ ਚੱਲਿਆ ਜੀ। ਵੈਰੀ ਗੁੱਡ ਕੌਸ਼ਿਕ ਸਾਹਿਬ, ਜ਼ਰੂਰ ਪਾਵਾਂਗੇ ਬਾਈ ਜੀ। ਥੈਂਕ ਯੂ। ਔਰ ਕੌਸ਼ਿਕ ਸਾਹਿਬ ਬੜੀ ਮਿਹਨਤ ਕਰਦੇ ਖਰ ਵੀਡੀਓ ਵਾਲੇ ਪਾਸੇ, ਤੇ ਹਮੇਸ਼ਾ ਨਹੀਂ ਇਹਨਾਂ ਨੇ ਨਾ ਇਹ ਰਾਤ ਦੀ ਸ਼ਿਫਟ ਲਾਉਂਦੇ ਤਾਂ ਹੱਸਦਾ ਮੈਂ ਇਹਨਾਂ ਨੂੰ, ਇਹ ਲੇਟ ਉੱਠਦੇ ਆ, ਸੋ ਇਸ ਕਰਕੇ ਛੇੜ ਲਈਦਾ। ਸੋ ਬਹਿਲ ਸਾਹਿਬ ਨੂੰ ਕਾਲ ਕਰ ਲਿਓ 204-230-4131 ਨੰਬਰ ਹੈ ਇਹਨਾਂ ਦਾ। ਅੱਜ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਕੌਸ਼ਿਕ ਸਾਹਿਬ ਤੁਹਾਨੂੰ ਵੀ ਦੇ ਦਾਂਗੇ, ਔਰ ਹੋਰ ਵੀ ਕਿਸੇ ਸਾਡੇ ਸਰੋਤੇ ਨੂੰ ਚਾਹੀਦੀ ਹੋਵੇ ਉਹ ਵੀ ਭੇਜ ਦਿਓ। ਬਹਿਲ ਸਾਹਿਬ ਤੋਂ ਲੈ ਲਿਓ, ਮੈਂ ਚੈਨਲ ਤੇ ਬਹੁਤ ਈਜ਼ੀ ਆ, ਬਹਿਲ ਸਾਹਿਬ ਤੋਂ ਲੈ ਲਿਓ ਪਲੀਜ਼। 204-230-4131 ਇਹਨਾਂ ਦਾ ਫੋਨ ਨੰਬਰ ਆ। 2042304131 100 ਮੈਂਟਲੇ ਡਰਾਈਵ ਦੇ ਉੱਪਰ ਆ ਕੇ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜਾਣਕਾਰੀ ਲਓ। ਵੈਸੇ ਵੀ ਕੋਈ ਤੁਹਾਡੇ ਮਨ ਦੇ ਵੱਲ ਕੋਈ ਨੌਲੇਜ ਪਹਿਲਾਂ ਗੱਲਬਾਤ ਕਰਕੇ ਤੇ ਨੌਲੇਜ ਵੰਡਣ ਨਾਲ ਵੱਧਦੀ ਆ, ਤੁਸੀਂ ਵੀ ਵੰਡੋ ਤੇ ਬਹਿਲ ਸਾਹਿਬ ਨੂੰ ਮੌਕਾ ਮਿਲੂ ਤੁਹਾਡੇ ਨਾਲ ਨੌਲੇਜ ਸਾਂਝੀ ਕਰਨਗੇ। ਸੋ ਨੌਲੇਜ ਦੇ ਵਿੱਚੋਂ ਕੋਈ ਗੱਲਾਂ ਨਿਕਲ ਆਉਣੀਆਂ ਗੀਆਂ, ਜਿਵੇਂ ਬਣਾਉਂਦੇ ਰਾਕਟ ਸੀਗੇ ਤੇ ਬਣ ਗਏ ਫੋਨ ਕੈਮਰੇ, ਤੇ ਉਹ ਜਿਵੇਂ ਖੋਜ ਹੋਰ ਹੋ ਜਾਂਦੀ ਹੈ ਨਾਲ, ਹੋਰ ਹੋ ਜਾਂਦੀ ਹੈ। ਹਾਂਜੀ ਬਿਲਕੁਲ। ਸੋ ਜੇ ਇੰਸ਼ੋਰੈਂਸ ਦੀ ਗੱਲ ਕਰਨ ਆ ਰਹੇ ਹੋ ਤੇ ਨਾਲ ਨਾਰਮਲ ਸੁਭਾਵਿਕ ਗੱਲਾਂ ਵੀ ਆਪਾਂ ਕਿਉਰਿਓਸਿਟੀ ਵਾਲੀਆਂ ਵੀ ਕਰ ਸਕਦੇ ਬਹਿਲ ਸਾਹਿਬ ਨਾਲ। ਇਹਨਾਂ ਦੀ ਨੌਲੇਜ ਦਾ ਫਾਇਦਾ ਉਠਾਈਏ। ਔਰ ਹਰ ਵੀਰਵਾਰ ਜਿਹੜਾ ਹੈਗਾ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਤੋਂ ਪ੍ਰੋਗਰਾਮ ਸਪਾਂਸਰ ਕੀਤਾ ਜਾਂਦਾ ਹੈ। ਆਪਣੇ ਬੱਚਿਆਂ ਦੇ ਪਲਾਨ ਬਣਾਉਣੇ ਹੋਣ, ਆਪਣੇ ਬੱਚਿਆਂ ਨੂੰ ਗਾਂਹ ਜਾ ਕੇ ਕੀ ਪੜਾਉਣਾ ਤੇ ਕਿਹੜੀ ਉਹਨਾਂ ਦੀ ਪਾਲਿਸੀ ਕਰਾਉਣੀ ਹੈ, ਕਿਹੜੇ ਪਾਸੇ ਉਹਨਾਂ ਦੀ ਸੇਵਿੰਗ ਫੰਡ ਪਾਉਣੇ ਹੈਗੇ, ਐਜੂਕੇਸ਼ਨ ਤੁਸੀਂ ਕਿਵੇਂ ਉਹਨਾਂ ਦੇ ਲਈ ਪੈਸੇ ਜੋੜਨੇ ਹੈਗੇ, ਸਾਰੀ ਜਾਣਕਾਰੀ ਤੁਹਾਨੂੰ 100 ਮੈਂਟਲੇ ਡਰਾਈਵ ਦੇ ਉੱਪਰ ਆ ਕੇ ਮਿਲੂਗੀ। ਇਨਵੈਸਟਮੈਂਟਸ ਲਈ ਅੱਛਾ ਮੌਕਾ ਹੈ। ਮਾਰਕੀਟਸ ਡਾਊਨ ਨੇ ਤੇ ਯੂਕਰੇਨ ਦਾ ਜਿਵੇਂ ਇੰਪਰੂਵ ਹੋ ਰਹੀ ਹੈ, ਜਿਵੇਂ ਇਨਫਲੇਸ਼ਨ ਨੇ ਕੰਟਰੋਲ ਹੋਣਾ। ਅਜੇ ਇਨਫਲੇਸ਼ਨ ਚਲੋ ਕੰਟਰੋਲ ਨਹੀਂ ਹੋ ਰਹੀ, ਪਰ ਅਲਟੀਮੇਟਲੀ ਹੋ ਜਾਣੀ ਹੈ ਤੇ ਮਾਰਕੀਟ ਨੇ ਉਦੋਂ ਉੱਪਰ ਚਲੇ ਜਾਣਾ। ਸੋ ਆਹ ਜਿਹੜੇ ਮਹੀਨੇ 2 ਮਹੀਨੇ ਹੈਗੇ ਨੇ, ਇਟਸ ਅ ਗੁੱਡ ਟਾਈਮ ਟੂ ਇਨਵੈਸਟ। ਠੀਕ ਹੈ ਜੀ। ਔਰ ਦੋਸਤੋ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੋਵੇ 204-463-0110 ਦੇ ਉੱਪਰ ਤੁਸੀਂ ਕਰ